ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415 909 0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698 ਦੇ ਉੱਤੇ। ਵੱਖ-ਵੱਖ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ ਕੀ ਕੁਛ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ, ਕੀ ਲੇਟੈਸਟ ਅਪਡੇਟਸ ਨੇ, ਕੋਰਟਸ ਦੇ ਵਿੱਚ ਕੀ ਹੋ ਰਿਹਾ ਹੈ, ਅਦਾਲਤਾਂ ਦੇ ਵਿੱਚ ਹੋਰ ਜਿਹੜੇ ਕੇਸ ਚੱਲ ਰਹੇ ਉਹ ਕੀ ਆ, ਤੇ USCIS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੋਰ ਕਿਹੜੇ ਥਾਵਾਂ ਦੇ ਉੱਤੇ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਇਮੀਗ੍ਰੇਸ਼ਨ ਐਨਫੋਰਸਮੈਂਟ ਤੇਜ਼ ਕਰ ਰਹੀ ਹੈ। ਉਹਨਾਂ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ। ਕਾਲਸ ਵੀ ਲਵਾਂਗੇ ਤੁਹਾਡੀਆਂ। ਪਹਿਲੋਂ ਜਿਹੜੀਆਂ ਗੱਲਾਂ ਬਾਤਾਂ ਜਿਹੜੇ ਨਿਊਜ਼ ਆ ਵਗੈਰਾ ਆ ਉਹਨਾਂ ਸਾਰਿਆਂ ਨੂੰ ਡਿਸਕਸ ਕਰਨ ਤੋਂ ਬਾਅਦ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082722500 ਦੇ ਉੱਤੇ ਉਦੋਂ ਕਾਲ ਕਰ ਸਕਦੇ ਹੋ। ਪਰ ਹਾਲ ਦੀ ਘੜੀ ਅਜੇ ਪਹਿਲਾਂ ਆਪਾਂ ਤੁਹਾਡੇ ਨਾਲ ਜਿਹੜੀਆਂ ਕੁਛ ਅਹਿਮ ਨਿਊਜ਼ ਨੇ ਜੋ ਇਸ਼ੂਜ਼ ਚੱਲ ਰਹੇ ਆ ਉਹਨਾਂ ਦੇ ਉੱਤੇ ਆਪਾਂ ਡਿਸਕਸ ਕਰਾਂਗੇ। ਸ਼ੁਰੂਆਤ ਅਟਾਰਨੀ ਟਿਰਕਿਆਣਾ ਜੀ ਆਪਾਂ ਕਰਦੇ ਹਾਂ। ਤਿੱਬਤ ਦਾ ਇੱਕ ਬੰਦਾ, ਉਸ ਨੂੰ 27 ਮਹੀਨੇ ਦੀ ਸਜ਼ਾ ਹੋਈ ਆ ਨਕਲੀ ਫਰਾਡ ਅਸਾਈਲਮ ਕਲੇਮ ਜਿਹੜੇ ਆ ਉਹ ਫਾਈਲ ਕਰਨ ਦੇ ਲਈ, ਆਪਣਾ ਫਾਇਦਾ ਜਿਹੜਾ ਉਹ ਲੈਣ ਦੇ ਲਈ। ਸੋ ਆਪਾਂ ਲੇਟਲੀ ਦੇਖ ਰਹੇ ਹਾਂ ਵੀ ਜਿਹੜੇ ਫਰਾਡ ਅਸਾਈਲਮ ਕੇਸ ਫਾਈਲ ਕਰਨ ਵਾਲੇ ਤੇ ਜਿਹੜੇ ਉਹਦਾ ਫਾਇਦਾ ਲੈਣ ਵਾਲੇ ਆ ਉਹਨਾਂ ਨੂੰ ਕਾਫੀ ਕੜਕੀ ਦੇ ਵਿੱਚ ਜਿਹੜਾ ਉਹ ਨੱਪ ਰਹੇ, ਸ਼ਿਕੰਜੇ 'ਚ ਕੱਸ ਰਹੇ ਆ। ਹਾਂਜੀ, ਇਹ ਜੀ ਇਹਦਾ ਨਾਮ ਹੈ ਜੀ ਟੈਂਜ਼ਨ ਨੋਰਬੂ। ਇਹ ਤਿੱਬਤ ਦਾ ਬੰਦਾ, ਤੇ ਜਿਹਨਾਂ ਨੂੰ ਨਹੀਂ ਪਤਾ ਇਹ ਆਪਣਾ ਜਿਹੜਾ ਇੰਡੀਆ ਤੇ ਚਾਈਨਾ ਦੇ ਵਿਚਕਾਰ ਜਿਹੜੀ ਕੰਟਰੀ ਲੱਗਦੀ ਆ, ਤੇ ਕਾਫੀ ਸਾਰੇ ਜਿਹੜੇ ਲੋਕੀ ਤਿੱਬਤ ਦੇ ਐਕਚੁਅਲੀ ਹੈਗੇ, ਇਹਨਾਂ ਨੇ ਅਸਾਈਲਮ ਵੀ ਜਿਹੜੀ ਸੀਗੀ ਇੰਡੀਆ ਦੇ ਵਿੱਚ ਲਈ ਹੋਈ ਆ। ਧਰਮਸ਼ਾਲਾ ਵੱਲ ਤੁਸੀਂ ਜਦੋਂ ਚਲ ਜਾਓ, ਹਾਂਜੀ, ਮਕਲੌਡਗੰਜ ਦੇ ਵਿੱਚ ਇਹਨਾਂ ਦਾ ਮੇਨ ਆ। ਤੇ ਓਬਵੀਅਸਲੀ ਜਦੋਂ ਕਮਿਊਨਿਜ਼ਮ ਆਇਆ ਤੇ ਉਹ ਕਹਿੰਦੇ ਕਿ ਧਰਮ ਜਿਹੜਾ ਚੱਲਣ ਨਹੀਂ ਦੇਣਾ, ਤੇ ਕਾਫੀ ਲੋਕੀ ਜਿਹੜੇ ਸੀਗੇ ਉਹਨਾਂ ਨੇ ਜਿਹੜੀ ਸਰਕਾਰ ਨੇ ਟਾਰਗੇਟ ਕੀਤੇ ਸੀਗੇ ਤੇ ਉਹ ਉਰੇ ਆ ਗਏ ਸੀਗੇ ਇੰਡੀਆ ਦੇ ਵਿੱਚ, ਤੇ ਹੋਰ ਕੋਈ ਜਗ੍ਹਾ ਨਹੀਂ ਸੀਗੀ। ਤੇ ਕਾਫੀ ਸਾਲਾਂ ਤੋਂ ਇਹ ਜਿਹਨਾਂ ਨੂੰ ਨਹੀਂ ਪਤਾ ਹੈ ਨਾ, ਉਹ ਉੱਥੇ ਹੀ ਧਰਮਸ਼ਾਲਾ ਮਕਲੋਡਗੰਜ ਵੱਲ ਕਾਫੀ ਇਹ ਲੋਕ ਜਿਹੜੇ ਰਹਿੰਦੇ ਨੇ, ਉੱਥੇ ਮੋਨੈਸਟਰੀਜ਼ ਵਗੈਰਾ ਜਿਹੜੀਆਂ ਹੈਗੀਆਂ, ਤੇ ਕਾਫੀ ਇਹਨਾਂ ਦੀ ਓਬਵੀਅਸਲੀ ਸਟੇਟਲੈਸ ਤੁਸੀਂ ਕਹਿ ਲਓ ਇੱਕ ਤਰ੍ਹਾਂ ਦੇ, ਤੇ ਅਸਾਈਲਮ ਦਾ ਕਲੇਮ ਇਹਨਾਂ ਦਾ ਪ੍ਰੀਟੀ ਸਟ੍ਰੇਟ ਫਾਰਵਰਡ ਜਿਹੜਾ ਹੁੰਦਾ। ਪਰ ਇਹ ਜਿਹੜਾ ਤੁਸੀਂ ਦੇਖ ਲਓ ਤਾਂ ਵੀ ਉਹਦੇ ਕਲੇਮਸ ਦੇ ਹੋਣ ਦੇ ਬਾਵਜੂਦ ਵੀ ਜਿਹੜਾ ਵਿੱਚ ਮਿਡਲ ਮੈਨ ਜਿਹੜਾ ਆ ਜਾਂਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਢਾਂਚੇ ਕਾਪੀ ਕਰਨੇ, ਠੀਕ ਹੈ। ਸੋ ਇਹ ਚੀਜ਼ ਜਿਹੜੀ ਹੈਗੀ ਆ ਇਹ ਸਾਡੀਆਂ ਕਮਿਊਨਿਟੀਆਂ ਦੇ ਵਿੱਚ ਵੀ ਕਾਫੀ ਆ, ਜਿਹੜੇ ਵਿੱਚ ਟਰਾਂਸਲੇਟਰ ਇੰਟਰਪ੍ਰੇਟਰ ਜਿਹੜੇ ਆ ਉਹ ਕਾਫੀ ਲੋਕਾਂ ਦਾ ਕੰਮ ਜਿਹੜਾ ਖਰਾਬ ਕਰਦੇ ਆ। ਤੇ ਉਸ ਚੀਜ਼ ਦੇ ਕਰਕੇ RK ਕੇਸ ਪਹਿਲਾਂ ਵੀ ਸੀਗਾ, ਹੁਣ ਵੀ ਜਿਹੜਾ ਹੈਗਾ, ਤੇ ਉਹ ਚੀਜ਼ ਦੇ ਲਈ ਕਈ ਵਾਰੀ ਆਪਾਂ ਜਿਹੜਾ ਵਾਰਨ ਵੀ ਕੀਤਾ ਲੋਕਾਂ ਨੂੰ ਕਿ ਆ ਕੇ ਆਪਣਾ ਦੱਸੋ ਜਿਹੜਾ। ਤੇ ਜਿਹੜੀ ਸਾਨੂੰ ਵੀ ਕਈ ਵਾਰੀ ਲੋਕੀ ਖਬਰ ਦੱਸਦੇ ਆ ਕਿ ਮੰਨ ਲਓ ਹੁਣ ਕਿਸੇ ਨੇ ਦੱਸਿਆ, ਆਪਣਾ ਬਿਆਨ ਸਾਰਾ ਕੀਤਾ, ਉਹ ਜਦੋਂ ਟਰਾਂਸਲੇਟ ਕਰਨ ਗਿਆ ਤੇ ਉਹ ਜਿਹੜਾ ਟਰਾਂਸਲੇਟਰ ਆ ਜੀ ਇੰਡੀਆ ਵਾਲੇ ਸਪੈਸ਼ਲੀ ਜਿਹੜੇ, ਉਹ ਜਿਹੜੀ ਉਹੀ ਚੀਜ਼ ਆ ਕਿਸੇ ਹੋਰ ਨੂੰ ਵੇਚ ਦਿੰਦੇ ਆ। ਮਤਲਬ ਏਦਾਂ ਦੀਆਂ ਖਬਰਾਂ ਵੀ ਜਿਹੜੀਆਂ ਸਾਹਮਣੇ ਜਿਹੜੀਆਂ ਆਈਆਂ ਇੰਡੀਆ ਤੋਂ। ਤੇ ਹੁਣ ਜਿਹੜਾ ਇਹ ਬੰਦਾ ਸੀਗਾ, ਇਹਦੀ ਤੁਹਾਨੂੰ ਗੱਲ ਸਾਂਝੀ ਤਾਂ ਕਰਾਂਗੇ ਤਾਂ ਕਿ ਥੋੜਾ ਜਿਹਾ ਤੁਹਾਨੂੰ ਨੌਲੇਜ ਮਿਲੇ, ਜਿਹੜਾ ਕਿ ਸਰਕਾਰ ਇਸ ਸਾਰੀ ਚੀਜ਼ ਨੂੰ ਕਿੱਦਾਂ ਜਿਹੜਾ ਦੇਖਦੀ ਆ ਜੀ। ਤੇ ਉਹ ਪੈਕੇਜ ਜਿਹੜੇ ਸੀਗੇ ਬਣਾਉਣ ਵਾਲੇ, ਉਹੀ ਜਿਹੜੀ ਚੀਜ਼ ਇਹਨਾਂ ਨੇ ਉਰੇ ਕੀਤੀ ਆ। ਸੋ ਇਹਨੂੰ 27 ਮਹੀਨੇ ਦੀ ਜੇਲ੍ਹ ਹੋਈ ਹੈ ਬੰਦੇ ਨੂੰ, ਤੇ ਇਹਨੂੰ ਜਿਹੜੇ ਪੈਸੇ ਸੀਗੇ ਜਿਹੜੇ ਇਹਨੇ ਕਮਾਏ ਸੀਗੇ ਉਹ ਸਾਰੇ ਇਹਨੂੰ ਵਾਪਸ ਕਰਨੇ ਪਏ, ਕਰਨ ਦਾ ਉਹ ਦਿੱਤਾ। ਇਹਨੇ ਆਪਣੀ ਜਿਹੜੀਆਂ ਅਸਾਈਲਮ ਦੀਆਂ ਐਪਲੀਕੇਸ਼ਨਾਂ ਝੂਠੀਆਂ ਜਿਹੜੀਆਂ ਲਾਉਂਦਾ ਸੀਗਾ, ਤੇ 3 ਸਾਲ ਤੋਂ ਇਹਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਸੀ, ਮਤਲਬ ਕਿ ਡੈਮੋਕ੍ਰੈਟਸ ਦੇ ਥੱਲੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਹੋ ਗਈ ਸੀ। ਇਹਦੇ ਵਿੱਚ US ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਵਾਲੇ, US ਅਟਰਨੀ ਦਾ ਆਫਿਸ ਜਿਹੜਾ ਹੈਗਾ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਵਾਲਾ, ਉਹ ਸਾਰਿਆਂ ਨੇ ਜਿਹੜਾ ਟੁਗੈਦਰ ਜਿਹੜਾ ਇਕੱਠੇ ਹੋ ਕੇ ਕੰਮ ਕੀਤਾ, ਤੇ ਫਿਰ ਇਹਦੀ ਬੰਦੇ ਦੀ ਕਨਵਿਕਸ਼ਨ ਜਿਹੜੀ ਹੋਈ ਆ। 56 ਸਾਲ ਦਾ ਇਹ ਵਿਅਕਤੀ ਸੀਗਾ, ਤੇ ਝੂਠੀਆਂ ਜਿਹੜੀਆਂ ਫਾਲਸ ਅਸਾਈਲਮ ਐਪਲੀਕੇਸ਼ਨਾਂ ਪੈਸੇ ਲੈ ਕੇ ਜਿਹੜੀਆਂ ਵੇਚਦਾ ਸੀਗਾ। 2007 ਤੋਂ ਲੈ ਕੇ 2018 ਤੱਕ ਜਿਹੜਾ ਇਹਨੇ ਕੰਮ ਕੀਤਾ। ਉਸ ਤੋਂ ਬਾਅਦ ਇਹ ਜੀ ਜਦੋਂ ਇਹਨੂੰ ਪਤਾ ਲੱਗਿਆ ਚਾਰਜ ਚੂਰਜ ਤੇ ਫਾਈਲ ਹੋਣ ਵਾਲੇ ਆ, ਇਹ ਛੱਡ ਕੇ ਭੱਜ ਗਿਆ ਸੀਗਾ ਕੈਨੇਡਾ।
ਫਿਰ ਇਹਨੂੰ ਕੈਨੇਡਾ ਤੋਂ ਇਹਨਾਂ ਨੇ ਜਾ ਕੇ ਐਕਸਟਰਾਡਾਈਟ ਕੀਤਾ, ਵਾਪਸ ਲੈ ਕੇ ਆਏ। ਤੁਸੀਂ ਦੇਖ ਲਓ ਕਿਹੜੀ ਐਕਸਟੈਂਟ ਤੱਕ ਗਏ ਆ। ਤੇ ਫਿਰ ਇਹਨੂੰ ਜਿਹੜਾ ਸੀਗਾ ਗ੍ਰੈਂਡ ਜੂਰੀ ਨੇ ਇਹਨੂੰ ਇੰਡਿਕਟ ਕੀਤਾ ਮਾਰਚ 2024 ਦੇ ਵਿੱਚ, ਤੇ ਮਈ 2025 ਦੇ ਵਿੱਚ ਇਹਨੇ ਗਿਲਟੀ ਪਲੀ ਕੀਤੀ, ਕਨਸਪੀਰੇਸੀ ਟੂ ਕਮਿਟ ਅਸਾਈਲਮ ਫਰਾਡ ਤੇ ਮੇਕ ਫਾਲਸ ਸਟੇਟਮੈਂਟਸ। ਤੇ ਇਹਨੂੰ ਹੁਣ ਜਿਹੜਾ ਅਕਤੂਬਰ 15 ਨੂੰ ਇਹਨੂੰ ਸਜ਼ਾ ਦਿੱਤੀ ਆ ਕਿੰਬਾ ਵੁੱਡ ਕਰਕੇ, ਕਿ ਯੂਨਾਈਟਿਡ ਸਟੇਟ ਡਿਸਟ੍ਰਿਕਟ ਜੱਜ ਹੈਗਾ ਸਦਰ ਡਿਸਟ੍ਰਿਕਟ ਆਫ ਨਿਊਯਾਰਕ, ਉਧਰੋਂ ਦੀ ਇਹ ਜਿਹੜੀ ਖਬਰ ਜਿਹੜੀ ਇਹ ਆ ਰਹੀ ਆ। ਤੇ ਫਿਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਸੀਗੀ ਉਹਦੇ ਵਿੱਚ ਇਹਨਾਂ ਨੇ ਵੇਖਿਆ ਕਿ ਡਾਕੂਮੈਂਟ ਜਿਹੜੇ ਫਾਈਲ ਕੀਤੇ ਸੀ, ਸਟੇਟਮੈਂਟ ਸੀਗੀਆਂ, ਇਹਦੇ ਵਿੱਚ ਜਿਹੜਾ ਸੀਗਾ ਨੋਰਬੂ ਉਹਨੇ ਜਾਣ ਕੇ ਜਿਹੜਾ ਸੀਗਾ, ਤੁਸੀਂ ਕਹ ਲਓ ਕਿ ਝੂਠ ਬੋਲਿਆ ਸੀਗਾ, ਇੱਕ ਫਰਾਜੂਲੈਂਟ ਸਕੀਮ ਸੀਗੀ। ਤੇ ਇਹ ਬੇਸਿਕਲੀ ਜਿਹੜਾ ਸੀਗਾ ਪੈਕੇਜ ਬਣਾ ਕੇ ਵੇਚਦੇ ਹੀ ਸੀਗੇ। ਤੇ ਉਹ ਚੀਜ਼ਾਂ 'ਚ ਇਹਨਾਂ ਨੇ 3 ਸਾਲ ਜਿਹੜੀ ਹਿਡਨ ਇਨਵੈਸਟੀਗੇਸ਼ਨ ਕਰਕੇ ਜਿਹੜਾ ਇਹ ਬੰਦਾ ਫੜਿਆ। ਤੇ ਬੋਇਲਰ ਪਲੇਟ ਇਹਦੇ ਨੈਰੇਟਿਵ ਸੀਗੇ, ਮਤਲਬ ਕਿ ਐਜ਼ ਸੱਚ ਹੀ ਦੱਸ ਦਿੰਦਾ ਸੀਗਾ ਜੀ ਇੱਕ ਤੋਂ ਦੂਜੇ ਦੇ ਵਿੱਚ ਜਿਹੜਾ ਸੀਗਾ ਕਾਪੀ ਪੇਸਟ ਵਾਲਾ ਜਿਹੜਾ ਕੰਮ ਸੀਗਾ। ਤੇ ਇਹਦੇ ਵਿੱਚ ਇਹ ਕਹਾਣੀ ਬਣਾਉਂਦਾ ਸੀਗਾ ਕਿ ਜਿਹੜਾ ਤਿੱਬਤ ਦੇ ਲੋਕ ਜਿਹੜੇ ਹੈਗੇ ਉਹਨੂੰ ਪਰਸੀਕਿਊਸ਼ਨ ਨੂੰ ਜਾਣ ਦਾ ਖਤਰਾ ਹੈਗਾ ਜੇ ਚਾਈਨਾ ਕੰਟਰੋਲ ਤਿੱਬਤ ਦੇ ਵਿੱਚ ਵਾਪਸ ਉਹਨਾਂ ਨੂੰ ਭੇਜਿਆ ਜਾਵੇ। ਤੇ ਆਫ ਕੋਰਸ ਖਤਰਾ ਹੈਗਾ ਵੀ ਉਹਨਾਂ ਨੂੰ, ਪਰ ਗੱਲ ਇਹ ਹੈਗੀ ਕਿ ਜਿਹੜੀ ਇਹਨੇ ਪੇਸ਼ਕਸ਼ ਕੀਤੀ ਉਹਨੇ ਇੱਕ ਤੋਂ ਲੈ ਕੇ ਦੂਜੇ ਦੇ ਕਾਪੀ ਕੀਤੇ ਆ। ਸੋ ਸਰਕਾਰ ਇਹ ਨਹੀਂ ਕਹਿ ਰਹੀ ਅਮਰੀਕਾ ਦੀ ਕਿ ਇਹ ਤਿੱਬਤ ਵਾਲੇ ਕਰ ਨਹੀਂ ਸਕਦੇ ਜਾਂ ਕੋਈ ਵੀ ਅਸਾਈਲਮ ਫਾਈਲ ਕਰ ਨਹੀਂ ਸਕਦਾ। ਸਰਕਾਰ ਇਹ ਕਹਿ ਰਹੀ ਹੈ ਕਿ ਇਹ ਜਿਹੜੇ ਪੈਕੇਜ ਖਰੀਦੇ ਪਹਿਲਾਂ ਕਿਸੇ ਹੋਰ ਨੇ ਫਾਈਲ ਕੀਤਾ ਹੋਇਆ। ਆ ਜਿਹੜੀ ਮੇਨ ਪ੍ਰੋਬਲਮ ਜਿਹੜੀ ਕਾਪੀ ਹੈਗੀ ਹੈ ਪੇਸਟ ਆ, ਮਤਲਬ ਕਾਪੀ ਪੇਸਟ ਵਾਲਾ। ਤੇ ਇਹ ਸਾਡੀ ਕਮਿਊਨਿਟੀ ਦੇ ਵਿੱਚ ਹਜੇ ਵੀ ਬੜੀ ਜ਼ਿਆਦਾ ਲੈਵਲ ਤੇ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਆਰਕੇਕੇ ਦੇ ਪੈਕੇਟ ਫਿਰ ਦੁਬਾਰਾ ਜਿਹੜੀ ਸਰਕਾਰ ਨੇ ਫਾਈਲ ਕਰਨੇ ਸ਼ੁਰੂ ਕਰਤੇ ਆ। ਸੋ ਇਹ ਚੀਜ਼ ਜਿਹੜੀ ਕਾਫੀ ਸਾਹਮਣੇ ਜਿਹੜੀ ਆ ਰਹੀ ਆ, ਠੀਕ ਆ। ਤੇ ਇਹਦੇ ਵਿੱਚ ਇਹ ਕਹਿੰਦਾ ਸੀ ਫੇਕ ਡਾਕੂਮੈਂਟ ਜਿਹੜੀ ਆਇਡੈਂਟੀਫਿਕੇਸ਼ਨ ਡਾਕੂਮੈਂਟ, ਮੈਡੀਕਲ ਡਾਕੂਮੈਂਟ, ਉਹ ਸਾਰਾ ਪੈਸੇ ਲੈ ਕੇ ਕਰਦਾ ਸੀਗਾ। ਤੇ ਲਾਅ ਐਨਫੋਰਸਮੈਂਟ ਨੂੰ ਜਦੋਂ ਪਤਾ ਲੱਗਿਆ, ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਜਿਹੜੀ ਸ਼ੁਰੂ ਕੀਤੀ, ਤੇ ਇਹ ਦੌੜ ਗਿਆ ਕੈਨੇਡਾ। ਤੇ ਫਿਰ ਜਿਹੜਾ ਐਕਸਟ੍ਰੈਡੀਸ਼ਨ ਦਾ ਪ੍ਰੋਸੈਸ ਸੀਗਾ ਉਹਨੂੰ 5 ਸਾਲ ਲੱਗੇ ਕੈਨੇਡਾ ਗਵਰਨਮੈਂਟ ਦੇ ਨਾਲ, ਯੂਐਸ ਗਵਰਨਮੈਂਟ ਨੂੰ ਜਿਹੜਾ ਸੀਗਾ ਡੀਲ ਕਰਦੇ ਹੋਏ। ਫਿਰ ਇਹਨੂੰ ਵਾਪਸ ਲੈ ਕੇ ਆਏ ਤੇ ਉਹ ਕੀਤਾ। ਤੇ ਜਿਹੜਾ ਭੱਜਿਆ ਸੀਗਾ ਇਹ ਕ੍ਰਿਮੀਨਲ ਪ੍ਰੋਸੀਕਿਊਸ਼ਨ ਅਵੋਇਡ ਕਰਨ ਲਈ ਭੱਜਿਆ ਸੀਗਾ ਓਬਵੀਅਸਲੀ। ਤੇ ਇਹ $5000 ਕਹਿੰਦੇ ਲੈਂਦਾ ਸੀਗਾ ਕਹਾਣੀ ਕੂਣੀ ਬਣਾਉਣ ਦੇ। ਤੇ ਇਹਦੇ ਕੋਲੋਂ ਕਾਫੀ ਫਿਰ ਜਿਹੜੀ ਸੀਗੀ ਸਾਰੀ ਇਹਨਾਂ ਨੇ ਵਾਪਸ ਭੁਗਤਾਨ ਕਰਾਇਆ। ਇਮੀਗ੍ਰੇਸ਼ਨ ਇਹਨਾਂ ਨੂੰ ਵਿਕਟਮ ਮੰਨਦੀ ਹੈ ਕਾਫੀ ਸਾਰੇ ਲੋਕਾਂ ਨੂੰ। ਉਹ ਕਹਿੰਦੇ ਆ ਕਿ ਕਈਆਂ ਦੇ ਜਿਹਨਾਂ ਦੇ ਕੇਸ ਗ੍ਰਾਂਟ ਵੀ ਹੋਏ ਉਹਨਾਂ ਨੂੰ ਹੁਣ ਉਹ ਵੀ ਖੋਲਣੇ ਪੈ ਰਹੇ ਆ, ਕਿਉਂਕਿ ਉਹਦੇ ਵਿੱਚ ਜਿਹੜੇ ਸੀਗੇ ਫਰਾਡ, ਜਿਹੜੇ ਅਸਾਈਲਮ ਦੇ ਐਲੀਮੈਂਟ ਜਿਹੜੇ ਸੀਗੇ। ਤੇ ਸਾਡੀ ਕਮਿਊਨਿਟੀਆਂ ਦੇ ਵਿੱਚ ਵੀ ਇਦਾਂ ਕਈ ਵਾਰੀ ਪਹਿਲਾਂ ਹੋਇਆ, 10-15 ਸਾਲ ਪਹਿਲਾਂ ਇਦਾਂ ਦੀਆਂ ਖਬਰਾਂ ਜਿਹੜੀਆਂ ਸੀਗੀਆਂ। ਤੇ ਉਹਦੇ ਵਿੱਚ ਫਿਰ ਕੀ ਕਰਦੇ ਆ ਇਹ ਕਿ ਸਾਰੇ ਜਿਹੜੇ ਕੇਸ ਉਹ ਖੋਲ ਦਿੰਦੇ ਆ। ਜੀ ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ। ਸੋ ਇਹ ਆਰਕੇਕੇ ਦੇ ਪੈਕਟ ਦਾ ਥੋੜਾ ਜਿਹਾ ਦੱਸ ਦਿਓ। 9 ਸਰਕਟ ਦੇ ਵਿੱਚ ਇਸ ਨੂੰ ਲੈ ਕੇ ਇੱਕ ਕੇਸ ਵੀ ਤੁਸੀਂ ਵਿਨ ਕੀਤਾ ਸੀ, ਪਰ ਹੁਣ ਤੁਸੀਂ ਕਹਿ ਰਹੇ ਵੀ ਇਵੈਂਚੁਅਲੀ ਫੇਰ ਉਸ ਪਾਸੇ ਵੱਲ ਨੂੰ ਸਰਕਾਰ ਜਿਹੜੀ ਉਹ ਵੱਧ ਰਹੀ ਹੈ। ਹਾਂਜੀ, ਹੁਣ ਹੁੰਦਾ ਕੀ ਆ ਰਾਜਕਰਨ ਜੀ, ਕਿ ਜਿੱਦਾਂ ਹੁਣ ਕੋਈ ਮਤਲਬ ਬੰਦਾ ਆਇਆ, ਠੀਕ ਆ, ਉਹਨੂੰ ਪੁੱਛਿਆ ਕਿ ਕੀ ਉਹਦਾ ਕਲੇਮ ਆ, ਠੀਕ ਆ। ਉਹ ਜਿਹੜਾ ਮੈਥਡ ਹੈਗਾ ਕਿ ਬੰਦਾ ਆਪਣੇ ਮੂੰਹੋਂ ਦੱਸ ਰਿਹਾ, ਉਹਦਾ ਟਾਈਪ ਹੋ ਰਿਹਾ, ਉਹ ਬੰਦੇ ਤੇ ਯੂਨੀਕ ਜਿਹੜਾ ਕਲੇਮ ਹੈਗਾ ਜੋ ਬੰਦਾ ਦੱਸਦਾ ਉਹਦੇ ਕਿਸੇ ਨਾਲ ਢਾਂਚੇ ਰਲਦੇ ਨਹੀਂ। ਪਰ ਅੱਜ ਦੀ ਪ੍ਰੋਬਲਮ ਇਹ ਆਉਂਦੀ ਹੈ ਕਿ ਜਦੋਂ ਇਹ ਬੰਦੇ ਆਪਣੇ ਟਰਾਂਸਲੇਟ ਕਰਾਉਂਦੇ ਆ ਇਧਰੋਂ ਉਧਰੋਂ ਦੀ, ਇੰਡੀਆ ਤੋਂ ਜਾਂ ਕਿਤੋਂ ਵੀ, ਤੇ ਇਹ ਜਿਹੜੇ ਇੰਡੀਆ 'ਚ ਟਰਾਂਸਲੇਟ ਕਰਨ ਵਾਲੇ ਆ ਜਾਂ ਉਰੇ ਟਰਾਂਸਲੇਟ ਕਰਨ ਵਾਲੇ ਆ, ਇਹ ਕੀ ਕਰਦੇ ਆ ਕਿ ਇਹਨੂੰ ਅੱਗੇ ਜਿਹੜਾ ਸੀਗਾ ਆਰਕੇਕੇ ਵਾਲਾ ਪੈਕੇਟ ਵਾਂਗੂ ਜਿਹੜਾ ਤੁਸੀਂ ਕਹਿ ਲਓ ਕਿ ਅੱਗੇ ਜਿਹੜਾ ਚੱਲ ਜਾਂਦਾ ਹੈ। ਇਹ ਕਾਫੀ ਜ਼ਿਆਦਾ ਪ੍ਰੋਬਲਮ ਜਿਹੜੀ ਕੋਰਟ ਸਿਸਟਮ ਦੇ ਵਿੱਚ ਉਹਨਾਂ ਨੇ ਨਵੇਂ ਜਿੱਦਾਂ ਪੈਕੇਟ ਲਗਾਇਆ ਜਿਹਦੇ ਵਿੱਚ ਡੈਕਲਰੇਸ਼ਨਾਂ ਸਾਰੀਆਂ, ਤੇ ਈਵਨ ਮੈਡੀਕਲ ਵੀ ਜਿਹੜਾ 50 ਹਸਪਤਾਲਾਂ ਦੇ ਉਹਨਾਂ ਨੇ ਮੈਡੀਕਲ ਜਿਹੜੇ ਰੱਖੇ ਆ ਜਿਹੜੇ ਕਿ ਸਾਰੇ ਕਾਪੀ ਹੋ ਰਹੇ ਆ। ਜੀ। ਸੋ ਇੱਥੋਂ ਇਹ ਵੀ ਲੱਗਦਾ ਮਤਲਬ ਕੇਸਾਂ ਦੇ ਵਿੱਚ ਇਹ ਹੁਣ ਕਾਫੀ ਬਰੀਕੀ ਦੇ ਵਿੱਚ ਜਿਹੜੇ ਕੋਰਟ ਸਿਸਟਮ ਆ ਉਹ ਹੁਣ ਜਾ ਰਿਹਾ ਆ, ਸਰਕਾਰੀ ਵਕੀਲ ਜਿਹੜੇ ਉਹ ਜਾ ਰਹੇ ਆ। ਸੋ ਮੇਕ ਸ਼ੋਰ ਕਰੋ ਵੀ ਭਾਈ ਜਿਹੜੀ ਗੱਲ ਤੁਸੀਂ ਦੱਸ ਰਹੇ ਆ ਆਪਣੇ ਵਕੀਲ ਨੂੰ, ਤੇ ਉਹ ਆਪਣੀ ਭਾਸ਼ਾ ਦੇ ਵਿੱਚ ਦੱਸੋ, ਤਾਂ ਜੋ ਤੁਹਾਡਾ ਜਿਹੜੇ ਕਿਸੇ ਚੀਜ਼ ਦੇ ਨਾਲ ਗੱਲਾਂ ਜਿਹੜੀਆਂ ਉਹ ਮਿਲਣ, ਕਿਉਂਕਿ ਹਰ ਇੱਕ ਨੇ ਆਪੋ ਆਪਣੀ ਲੈਂਗੁਏਜ ਦੇ ਵਿੱਚ ਜਿਹੜਾ ਉਹ ਫਿਰ ਭਾਸ਼ਾ 'ਚ ਜਿਹੜਾ ਉਹ ਦੱਸਣਾ ਹੁੰਦਾ ਹੈ, ਐਕਸਪਲੇਨ ਕਰਨਾ। ਬੇਸਿਕਲੀ ਉਹਨਾਂ ਦੀ ਬੰਦੇ ਦੱਸ ਵੀ ਦੋਗੇ, ਪਰ ਪ੍ਰੋਬਲਮ ਹੁਣ ਇਹ ਹੈ ਕਿ ਜਿੱਦਾਂ ਹੁਣ ਇੱਕ ਬੰਦੇ ਨੇ ਕਿਸੇ ਨੇ ਮਿਹਨਤ ਕਰਕੇ ਆਪਣਾ ਸਾਰਾ ਜਿਹੜਾ ਤੁਸੀਂ ਕੱਲ ਦੱਸਿਆ ਆਪਣੇ ਵਕੀਲ ਲਿਖਿਆ, ਉਹਦੀ ਜਿਹੜੀ ਕਾਪੀ ਹੋ ਗਈ। ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹਦੇ ਵਿੱਚ ਹੁਣ ਮਤਲਬ ਉਹ ਜਿਹੜਾ ਸਿਸਟਮ ਹੈਗਾ ਉਹ ਸਰਕਾਰ ਨੇ ਆਰਕੇਕੇ ਵੀ ਕਰ ਲਿਆ, ਦੁਬਾਰਾ ਵੀ ਕੇਸ ਵੀ ਆ ਗਏ। ਉਹ ਆਹ ਚੀਜ਼ ਜਿਹੜੀ ਹੈਗੀ ਆ, ਠੀਕ ਆ। ਹੁਣ ਤੁਹਾਨੂੰ ਆਬਵੀਅਸਲੀ ਪਤਾ ਹੀ ਆ, ਜਦੋਂ ਇਦਾਂ ਦੀ ਚੀਜ਼ ਵਕੀਲ ਦੱਸਦਾ ਵਾ,
ਉਹ ਚੁੱਭਦੀ ਵੀ ਕਈ ਜਾਣਿਆਂ ਨੂੰ ਆ, ਪਰ ਚੁੱਭਦੀ ਉਹਨਾਂ ਨੂੰ ਹੀ ਆ ਜਿਹੜੇ ਇਹ ਜਿਹੜੇ ਇਹ ਪ੍ਰੋਬਲਮ ਕ੍ਰੀਏਟ ਕਰਦੇ ਆ। ਚੋਰ ਦੀ ਜਿਹੜੇ ਦਾੜੀ 'ਚ ਆਸ-ਪਾਸ ਤਿਨਕਾ, ਮਤਲਬ ਜਿਹੜੇ ਹਾਂਜੀ, ਪੁੱਠੇ ਕੰਮ ਕਰਦੇ ਉਹਨਾਂ ਨੂੰ ਹੀ ਤਕਲੀਫ ਹੁੰਦੀ ਆ। ਸਹੀ ਗੱਲ, ਤਾਂ ਹੀ ਉਹਨਾਂ ਦੀ ਤੜਫਦੇ ਨੇ ਲੋਕ। ਸਹੀ ਗੱਲ। ਹਾਂਜੀ। ਜੀ, ਜੀ, ਸੋ ਇਹ ਸੀਗਾ ਜੀ ਰਾਜ ਕਰਨ ਜੀ, ਤੇ ਜੀ। ਦੱਸਣ ਦਾ ਮਕਸਦ ਇਹੀ ਸੀਗਾ ਕਿ ਮਤਲਬ ਕਮਿਊਨਿਟੀ ਜਿਹੜੀ ਇੰਨਾ ਫੈਮਿਲੀਅਰ ਰਵੇ, ਠੀਕ ਆ ਕਿ ਨਹੀਂ? ਦੋਸਤਾਂ ਮਿੱਤਰਾਂ ਨਾਲ ਕਈ ਵਾਰੀ ਸ਼ੇਅਰ ਕਰ ਦਿੰਦੇ ਆ ਆਪਣੇ ਡਾਕੂਮੈਂਟ, ਉਹ ਅੱਗੇ ਤੋਂ ਅੱਗੇ ਜਿਹੜੀ ਚੀਜ਼ ਚਲੀ ਜਾਂਦੀ ਆ, ਤੇ ਆਹ ਪ੍ਰੋਬਲਮ ਜਿਹੜੀਆਂ ਕਮਿਊਨਿਟੀ ਨੂੰ ਫੇਸ ਕਰਨੀਆਂ ਪੈ ਰਹੀਆਂ ਕੋਰਟ ਸਿਸਟਮ ਦੇ ਵਿੱਚ ਵੀ। ਹੁਣ ਤੁਹਾਡਾ ਕੇਸ ਸਭ ਤੋਂ ਪਹਿਲਾਂ ਕਿਸੇ ਹੋਰ ਦੀ ਤਰੀਕ ਆ ਗਈ, ਉਹਨੇ ਸਰਕਾਰੀ ਵਕੀਲ ਨੇ ਕਹਿਣਾ ਇਹ ਤਾਂ ਮੈਂ ਪਹਿਲਾਂ ਵੀ ਦੇਖਿਆ। ਜੀ, ਹੁਣ ਉਹ 'ਚ ਜੀ। ਕਿੱਦਾਂ ਪਤਾ ਲੱਗੂਗਾ ਕੌਣ ਸਹੀ ਆ, ਕੌਣ ਨਹੀਂ ਸਹੀ? ਕੌਣ ਸਹੀ ਹੈ, ਕੌਣ ਨਹੀਂ। ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਹਾਂ, ਯੂਐਸ ਫੇਸ਼ੀਅਲ ਰੈਕੋਗਨਾਈਜੇਸ਼ਨ ਬਾਰਡਰਸ ਦੇ ਉੱਤੇ ਉਸਨੂੰ ਐਕਸਪੈਂਡ ਕਰਨ ਜਾ ਰਿਹਾ ਆ। ਦਸੰਬਰ ਮਹੀਨੇ ਦੀ 26 ਤਰੀਕ ਤੋਂ ਨਵੀਂ ਬਾਇਓਮੈਟ੍ਰਿਕ ਪਾਲਿਸੀ ਜਿਹੜੀ ਆ ਸੀਬੀਪੀ ਲਾਗੂ ਕਰ ਰਿਹਾ। ਕੀ ਹੈ ਜੀ ਪਾਲਿਸੀ ਤੇ ਕੀ ਚੇਂਜਸ ਹੋਣਗੇ ਇਹਦੇ ਨਾਲ? ਹਾਂਜੀ, ਸੋ ਸੀਬੀਪੀ ਨੇ ਅਨਾਉਂਸ ਕੀਤਾ ਕਿ ਬਾਇਓਮੈਟ੍ਰਿਕ ਪਾਲਿਸੀ 26 ਦਸੰਬਰ ਤੋਂ ਸ਼ੁਰੂ ਹੋਣੀ ਆ ਏਅਰਪੋਰਟ ਤੇ ਵੀ, ਤੇ ਭਾਵੇਂ ਤੁਸੀਂ ਸ਼ਿਪ ਰਾਹੀਂ ਆ ਰਹੇ ਆ, ਭਾਵੇਂ ਤੁਸੀਂ ਲੈਂਡ ਰਾਹੀਂ ਕ੍ਰਾਸ ਕਰ ਰਹੇ ਆ, ਤਿੰਨੋਂ ਹੀ ਤਰੀਕਿਆਂ ਦੇ ਨਾਲ ਹੋਣੀ। ਕੋਈ ਏਦਾਂ ਨਹੀਂ ਕਿ ਜਿੱਦਾਂ ਪਹਿਲਾਂ ਫਰਕ ਹੁੰਦਾ ਸੀ ਨਾ ਕਿ ਜਹਾਜ਼ ਤੇ ਆਉਂਦੇ ਆ ਤੁਸੀਂ ਹੋਰ ਰਿਕੁਆਇਰਮੈਂਟ ਹੁੰਦੀ ਸੀ, ਲੈਂਡ ਤੋਂ ਆਉਂਦੇ ਆ ਹੋਰ ਰਿਕੁਆਇਰਮੈਂਟ ਹੁੰਦੀ ਸੀ। ਸੋ ਕਹਿੰਦੇ ਕਿ ਫੇਸ਼ੀਅਲ ਰੈਕਗਨੀਸ਼ਨ ਕਰਨੀ ਆ, ਬਾਇਓਮੈਟ੍ਰਿਕਸ ਚੈੱਕ ਜਿੱਦਾਂ ਫਿੰਗਰਪ੍ਰਿੰਟ ਜਾਂ ਡੀਐਨਏ, ਇਹ ਅੱਛਾ। ਚੀਜ਼ ਇਹਨਾਂ ਨੇ ਇੰਪਲੀਮੈਂਟ ਕਰਨੀ ਆ। ਜਿਹੜੀਆਂ ਐਗਜ਼ੈਂਪਸ਼ਨ ਸੀਗੀਆਂ ਜਵਾਕਾਂ ਨੂੰ ਤੇ ਅਡਲਟਸ ਜਿਹੜੇ 79 ਇਅਰਸ ਤੋਂ ਉੱਤੇ ਸੀਗੇ, ਉਹਨਾਂ ਨੂੰ ਉਹ ਕਹਿੰਦੇ ਆ ਕਿ ਆਪਾਂ ਰਿਮੂਵ ਕਰ ਦੇਣਾ, ਮਤਲਬ ਸਾਰਿਆਂ ਨੂੰ ਸਬਜੈਕਟ ਕਰਨਾ। ਇਹਦੇ ਵਿੱਚ ਹੁਣ ਰਾਜਕਰਨ ਜੀ ਕੀ ਪ੍ਰੋਬਲਮ ਸੀਗੀ ਕਿ ਜਦੋਂ ਪਹਿਲਾਂ ਨਾ ਬਾਇਓਮੈਟ੍ਰਿਕਸ ਨਹੀਂ ਹੁੰਦੇ ਸੀਗੇ, ਫਿੰਗਰਪ੍ਰਿੰਟ ਨਹੀਂ ਹੁੰਦੇ ਸੀਗੇ, ਸੋ ਲੋਕਾਂ ਨੇ ਜ਼ਿਆਦਾਤਰ ਇਹਦੇ ਵਿੱਚ ਜਿਹੜੀ ਆਪਣੀ ਕਮਿਊਨਿਟੀ 'ਚ ਪ੍ਰੋਬਲਮ ਉਹ ਇਹ ਹੈ ਕਿ 2-2 ਨਾਮ ਜਿਹੜੇ ਸਾਹਮਣੇ ਆ ਜਾਂਦੇ ਆ। ਪਹਿਲਾਂ ਖੇਤੀਬਾੜੀ ਵਾਲੇ ਪੇਪਰ, ਫਿਰ ਆਪਣਾ ਜਿਹੜਾ ਸੀਗਾ ਅਸਾਲਮ ਵਾਲੇ ਪੇਪਰ, ਤੇ ਫਿਰ ਉਸ ਤੋਂ ਬਾਅਦ ਕਈ ਵਾਰੀ ਵਿਆਹ ਵਾਲੇ ਪੇਪਰ, ਤੇ ਉਹ ਨਾਮ ਜਿਹੜੇ ਡਿਫਰੈਂਟ ਜਿਹੜੇ ਹੁੰਦੇ ਆ। ਤੇ ਉਦੋਂ ਹੁਣ ਮੈਨੂੰ ਪਤਾ ਨਹੀਂ ਕੀ ਸਟੈਂਡਰਡ ਆਫ ਪ੍ਰੈਕਟਿਸ ਸੀਗਾ। ਕਈ ਪੈਰਾਲੀਗਲ ਜਿਹੜੇ ਫੜੇ ਵੀ ਸੀਗੇ ਇਹਨਾਂ ਨੇ, ਜਿਹੜਾ ਖੇਤੀਬਾੜੀ ਦਾ ਜਿਹੜਾ ਫਰਾਡ ਸੀਗਾ ਉਹਦੇ ਰਿਲੇਟਡ। ਤੇ ਇਹਦੇ ਵਿੱਚ ਉਹ ਕੀ ਕਰਦੇ ਕਿ ਫੇਸ਼ੀਅਲ ਰੈਕਗਨੀਸ਼ਨ ਜਿਹੜੀ ਟੈਕਨੋਲੋਜੀ ਆ, ਤੇ ਉਹ ਟੈਕਨੋਲੋਜੀਜ਼ ਕਾਫੀ ਜਿਹੜੀਆਂ ਐਡਵਾਂਸ ਆਏ, ਮਤਲਬ ਕੁਛ ਪਰਸੈਂਟੇਜ ਮਤਲਬ ਐਕੂਰੇਸੀ ਦੇ ਨਾਲ ਦੱਸ ਵੀ ਦਿੰਦੀ ਆ ਕਿ ਜੇ ਬੰਦੇ ਨੇ ਕਿਸੇ ਦੀ ਫੋਟੋ ਆ ਤੇ ਉਹ 25 ਕੌਣ ਸਾਲ ਬਾਅਦ ਬੰਦਾ ਕਿੱਦਾਂ ਦਾ ਕਿੱਦਾਂ ਵੇਖਣ ਦਾ ਨੂੰ ਜਿਹੜਾ ਵੇਖੋ? ਕਰੂਗਾ। ਤੇ ਉਹਨੂੰ ਫਿਰ ਇਹ ਹੁਣ ਜਿੱਦਾਂ ਫਿੰਗਰਪ੍ਰਿੰਟ ਤੇ ਡੀਐਨਏ ਦੇ ਨਾਲ ਜਿਹੜਾ ਮੈਚ ਕਰ ਰਹੇ ਆ, ਜੀ। ਤੇ ਉਹਦੇ ਵਿੱਚ ਆਪਣਾ ਆਬਵੀਅਸਲੀ ਡੇਟਾ ਇਕੱਠਾ ਜਿਹੜਾ ਕਰ ਰਹੇ ਆ। ਤੇ ਕਾਫੀ ਸਾਰੇ ਜਿਹੜੇ ਇਦਾਂ ਦੇ ਸੀਗੇ, ਇਹਨਾਂ ਨੇ ਵਿੱਚ ਛੋਟੇ-ਮੋਟੇ ਇਦਾਂ ਦੇ ਆਪਰੇਸ਼ਨ ਵੀ ਕੀਤੇ ਜਿਹਦੇ ਵਿੱਚ ਲੋਕਾਂ ਦੇ ਕੋਲ ਸਿਟੀਜ਼ਨਸ਼ਿਪ ਸੀਗੀਆਂ, ਉਹਨਾਂ ਦੇ ਕੇਸ ਜਿਹੜੇ ਤੁਸੀਂ ਕਹਿ ਲਓ ਕਿ ਖੋਲ ਕੇ ਇਹੀ ਨਾਮ ਵਾਲੀ ਗੱਲ ਤੇ ਆਇਡੈਂਟੀਟੀ ਦੀ ਗੱਲ ਤੇ ਉਹ ਜਿਹੜੇ ਸਾਹਮਣੇ ਆਏ ਆ। ਤੇ ਜਿਹੜੀ ਗੱਲ ਉਹ ਸੀਗੀ ਕਿ ਨਹੀਂ ਫਿੰਗਰਪ੍ਰਿੰਟ ਨਹੀਂ ਹੋਏ ਤਾਂ ਪਤਾ ਨਹੀਂ ਲੱਗ ਸਕਦਾ। ਸੋ ਉਹ ਚੀਜ਼ ਜਿਹੜੀ ਹੋ ਗਈ, ਤੇ ਜਿਹੜਾ ਅੱਗੇ ਫਿਊਚਰ ਦੇ ਵਿੱਚ ਤੁਸੀਂ ਕਹਿ ਲਓ ਕਿ ਸਿਸਟਮ ਜਿਹੜਾ ਰੋਬਸਟ ਕਰਤਾ ਕਿ ਬੰਦਾ ਆਈਡੀ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਉਹ ਤੋਂ ਨਹੀਂ ਭੱਜ ਸਕਦਾ। ਤੇ ਹੁਣ ਜਿੱਦਾਂ ਪਹਿਲਾਂ ਸੀਗਾ ਮੈਨੂਅਲ ਫਾਈਲਸ ਉਹਨਾਂ ਟਾਈਮਾਂ ਦੇ ਵਿੱਚ, ਤੇ ਫਿੰਗਰਪ੍ਰਿੰਟ ਜਿਹੜਾ ਨਹੀਂ ਸੀਗੇ, ਸੋ ਉਦੋਂ ਤੁਸੀਂ ਕਹਿ ਲਓ ਕਿ ਜਿਹੜੀ 20 ਸਾਲ ਪਹਿਲੀ ਚੀਜ਼ ਆ ਹੁਣ, ਪਰ ਜਿਹੜੀ ਟੈਕਨੋਲੋਜੀ ਆ ਉਹਨਾਂ ਬੰਦਾ ਬੈਕਵਰਡਸ ਜਾ ਕੇ ਵੀ ਵੇਖਦਾ ਕਿ ਇਹਦੇ ਵਿੱਚ ਕੀ ਹੋਇਆ। ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਗੈਰਾ ਉਹਦੇ ਵੀ ਯੂਜ਼ ਜਿਹੜੇ ਉਹ ਹੁੰਦੇ ਆ। ਤੇ ਇਹਦੇ ਵਿੱਚ ਹੁਣ ਜਿਹੜਾ ਮੇਨ ਚੀਜ਼ ਇਹੀ ਸੀਗੀ ਕਿ ਇਹ ਕਹਿੰਦੇ ਆ ਕਿ ਆਪਾਂ ਓਵਰਸਟੇ ਤੇ ਆਇਡੈਂਟੀਟੀ ਫਰਾਡ ਨੂੰ ਜਿਹੜਾ ਰੋਕਣਾ, ਕਿ ਕਿਸੇ ਹੋਰ ਦੇ ਵੀਜ਼ਾ ਜਾਂ ਪਾਸਪੋਰਟ ਉਹ ਬੰਦਾ ਯੂਜ਼ ਨਹੀਂ ਕਰ ਰਿਹਾ। ਠੀਕ ਹੈ। ਤੇ ਇਹਦੇ ਨਾਲ ਆਇਡੈਂਟੀਟੀ ਫਰਾਡ ਜਿਹੜਾ ਰੁਕ ਜਾਊਗਾ ਕਿ ਫੇਸ਼ੀਅਲ ਰੈਕਗਨੀਸ਼ਨ ਟੈਕਨੋਲੋਜੀ ਜਿਹੜੀ ਹੋਊਗੀ ਉਹ ਪਾਸਪੋਰਟ ਵਗੈਰਾ ਸਾਰਾ, ਤੁਹਾਡੀ ਆਈਡੀ, ਫਿੰਗਰਪ੍ਰਿੰਟ ਸਾਰਾ ਉਹ ਮੈਚ ਹੈਗਾ ਕਿ ਨਹੀਂ ਹੈਗਾ ਉਹ ਕਰ ਦੂਗੀ। ਇਹਦੇ ਵਿੱਚ ਜਿਹੜੇ ਸਿਵਲ ਲਿਬਰਟੀ ਗਰੁੱਪ ਹੈਗੇ ਆ ਉਹ ਕਹਿੰਦੇ ਆ ਕਿ ਇਹ ਬਹੁਤ ਜ਼ਿਆਦਾ ਸਰਵੇਲੈਂਸ ਸਟੇਟ ਜਿਹੜਾ ਅਮਰੀਕਾ ਇੱਕ ਬਣਨ ਜਾ ਰਿਹਾ। ਤੇ ਇਹਦੇ ਵਿੱਚ ਜਿਹੜਾ ਬਾਇਸ ਆ ਜਾਊਗਾ ਮਾਈਨੋਰਿਟੀਜ਼ ਦੇ ਵੱਲ, ਕਿ ਹੋਰ ਧੱਕੇਸ਼ਾਹੀ ਜਿਹੜੀ ਹੋਊਗੀ। ਸੀਬੀਪੀ ਕਹਿੰਦੀ ਹੈ ਕਿ ਜਿਹੜਾ ਇਹ ਸਾਰਾ ਡੇਟਾ ਹੈਗਾ ਇਹ ਇਨਕ੍ਰਿਪਟਡ ਹੈਗਾ, ਤੇ ਇਹ ਲੋਕੀ ਜਿਹੜਾ ਪੜ੍ਹ ਨਹੀਂ ਸਕਦੇ, ਸਿਸਟਮ ਸਟੋਰ ਕਰੂਗਾ, ਤੇ ਫਿਰ ਜੋ ਵੀ ਉਹਨਾਂ ਨੂੰ ਪਰਪਸ ਲਈ ਅਫੀਸ਼ੀਅਲ ਪਰਪਸ ਲਈ ਸਿਰਫ ਇਹ ਯੂਜ਼ ਹੋਊਗਾ। ਪਲੈਨੇਟਰ ਕਰਕੇ ਕੰਪਨੀ ਹੈ ਕਿ ਇਸ ਟਾਈਮ AI ਦੀ ਕੰਪਨੀ ਦੇ ਵਿੱਚੋਂ ਟੌਪ ਦੀ ਕੰਪਨੀ ਬਣ ਰਹੀ ਆ। ਉਹਨਾਂ ਦਾ CEO ਪੂਰੀ ਸਪੋਰਟ ਕਰਦਾ ਹੈ ਮੌਜੂਦਾ ਪ੍ਰਸ਼ਾਸਨ ਦੀ, ਤੇ ਉਹਨਾਂ ਦੀ ਟੈਕਨੋਲੋਜੀ ਆਈ ਥਿੰਕ ਕਾਫੀ। ਕੰਪਨੀ ਹੈ, ਹਾਂਜੀ। ਆਈ ਥਿੰਕ ਇਜ਼ਰਾਈਲ ਬੈਕ ਕੰਪਨੀ ਹੈਗੀ ਇਹ। ਮੋਸਟਲੀ ਉਧਰ ਦੀਆਂ ਹੀ ਹੁੰਦੀਆਂ ਇਹ ਵਾਲੀਆਂ ਇਦਾਂ ਦੀਆਂ, ਜੇ ਆਪਾਂ ਨੂੰ ਪਤਾ ਹਾਂਜੀ। ਵੀ ਉਹਨਾਂ ਦਾ ਕਿੱਦਾਂ ਹੈ। ਸੋ ਇਹ ਜਿਹੜੀ ਹੁਣ ਫੇਸ਼ੀਅਲ ਰੈਕਗਨਾਈਜੇਸ਼ਨ ਆ, ਇਹ ਸਾਰਿਆਂ ਦੇ ਲਈ ਹੋਊਗੀ ਕਿ ਨੌਨ ਸਿਟੀਜ਼ਨਸ ਆ ਉਹਨਾਂ ਲਈ ਆ, ਸਿਟੀਜ਼ਨਸ ਲਈ ਵੀ ਆ, ਜਾਂ ਕਿੰਨਾਂ ਲਈ ਆ? ਇਹ ਵੀ ਥੋੜਾ ਉਹਨਾਂ ਨੇ ਦੱਸਿਆ ਜਾਂ ਨਹੀਂ? ਨਹੀਂ, ਸਾਰਿਆਂ ਲਈ ਹੋਊਗੀ ਇਹ ਤਾਂ। ਜਿਹੜਾ ਹੁਣ ਤੁਸੀਂ ਦੇਖ ਲਓ ਕਈ ਜਿੱਦਾਂ 에ਅਰਪੋਰਟ ਹੈਗੇ ਆ ਉਹ ਐਡਵਾਂਸਡ ਵੀ ਹੈਗੇ ਏਸ਼ੀਆ ਦੇ ਵਿੱਚ, ਕਈ ਜਿੱਦਾਂ 에ਅਰਪੋਰਟ ਜਿਹੜਾ ਇੱਥੇ ਹੁਣ ਸਿਸਟਮ ਸਕੈਨਰ ਸਾਰਾ ਤੁਹਾਨੂੰ ਹੋ ਕੇ ਜਾਣਾ ਪੈਂਦਾ, ਉਹਦੇ ਵਿੱਚ ਕਹਿੰਦੇ ਸਿੱਧੇ ਤੁਸੀਂ ਜਿਹੜਾ ਵਾਕ ਇਨ ਨਹੀਂ ਕਰਦੇ ਹੋ, ਤੁਹਾਡਾ ਲੁਗੇਜ ਹਰੇਕ ਚੀਜ਼ ਜਿਹੜੀ ਸਕੈਨ ਕਰ ਲੈਂਦੀ ਏਦਾਂ ਏਦਾਂ ਰੁਕ ਕੇ ਉਹ ਕਰਨ। ਤੇ ਇਹ ਟੈਕਨੋਲੋਜੀਕਲ ਅਪਗ੍ਰੇਡ ਇੱਕ ਚਾਹੀਦਾ ਵੀ ਸੀਗਾ ਇਹਨਾਂ ਨੂੰ, ਤੇ ਜਿਹੜੇ ਹਿਸਾਬ ਨਾਲ ਮਤਲਬ ਕਿ ਢਾਂਚਾ ਤੁਸੀਂ ਕਹਿ ਲਓ ਇੱਕ ਪੁਰਾਣਾ ਸੀਗਾ।
ਤੇ ਪਰ ਹੁਣ ਇਹ ਹੈ ਕਿ ਟੈਕਨੋਲੋਜੀ ਦੀ ਆੜ ਦੇ ਵਿੱਚ ਹੁਣ ਜਿਹੜਾ ਕੰਪਿਊਟਰਾਂ ਦੇ ਵਿੱਚ ਡੇਟਾ ਤੁਹਾਡਾ ਜਿਹੜਾ ਸੇਵ ਹੁੰਦਾ, ਤੇ ਗੱਲ ਇਹ ਹੈ ਕਿ ਬਾਇਸਨੈਸ ਕਿਸੇ ਪਾਰਟਿਕੂਲਰ ਵਿਅਕਤੀ ਦੇ ਖਿਲਾਫ ਆ ਸਕਦੀ ਹੈ ਕਿ ਨਹੀਂ ਆ ਸਕਦੀ ਆ, ਉਹਦਾ ਸਵਾਲ ਜਿਹੜਾ ਖੜਾ ਹੋ ਜਾਂਦਾ। ਜਿਹੜੀ ਤੁਸੀਂ ਕੰਪਨੀ ਦੀ ਗੱਲ ਕਹਿੰਦੇ ਸੀ, ਮੈਨੂੰ ਹੁਣ ਐਗਜ਼ੈਕਟਲੀ ਤਾਂ ਨਹੀਂ ਪਤਾ, ਜਿਹੜੀ ਇਹ ਕੰਪਨੀ ਦਾ ਮੈਂ ਇਹ ਸੁਣਿਆ ਸੀਗਾ ਕਿ ਤਕਰੀਬਨ 55 ਮਿਲੀਅਨ ਸਮਥਿੰਗ ਏਦਾਂ ਦਾ ਨੰਬਰ ਸੀਗਾ, ਕਿ ਮਿਲੀਅਨਸ ਦੇ ਵਿੱਚ ਜਿਹੜੀਆਂ ਪੁਰਾਣੀਆਂ ਐਪਲੀਕੇਸ਼ਨਾਂ ਹੈਗੀਆਂ ਇਮੀਗ੍ਰੇਸ਼ਨ ਦੀਆਂ, ਸਿਟੀਜ਼ਨਸ਼ਿਪ ਦੀਆਂ, ਗ੍ਰੀਨ ਕਾਰਡ ਦੀਆਂ, ਜਿਹੜੇ ਲੋਕਾਂ ਦੇ ਅਪਰੂਵ ਹੋਏ ਆ, ਉਹ ਕਹਿੰਦੇ ਆ ਕਿ ਇਹਨੂੰ ਸਾਰੇ ਨੂੰ ਆਪਣਾ AI ਸਬਜੈਕਟ ਕਰਕੇ ਤੇ ਇਹਦੇ ਵਿੱਚ ਦੇਖੋ ਕਿ ਕੋਈ ਫਰਾਡ ਵਗੈਰਾ ਤਾਂ ਨਹੀਂ ਆਂਦਾ। ਤੇ ਜ਼ਿਆਦਾਤਰ ਜਿਹੜੇ ਫਰਾਡ ਦੇ ਚਾਂਸ ਜਿਹੜੇ ਹੁੰਦੇ ਆ, ਉਹ ਏਦਾਂ ਹੁੰਦੇ ਆ ਕਿ ਕਿਸੇ ਨੇ ਆਪਣਾ ਨਾਮ ਜੇ ਚੇਂਜ ਕੀਤਾ ਤਾਂ ਪਰ ਘਰਦਿਆਂ ਦੇ ਨਾਮ ਉਹਦੇ ਸੇਮ। ਤੇ ਇੱਕ ਹੋਰ ਆਪਣੀ ਕਮਿਊਨਿਟੀ 'ਚ ਪ੍ਰੋਬਲਮ ਕਾਫੀ ਹੈ ਕਿ ਵਿਆਹ ਕਰਾ ਕੇ ਜਿਹੜਾ ਫਿਰ ਕਈ ਵਾਰੀ ਡਿਵੋਰਸ ਲਿਆ ਹੁੰਦਾ, ਨਾਮ ਨੂੰ ਜਿਹੜਾ ਹਸਬੈਂਡ ਵਾਈਫ ਦੇ, ਉਹ ਕੇਸਾਂ ਦੇ ਵਿੱਚ ਕਾਫੀ ਜਿਹੜੀ ਆਈਡੀ ਦੇ ਰੀਅਲ ਆਈਡੀ ਐਕਟ ਦੇ ਥੱਲੇ ਜਿਹੜੇ ਇਸ਼ੂਜ਼ ਆ ਜਾਂਦੇ ਆ। ਤੇ AI ਨਾਲ ਇਹ ਹੈਗਾ ਕਿ ਉਹ ਸੇਵ ਹੋ ਸਕਦਾ, ਕਿਉਂਕਿ ਉਹ ਆਇਡੈਂਟੀਫਾਈ ਬੜੀ ਕੁਇਕਲੀ ਕਰ ਸਕਦੀ ਆ ਕਿ ਸੇਮ ਪੇਰੈਂਟਸ ਦੇ ਨਾਮ ਜਿਹੜੇ ਹੈਗੇ ਤੇ ਫੈਮਿਲੀ ਟਰੀ ਜਿਹੜਾ ਕਿੱਦਾਂ ਬਣਦਾ, ਉਸ ਹਿਸਾਬ ਨਾਲ ਉਹ ਕਾਫੀ ਲੱਗਦਾ ਐਡਵਾਂਸ ਆ ਕਿ ਕੰਮ ਹੈ। ਕਾਫੀ ਐਡਵਾਂਸ ਜਿਹੜਾ ਕੰਮ ਕਰਨ ਜਾ ਰਿਹਾ। ਤੇ ਇਹਦੇ ਵਿੱਚ ਏਦਾਂ ਨਹੀਂ ਕਿ ਬੜੀ ਦੇਰ ਇਹਨਾਂ ਨੂੰ ਲੱਗਣੀ ਹੈ, ਕਿਉਂਕਿ ਕੰਪਿਊਟਰ ਜਨਰੇਟਡ ਸਾਰਾ ਹੈਗਾ ਤੇ ਰਨ ਕਰਨਾ, ਤੇ ਉਹ ਕੁਇਕਲੀ ਜਿਹੜੇ ਇਹ ਡੇਟਾਬੇਸ ਵਗੈਰਾ ਜਿਹੜੇ ਰਨ ਕਰ ਸਕਦੇ ਆ। ਇਮੀਗ੍ਰੇਸ਼ਨ ਜਿਹੜੀ ਇਟਸੈਲਫ ਹੈਗੀ ਆ, ਉਹ ਸਾਰੀ ਤੁਹਾਨੂੰ ਪਤਾ ਹੁਣ ਜਿਹੜੀ ਸ਼ਿਫਟ ਹੋ ਗਈ ਇਲੈਕਟ੍ਰੋਨਿਕ ਦੇ ਉੱਤੇ, ਫਾਈਲਾਂ ਵੀ ਸਾਰੀਆਂ ਉਧਰ ਨੂੰ ਲਿਜਾ ਰਹੇ ਆ, ਪੇਮੈਂਟਸ ਵਗੈਰਾ ਵੀ ਉਹਨਾਂ ਦੀਆਂ ਕ੍ਰੈਡਿਟ ਕਾਰਡ ਰਾਹੀਂ, ਤੇ ਸਾਰਾ ਕੁਝ ਜਿਹੜਾ ਡਿਜੀਟਲਾਈਜ਼ ਇਹਨਾਂ ਨੇ ਕਰਤਾ। ਤੇ ਉਹਦਾ ਮਕਸਦ ਇਹੀ ਸੀਗਾ ਕਿ ਪੇਪਰ ਵਾਲਾ ਜਿਹੜਾ ਸੀਗਾ ਥੋੜਾ ਸਿਸਟਮ ਸਲੋ ਸੀਗਾ, ਤੇ ਉਹਨੂੰ ਇਹ ਚੇਂਜ ਕਰਕੇ ਜਿਹੜਾ ਸੀਗਾ ਇੱਧਰਲੇ ਪਾਸੇ ਜਿਹੜਾ ਜਾ ਰਹੇ। ਜੀ ਅਗਸਤ ਮਹੀਨੇ 'ਚ ਇਹਨਾਂ ਨੇ ਇਮੀਗ੍ਰੇਸ਼ਨ OS ਜਿਹੜਾ ਪਲੈਨਟੇਟ ਦਾ ਆ, ਆਈਸ ਨੇ ਉਹ ਯੂਜ਼ ਕਰਨਾ ਸ਼ੁਰੂ ਕੀਤਾ। ਉੱਦਾਂ ਡੈਨਵਰ ਦੀ ਕੰਪਨੀ ਦੱਸਦੇ ਆ, ਪੀਟਰ ਥੀਲ ਜਿਹੜਾ ਇਹਨਾਂ ਦਾ ਫਾਊਂਡਰ ਆ, ਉਹ ਜਰਮਨ ਹੈਗਾ ਆ ਤੇ ਅਮਰੀਕਨ ਆ। ਸੋ ਉਹਨਾਂ ਦੇ ਵਿੱਚੋਂ ਇੱਕ ਆ, ਇਹ ਉਹੀ ਆ ਮੈਨੂੰ ਲੱਗਦਾ ਜਿਹਨੇ ਪੇਪਾਲ ਜਿਹਨੇ ਲਿਆਂਦੀ ਸੀ। ਸੋ ਸਿਲੀਕਨ ਵੈਲੀ ਦੇ ਵਿੱਚ ਕਾਫੀ ਤਗੜਾ ਵੈਂਚਰ ਕੈਪੀਟਲਿਸਟ ਆ, ਤੇ ਸਿਲੀਕਨ ਵੈਲੀ ਇਸ ਟਾਈਮ ਵੈਰੀ ਕਲੋਜ਼ਲੀ ਵਰਕ ਕਰ ਰਹੀ ਆ ਸਰਕਾਰ ਦੇ ਜਿਹੜਾ ਉਹ ਨਾਲ। ਸੋ ਉਹਦਾ ਕਾਫੀ ਜ਼ਿਆਦਾ ਜਿਹੜੀ ਉਹ ਵਰਤੋਂ ਕੀਤੀ ਜਿਹੜੀ ਉਹ ਜਾ ਰਹੀ ਆ। ਸੋ ਇਹ ਆ ਵੀ ਜਿਨ੍ਹਾਂ ਨੇ ਕਿੱਥੇ ਪੁੱਟੇ ਸਿੱਧੇ ਕੰਮ, ਉਹ ਹੌਲੀ ਹੌਲੀ ਫਸਣਗੇ। ਇਹ AI ਦੀ ਵਰਤੋਂ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਉਹ ਰਗੜਾ ਆ, ਉਹ ਲੱਗਦਾ ਵੀ ਇਸ ਤਰੀਕੇ ਦੇ ਨਾਲ ਲੱਗੂਗਾ। ਬਾਕੀ ਇਹ ਆ ਵੀ ਜਿਹੜੀ ਮੈਂ ਦੇਖ ਰਿਹਾ ਸੀ, ਮੈਂ ਰੀਸੈਂਟਲੀ ਵਾਸ਼ਿੰਗਟਨ DC ਜਦੋਂ ਗਿਆ ਸੀਗਾ, ਅਟਰਨੀ ਟਿਰਕੇਣਾ ਜੀ, ਹੁਣ ਜਦੋਂ ਤੁਸੀਂ ਬੋਰਡਿੰਗ ਪਾਸ ਦੇ ਉੱਤੇ ਵੀ ਜਾਂਦੇ ਆ ਤਾਂ ਉੱਥੇ ਤੁਹਾਡਾ ਫੋਟੋ ਤਾਂ ਜਿਹੜੀ ਉਹ ਖਿੱਚਦੇ ਹੀ ਆ। ਸੋ ਇਹਦੇ ਵਿੱਚ ਕੰਮ ਜਿਹੜਾ ਹੁਣ ਉਹਨਾਂ ਨੇ ਹੋਰ ਵਧਾਉਣਾ, ਫੇਸ਼ੀਅਲ ਰੈਕੋਗਨਾਈਜੇਸ਼ਨ ਤੇ ਨਾਲ DNA ਤੇ ਫਿੰਗਰਪ੍ਰਿੰਟ ਤੱਕ ਵੀ ਕੰਮ। ਜਿਉਂ ਟੈਕਨੋਲੋਜੀ ਨੇ ਫਾਸਟ ਹੋਣਾ, ਫਰਾਡ ਤੇ ਜਿਹੜੀਆਂ ਸਕੀਮਾਂ ਆ, ਬਹੁਤ ਕਾਫੀ ਕੁਛ ਜਿਹੜੀਆਂ ਉਹ ਹੋਰ ਉਹਨਾਂ ਦੇ ਪਰਦਾਫਾਸ਼ ਜਿਹੜੇ ਉਹ ਹੁੰਦੇ ਜਿਹੜੇ ਉਹ ਜਾਣੇ ਹੈਗੇ ਆ। ਮੇਰੇ ਖਿਆਲ ਹਰੇਕ ਈਵਨ ਡੋਮੈਸਟਿਕ ਫਲਾਈਟ ਵੀ ਤੁਸੀਂ ਲੈਣੇ ਆ ਹੁਣ ਤਾਂ ਫੋਟੋ ਕਈ ਜਿਹੜਾ ਜਾਣਾ ਪੈਂਦਾ। ਤੇ AI ਤਾਂ ਹੁਣ ਦੇਖ ਲਓ ਕਿ ਮਤਲਬ ਨਵੀਂ ਟੈਕਨੋਲੋਜੀ ਆ, ਤੇ ਹਰੇਕ ਕੰਪਨੀ ਜਿਹੜੀ ਹੈਗੀ ਆ, ਭਾਵੇਂ ਗੂਗਲ ਤੋਂ ਲੈ ਕੇ ਹਰੇਕ ਚੀਜ਼ ਜਿਹੜੀ ਬੈਕਡ ਬਾਈ AI ਹੈਗੀ ਆ ਇਸ ਵੇਲੇ। ਕਿਉਂਕਿ ਇੱਕ ਸ਼ਿਫਟ ਤੁਸੀਂ ਕਹ ਲਓ ਕਿ ਹੋ ਗਿਆ ਉਧਰਲੇ ਪਾਸੇ ਨੂੰ, ਮਤਲਬ ਉਹ ਤਾਂ ਇਦਾਂ ਦੇ ਹਾਲਾਤ ਆ ਕਿ ਜਿਹੜੇ ਨਹੀਂ ਮਤਲਬ ਉੱਤੇ ਜਾ ਸਕੇ, ਉਹ ਥੋੜੇ ਬਿਹਾਈਂਡ ਰਹਿ ਜੂਗੇ। ਉਹ ਵਾਲਾ ਸਿਸਟਮ ਜਿਹੜਾ ਸੀਗਾ ਲੱਗ ਰਿਹਾ। ਬਿਲਕੁਲ ਬੜੀ ਸਪੀਡਲੀ ਜਿਹੜਾ ਹੈ ਨਾ ਟੈਕਨੋਲੋਜੀ ਜਿਹੜੀ ਉਹ ਚੇਂਜ ਹੋ ਰਹੀ ਹੈਗੀ ਆ ਜੀ। ਇਹ ਵੀ ਦੱਸਦੇ ਜਾਈਏ, ਰੀਸੈਂਟਲੀ ਜਿਹੜੇ DHS ਆ, ਉਹਨਾਂ ਨੇ ਹੁਣ ਕਹਿੰਦੇ ਵੀ ਤੁਹਾਨੂੰ ਸ਼ੂਜ਼ ਲਾਉਣ ਦੀ ਜ਼ਰੂਰਤ ਨਹੀਂ ਆ। ਉਹ ਓਬਵੀਅਸਲੀ ਟੈਕਨੋਲੋਜੀ ਬੈਟਰ ਹੋਈ ਆ ਤਾਂ ਹੀ ਉਹ ਕਰ ਰਹੇ ਆ ਵੀ ਤੁਸੀਂ ਸ਼ੂਜ਼ ਜਿਹੜਾ ਉਹ ਨਾਲ ਲਾਓ ਜਦੋਂ ਕਰਨੇ ਹੁੰਦੇ ਆ। ਸੋ ਉਹ ਵੀ ਚੇਂਜਸ ਜਿਹੜੇ ਉਹ ਨਾਲ ਜਿਹੜੇ ਉਹ ਚੱਲ ਰਹੇ ਆ। ਸੋ ਐਕਸਪੈਂਡ ਹੋ ਰਹੀ ਹੈ ਜੀ ਟੈਕਨੋਲੋਜੀ ਬਹੁਤ ਜ਼ਿਆਦਾ। ਇਹ ਜ਼ਰੂਰ ਜਿੱਦਾਂ ਸਿਵਲ ਲਿਬਰਟੀ ਗਰੁੱਪਸ ਸਰਵੇਲੈਂਸ ਨੂੰ ਲੈ ਕੇ ਜਿਹੜਾ ਉਹ ਰੌਲਾ ਪਾਉਂਦੇ ਆ ਵੀ ਇੱਕ ਪੁਲਿਸ ਸਟੇਟ ਤੇ ਇਦਾਂ ਦੀ ਚੀਜ਼ ਜਿਹੜੀ ਉਹ ਬਣ ਜਾਊਗੀ। ਬਾਕੀ ਇਹ ਆ ਵੀ ਭਾਈ ਪੈਟਰੀਅਟ ਐਕਟ ਨੇ ਵੀ ਇਹੀ ਕੁਛ ਕੀਤਾ, ਤੇ ਬਾਕੀ ਇਹ ਸਾਰਾ ਕੁਛ ਵੀ ਅੱਗੇ ਜਾ ਕੇ ਕਿਸ ਤਰੀਕੇ ਦੇ ਨਾਲ ਤੁਹਾਡਾ ਡਾਟਾ ਇਕੱਠਾ ਕੀਤਾ ਜਾ ਰਿਹਾ ਆ, ਉਹ ਹੁਣ ਇਦਾਂ ਹੀ ਆ। ਕਈ ਕੰਪਨੀਆਂ ਇਸ ਦੇ ਵਿੱਚ ਨਾਲ ਜੁੜ ਕੇ ਸਰਕਾਰ ਦੇ ਚੱਲਦੀਆਂ ਆ। ਅਗਲੀ ਅਟਰਨੀ ਟਿਰਕੇਣਾ ਜੀ ਗੱਲ ਕਰੀਏ, ਲਾਈਬੇਰੀਆ ਨੇ ਕਹਿੰਦੇ ਵੀ ਮੰਨ ਲਿਆ ਆ ਵੀ ਉਹ ਜਿਹੜੇ ਡਿਪੋਰਟ ਕੀਤਾ ਗਿਆ ਸੀ ਮਾਈਗ੍ਰੈਂਟ ਰੌਂਗਫੁਲੀ, ਉਸ ਨੂੰ ਉਹ ਅਸੈਪਟ ਕਰ ਲੈਣਗੇ। ਹਾਂਜੀ, ਸਾਰਾ ਜਿਹੜਾ ਵਿਵਾਦ ਇਹ ਜੀ ਕਿਲਮਰ ਅਬਰੈਗੋ ਗਾਰਸੀਆ ਦੇ ਆਲੇ ਦੁਆਲੇ ਆਂਦਾ। ਤੁਸੀਂ ਦੇਖੋ ਕੋਈ ਇੱਕ ਬੰਦੇ ਪਿੱਛੇ ਜਿਹੜਾ ਸਿਟੀਜ਼ਨ ਦੇ ਨਾਲ ਵਿਆਹਿਆ ਹੋਇਆ, ਬੱਚੇ ਵੀ ਉਹਦੇ ਹੈਗੇ ਆ, ਉਹਦੇ ਨਾਲ ਦੇਖ ਲਓ ਤੁਸੀਂ ਕਿ ਕੰਮ ਕਰਦੇ ਵਿਅਕਤੀ ਨੂੰ, ਮਤਲਬ ਐਂ ਲੱਗ ਰਿਹਾ ਕਿ ਪਰਸਨਲ ਜਿੱਦਾਂ ਈਗੋ ਤੇ ਨਹੀਂ ਆ ਗਈ ਕਿ ਹੱਥ ਧੋ ਕੇ ਜਿੱਦਾਂ ਪਿੱਛੇ ਪੈ ਗਏ ਬੰਦੇ ਦੇ। ਸੁਪਰੀਮ ਕੋਰਟ ਤੱਕ ਵੀ ਚਲਾ ਗਿਆ, ਉਹਨਾਂ ਨੇ ਵੀ ਕਹਿ ਦਿੱਤਾ, ਤੇ ਵਿਦਹੋਲਡਿੰਗ ਜਿਹੜੀ ਦਿੱਤੀ ਹੋਈ ਆ
ਤੇ ਵਿਦਹੋਲਡਿੰਗ ਦਾ ਜਿਹੜਾ ਸੀਗਾ ਐਕਚੁਅਲੀ ਦੇ ਵਿੱਚ ਕੀ ਹੁੰਦਾ ਕਿ ਕਲਾਇੰਟ ਆਪਣੇ ਵੀ ਕਈ ਪੁੱਛਦੇ ਆ ਤੇ ਕਈ ਲੋਕਾਂ ਨੂੰ ਵਿਦਹੋਲਡਿੰਗ ਦੇ ਕੇ ਨਾ ਛੱਡ ਨਹੀਂ ਰਹੇ ਜੇਲ੍ਹਾਂ ਦੇ ਵਿੱਚੋਂ ਵੀ ਕੈਂਪਾਂ ਦੇ ਵਿੱਚੋਂ ਦੀ ਅੱਛਾ। ਬਿਨਾ ਆਪਣਾ ਜੁਡੀਸ਼ੀਅਲ ਇੰਟਰਵੈਂਸ਼ਨ ਦੇ। ਇਹ ਵਾਲੇ ਬੰਦੇ ਨੂੰ ਤੁਸੀਂ ਦੇਖ ਲਓ ਕਿ ਸੁਪਰੀਮ ਕੋਰਟ ਤੱਕ ਉਹ ਹੋ ਗਿਆ ਕਿ ਤੁਸੀਂ ਨਹੀਂ ਕਰ ਸਕਦੇ, ਇਹਨੂੰ ਵਿਦਹੋਲਡਿੰਗ ਮਿਲੀ ਆ, ਫਿਰ ਦੁਬਾਰਾ ਇਹਨੂੰ ਫੜਿਆ ਤੇ ਕਾਫੀ ਜਿਹੜੀਆਂ ਇਹਨਾਂ ਨੇ ਪਹਿਲਾਂ ਡੀਲਾਂ ਬਣਾਉਣ ਦੀ ਕੋਸ਼ਿਸ਼ ਕੀਤੀ ਅਲੱਗ-ਅਲੱਗ ਕੰਟਰੀਆਂ ਨਾਲ। ਯੂਗਾਂਡਾ ਨੇ ਮਨਾ ਕਰਤਾ, ਗਾਨਾ ਨੇ ਮਨਾ ਕਰਤਾ, ਇਸਵਾਟੀਨੀ ਜਿਹੜੀ ਕੰਟਰੀ ਉਹਨਾਂ ਨੇ ਮਨਾ ਕਰਤਾ ਤੇ ਫਾਈਨਲੀ ਜਿਹੜਾ ਸੀਗਾ ਉਹਨਾਂ ਨੇ ਆ ਜਿਹੜੀ ਕੰਟਰੀ ਆ ਲਾਇਬੇਰੀਆ ਨੇ ਐਗਰੀ ਕੀਤਾ ਕਿ ਇਹਨੂੰ ਜਿਹੜਾ ਟੈਂਪਰੇਰੀ ਬੇਸਿਸ ਤੇ ਘੱਲ ਹਿਊਮੈਨਿਟੇਰੀਅਨ ਦਿਓ ਬੇਸਿਸ ਇੱਥੇ। ਤੇ ਰੱਖ ਲੂਗੇ। ਹੂੰ। ਤੇ ਜਿਹੜਾ ਫੈਡਰਲ ਜੱਜ ਸੀਗਾ ਉਹਨੇ ਪੌਜ਼ ਕੀਤਾ ਹੋਇਆ ਕਿ ਅਜੇ ਰਿਮੂਵਲ ਨਹੀਂ ਕਰਨਾ, ਉਹਨੂੰ ਵਿਊ ਕਰ ਰਹੇ ਆ। ਤੇ ਇਹਦੇ ਵਿੱਚ ਹੁਣ ਮਤਲਬ ਇਹਦੇ ਵਿੱਚ ਹੁਣ ਪਰੇਸ਼ਾਨੀ ਵਾਲੀ ਗੱਲ ਇਹੀ ਹੈ ਕਿ ਯਾਰ ਇੱਕ ਬੰਦੇ ਪਿੱਛੇ ਪੂਰੀ ਸਰਕਾਰ ਜਿਹੜੀ ਹੱਥ ਧੋ ਕੇ ਪੈ ਗਈ। ਮਤਲਬ ਸੁਪਰੀਮ ਕੋਰਟ ਨੇ ਵੀ ਜਦੋਂ ਕਹਿ ਦਿੱਤਾ ਸੀਗਾ ਕਿ ਲੈ ਕੇ ਆਓ, ਪਹਿਲਾਂ ਕਹਿੰਦੇ ਸੀ ਨਹੀਂ ਗਵਾਚ ਗਿਆ ਸੈਲਵਾਡੋਰ 'ਚ, ਉਹਦੇ ਪ੍ਰੈਜ਼ੀਡੈਂਟ ਦੇ ਵੀ ਉਹ ਆ ਗਏ। ਤੇ ਮਤਲਬ ਇੱਕ ਤੁਸੀਂ ਕਹਿ ਲਓ ਕਿ ਪਿਆਦਾ ਜਿਹੜਾ ਬੰਦਾ ਬਣ ਗਿਆ, ਇਹ ਤੁਸੀਂ ਦੇਖ ਲਓ ਕਿ ਕਿੱਡੀ ਸਟ੍ਰੈਸਫੁਲ ਸਿਚੁਏਸ਼ਨ ਹੋਣੀ ਆ। ਤੇ ਜਿਹੜੀ ਘਰ ਵਾਲੀ ਆ ਯੂਐਸ ਸਿਟੀਜ਼ਨ, ਤੁਸੀਂ ਉਹਦੇ ਪਰਸਪੈਕਟਿਵ ਤੋਂ ਦੇਖੋ ਕਿ ਮਤਲਬ ਕਿੱਦਾਂ ਬੰਦੇ ਨੂੰ ਕ੍ਰਿਮੀਨਲ ਵਾਂਗੂ ਤੁਸੀਂ ਜਿਹੜਾ ਕਹਿ ਲਓ ਕਿ ਟਰੀਟ ਕੀਤਾ। ਜੀ। ਉਹਦਾ ਦਿਖਾਉਂਦੇ ਹੀ ਸੀਗੇ MS-13 ਦੇ ਟੈਟੂ ਜਿਹਦਾ ਦੋਸ਼ ਲੱਗਦਾ ਸੀਗਾ ਵੀ ਕਥਿਤ ਤੌਰ ਦੇ ਉੱਤੇ ਇਹ ਫੋਟੋਸ਼ਾਪ ਕਰਕੇ ਉਹਦੇ ਜਿਹੜੇ ਉਹ ਦਿਖਾਏ ਆ। ਸੋ ਹੁਣ ਹਾਂਜੀ 31 ਅਕਤੂਬਰ ਤੱਕ ਕਹਿੰਦੇ ਵੀ ਉਹਨੂੰ ਉੱਥੇ ਘੱਲਿਆ ਜਾ ਸਕਦਾ ਹੈ। ਸੋ ਤੇਜ਼ੀ 'ਚ ਹੀ ਆ ਕੰਮ ਜਿਹੜਾ। ਪਰ ਇਹ ਸਾਰੇ ਮਾਮਲੇ ਦੇ ਵਿੱਚ ਫਿਰ ਇਹ ਅਦਾਲਤ ਦੀ ਸੁਣਦੇ ਆ ਜਾਂ ਨਹੀਂ ਸੁਣਦੇ, ਜਾਂ ਇਹ ਕੋਈ ਲੂਪ ਹੋਲ ਲੱਭ ਲੈਂਦੇ ਆ ਵੀ ਅੱਛਾ ਇੱਦਾਂ ਨਹੀਂ, ਆਪਾਂ ਇੱਦਾਂ ਕਰਕੇ ਇਹਨੂੰ ਉੱਥੋਂ ਕੱਢਿਆ ਜਿਹੜਾ ਉਹ ਜਾ ਸਕਦਾ। ਦੇਖੋ ਰਾਜਕਿਰਨ ਜੀ, ਏਦਾਂ ਕਿ ਟੌਪਿਕ ਤਾਂ ਇਹ ਲੰਬਾ ਥੋੜਾ ਜਿਹਾ ਹੋ ਜਾਣਾ ਜੇ ਆਪਾਂ ਗੱਲ ਕਰੀਏ, ਪਰ ਸ਼ਾਰਟ ਇਹਦੀ ਵਰਜਨ ਇਹ ਹੈ ਤੁਹਾਡੇ ਸਵਾਲ ਦਾ ਜਵਾਬ ਕਿ ਇਹ ਦੇਸ਼ ਦੇ ਵਿੱਚ ਤੇ ਆਪਣੇ ਦੇਸ਼ ਦੇ ਵਿੱਚ ਜਾਂ ਕੋਈ ਕਮਿਊਨਿਸਟ ਕੰਟਰੀ ਆ ਜਾਂ ਠੀਕ ਹੈ ਈਸਟਰਨ ਯੂਰਪ ਆ, ਫਰਕ ਕੀ ਹੈਗਾ? ਤੇ ਜਿਹੜਾ ਇਹ ਕੰਟਰੀ ਸੀਗਾ ਇਹਦੇ ਵਿੱਚ ਇੱਕ ਡੈਮੋਕ੍ਰੈਟਿਕ ਪ੍ਰੋਸੈਸ, ਡਿਊ ਪ੍ਰੋਸੈਸ ਰਾਈਟਸ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਬਹੁਤ ਕਾਮਨ ਸੀਗੀਆਂ ਕਿ ਡਿਊ ਪ੍ਰੋਸੈਸ ਰਾਈਟ ਵਾਇਓਲੇਸ਼ਨ ਹੋਈ ਹੈ। ਹੁਣ ਜਦੋਂ ਤੁਸੀਂ ਸਿਵਲ ਲਾਅ ਕੰਟਰੀ 'ਚ ਜਾਂਦੇ ਆ, ਠੀਕ ਆ, ਫਰਾਂਸ ਜਾਂਦੇ ਆ, ਸਿਵਲ ਲਾਅ ਕੰਟਰੀ ਹੈਗੇ ਆ, ਉੱਤੇ ਪਹਿਲਾਂ ਹੀ ਨਿਰਧਾਰਿਤ ਲਿਖਿਆ ਹੋਇਆ ਕਿ ਇਹ ਜੁਰਮ ਹੈ, ਇਹ ਸਜ਼ਾ, ਉਹ ਉਦਾਂ ਹੀ ਤਰੀਕੇ ਨਾਲ ਚੱਲਦਾ। ਕਈ ਤੁਸੀਂ ਜਾਓਗੇ ਮਿਡਲ ਈਸਟਰਨ ਕੰਟਰੀ ਜਾਓਗੇ, ਉੱਥੇ ਲਾਅ ਹੋਰ ਹਿਸਾਬ ਦਾ, ਬੜੀ ਸਖਤੀ ਜਿਹੜੀ ਹੁੰਦੀ ਆ ਉਹਨੂੰ ਚੇਂਜ ਨਹੀਂ ਕਰ ਸਕਦੇ, ਭਾਵੇਂ ਤੁਸੀਂ ਐਗਰੀ ਕਰਦੇ ਆ ਕਿ ਨਹੀਂ ਕਰਦੇ ਆ। ਕਈ ਜਿੱਦਾਂ ਜਗ੍ਹਾ ਦੇ ਵਿੱਚ ਮੌਤ ਦੀ ਸਜ਼ਾ, ਆਪਣੇ ਹਿਊਮਨ ਜਿਹੜਾ ਕੋੜੇ ਛੋੜੇ ਵੀ ਮਾਰਦੇ ਆ, ਏਦਾਂ ਦੀਆਂ ਕਈ ਸ਼ਰੀਆ ਲਾ ਜਿਹੜਾ ਜਿੱਥੇ ਖਾਸ ਕਰਕੇ ਉਹਨਾਂ ਥਾਵਾਂ ਤੇ। ਜਿਹੜਾ ਯੂਐਸ ਦਾ ਸਿਸਟਮ ਸੀਗਾ ਉਹਦੇ ਵਿੱਚ ਡਿਊ ਪ੍ਰੋਸੈਸ ਸੀਗਾ ਕਿ ਡਿਊ ਪ੍ਰੋਸੈਸ ਮਤਲਬ ਕਿ ਹੁਣ ਜਿੱਥੇ ਨਹੀਂ ਲਾਅ ਬਣਿਆ, ਜਿਹੜਾ ਏਦਾਂ ਦਾ ਏਰੀਆ ਜਿੱਥੇ ਕਿ ਤੁਸੀਂ ਇਹ ਸਾਬਿਤ ਕਰਦੇ ਹੋ ਕਿ ਬੰਦੇ ਨੂੰ ਸਹੀ ਜਿਹੜੀ ਹੀਅਰਿੰਗ ਨਹੀਂ ਮਿਲਦੀ ਆ ਜਾਂ ਉਹਦੇ ਰਾਈਟਸ ਵਾਇਓਲੇਟ ਹੋਏ ਆ, ਤੇ ਉਹ ਦੁਬਾਰਾ ਉਹਨੂੰ ਇੱਕ ਫੇਅਰ ਟ੍ਰਾਇਲ ਦੇ ਦਿੰਦੇ ਸੀ, ਪੁਰਾਣੀਆਂ ਜਿਹੜੀਆਂ ਚੀਜ਼ਾਂ ਕੈਂਸਲ ਵੀ ਜਿਹੜੀਆਂ ਕਰ ਦਿੰਦੇ ਸੀਗੇ। ਹੁਣ ਇਹ ਜਿਹੜੀ ਚੀਜ਼ ਆ ਇਹਨੂੰ ਮੇਨਟੇਨ ਕਰਨ ਲਈ ਇਹ ਕਿੱਦਾਂ ਚੱਲਦਾ ਹੈਗਾ, ਠੀਕ ਹੈ ਕਿ ਨਹੀਂ? ਇਹਨੂੰ ਹੁਣ ਦੇਖੋ, ਸਭ ਤੋਂ ਵੱਡਾ ਵਿਅਕਤੀ ਤਾਂ ਪ੍ਰੈਜ਼ੀਡੈਂਟ ਹੀ ਹੁੰਦਾ ਕੰਟਰੀ ਦੇ ਵਿੱਚ, ਤੇ ਜਿਹੜੇ ਡਿਊ ਪ੍ਰੋਸੈਸ ਰਾਈਟਸ ਹੋ ਗਏ, ਕੰਟਰੀ ਦੇ ਵਿੱਚ ਕਰਪਸ਼ਨ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ, ਕਿਹੜੇ ਲੈਵਲ ਤੇ ਹੋਣੀ ਚਾਹੀਦੀ, ਕਿ ਕੋਈ ਕਿਸੇ ਤੋਂ ਇੱਕ ਕਲਾਸ ਦੂਜੀ ਕਲਾਸ ਤੋਂ ਉੱਤੇ ਹੈਗੀ, ਜਾਂ ਕਿੱਦਾਂ ਇੰਡੀਆ 'ਚ ਤੁਸੀਂ ਦੇਖਿਆ ਹੀ ਆ ਜਾਤ ਪਾਤ ਜਿਹੜਾ ਚੱਲਦਾ, ਹੱਡਾਂ 'ਚ ਹੀ ਲੋਕਾਂ ਦੇ ਬਹਿ ਗਿਆ, ਠੀਕ ਹੈ ਕਿ ਨਹੀਂ? ਉਹ ਗੱਲ ਅਲੱਗ ਆ ਕਿ ਜਦੋਂ ਆਪਣੇ ਤੇ ਹੁੰਦੀ ਆ ਉਦੋਂ ਬੰਦਾ ਰੌਲਾ ਪਾਉਂਦਾ, ਪਰ ਮਤਲਬ ਹਰੇਕ ਬੰਦਾ ਦੂਜੇ ਬੰਦੇ ਨੂੰ ਕਿੱਦਾਂ ਜਿਹੜਾ ਟਰੀਟ ਕਰਦਾ। ਪਿੰਡ ਵਾਲੇ ਲੈਵਲ ਤੱਕ ਚੱਲ ਜਾਓ ਤੁਸੀਂ, ਉੱਤੋਂ ਦੀ ਲੈ ਕੇ ਪੁਰਾਣੇ ਭਾਵੇਂ ਇੰਡੀਆ ਦੇ 500 ਸਾਲ ਤੁਸੀਂ ਵੇਖ ਲਓ। ਹੁਣ ਇਹਨਾਂ ਨੇ ਜਿਹੜਾ ਸਿਸਟਮ ਸੀਗਾ ਬਣਾਇਆ, ਚਲਾਇਆ, ਜਿਹੜੇ ਇੱਧਰਲੇ ਫਾਊਂਡਿੰਗ ਫਾਦਰ ਸੀਗੇ, ਇਹਨਾਂ ਨੇ ਦੂਰਅੰਦੇਸ਼ੀ ਸੀਗੀ ਇਹਨਾਂ ਦੀ ਕਾਫੀ। ਇਹਨਾਂ ਨੇ ਦੇਖਿਆ ਕਿ ਕਿਉਂਕਿ ਪਹਿਲਾਂ ਹੀ ਇਹ ਕੋਲੋਨਿਸਟ ਨਾਲ ਲੜਦੇ ਸੀਗੇ ਜਦੋਂ ਉਹਨਾਂ ਨੇ ਇੰਡੀਪੈਂਡੈਂਸ ਲੈਣੀ ਸੀਗੀ ਆਪਣੀ ਰਾਣੀ ਕੋਲੋਂ। ਤੇ ਹੁਣ ਜਦੋਂ ਇਹ ਸਰਕਾਰ ਤੇ ਮਤਲਬ ਇਹਦੇ ਵਿੱਚ ਇਹ ਹੁੰਦਾ ਕਿ ਕੋਰਟਸ ਦਾ ਮਕਸਦ ਹੁੰਦਾ ਕਿ ਇਹ ਚੀਜ਼ ਨੂੰ ਪ੍ਰੋਟੈਕਟ ਕਰਨਾ, ਕਿ ਕਨਸਟੀਟਿਊਸ਼ਨ ਲਾਅ ਦੀ ਵਾਇਓਲੇਸ਼ਨ ਨਹੀਂ ਹੋਣੀ ਚਾਹੀਦੀ, ਆਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਸੋ ਇੱਕ ਰਿਲਾਇਬਿਲਿਟੀ ਹੁੰਦੀ ਆ ਕਿ ਇਹ ਕੰਟਰੀ ਦੇ ਵਿੱਚ ਆ ਕੇ ਸਾਨੂੰ ਉਹ ਗਰੰਟੀਆਂ ਜਾਂ ਪ੍ਰੋਟੈਕਸ਼ਨਾਂ ਜਿਹੜੀਆਂ ਮਿਲਦੀਆਂ। ਪਰ ਦੇਖੋ ਜੀ, ਹੈਗਾ ਇਹ ਐਂਡ ਆਫ ਦਾ ਡੇ ਸਾਰਾ ਇੱਕ ਕਾਗਜ਼ਾਂ ਦਾ ਖੇਡ। ਉਹ ਪ੍ਰੋਟੈਕਸ਼ਨਾਂ ਉਦੋਂ ਤੱਕ ਹੀ ਮਿਲਦੀਆਂ ਜਦੋਂ ਤੱਕ ਉਹ ਸਿਸਟਮ ਜਿਹੜੇ ਓਨਰ ਹੁੰਦੇ ਆ। ਇਹ ਜਿਹੜੇ ਮਤਲਬ ਹੁਣ ਸੁਪਰੀਮ ਕੋਰਟ ਆ, ਇਹ ਚੀਜ਼ਾਂ ਹੁਣ ਜਦੋਂ ਤੁਸੀਂ ਦੇਖੋ ਕਿ ਸਰਕਾਰ ਇੱਕਦਮ ਉਹਨਾਂ ਦਾ ਮੰਨਦੀ ਨਹੀਂ ਸੀ ਆਰਡਰ ਕਿ ਲੈ ਕੇ ਆਓ। ਤੇ ਆਪਾਂ ਇੱਥੇ ਖਬਰ ਵੀ ਇੱਕ ਕੀਤੀ ਸੀ ਕਿ ਸੁਪਰੀਮ ਕੋਰਟ ਕਹਿੰਦਾ ਕਿ ਇਹਨੂੰ ਜਿਹੜੀ ਐਗਜ਼ੈਕਟਿਵ ਹੈਗਾ, ਜਿਹੜੀ ਸਰਕਾਰ ਹੈਗੀ ਆ, ਉਹਨੂੰ ਲੋਕਾਂ ਨੇ ਜਿਤਾਇਆ ਵਾ, ਠੀਕ ਆ, ਜੋ ਮਰਜ਼ੀ ਕਰ ਸਕਦੀ ਆ ਸ਼ਾਰਟ ਰਨ ਦੇ ਵਿੱਚ, ਤੇ ਪਬਲਿਕ ਸੈਂਟੀਮੈਂਟ ਦੇ ਨਾਲ ਉਹ ਚੱਲ ਸਕਦੀ ਆ, ਧੱਕੇਸ਼ਾਹੀ ਵੀ ਕਰ ਸਕਦੀ ਆ, ਫ੍ਰੀ ਫੰਡ ਦੇ ਵਿੱਚ ਬਾਰਡਰ ਵੀ ਖੋਲ ਸਕਦੀ ਆ, ਕਈ ਕੁਝ ਕਰ ਸਕਦੀ ਆ। ਪਰ ਜਿਹੜਾ ਲੌਂਗ ਰਨ ਦੇ ਵਿੱਚ ਜਿਹੜਾ ਸਿਸਟਮ ਹੈਗਾ ਉਹ ਤਾਂ ਹੀ ਵਧੀਆ ਚੱਲਦਾ ਜੇ ਕੋਰਟ ਨੂੰ ਜੇ ਓਨਰ ਕਰੇ, ਕੋਰਟ ਸਿਸਟਮ ਨੂੰ ਜੇ ਸਟ੍ਰਿਕਟਲੀ ਉਹ ਕਰੇ ਦੋਨੋਂ ਬੰਨੇ। ਮਤਲਬ ਇਹ ਨਹੀਂ ਕਿ ਇੱਕ ਪਰਸਪੈਕਟਿਵ ਦੀ ਉਹਨਾਂ ਨੇ ਸਾਈਡ ਲੈ ਲਈ। ਤੇ ਜਿਹੜੀ ਇਹ ਵਾਲੀ ਸਰਕਾਰ ਸੀਗੀ, ਇਹਨੇ ਆ ਕੇ ਆਪਾਂ ਇਹੀ ਦੇਖਿਆ ਕਿ ਇਹਨਾਂ ਨੇ ਜਿਹੜਾ ਸਿਸਟਮ ਸੀਗਾ, ਹੈਰਾਨੀ ਉੱਤੇ ਸੀਗੀ, ਕਿੱਡੀ ਛੇਤੀ ਡਿਸਮੈਂਟਲ ਜਿਹੜਾ ਕੀਤਾ। ਕੋਰਟ ਜੱਜ ਕੀ ਬੈਂਡ ਦਾ ਨਹੀਂ ਜਿਹੜਾ ਹਿਸਾਬ ਕਿਤਾਬ ਜਿਹੜਾ ਲਾਤਾ। ਕਈ ਜਗ੍ਹਾ ਜਿਹੜੇ ਹੁਣ ਸੀਗੇ, ਕਈ ਜੱਜਾਂ ਨੇ ਜਿਹੜੀ ਸੀਗੀ ਫਾਈਟ ਬੈਕ ਜਿਹੜੀ ਕੀਤੀ ਹੈ, ਸਟੈਂਡ ਆਪਣਾ ਜਿਹੜਾ ਲੈਂਦੇ ਆ,
ਪਰ ਇਹ ਸੀਗਾ ਕਿ ਜਿਹੜਾ ਹੁਣ ਕਿਲਮਰ ਗਾਰਸੀਆ ਵਾਲਾ ਜਿਹੜਾ ਸੀਗਾ ਉਹ ਵਿੱਚ ਜੇ ਤਾਂ ਉਹਨਾਂ ਨੂੰ ਆਪਣਾ ਓਪੀਨੀਅਨ ਲਿਖਣਾ ਪਿਆ ਸੀਗਾ ਸਰਕਟ ਕੋਰਟ ਨੂੰ ਕਿ ਤੁਹਾਨੂੰ ਕੋਰਟ ਦਾ ਆਦੇਸ਼ ਮੰਨਣਾ ਪੈਣਾ ਸਾਰੀਆਂ ਚੀਜ਼ਾਂ। ਜਦੋਂ ਉਦਾਂ ਦੀਆਂ ਚੀਜ਼ਾਂ ਆਈਆਂ ਤੇ ਗੱਲ ਫਿਰ ਇਹ ਆ ਜਾਂਦੀ ਆ ਕਿ ਹਰੇਕ ਜਿਹੜਾ ਸਰਕਾਰੀ ਅਫਸਰ ਭਾਵੇਂ ਕੋਈ ਵੀ ਹੈਗਾ, ਠੀਕ ਆ, ਤੇ ਭਾਵੇਂ ਸਰਕਾਰ ਖੁਦ ਆ, ਜਦੋਂ ਉਹ ਕੋਰਟ ਦਾ ਆਰਡਰ ਨਹੀਂ ਮੰਨਦੀ, ਉਹ ਕੋਰਟ ਦੀ ਵਾਇਲੇਸ਼ਨ 'ਚ ਹੁੰਦੀ ਹੈ। ਹੁਣ ਉਹਨੂੰ ਤੁਸੀਂ ਦੇਖ ਲਓ ਕਿ ਸ਼ਾਰਟ ਰਨ ਦੇ ਵਿੱਚ ਤੁਸੀਂ ਉਹਨੂੰ ਇਗਨੋਰ ਕਰ ਦਿਓ ਜਾਂ ਜਿੱਦਾਂ ਮਰਜ਼ੀ ਕਰ ਦਿਓ, ਪਰ ਇਹ ਹੈ ਕਿ ਜੀ ਕੱਲ ਨੂੰ ਜਿਹੜਾ ਸੀਗਾ ਉਹ ਇਹਨਾਂ ਦੇ ਮਗਰ ਜਿਹੜੇ ਆ ਸਕਦੇ ਆ। ਆਪਾਂ ਖਬਰ ਵੀ ਇੱਥੇ ਐਕਚੁਅਲੀ ਅੱਜ ਇੱਕ ਕਵਰ ਕਰਨੀ ਸੀਗੀ, ਇੱਕ ਜਿਹੜੀ ਸ਼ਿਕਾਗੋ ਦੇ ਵਿੱਚ ਉਹਨੇ ਵਾਇਲੇਟ ਕੀਤਾ ਸੀਗਾ ਆਰਡਰ, ਠੀਕ ਹੈ ਤੇ ਉਹ ਕਹਿੰਦੇ ਕਿ ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਕੈਮੀਕਲ ਜਿਹੜੇ ਯੂਜ਼ ਨਹੀਂ ਕਰਨੇ, ਠੀਕ ਹੈ ਟੀਅਰ ਇਸ ਗੈਸ ਵਗੈਰਾ ਕੋਈ ਵੀ ਜਿਹੜੀ ਚੀਜ਼ ਹੈ, ਤੁਹਾਨੂੰ 2 ਵਾਰਨਿੰਗ ਜਿਹੜੀਆਂ ਦੇਣੀਆਂ ਜ਼ਰੂਰੀ ਹੁੰਦੀਆਂ। ਓਕੇ ਤੇ ਹੁਣ ਜਿਹੜਾ ਤੁਹਾਡਾ ਸਵਾਲ ਹੈਗਾ ਕਿ ਬਾਰਡਰ ਪੈਟਰੋਲ ਦਾ ਜਿਹੜਾ ਚੀਫ ਸੀਗਾ ਗ੍ਰੈਗਰੀ ਬੋਵੀਨੋ, ਹੂੰ ਉਹਨੂੰ ਉਹ ਜਿਹੜਾ ਸ਼ਿਕਾਗੋ 'ਚ ਉਹਨਾਂ ਨੇ ਆਪਰੇਸ਼ਨ ਕਰਨਾ ਸੀਗਾ, ਆਪਰੇਸ਼ਨ ਮਿਡਵੇ ਬਲਿਟਸ, ਉਹਦੇ ਵਿੱਚ ਉਹਨੂੰ ਹੁਣ ਉੱਤੇ ਦੋਸ਼ ਲੱਗਿਆ ਕਿ ਤੁਸੀਂ ਜਿਹੜਾ ਫੈਡਰਲ ਕੋਰਟ ਦਾ ਆਰਡਰ ਜਿਹੜਾ ਵਾਇਲੇਟ ਕੀਤਾ। ਹੁਣ ਗੱਲ ਇਹ ਹੈਗੀ ਕਿ ਸਰਕਾਰ ਤਾਂ ਇਹਨੂੰ ਹੁਣ ਆ ਕੇ ਬਚਾਊਗੀ। ਹੁਣ ਇਹਦੀ ਇੰਡੀਵਿਜੂਅਲ ਕੈਪੈਸਿਟੀ ਦੇ ਵਿੱਚ ਸਿਵਲ ਰਾਈਟ ਗਰੁੱਪ ਜਿਹੜੇ ਸੀਗੇ ਤੇ ਜਰਨਲਿਸਟ ਜਿਹੜੇ ਸੀਗੇ ਤੇ ਜਿਹੜੇ ਸਿਵਲ ਰਾਈਟ ਗਰੁੱਪਸ ਜਿਹੜੇ ਹੋਰ ਵਲੰਟੀਅਰ ਜਿਹੜੇ ਸੀਗੇ, ਉਹ ਸਾਰਿਆਂ ਨੇ ਜਿਹੜਾ ਰਲ ਕੇ ਇਸ ਵਿਅਕਤੀ ਦੇ ਖਿਲਾਫ ਇੰਡੀਵਿਜੂਅਲ ਕੈਪੈਸਿਟੀ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਖਿਲਾਫ, ਕਿਉਂਕਿ ਹੁਣ ਜਿਹੜਾ ਹਰੇਕ ਆਫਿਸ ਦੀ ਤੁਹਾਨੂੰ ਐਗਜ਼ੈਂਪਸ਼ਨ ਨਹੀਂ ਮਿਲ ਸਕਦੀ ਹੈਗੀ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਆਪਣੇ ਸਕੋਪ ਆਫ ਡਿਊਟੀ ਦੇ ਵਿੱਚ ਸੀਗਾ। ਤੁਹਾਨੂੰ ਜੇ ਕੋਰਟ ਨੇ ਇੱਕ ਆਰਡਰ ਦਿੱਤਾ ਹੋਇਆ, ਤੁਸੀਂ ਜਦੋਂ ਉੱਤੋਂ ਜਾ ਕੇ ਬਿਯੋਂਡ ਗੱਲ ਕਰਦੇ ਆ, ਠੀਕ ਆ, ਹੁਣ ਪ੍ਰੈਜ਼ੀਡੈਂਟ ਨੂੰ ਜਨਤਾ ਨੇ ਜਿਤਾਇਆ ਉਹਦੇ ਵਿੱਚ, ਠੀਕ ਆ, ਕੋਰਟ ਨਹੀਂ ਕਰੂਗੀ। ਪਰ ਹੁਣ ਜਿਹੜੇ ਛੋਟੇ ਮੋਟੇ ਲੈਵਲ ਦੇ ਆ ਜਾਂਦੇ ਆ, ਸਰਕਾਰੀ ਵਕੀਲ ਵੀ ਕਈ ਵਾਰੀ ਜਿਹੜੇ ਹੈਗੇ ਆ, ਉਹਨੂੰ ਕਹਿਣਾ ਪੈਂਦਾ ਕਿ 9th ਸਰਕਟ ਦਾ ਆਰਡਰ ਹੈਗਾ, ਜੇ ਤੁਸੀਂ ਇਹਨੂੰ ਨਹੀਂ ਫੋਲੋ ਕੀਤਾ ਤੇ ਤੁਹਾਡੇ ਖਿਲਾਫ ਵੀ ਜਿਹੜੀ ਬਾਰ ਕੰਪਲੇਂਟ ਹੋ ਸਕਦੀ ਹੈ, ਤੁਹਾਡੇ ਵੀ ਲਾਇਸੈਂਸ ਜਿਹੜੇ ਜਾ ਸਕਦੇ ਆ। ਤੇ ਇਹਨੇ ਜਿਹੜੀਆਂ ਸੀਗੀਆਂ ਉਹ ਕਹਿੰਦੇ 2 ਵਾਰਨਿੰਗਸ ਦੇਣੀਆਂ ਸੀਗੀਆਂ ਕੈਮੀਕਲ ਯੂਜ਼ ਕਰਨ ਤੋਂ ਪਹਿਲਾਂ, ਟੀਅਰ ਗੈਸ ਤੋਂ ਪਹਿਲਾਂ। ਉਹ ਹੁਣ ਕਾਨੂੰਨ ਬਣਾਇਆ ਹੋਇਆ, ਠੀਕ ਆ, ਇਹਨੇ ਉਹ ਜਿਹੜੀ ਸੀਗੀ ਰਿਕੁਆਇਰਮੈਂਟ ਕੰਪਲਾਈ ਨਹੀਂ ਕੀਤੀ, ਇਹਨੇ ਸਿੱਧੇ ਜਿਹੜੀ ਸੀਗੀ ਉਹ ਕਰਤੀ। ਉਹ ਕਹਿੰਦੇ ਕਿ ਇਹਨੇ ਐਕਸੈਸਿਵ ਫੋਰਸ ਯੂਜ਼ ਕੀਤੀ ਹੈ ਤੇ ਫਰਸਟ ਅਮੈਂਡਮੈਂਟ ਜਿਹੜੀ ਸੀਗੀ ਕਨਸਟੀਟਿਊਸ਼ਨ ਦੀ ਵਾਇਓਲੇਸ਼ਨ ਇਹਨੇ ਕੀਤੀ ਹੈ। ਤੁਸੀਂ ਦੇਖ ਲਓ ਕਿੱਥੋਂ ਦੀ ਗੱਲ ਹੁਣ ਕਿੱਥੇ ਪਹੁੰਚ ਗਈ ਕਿ ਯੂਐਸ ਦੀ ਕਨਸਟੀਟਿਊਸ਼ਨ ਦੀ ਫਰਸਟ ਅਮੈਂਡਮੈਂਟ ਰਾਈਟਸ ਦੀ ਜਿਹੜੀ ਵਾਇਓਲੇਸ਼ਨ ਹੋਈ ਹੈ। ਇਹਨੂੰ ਹੁਣ ਸਾਰੇ ਕੋਰਟਸ ਨੂੰ ਜਿਹੜਾ ਸੀਰੀਅਸਲੀ ਲੈਣਾ ਪੈਂਦਾ। ਤੇ ਆਬਵੀਅਸਲੀ ਮੈਂ ਕਿਹਾ ਚੁੱਕ ਕੀਤੀ ਚਾ ਕੇ ਜੋ ਮਰਜ਼ੀ ਕਰ ਦੋ, ਪਰ ਹੁਣ ਇਹ ਹੈਗਾ ਕਿ ਜਦੋਂ ਪਰਸਨਲ ਫਿਰ ਪ੍ਰੈਸ਼ਰ ਜਦੋਂ ਬੰਦੇ ਤੇ ਪੈਂਦਾ, ਤੇ ਪਹਿਲਾਂ ਤੁਸੀਂ ਹਿੱਟ ਬੈਕ ਕਰਦੇ, ਫਿਰ ਜਦੋਂ ਦੁਬਾਰਾ ਤੁਹਾਡੇ ਤੇ ਹਿੱਟ ਬੈਕ ਹੁੰਦੀ, ਉਹ ਫਿਰ ਲੋਕੀ ਕਈ ਵਾਰੀ ਪ੍ਰੈਸ਼ਰ ਲੈ ਨਹੀਂ ਸਕਦੇ। ਜਦੋਂ ਮਤਲਬ ਕਿ ਢਾਂਚਾ ਮੈਂ ਕਿਹਾ ਦੋਨੋਂ ਪਾਸੇ ਜਿਹੜਾ ਤੁਹਾਡੇ ਖਿਲਾਫ ਵੀ ਜਾ ਸਕਦਾ ਹੈਗਾ, ਉਹ ਅੱਜ ਦੋਨੋਂ ਪਾਸੇ ਚੀਜ਼ਾਂ ਜਿਹੜੀਆਂ ਹੋ ਸਕਦੀਆਂ ਹੈਗੀਆਂ। ਜੀ ਸੋ ਇਸੇ ਦੇ ਵਿੱਚ ਫਿਰ ਹੁਣ ਕੀ ਬਣਿਆ ਹੈ ਫਿਰ ਬਵੀਨੋ ਹੋਣਾ ਦਾ, ਜਿਨ੍ਹਾਂ ਨੇ ਕੋਰਟ ਦੇ ਆਰਡਰ ਨਹੀਂ ਫਿਰ ਮੰਨੇ, ਜਿਨ੍ਹਾਂ ਦੇ ਉੱਤੇ ਦੋਸ਼ ਆ ਵੀ ਵਾਇਲੇਟ ਕੀਤਾ ਹੈ ਉਹਨਾਂ ਨੇ? ਲਾਸੂਟ ਫਾਈਲ ਹੋਇਆ ਇਹਦੇ ਖਿਲਾਫ, ਲਾਸੂਟ ਫਾਈਲ ਹੋਇਆ। ਠੀਕ ਹੈ ਜੀ। ਜੀ ਇਹ ਅਗਲੀ ਜਿਹੜੀ ਗੱਲ ਕਰਦੇ ਆ, ਆਈਸ ਦੇ ਏਜੰਟਸ ਤੋਂ ਭੱਜ ਰਿਹਾ ਸੀ ਇੱਕ ਬੰਦਾ ਵਰਜੀਨੀਆ ਦੇ ਵਿੱਚ, ਉਸ ਦੀ ਮੌਤ ਹੋ ਗਈ। ਹਾਂਜੀ, ਸੋ ਉਹ ਜਦੋਂ ਸੀਗਾ ਸੜਕ ਤੇ ਜਿਹੜਾ ਸਟਾਪ ਜਿਹੜਾ ਲੱਗਾ ਸੀਗਾ, ਤੇ ਹੁਣ ਬੰਦੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਦੇਖੋ ਇਹ ਪੁਲਿਸ ਦਾ ਡਰ ਹਰੇਕ ਬੰਦੇ ਨੂੰ ਹੁੰਦਾ, ਯੂਨੀਫਾਰਮ ਮਤਲਬ ਹਨਾ, ਕਿ ਇੱਕ ਖੌਫ ਤਾਂ ਪੁਲਿਸ ਦਾ ਹੁੰਦਾ ਹੀ ਆ। ਤੇ ਜਿਹੜੇ ਹਿਸਾਬ ਨਾਲ ਇਹ ਨਕਾਬ ਜਿਹਾ ਪਾ ਕੇ ਆਉਂਦੇ ਆ, ਜਿਹੜੇ ਹਿਸਾਬ ਨਾਲ ਆਉਂਦੇ ਆ, ਕੋਈ ਵੀ ਬੰਦਾ ਜਿਹੜਾ ਡਰ ਸਕਦਾ ਕਿ ਯਾਰ ਇਹ ਕਿੱਥੋਂ ਦੀ ਮੈਨੂੰ ਘੇਰਾ ਪਾ ਲਿਆ ਜਾਂ ਕਿੱਦਾਂ। ਤੇ ਇਹਨਾਂ ਨੇ ਜਿੱਦਾਂ ਟ੍ਰੈਫਿਕ ਸਟਾਪ ਜਿਹਾ ਸੀਗਾ ਇਹਨਾਂ ਦਾ, ਤੇ ਇਹਨੇ ਭੱਜਣਾ ਸ਼ੁਰੂ ਕਰਤਾ। 24 ਸਾਲ ਦਾ ਸੀਗਾ ਸਿਰਫ ਮੁੰਡਾ, ਇਹ ਦੇਖ ਲਓ ਤੁਸੀਂ। ਤੇ ਵਰਜੀਨੀਆ ਦੀ ਇਹ ਖਬਰ ਆ, ਤੇ ਭੱਜਦਾ ਫਿਰ ਇਹਨੂੰ ਪਿਕਅਪ ਟਰੱਕ ਇੱਕ ਨੇ ਹਿੱਟ ਕੀਤਾ ਤੇ ਇਹਦੀ ਫਿਰ ਜਿਹੜੀ ਡੈਥ ਹੋ ਗਈ। ਹੁਣ ਗੱਲ ਇਹਦੇ ਵਿੱਚ ਇਹ ਆ ਜਾਂਦੀ ਆ ਕਿ ਕੀ ਉਹਨਾਂ ਨੇ ਜਿਹੜਾ ਸੀਗਾ ਆਪਣੀ ਪ੍ਰੋਟੋਕਾਲਸ ਫੋਲੋ ਕੀਤੇ, ਜਿੱਦਾਂ ਪਹਿਲੇ ਵਾਲੀ ਖਬਰ ਸੀਗੀ ਕਿ ਜਿਹੜੀਆਂ ਸਟਾਪ ਵਾਲੀਆਂ ਸਾਰੀਆਂ ਉਹ ਕਹਿੰਦੇ ਆ ਕਿ ਇਹ ਜਿਹੜੇ ਲੋਕੀ ਆ ਕਾਫੀ ਰਫ ਤਰੀਕੇ ਨਾਲ ਲੋਕਾਂ ਨੂੰ ਰੋਕਦੇ ਆ, ਡਰਾਉਂਦੇ ਧਮਕਾਉਂਦੇ ਆ, ਤੇ ਐਕਸੈਸਿਵ ਜਿਹੜਾ ਹੈਗਾ ਤੇ ਅਨਸੇਫ এনवायरमेंट ਜਿਹੜਾ ਖੜਾ ਕਰ ਦਿੰਦੇ ਆ। ਹੁਣ ਅਜੇ ਤੱਕ ਤਾਂ ਕੋਈ ਐਕਸ਼ਨ ਉਹਨਾਂ ਦੇ ਖਿਲਾਫ ਹੋਇਆ ਨਹੀਂ, ਪਰ ਆਹੀ ਜਿਹੜੀ ਚੀਜ਼ ਆ ਗਈ ਡਿਊ ਪ੍ਰੋਸੈਸ ਵਾਲੀ ਜਿਹੜੀ ਚੀਜ਼ ਆ ਗਈ ਕਿ ਇਹਨਾਂ ਨੇ ਅਨਸੇਫ ਐਨਫੋਰਸਮੈਂਟ ਕੀਤੀ ਕਿ ਨਹੀਂ ਕੀਤੀ। ਤੁਹਾਨੂੰ ਪਤਾ, ਨਾਲੇ ਐਂਡ ਆਫ ਦਾ ਡੇ ਹਰੇਕ ਚੀਜ਼ ਜਿਹੜੀ ਜੂਰੀ ਦੇ ਕੋਲ ਵੀ ਜਾਂਦੀ ਆ, ਜਿਹੜੀ ਜੂਰੀ ਹੁੰਦੀ ਆ ਉਹ ਲੋਕਾਂ ਤੋਂ ਹੀ ਬਣਦੀ ਆ। ਜਿਹੜੀ ਜੂਰੀ ਕੈਲੀਫੋਰਨੀਆ ਦੀ ਆ ਉਹ ਆਬਵੀਅਸਲੀ ਜਿਹੜੀ ਕੈਂਸਸ ਦੀ ਜੂਰੀ ਨਾਲੋਂ ਡਿਫਰੈਂਟ ਹੋਊਗੀ, ਹਨਾ, ਲੋਕਾਂ ਦਾ ਸੈਂਟੀਮੈਂਟ ਵੀ ਜਿਹੜਾ ਚੇਂਜ ਹੋ ਜਾਂਦਾ। ਇਹਦੇ ਵਿੱਚ ਤੁਸੀਂ ਦੇਖ ਲਓ ਕਿ ਕੰਟਰੀ ਬੜੀ ਡਿਵਰਸ, ਇੱਕ ਬੜੀ ਡਿਫਰੈਂਟ ਹੈਗੀ ਆ, ਕਿਤੇ ਲਿਬਰਲ ਆ, ਕਿਤੇ ਕੰਜ਼ਰਵੇਟਿਵ ਜਿਹੜੇ ਹੈਗੇ ਆ, ਕਿਤੇ ਪ੍ਰੋਗਰੈਸਿਵ ਜਿਹੜੇ ਹੈਗੇ ਆ। ਤੇ ਜਿਹੜਾ ਇਹ ਟ੍ਰਾਇਲਸ ਹੈਗੇ ਦੇ ਡਿਫਰੈਂਟ ਆਊਟਕਮ ਹੋ ਸਕਦੇ ਆ ਡਿਪੈਂਡਿੰਗ ਕਿਹੜੀ ਸਟੇਟ ਦੇ ਵਿੱਚ ਕਿਹੜੀ ਜਗ੍ਹਾ ਜਿਹੜਾ ਟ੍ਰਾਇਲ ਚੱਲਦਾ। ਤੇ ਇਹ ਜਿਹੜੇ ਹੁਣ ਹੁੰਦੇ ਆ ਕਈ ਵਾਰੀ ਉੱਤੇ ਸਾਰਾ ਜ਼ੋਰ ਲੱਗ ਜਾਂਦਾ ਵਕੀਲਾਂ ਦਾ ਕਿ ਇਹ ਸਟੇਟ ਲਾਅ ਥੱਲੇ ਜਿਹੜਾ ਕਰਨਾ ਕਿ ਫੈਡਰਲ ਲਾਅ ਥੱਲੇ ਕਰਨਾ, ਕਿਉਂਕਿ ਕੋਰਟਸ ਦੇ ਜਿਹੜੇ ਆਊਟਕਮ ਜਿਹੜੇ ਉਹ ਡਿਫਰੈਂਟ ਹੋ ਸਕਦੇ ਆ। ਤੇ ਹੁਣ ਇਹ ਜਿਹੜਾ ਵਿਅਕਤੀ ਮਰਿਆ ਇਹਦੇ ਵਿੱਚ ਜਿਹੜਾ ਇਹਦਾ ਲੀਗਲ ਰਿਪਰੈਜ਼ੈਂਟੇਟਿਵ ਜਿਹੜੇ ਵਕੀਲ ਪੂਲ ਹੈਗੇ ਆ, ਮੇਰੇ ਹਿਸਾਬ ਨਾਲ ਤਾਂ ਇਹੀ ਕਰੂਗੇ ਕਿ ਐਕਸੈਸਿਵ ਫੋਰਸ ਤਾਂ ਨਹੀਂ ਲੱਗੀ ਸੀ, ਅਨਸੇਫ এনवायरमेंट ਤਾਂ ਨਹੀਂ ਕੀਤਾ ਹੋਊਗਾ, ਤਾਂ ਨਹੀਂ ਕ੍ਰੀਏਟ ਕੀਤਾ। ਤੇ
ਜਿੱਦਾਂ ਹੁਣ ਆਪਣੇ ਸ਼ਿਕਾਗੋ ਦੇ ਵਿੱਚ ਉਹਨਾਂ ਨੇ ਰੂਲਿੰਗ ਦਿੱਤੀ ਸੀ ਕਿ ਤੁਸੀਂ ਫੇਸ ਮਾਸਕ ਨਹੀਂ ਪਾ ਸਕਦੇ ਹਨਾ, ਜਿਹੜੇ ਤੁਹਾਡੀ ਗੱਲ ਜੇ ਕੋਰਟ ਦਾ ਉਹਨੇ ਆਰਡਰ ਇਗਨੋਰ ਕਰਤਾ ਤੇ ਮਤਲਬ ਕਿ ਫਿਰ ਤੁਸੀਂ ਡਿਊਟੀ ਵਾਲੀ ਪ੍ਰੋਟੈਕਸ਼ਨ ਨਹੀਂ ਲਾ ਸਕਦੇ। ਉਹਦੇ ਵਿੱਚ ਫਿਰ ਉਹ ਤੁਹਾਡੇ ਪਿੱਛੇ ਜਾ ਸਕਦੇ ਆ ਪਰਸਨਲ ਲੈਵਲ ਤੇ, ਕਿ ਜਦੋਂ ਕੋਰਟ ਨੇ ਕਿਹਾ ਹੋਇਆ ਕਿ ਤੁਸੀਂ ਨਕਾਬ ਪਾ ਕੇ ਨਹੀਂ ਕਰਨਾ ਤੇ ਤੁਸੀਂ ਨਹੀਂ ਕਰ ਸਕਦੇ ਹੈਗੇ। ਕਿਉਂਕਿ ਜੇ ਹੁਣ ਸਰਕਾਰ ਉਹਨੂੰ ਵੀ ਇਗਨੋਰ ਕਰੇ ਫਿਰ ਤੇ ਤਾਨਾਸ਼ਾਹੀ ਤੇ ਡੈਮੋਕ੍ਰੇਸੀ 'ਚ ਤੇ ਫਿਰ ਬਹੁਤ ਥੋੜਾ ਜਿਹਾ ਫਰਕ। ਬੇ ਏਰੀਆ ਦੇ ਵਿੱਚ ਇਮੀਗ੍ਰੇਸ਼ਨ ਐਨਫੋਰਸਮੈਂਟ ਆ ਰਹੀ ਸੀਗੀ, ਸਰਜ ਨੂੰ ਕਹਿੰਦੇ ਵੀ ਕਾਲ ਆਫ ਕਰ ਦਿੱਤਾ ਗਿਆ ਆ, ਪਰ ਕੱਲ ਕੋਸਟ ਗਾਰਡ ਦੇ ਗੇਟ ਦੇ ਵਿੱਚ ਇੱਕ ਯੂ-ਹਾਲ ਦਾ ਟਰੱਕ ਮਾਰ ਕੇ ਭੰਨਣ ਦੀ ਕੋਸ਼ਿਸ਼ ਕੀਤੀ, ਉੱਥੇ ਗੋਲੀ ਵੀ ਜਿਹੜੀ ਉਹ ਚੱਲਦੀ ਆ। ਹੁਣ ਉਹ ਅਜੇ ਵੀ ਸਥਿਤੀ ਉਦਾਂ ਹੀ ਆ ਜਾਂ ਸਟਿਲ ਕਾਲਡ ਆਫ ਆ ਜਿਹੜੀ ਇਮੀਗ੍ਰੇਸ਼ਨ ਦੀ ਐਨਫੋਰਸਮੈਂਟ ਬੇ ਏਰੀਆ 'ਚ? ਹਾਂਜੀ, ਇਹਨਾਂ ਦਾ ਜੀ ਐਲਮੀਡਾ ਓਕਲੈਂਡ ਦੇ ਵਿੱਚ ਜਿਹੜਾ ਸੀਗਾ US ਕੋਸਟ ਗਾਰਡ ਦਾ ਬੇਸ, ਪਹਿਲਾਂ ਤਾਂ ਤੁਸੀਂ ਦੇਖੋ ਕਿ ਜਿਹੜੀਆਂ ਇਮੀਗ੍ਰੇਸ਼ਨ ਏਜੰਸੀਆਂ ਵੀ ਨਹੀਂ ਹੈਗੀਆਂ, ਕੋਸਟ ਗਾਰਡ ਨੂੰ ਜਿਹੜਾ ਇਨਵੋਲਵ ਜਿਹੜਾ ਕਿਹੜੇ ਹਿਸਾਬ ਨਾਲ ਜਿਹੜਾ ਫੈਡਰਲ ਜਿਹੜੀ ਸੀ ਉਹਨੂੰ ਇਨਵੋਲਵ ਜਿਹੜਾ ਕੀਤਾ, ਉਹਦੇ ਉੱਤੇ ਇੱਕ ਕੁਐਸਚਨ ਜਿਹੜਾ ਓਬਵੀਅਸਲੀ ਚੱਲਦਾ ਕਿ ਇਸ ਲੈਵਲ ਤੇ ਉਹ ਇਨਵੋਲਵ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਸਰਕਾਰ ਕਹਿੰਦੀ ਕਿ ਆਪਾਂ ਐਮਰਜੈਂਸੀ ਸਿਚੁਏਸ਼ਨ ਆ, ਏਦਾਂ ਵਾ ਓਦਾਂ। ਜਿਹੜੇ ਜਰਨਲਿਸਟ ਆ ਉਹ ਪੁੱਛਦੇ ਆ ਕਿ ਤੁਸੀਂ ਫਿਰ ਡੈਕਲੇਰੇਸ਼ਨ ਆਫ ਵਾਰ ਕਰ ਦਿਓ ਕਾਂਗਰਸ ਤੋਂ, ਸਾਰੀ ਤੋਂ ਅਪਰੂਵਲ ਲਓ। ਕੱਲ ਮੈਂ ਵੀਡੀਓ ਦੇਖ ਰਿਹਾ ਸੀ, ਹੁਣ ਕਈ ਵਾਰੀ ਇਹ ਨਹੀਂ ਪਤਾ ਲੱਗਦਾ ਕਿ AI ਵੀਡੀਓ ਅਸਲੀ ਆ ਜਾਂ ਨਕਲੀ ਆ। ਉਹ ਕਹਿੰਦਾ ਮੈਨੂੰ ਅਪਰੂਵਲ ਲੈਣ ਦੀ ਲੋੜ ਨਹੀਂ, ਕਹਿੰਦਾ ਮੈਂ ਸਿੱਧੇ ਗੋਲੀ ਮਾਰਨੀ ਹੈ। ਤੇ ਹੁਣ ਜਿਹੜਾ ਹਾਂਜੀ ਉਹ ਵੀ ਵੀਡੀਓ ਆ ਰਹੀ ਹੈ ਕਿ ਰਿਪੋਰਟਰ ਪੁੱਛ ਰਹੇ ਆ ਕਿ ਜੇ ਏਦਾਂ ਹੀ ਹੈ ਕਿ ਸਿਸਟਮ ਨਾ ਚੱਲੋ, ਉਹ ਕਰੋ ਕਿ ਤੁਸੀਂ ਡਰੱਗ ਡੀਲਰਾਂ ਨਾਲ ਜਿਹੜਾ ਸੀਗਾ ਇੱਕ ਡੈਕਲੇਰੇਸ਼ਨ ਆਫ ਵਾਰ, ਕਾਂਗਰਸ ਦਾ ਪੂਰਾ ਅਪਰੂਵਲ ਲਓ। ਤੇ ਇਹ ਜਿਹੜੀ ਸਰਕਾਰ ਆ ਇਹ ਮੇਰੇ ਖਿਆਲ ਇਹਨਾਂ ਨੂੰ ਐਂ ਲੱਗਦਾ ਕਿ ਕਾਂਗਰਸ ਦੇ ਪੂਰੀ ਵੋਟ ਨਾਲ ਤਾਂ ਹੁੰਦਾ ਨਹੀਂ, ਬੰਦੇ ਦੋਨੋਂ ਪਾਸੇ ਹੋ ਜਾਂਦੇ ਆ। ਇਹ ਆਪਣੇ ਵੱਲੋਂ ਜਿਹੜਾ ਸੀਗਾ ਇਹ ਚੀਜ਼ ਜਿਹੜੀ ਕਰ ਰਹੀ ਆ। ਤੇ ਇਹ ਜਿਹੜਾ ਕੋਸਟ ਗਾਰਡ ਵਾਲਾ ਜਿਹੜਾ ਸੀਗਾ ਇਵੈਂਚੁਅਲੀ ਇਹਨਾਂ ਨੇ ਜਾਣਾ ਸੀਗਾ ਸੈਨ ਫਰਾਂਸਿਸਕੋ ਨੂੰ ਟਾਰਗੇਟ ਕਰਨਾ ਸੀਗਾ ਮੋਸਟਲੀ। ਤੇ ਸੈਨ ਫਰਾਂਸਿਸਕੋ ਹੁਣ ਤੁਸੀਂ ਗਏ ਹੀ ਹਨਾ, ਵਧੀਆ ਸ਼ਹਿਰ ਹੈ ਸਾਰਾ ਤੇ ਲਿਬਰਲ ਜਿਹੜਾ ਸਟਰੋਂਗ ਹੋਲਡ ਹੈਗਾ। ਤੇ ਫਾਈਨਲੀ ਇਹਨੂੰ ਨਾ ਫਿਰ ਕਾਲ ਜਿਹੜੇ ਟੈਕ ਦੇ ਲੀਡਰ ਹੈਗੇ, ਜਿਹੜੇ ਤੁਸੀਂ ਕਹਿੰਦੇ ਟੈਕ ਕੰਪਨੀ ਵਾਲੇ, ਉਹਨਾਂ ਨੇ ਫਿਰ ਜਾ ਕੇ ਐ ਸੁਣਨ ਨੂੰ ਆਇਆ ਕਿ ਉਹਨਾਂ ਨੇ ਫਿਰ ਕਨਵਿੰਸ ਕੀਤਾ ਇਹਨੂੰ ਟਰੰਪ ਨੂੰ ਕਿ ਨਹੀਂ ਇਹਦਾ ਨਾ ਕਰ, ਇਹਨੂੰ ਕਾਲ ਆਫ ਕਰ ਦੇ। ਤੇ ਮਤਲਬ ਆਬਵੀਅਸਲੀ ਸੱਜਣ ਮਿੱਤਰ ਹੋ ਗਏ ਉਹਨਾਂ ਨੇ, ਜਿਹੜਾ ਸੀਗਾ ਮੇਰਾ ਮੂਰਾ ਨੇ ਜਿਹੜਾ ਸੀਗਾ ਲੀਡਰਸ਼ਿਪ ਨੇ ਰਲ ਕੇ ਜਿਹੜਾ ਕਰਾ ਲਿਆ। ਤੇ ਐਕਚੁਅਲ ਦੇ ਵਿੱਚ ਜਿਹੜਾ ਸੀਗਾ ਕੋਈ ਵੀ ਤੁਸੀਂ ਦੇਖ ਲਓ ਕਿ ਮਤਲਬ ਹੁਣ ਆਪਾਂ ਗੱਲ ਸਮਾਜਿਕ ਲੈਵਲ ਤੇ ਕਰ ਸਕਦੇ ਆ ਕਿ ਮੈਂ ਕਿਹਾ ਦੇਖ ਲਓ ਤੁਸੀਂ ਕਿ ਜਿਹੜੇ ਕਮਿਊਨਿਟੀ ਦੇ ਲੀਡਰ ਜਿਹੜੇ ਹੁੰਦੇ ਆ, ਠੀਕ ਹੈ ਕਿ ਨਹੀਂ, ਉਹਨਾਂ ਨੇ ਉਹਦਾ ਆਪਣੇ ਕਨੈਕਸ਼ਨ ਜਿਹੜੇ ਵਰਤ ਕੇ ਤੇ ਉਹਦੀ ਜਿਹੜੀ ਸੀਗੀ ਰੇਡ ਜਿਹੜੀ ਕਾਲ ਆਫ ਜਿਹੜੀ ਕਰਾਤੀ। ਠੀਕ ਹੈ। ਤੇ ਹਿਸਪੈਨਿਕ ਕਮਿਊਨਿਟੀ ਕਾਫੀ ਜ਼ਿਆਦਾ ਜਿਹੜੀ ਲੀਡਰਸ਼ਿਪ ਲੈਵਲ ਤੇ ਕਾਫੀ ਜ਼ਿਆਦਾ ਰਾਜਕਰਨ ਜੀ ਆਪਣਾ ਮੈਂ ਕਿਹਾ ਇਸ ਕੰਟਰੀ ਦੇ ਵਿੱਚ ਜਿਹੜੀ ਇਨਵੈਸਟਡ ਹੈਗੀ ਆ, ਸਟਰੋਂਗ ਹੋਲਡ ਜਿਹੜਾ ਹੈਗਾ। ਮਤਲਬ ਕਿ ਨਹੀਂ ਤਾਂ ਇਹ ਜਿਹੜਾ ਬੰਦਾ ਟਰੰਪ ਮੈਂ ਕਿਹਾ ਬੈਕ ਨਹੀਂ ਕਰਦਾ ਕਦੀ ਕਿਸੇ ਚੀਜ਼ ਤੋਂ, ਜਿਹੜੀ ਕਹਿ ਗਏ ਸਪੈਸ਼ਲੀ ਵਿਚੋਲਗਿਰੀ ਕਰਾ ਲਈ ਇਹਨਾਂ ਨੇ, ਵਿਚਾਲੇ ਬੰਦੇ ਪਾ ਲਏ ਇਹਨਾਂ ਨੇ, ਤੇ ਡਿਪਲੋਮੇਸੀ ਜਿਹੜੀ ਚੱਲਦੀ ਏਦਾਂ ਕਿ ਰਾਈਟ ਕਨੈਕਸ਼ਨ ਬਿਲਕੁਲ। ਤੇ ਹੁਣ ਮਤਲਬ ਇਹ ਕੋਈ ਨਾ ਰੈਲੀਆਂ ਤਾਂ ਇਹ ਮਤਲਬ ਏਦਾਂ ਨਹੀਂ ਚੱਲਦੀ। ਇਹਦੇ ਵਿੱਚ ਜਿਹੜਾ ਹੁਣ ਪੋਲਿਟਿਕਸ ਦੇ ਵਿੱਚ ਜਿਹੜਾ ਸੀਗਾ ਕਈ ਕੁਛ ਜਿਹੜਾ ਆ ਜਾਂਦਾ, ਤੇ ਪਰ ਇਹ ਸੀਗਾ ਕਿ ਇਹਨਾਂ ਦੀ ਇਹ ਕਮਿਊਨਿਟੀ ਦੀ ਜਿੱਤ ਇਹਦੇ ਨਾਲ ਸਾਰੇ ਲੋਕਾਂ ਨੂੰ ਜਿਹੜਾ ਫਾਇਦਾ ਹੋਇਆ। ਠੀਕ ਹੈ ਕਿ ਜਿਨ੍ਹਾਂ ਨੇ ਵੀ ਇਹ ਕੀਤਾ ਉਹਨਾਂ ਦਾ ਜੀ ਸਲੂਟ ਹੈ ਜੀ ਉਹਨਾਂ ਨੂੰ, ਉਹਨਾਂ ਨੇ ਇਹ ਜਿਹੜੀ ਸੀਗੀ ਏਦਾਂ ਨਹੀਂ ਘੱਟੋ ਘੱਟ। ਹਾਂਜੀ ਜੀ ਬਿਲਕੁਲ। ਸੋ ਡੈਫੀਨੇਟਲੀ ਇਹ ਚੀਜ਼ ਜਿਹੜੀ ਉਹ ਹੈਗੀ ਆ। ਬਾਕੀ ਹੁਣ ਦੇਖੋ ਵੀ ਉਹ ਚੀਜ਼ਾਂ ਜਿਹੜੀਆਂ ਉਹ ਕੀ ਹੁੰਦੀਆਂ। ਕੱਲ ਜਿਹੜੀ ਓਕਲੈਂਡ ਦੀ ਮੇਅਰ ਬਾਰਬਰਾ ਲੀ ਨੇ ਅਨਾਊਂਸ ਕੀਤਾ ਸੀਗਾ ਵੀ ਇਹ ਕੈਂਸਲ ਹੋ ਚੁੱਕੀ ਆ। ਸੋ ਐਨਫੋਰਸਮੈਂਟ ਜਿਹੜੀ ਉਹ ਨਹੀਂ ਹੋ ਰਹੀ ਹੈਗੀ। ਡਿਪਾਰਟਮੈਂਟ ਜਿਹੜੇ DOS ਆ ਉਹਨਾਂ ਨੇ ਅਪਡੇਟ ਕੀਤੀ ਆ ਉਹਨਾਂ ਕੰਟਰੀਜ਼ ਦੀ ਲਿਸਟ ਜਿਨ੍ਹਾਂ ਨੂੰ ਵੀਜ਼ਾ ਬੌਂਡ ਜਿਹੜੇ ਸਬਜੈਕਟ ਟੂ ਵੀਜ਼ਾ ਬੌਂਡ ਸੀਗੇ ਵੀ ਉਹਨਾਂ ਨੂੰ ਮਿਲ ਸਕਦੇ, ਨਹੀਂ ਮਿਲ ਸਕਦੇ। ਸੋ ਇਹ ਕੀ ਆ ਜੀ ਜਿਹੜਾ ਡਿਪਾਰਟਮੈਂਟ ਨੇ ਇਹ ਜੋ ਦੱਸਿਆ? ਉਹਨਾਂ ਨੇ ਲਿਸਟ ਬਣਾਈ ਹੈ ਕੰਟਰੀਆਂ ਦੀ, ਜੇ ਉਹਨਾਂ ਨੇ ਟੂਰਿਸਟ ਵੀਜ਼ੇ ਤੇ ਉਰੇ ਆਉਣਾ ਤੇ ਉਹਨਾਂ ਨੂੰ ਇੱਕ ਬੌਂਡ ਪਹਿਲਾਂ ਦੇਣਾ ਪੈਣਾ। ਇਹ $5,000 ਤੋਂ ਲੈ ਕੇ $15,000 ਤੱਕ ਹੋ ਸਕਦਾ। ਅੱਛਾ, ਟੂਰਿਸਟ ਵੀਜ਼ੇ ਜਿਹੜੇ ਘੁੰਮਣ ਆਏ ਤਾਂ ਕਿ ਉਹ ਵਾਇਲੇਟ ਨਾ ਕਰਨ, ਓਵਰਸਟੇ ਨਾ ਕਰਨ। ਇਹਦੇ ਵਿੱਚ ਮੋਰੀਟਾਨਾ, ਸਾਓ ਟੋਮੇ, ਪ੍ਰਿੰਸੀਪੀ, ਟੈਂਜ਼ਨੀਆ, ਗੈਂਬੀਆ, ਮਲਾਵੀ ਤੇ ਜ਼ੈਂਬੀਆ ਇਹ ਆ ਜਾਂਦੇ ਆ। ਮਾਲੀ ਕਰਕੇ ਕੰਟਰੀ ਸੀਗੀ ਉਹਨੂੰ ਉਹਨਾਂ ਨੇ ਕੱਢਤਾ। ਤੇ ਇਹ ਸਾਰੀਆਂ ਕੰਟਰੀਆਂ ਜਿਹੜੀਆਂ ਲਿਸਟ ਜਿਹੜੀ ਇਹਨਾਂ ਦੀ ਹੈਗੀ ਆ, ਇਹਨਾਂ ਨੂੰ ਜਿਹੜਾ ਆਪਣਾ ਇਹ ਫੀਸ ਜਿਹੜੀ ਭਰਨੀ ਪੈਣੀ ਆ ਤੇ ਬੌਂਡ ਜਿਹਨੂੰ ਕਹਿ ਦਿੰਦੇ ਆਪਾਂ। ਸਿਰਫ 7 ਹੀ ਮੁਲਕ ਆ ਇਹਨਾਂ ਨੂੰ ਹੀ ਸਿਰਫ ਦੇਣੇ ਪੈਣੇ, ਬਾਕੀਆਂ ਤੋਂ ਆ ਰਹੇ ਉਹਨਾਂ ਨੂੰ ਤਾਂ ਨਹੀਂ? ਬਾਕੀਆਂ ਨੂੰ ਨਹੀਂ। ਠੀਕ ਹੈ। ਤੇ ਇਹ ਇੰਟਰਵਿਊ ਤੇ ਡਿਸਾਈਡ ਹੋਣਾ ਕਿ ਕਿੰਨਾ ਬੌਂਡ ਉਹਨਾਂ ਨੇ ਦੇਣਾ। ਤੇ ਇਹਦਾ ਬੌਂਡ ਦਾ ਮਤਲਬ ਇਹ ਨਹੀਂ ਹੈਗਾ ਕਿ ਪੈਸੇ ਦਿਓ ਤੇ ਵੀਜ਼ਾ ਲੱਗ ਜਾਵੇ। ਇਹ ਮਤਲਬ ਹੈਗਾ ਕਿ ਜਿਹਨਾਂ ਨੂੰ ਵੀਜ਼ਾ ਮਿਲਿਆ ਉਹਨਾਂ ਨੂੰ ਐਜ਼ ਅ ਸਿਕਿਉਰਿਟੀ ਉਹਨਾਂ ਨੇ $15,000 ਤੱਕ ਉਹਨਾਂ ਨੂੰ ਚਾਰਜ ਕਰਨੇ ਆ ਕਿ ਉਹ ਵਾਪਸ ਚੱਲ ਜਾਣ ਆਪਣਾ ਟੂਰਿਸਟ ਵੀਜ਼ਾ ਰਖਾ ਲੈਣੇ ਆ ਉਹਨੇ ਉਹਨਾਂ ਦੇ। ਹਾਂਜੀ ਠੀਕ ਆ।
ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ। ਅੱਛਾ, ਅਗਲੀ ਜਿਹੜੀ ਗੱਲ ਕਰਦੇ ਹਾਂ ਅਟਾਰਨੀ ਜਨਰਲ ਕਹਿਣਾ ਜੀ, ਪਬਲਿਕ ਚਾਰਜ ਨੂੰ ਜਿਹੜਾ ਉਹ ਲੈ ਕੇ, ਜਦੋਂ ਰਾਸ਼ਟਰਪਤੀ ਟਰੰਪ ਪਹਿਲੀ ਵਾਰੀ ਆਏ ਸੀ ਉਦੋਂ ਵੀ ਪਬਲਿਕ ਚਾਰਜ ਦਾ ਬਹੁਤ ਰੌਲਾ ਪਿਆ ਸੀ, ਕਿਹੜੀ ਚੀਜ਼ ਉਹਦੇ ਅੰਡਰ ਆ ਕਿਹੜੀ ਨਹੀਂ ਆ। ਉਦੋਂ ਵੀ ਚਰਚਾ ਜਿਹੜੀ ਉਹ ਚੱਲਦੀ ਰਹੀ ਆ। ਸੋ ਹੁਣ ਟਰੰਪ ਉਹਨਾਂ ਦੇ ਦੂਜੇ ਕਾਰਜਕਾਲ ਦੇ ਵਿੱਚ ਪਬਲਿਕ ਚਾਰਜ ਦੀ ਜਿਹੜੀ ਇਨਐਡਮਿਸਿਬਿਲਿਟੀ ਆ ਉਹਦੀ ਡਿਟਰਮੀਨੇਸ਼ਨ ਕਿੱਦਾਂ ਜਿਹੜੀ ਉਹ ਕੀਤੀ ਜਾ ਰਹੀ ਆ, ਮਤਲਬ ਉਹ ਹੋ ਰਿਹਾ ਆ ਕੰਮ ਉਹਦੇ ਕਰਕੇ ਲੋਕਾਂ ਨੂੰ ਨਾ ਹੋ ਰਹੀ ਆ। ਹਾਂਜੀ, ਆਪਾਂ ਐਮਬੈਸੀਆਂ ਤੋਂ ਇੰਡੀਆ ਤੋਂ ਕੇਸ ਜਿਹੜੇ ਵੇਖਣੇ ਸ਼ੁਰੂ ਕਰ ਦਿੱਤੇ ਆ, ਜਿਹਦੇ ਵਿੱਚ ਉਹ ਡਿਨਾਈ ਕਰ ਅੱਛਾ। ਦਿੰਦੇ ਆ, ਕਹਿ ਕੇ ਕਿ ਬੰਦੇ ਨੂੰ ਪਬਲਿਕ ਚਾਰਜ ਲਾਤੀ ਆ, ਪਬਲਿਕ ਚਾਰਜ ਹੋ ਸਕਦਾ, ਤੇ ਹੋਰ ਕੋਈ ਉੱਥੇ ਐਕਸਪਲੇਨੇਸ਼ਨ ਨਹੀਂ ਦਿੰਦੇ। ਫੈਮਿਲੀ ਬੇਸਡ ਵਾਲੇ ਕੇਸ ਜਿਹੜੇ ਸੀਗੇ, ਕਈ ਵਾਰੀ ਬੰਦਾ ਸਾਲਾਂ ਬਾਅਦ ਹੀ ਤੁਹਾਨੂੰ ਪਤਾ ਵੇਟ ਕਰਦਾ ਤੇ ਜਾ ਕੇ ਪਬਲਿਕ ਚਾਰਜ ਦੀ ਧਾਰਾ ਜਿਹੜੀ ਲਾ ਦਿੰਦੇ ਆ। ਇਹਨਾਂ ਨੇ ਐਕਚੁਅਲੀ ਸਤੰਬਰ 4 2025 ਨੂੰ ਇਹਨਾਂ ਨੇ ਆਪਣਾ ਇੱਕ ਮੈਮੋ ਇਸ਼ੂ ਕੀਤਾ ਸੀਗਾ। ਪਿਛਲੀ ਵਾਰੀ ਤਾਂ ਜਦੋਂ ਇਹ ਆਏ ਸੀ ਉਦੋਂ ਉਹਨਾਂ ਨੇ ਰੂਲ ਹੀ ਬਣਾਤਾ ਸੀਗਾ, ਪੂਰਾ ਇੱਕ ਫਾਰਮ ਕਰਨਾ ਪੈਂਦਾ ਸੀਗਾ I-944, ਹੁਣ ਤਾਂ ਉਹ ਨਹੀਂ ਹੈਗਾ ਚਲੋ ਇੰਨੀ ਡਿਟੇਲ ਦੇ ਵਿੱਚ, ਤੇ ਉਦੋਂ ਜ਼ਿਆਦਾ ਸਖਤੀ ਸੀਗੀ, ਐਤਕੀ ਥੋੜੀ ਘੱਟ ਸਖਤੀ ਇਹਦੇ ਵਿੱਚ ਐਕਸਪੈਕਟਡ ਸੀਗਾ ਕਿ ਮਤਲਬ ਮੈਨੂੰ ਤਾਂ ਲੱਗਦਾ ਸੀਗਾ ਇਹਨਾਂ ਨੇ ਪਹਿਲਾਂ ਹੀ ਸਿੱਧੇ ਆਂਦੇ ਹੀ ਇਹ ਚੀਜ਼ ਕਰ ਦੇਣੀ ਆ, ਪਰ ਪਬਲਿਕ ਚਾਰਜ ਦੇ ਦੁਆਲੇ ਅਜੇ ਹੋਏ ਨਹੀਂ, ਫੈਮਿਲੀ ਬੇਸ ਕੈਟਾਗਰੀ ਵਾਲੇ ਦੇ ਦੁਆਲੇ ਨਹੀਂ ਇਹ ਹੋਏ। ਹੁਣ ਇਹਨਾਂ ਨੇ ਮੈਮੋ ਜਿਹੜਾ ਸ਼ੁਰੂ ਕੀਤਾ, ਪਿਛਲੀ ਵਾਰ ਨਾਲੋਂ ਤਾਂ ਲੱਗ ਰਿਹਾ ਕਿ ਥੋੜਾ ਘੱਟ ਸਖਤ ਹੈਗਾ। ਇਹਦੇ ਵਿੱਚ ਕੀ ਹੈ ਕਿ ਉਹਨਾਂ ਨੇ ਦੇਖਣਾ ਹਰੇਕ ਓਵਰਆਲ ਫੈਕਟਰਸ ਉਹਨਾਂ ਨੇ ਦੇਖਣੇ ਆ ਕਿ ਬੰਦੇ ਦੀ ਏਜ ਕੀ ਹੈ, ਹੈਲਥ ਕੀ ਹੈ, ਫੈਮਿਲੀ ਦਾ ਸਟੇਟਸ ਕੀ ਹੈ, ਇਹਨਾਂ ਕੋਲ ਐਸੈਟ ਪ੍ਰਾਪਰਟੀਆਂ ਵਗੈਰਾ, ਰਿਸੋਰਸਿਸ ਵਗੈਰਾ ਕੀ ਹੈਗੇ ਨੇ, ਐਜੂਕੇਸ਼ਨ ਸਕਿੱਲ ਲੈਵਲ ਕੀ ਹੈਗਾ, ਤੇ ਉਹਨਾਂ ਦੇ ਓਬਵੀਅਸਲੀ ਆਪਣਾ ਡੇਟਾ ਕੀ ਲੋਕੀ ਆ ਕੇ ਜਿਹੜਾ ਸੀਗਾ ਪਬਲਿਕ ਬੈਨੀਫਿਟ ਨੂੰ ਅਬਿਊਜ਼ ਕਰਦੇ ਆ, ਭਾਵੇਂ ਕਿੰਨੇ ਮਰਜ਼ੀ ਪੈਸੇ ਇੰਡੀਆ ਦੇ ਵਿੱਚ ਹੋਣ। ਤੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਕਈ ਪ੍ਰੋਗਰਾਮ ਜਿਹੜੇ ਹੈਗੇ SSI TANF, ਇਹ ਜਿਹੜੇ ਜਨਰਲ ਅਸਿਸਟੈਂਸ ਵਾਲੇ ਪ੍ਰੋਗਰਾਮ ਸੀਗੇ, ਇਹ ਸਾਰੇ ਇਹਨਾਂ ਨੇ ਜਿਹੜੇ ਸੀਗੇ ਉਹ ਦੇਖਣੇ ਆ। ਤੇ ਲੌਂਗ ਟਰਮ ਜਿਹੜੀ ਇੰਸਟੀਟਿਊਸ਼ਨਲ ਕੇਅਰ ਜੇ ਕਿਤੇ ਦੀ ਹੋਈ ਹੈ ਸਰਕਾਰੀ ਹਸਪਤਾਲ 'ਚ, ਕੋਈ ਲੰਬੇ ਸਮੇਂ ਦੇ ਲਈ ਰਿਹਾ, ਟਾਈਮ ਨਹੀਂ ਉਹਨਾਂ ਨੇ ਡਿਫਾਈਨ ਕੀਤਾ, ਮਤਲਬ ਛੋਟੀ ਟ੍ਰੀਟਮੈਂਟ ਨਹੀਂ ਵੱਡੀ ਟ੍ਰੀਟਮੈਂਟ, ਜਾਂ 10 ਸਾਲ 10 ਦਿਨ 15 ਦਿਨ ਏਦਾਂ, ਤੇ ਉਹ ਚੀਜ਼ਾਂ ਉਹ ਕਹਿੰਦੇ ਆਪਾਂ ਕੰਸੀਡਰ ਕਰਨੀਆਂ। ਸਿਰਫ ਜਿਹੜਾ ਤੁਸੀਂ ਸੀਗਾ ਇਹ ਨਹੀਂ ਕਿ ਫਾਈਨੈਂਸ਼ੀਅਲ ਐਫੀਡੇਵਿਟ ਲਾਤਾ ਤੇ ਉਹਦੇ ਨਾਲ ਕੰਮ ਚੱਲ ਜਾਣਾ। ਤੇ ਉਹ ਕਹਿੰਦੇ ਜਿਹੜੀ ਸਕਰੀਨਿੰਗ ਕੇਸ ਬਾय ਕੇਸ ਹੋਣੀ ਆ, ਕਈ ਲੋਕੀ ਜਿਹੜੇ ਇਹਦੇ ਵਿੱਚ ਨਹੀਂ ਆਉਂਦੇ, ਜਿੱਦਾਂ SIJ ਵਾਲੇ ਜਿਹੜੇ ਗਾਰਡੀਅਨਸ਼ਿਪ ਵਾਲੇ ਹੋ ਗਏ, ਰਿਫਿਊਜੀ ਹੋ ਗਏ, ਵਾਵਾ ਵਾਲੇ ਹੋ ਗਏ, ਅਸਾਲਮ ਵਾਲੇ ਹੋ ਗਏ, ਕਈ ਲੋਕੀ ਜਿਹੜੇ ਇਹਨਾਂ ਤੋਂ ਐਗਜ਼ੈਂਪਟ ਜਿਹੜੇ ਹੁੰਦੇ ਆ, ਇੰਪਲੋਇਮੈਂਟ ਬੇਸਡ ਵਾਲੇ, ਜਿੱਦਾਂ ਕਈਆਂ ਤੋਂ ਨਹੀਂ ਇਹ ਪੁੱਛਦੇ ਆ, ਤੇ ਜਾਂ ਜਿਹਨਾਂ ਨੇ 40 ਕੁਆਟਰ ਜਿਹੜਾ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਵਿੱਚ, ਜਿਹਨਾਂ ਦੇ 40 ਕੁਆਟਰ ਦੇ ਵਿੱਚ SSA ਕ੍ਰੈਡਿਟ ਜਿਹੜੇ ਹੈਗੇ ਨੇ, ਉਹ ਨਹੀਂ ਜਿਹੜਾ ਪਬਲਿਕ ਚਾਰਜ ਨੂੰ ਸਬਜੈਕਟ ਜਿਹੜੇ ਹੁੰਦੇ ਆ। ਬਾਕੀ ਤਕਰੀਬਨ ਹਰੇਕ ਬੰਦਾ ਜਿਹੜਾ ਵੀਜ਼ਾ ਲੈ ਰਿਹਾ, ਗ੍ਰੀਨ ਕਾਰਡ ਫਾਈਲ ਕਰ ਰਿਹਾ, ਉਹ ਸਭ ਜਿਹੜੇ ਸੀਗੇ ਆਪਣੇ ਪਬਲਿਕ ਚਾਰਜ ਦੀ ਧਾਰਾ ਦੇ ਥੱਲੇ ਜਿਹੜੇ ਆਉਂਦੇ ਆ। ਤੇ ਇਹ ਜਿਹੜੇ ਇਹਦੇ ਵਿੱਚ ਹੁਣ ਦੇਖਦੇ ਆ ਕਿ ਹੋਰ ਜਿਹੜੀ ਸੀਗੀ ਉਹ ਰੈਗੂਲੇਸ਼ਨ ਜਿਹੜੇ ਕਿਹੜੇ ਪਾਸੇ ਲੈ ਕੇ ਜਿਹੜੀ ਆਉਂਦੀ ਆ। ਤੇ ਇਹਦੇ ਵਿੱਚ ਹੁਣ ਇੱਕ ਬੌਂਡ ਦੀ ਗੱਲ ਚੱਲਦੀ ਸੀਗੀ ਕਿ ਜਿਹੜੇ ਤੇ ਪਬਲਿਕ ਚਾਰਜ ਲਾਇਆ ਕਿ ਉਹ ਕੁਝ ਪੈਸੇ ਦੇ ਕੇ ਜਿਹੜਾ ਸ਼ਾਇਦ ਉਹਨਾਂ ਨੂੰ ਉਹ ਵੇਵ ਕਰ ਦੇਣ। ਤੇ ਹੁਣ ਤੱਕ ਤਾਂ ਜਿੱਦਾਂ ਫੈਮਿਲੀ ਬੇਸਡ ਵਾਲਾ ਫਿਰ ਜਿਹੜਾ ਸਿੱਧਾ ਹੀ ਚੱਲਦਾ ਸੀਗਾ ਕਿ ਤੁਸੀਂ ਫਾਈਲਿੰਗ ਫੀਸ ਫੂਸ ਦੀ ਭਰੀ ਆਪਣੀ, ਠੀਕ ਆ, $4-5,000 ਪੂਰਾ ਮਿਲਾ ਕੇ ਬੰਦਾ ਪੂਰੀ ਪਰਿਵਾਰ ਜਿਹੜਾ ਆ ਜਾਂਦਾ ਸੀਗਾ। ਤੇ ਉਹਨੂੰ ਜੇ ਹੁਣ ਇਹਨੇ ਜੇ ਚੇਂਜ ਕਰਨ ਇਹ, ਤੇ ਇਹ ਕਹਿੰਦੇ ਆ ਕਿ ਉਹਦੇ ਵਿੱਚ ਬੌਂਡ ਇੰਟਰੋਡਿਊਸ ਕਰਨਾ। ਕਈ ਕੰਟਰੀਜ਼ ਤੁਸੀਂ ਦੇਖੋ ਕਿ $50,000 ਲੱਖ ਡਾਲਰ ਤੱਕ ਜਿਹੜਾ ਬੌਂਡ ਜਿਹੜਾ ਭਰਨਾ ਪੈਂਦਾ ਉਹਨਾਂ ਦੀ ਕਰੰਸੀਆਂ ਦੇ ਹਿਸਾਬ ਨਾਲ। ਕਿਉਂ ਭਰਨਾ ਪੈਂਦਾ? ਕਿ ਉਹ ਕਹਿੰਦੇ ਆ ਕਿ ਜਿਹੜੀ ਹੈਲਥ ਕਵਰੇਜ ਆ ਕਿ ਟੈਕਸ ਪੇਅਰ ਕਿਉਂ ਫੰਡ ਕਰੇ। ਜੇ ਬੰਦਾ ਇੱਕ ਉਮਰ ਵਾਲਾ ਬੰਦਾ ਜਾਂ ਪਰਿਵਾਰ ਜਿਹੜਾ ਆ ਰਿਹਾ ਸਾਰਾ, ਕਿ US ਦਾ ਜਿਹੜਾ ਸਿਸਟਮ ਉੱਤੇ ਬੋਝ ਪੈਂਦਾ, ਤੇ ਉਹ ਇਸ ਹਿਸਾਬ ਨਾਲ ਜਿਹੜਾ ਚੱਲ ਰਿਹਾ। ਤੇ ਇਹਦੇ ਵਿੱਚ ਦੇਖਦੇ ਆ ਫਿਰ ਜੀ ਅੱਗੇ ਕੀ ਡਿਵੈਲਪਮੈਂਟ ਜਿਹੜੀ ਹੁੰਦੀ ਆ। ਜੇ ਤਾਂ ਮੈਮੋ ਇਹਨਾਂ ਨੇ ਕੀਤਾ ਕਿ ਆਫਿਸਰਸ ਨੂੰ ਕਿਹਾ ਕਿ ਤੁਸੀਂ ਇਹ ਚੀਜ਼ ਨੂੰ ਵੇਖਣਾ ਜਿਹੜਾ ਸ਼ੁਰੂ ਕਰੋ, ਤੇ ਫਿਰ ਦੇਖਦੇ ਆ ਉੱਤੇ ਕੋਈ ਨਵੇਂ ਉਹ ਰੂਲ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਆ। ਜੀ, ਪਰ ਇਹ ਵੀ ਸਖਤੀ ਜਿਹੜੀ ਆ ਐਫੀਡੇਵਿਟ ਆਫ ਸਪੋਰਟ ਨੂੰ ਲੈ ਕੇ ਵੀ ਪਿੱਛੇ ਜੇ ਕਾਫੀ ਜਿਹੜੀ ਚਰਚਾ ਜਿਹੜੀ ਉਹ ਚੱਲੀ ਸੀ ਵੀ ਸਰਕਾਰ ਕਹਿ ਰਹੀ ਸੀ ਵੀ ਜਿਨ੍ਹਾਂ ਨੇ ਹੁਣ ਸਾਈਨ ਕੀਤਾ, ਤੇ ਜੇ ਉਹਨਾਂ ਦੇ ਪਿੱਛੇ ਵੀ ਉਹ ਜਾਣਗੇ, ਜੇ ਉਹਨਾਂ ਦੇ ਦੁਆਰਾ ਜਿਨ੍ਹਾਂ ਨੂੰ ਕਿਹਾ ਵੀ ਹਾਂ ਤੁਹਾਡੀ ਫਾਈਨੈਂਸ਼ੀਅਲੀ ਅਸੀਂ ਸਪੋਰਟ ਕਰਾਂਗੇ, ਤੁਹਾਡੀ ਜਿਹੜੀ ਉਹ ਟੇਕ ਕੇਅਰ ਕਰਾਂਗੇ, ਜਿਹੜੇ ਪਬਲਿਕ ਚਾਰਜ ਲੈਣਗੇ ਅਸੀਂ ਉਹਨਾਂ ਨੂੰ ਵੀ ਬਿੱਲ ਬੁੱਲ ਜਿਹੜੇ ਉਹ ਘੱਲ ਸਕਦੇ ਹਾਂ। ਸੋ ਇਸ ਪਾਸਿਓਂ ਵੀ ਲੋਕਾਂ ਨੂੰ ਜਿਹੜਾ ਉਹ ਦੱਸ ਰਹੇ ਸੀਗੇ ਵੀ ਜੇ ਤੁਸੀਂ ਐਫੀਡੇਵਿਟ ਆਫ ਸਪੋਰਟ ਲਾਉਂਗੇ ਤਾਂ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਪਾਵਾਂਗੇ। ਹਾਂਜੀ, ਉਹ ਐਫੀਡੇਵਿਟ ਹੁੰਦਾ ਤਾਂ ਇਹੀ ਹੈ ਕਿ ਉਹਨਾਂ ਨੂੰ ਬਿੱਲ ਭੇਜਿਆ ਜਾ ਸਕਦਾ। ਤੇ ਕਈ ਵਾਰੀ ਜਿਹੜਾ ਸੀਗਾ ਐਫੀਡੇਵਿਟ ਆਫ ਸਪੋਰਟ ਜਿਹਨੇ ਕੀਤਾ ਹੁੰਦਾ ਤੇ ਕਪਲ ਦਾ ਡਿਵੋਰਸ ਹੋ ਗਿਆ, ਤੇ ਇਵਨ ਉਸ ਕੇਸ ਦੇ ਵਿੱਚ ਵੀ ਫੈਮਿਲੀ ਕੋਰਟ 'ਚ ਜਾ ਕੇ ਵੀ ਜਿਹੜਾ ਤੁਸੀਂ ਸੀਗਾ ਐਫੀਡੇਵਿਟ ਆਫ ਸਪੋਰਟ ਇਨਫੋਰਸ ਕਰ ਸਕਦੇ ਆ। ਇਹਦਾ ਮਤਲਬ ਕੀ ਹੁੰਦਾ ਕਿ ਜਿੱਦਾਂ ਹਸਬੈਂਡ ਵਾਈਫ ਦਾ ਸੀਗਾ ਕਿਸੇ ਦਾ ਕੇਸ, ਤੇ ਉਹਦੇ ਵਿੱਚ ਕਿਸੇ ਨੇ ਐਫੀਡੇਵਿਟ ਆਫ ਸਪੋਰਟ ਭਰਤਾ, ਤੇ ਘਰ ਵਾਲੀ ਦਾ ਝਗੜਾ ਹੋ ਗਿਆ, ਡਿਵੋਰਸ ਪ੍ਰੋਸੀਡਿੰਗ ਚੱਲ ਗਏ, ਘਰ ਵਾਲਾ ਕਹਿੰਦਾ ਕਿ ਮੈਂ ਪੈਸੇ ਦੇ ਨਹੀਂ ਸਕਦਾ। ਜਿਹੜੀ ਘਰ ਵਾਲੀ ਆ ਉਹ ਜਿਹਨੇ ਐਫੀਡੇਵਿਟ ਆਫ ਸਪੋਰਟ ਭਰਿਆ ਉਹਨੂੰ ਵੀ ਐਨਫੋਰਸ ਕਰਾ ਸਕਦੀ ਹੈ ਫੈਮਿਲੀ ਕੋਰਟ ਦੇ ਵਿੱਚ ਜਾ ਕੇ। ਅੱਛਾ। ਹਾਂਜੀ, ਕਿਉਂਕਿ ਉਹ
ਇੱਕ ਕੰਟਰੈਕਟ ਜਿਹੜਾ ਹੈਗਾ ਉਹ ਵਾਪਸ ਨਹੀਂ ਲਿਆ ਜਾ ਸਕਦਾ। ਇੱਕ ਵਾਰੀ ਵੀਜ਼ਾ ਜਿਹੜਾ ਮਿਲ ਗਿਆ ਤੇ ਉਹਨੂੰ ਉਹਦੀ ਜਿਹੜੀ ਕੋਰਟਸ ਜਿਹੜੇ ਕੰਪਲਾਈ ਵੀ ਕਰਦੇ ਆ। ਹੂੰ। ਜੀ, ਠੀਕ ਹੈ ਜੀ। ਜੀ, ਜੀ, ਜੀ। ਸੋ ਬਿਲਕੁਲ ਤੇ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਅਟਾਰਨੀ ਟਕਿਆਣਾ ਜੀ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਕਾਲਸ ਵਗੈਰਾ ਜਿਹੜਾ ਆ ਉਹ ਆਪਾਂ ਲਵਾਂਗੇ, ਤੇ ਕਾਲ ਕਰਨ ਦੇ ਲਈ ਨੰਬਰ 408 272 5200 4082725200 ਉਸ ਦੇ ਉੱਤੇ ਜਿਹੜੀਆਂ ਤੁਸੀਂ ਕਾਲਸ ਕਰ ਸਕਦੇ ਆ, ਅਨਲੈਸ ਤੁਸੀਂ ਪਬਲਿਕ ਚਾਰਜ ਵਾਲੇ ਦੇ ਵਿੱਚ ਤੁਸੀਂ ਕੁਝ ਹੋਰ ਐਡ ਕਰਨਾ ਚਾਹੁੰਦੇ, ਕੋਈ ਹੋਰ ਗੱਲਬਾਤ ਵੀ ਕਿੱਦਾਂ ਇਵੈਲੂਏਟ ਕੀਤਾ ਜਾਂਦਾ ਵੀ ਪਬਲਿਕ ਚਾਰਜ ਹੈਗਾ ਆ ਜਾਂ ਨਹੀਂ ਹੈਗਾ, ਜੇ ਇਹਦੇ ਵਿੱਚ ਥੋੜਾ ਜਾਂ ਐਗਜ਼ੈਂਪਸ਼ਨਸ ਦੀ ਜਿੱਦਾਂ ਤੁਸੀਂ ਗੱਲ ਕੀਤੀ ਸੀ, ਇਹਦੇ ਬਾਰੇ ਥੋੜਾ ਹੋਰ ਦੱਸਣਾ ਚਾਹੁੰਦੇ? ਦੇਖੋ ਜੀ, ਕਹਿਣਾ ਬੜਾ ਮੁਸ਼ਕਿਲ ਹੈ। ਸਟੇਟ ਟੂ ਸਟੇਟ ਡਿਫਰੈਂਟ ਜਿਹੜੇ ਪ੍ਰੋਗਰਾਮ ਹੁੰਦੇ ਆ, ਤੇ ਸਿੱਧਾ ਇਹਦੇ ਵਿੱਚ ਹੁੰਦਾ ਕਿ ਜੇ ਤੁਸੀਂ ਫਾਈਨੈਂਸ਼ੀਅਲੀ ਵੈਲ ਆਫ ਆ ਤੁਸੀਂ ਉੱਦਾਂ ਰੱਖੋ, ਠੀਕ ਆ। ਸਾਰੇ ਜਿਹੜੇ ਮਤਲਬ ਆਪਾਂ ਇਹਦੇ ਵਿੱਚ ਇਹੀ ਦੇਖਦੇ ਹਾਂ ਕਿ ਪਬਲਿਕ ਜਿਹੜੇ ਸਰਕਾਰੀ ਫੰਡਡ ਜਿਹੜੀਆਂ ਲੌਂਗ ਟਰਮ ਕੇਅਰ ਹੋ ਗਈ, ਏਦਾਂ ਦੀ ਚੀਜ਼ਾਂ 'ਚ ਨਹੀਂ ਪੈਣਾ। ਜੀ, ਠੀਕ ਹੈ ਜੀ। ਜੀ, ਸੋ ਆਪਾਂ ਲੈਂਦੇ ਹਾਂ ਜੀ ਹੁਣ ਇੱਥੇ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ ਤੇ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200। ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਮੈਂ ਰਾਜਕਰਮਜੀਤ ਸਿੰਘ, ਜਿਹੜੇ ਹੋਏ ਨੇ ਮੇਰੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ। ਜੇ ਅਟਾਰਨੀ ਟਿਰਕਿਆਣਾ ਜੀ, ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਤੁਹਾਡਾ। ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ। ਜੀ ਸੋ ਤੇ ਹੁਣ ਆਪਾਂ ਤੁਹਾਡੀਆਂ ਕਾਲਸ ਜਿਹੜੀਆਂ ਉਹ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 4082722500 4082725200। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰੋ ਤੇ ਕਾਲ ਕਰਕੇ ਜਿਹੜਾ ਆ ਤੁਸੀਂ ਸਵਾਲ ਜਿਹੜਾ ਉਹ ਪੁੱਛ ਸਕਦੇ ਆ। ਤੇ ਆਪਾਂ ਕਾਲਸ ਵੱਲ ਨੂੰ ਜਿਹੜਾ ਵੱਧਦੇ ਆ। ਅੱਜ ਦੇ ਆਪਣੇ ਪਹਿਲੇ ਕਾਲਰ ਨੇ ਸੁਖਵਿੰਦਰ ਜੀ। ਹਾਂਜੀ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੁਐਸਚਨ ਹੈਗਾ ਜੀ, ਜਿਸ ਤਰ੍ਹਾਂ ਅਸਾਈਲਮ ਦਾ ਕੇਸ ਹੈ ਮੇਰਾ ਜੀ, ਤਾਂ ਅਸੀਂ ਤਰੀਕ ਤੋਂ ਪਹਿਲਾਂ ਵਲੰਟੀਅਰ ਡਿਪਾਰਚਰ ਲੈ ਸਕਦੇ ਹਾਂ ਜੀ? ਤੇ ਕੋਈ ਬਾਤ ਨਹੀਂ ਹੁੰਦੀ ਜੇ ਵਲੰਟੀਅਰ ਡਿਪਾਰਚਰ ਮਿਲ ਗਿਆ। ਭਾਈ ਤੁਹਾਡੀ ਆਵਾਜ਼ 'ਚ ਥੋੜੀ ਤੁਸੀਂ ਵਲੰਟੀਅਰ ਡਿਪਾਰਚਰ ਕਹਿੰਦੇ ਵੀ ਲੈ ਸਕਦੇ ਆ ਕੇਸ ਦੀ, ਮਤਲਬ ਰਿਜ਼ਲਟ ਤੋਂ ਪਹਿਲਾਂ, ਤੇ ਜੇ ਲੈਂਦੇ ਆ ਤੇ ਕੋਈ ਬਾਹਰ ਤਾਂ ਨਹੀਂ? ਪਹਿਲਾਂ ਹੀ ਜਿਹੜਾ ਲੈ ਸਕਦੇ ਆ ਜੀ, ਬਾਅਦ 'ਚ ਤਾਂ ਨਹੀਂ ਲੈ ਸਕਦੇ। ਮਤਲਬ ਬਾਹਰ ਇਹਦੇ ਵਿੱਚ ਤਾਂ ਫਾਇਦਾ ਉਹੀ ਹੋਣਾ ਕਿ ਜੇ ਸਿਟੀਜ਼ਨ ਵਗੈਰਾ ਨਾਲ ਵਿਆਹ ਕਰਕੇ ਆਣਾ, ਤੇ ਬਾਕੀ ਤਾਂ ਜਿਹੜਾ ਟੂਰਿਸਟ ਵੀਜ਼ੇ ਵਗੈਰਾ ਉਹ ਸਾਰੀਆਂ ਚੀਜ਼ਾਂ ਤਾਂ ਆਫ ਹੀ ਹੈ। ਮਤਲਬ ਇਹ 'ਚ ਫਿਰ ਫੈਮਿਲੀ ਬੇਸਡ ਇਮੀਗ੍ਰੇਸ਼ਨ ਲਈ ਰਾਊਟ ਜਿਹੜਾ ਬਚਦਾ। ਤੇ ਹਾਂਜੀ, ਵਲੰਟੀਅਰ ਡਿਪਾਰਚਰ ਤੁਸੀਂ ਲੈ ਸਕਦੇ ਆ। ਤੇ ਇਹਦੇ ਵਿੱਚ ਹੋਰ ਵੀ ਜਿਹੜੀਆਂ ਚੀਜ਼ਾਂ ਹੁੰਦੀਆਂ ਕਿ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਹੁੰਦੀ ਆ, ਉਹ ਸਾਰਾ ਦੇਖਦੇ ਆ ਕਿ ਅਸਾਈਲਮ ਕਦੋਂ ਲਾਇਆ ਸੀਗਾ। ਅਨਲੌਫੁਲ ਪ੍ਰੈਜ਼ੈਂਸ ਤਾਂ ਨਹੀਂ ਹੈਗੀ। ਜਿਹਦੀ 6 ਮਹੀਨੇ ਤੋਂ ਵੱਧ ਅਨਲੌਫੁਲ ਪ੍ਰੈਜ਼ੈਂਸ ਆ, ਉੱਤੇ 3 ਸਾਲ ਦੀ ਬਾਰ ਲੱਗਦੀ ਆ। 1 ਸਾਲ ਤੋਂ ਵੱਧ ਅਨਲੌਫੁਲ ਪ੍ਰੈਜ਼ੈਂਸ ਆ, ਅਸਾਈਲਮ ਲੇਟ ਫਾਈਲ ਕੀਤਾ ਜਿਹਨੇ, ਉੱਤੇ 10 ਸਾਲ ਦੀ ਬਾਰ ਲੱਗਦੀ ਹੈ। ਵਲੰਟੀਅਰ ਡਿਪਾਰਚਰ ਦਾ ਸਿਰਫ ਇਹੀ ਮਤਲਬ ਹੁੰਦਾ ਕਿ ਡੀਪੋਰਟੇਸ਼ਨ ਆਰਡਰ ਨਹੀਂ ਲੱਗਦਾ। ਠੀਕ ਹੈ ਜੀ। ਇੱਕ ਹੋਰ ਕੁਐਸਚਨ ਭਾਈ ਛੋਟਾ ਜਿਹਾ, ਜਿਸ ਤਰ੍ਹਾਂ ਅਸੀਂ ਮੇਰਾ ਪਾਸਪੋਰਟ ਇੰਡੀਅਨ ਪਾਸਪੋਰਟ ਐਕਸਪਾਇਰ ਹੈ तो मैं ये यूएस एम्बेसी और इंडियन एम्बेसी के पासपोर्ट अप्लाई करना है, तो मैं मेलिंग एड्रेस कोई और दे सकता अपना? मेलिंग एड्रेस ਇਹਦੇ ਬਾਰੇ ਨਹੀਂ ਜੀ ਪਤਾ। ਇੰਡੀਆ ਵਾਲੇ ਜਿਹੜੇ ਉਹਦਾ ਨਹੀਂ ਪਤਾ। ਇਹ ਜਿਹੜੇ ਉਹ ਕਰਦੇ ਉਹਨਾਂ ਤੋਂ ਪੁੱਛਿਆ ਜਾਵੇ ਜੀ। ਥੈਂਕ ਯੂ। ਐਡਰੈਸ ਦਾ ਨਾਲ ਘਪਲਾ ਨਹੀਂ ਕਰ ਸਕਦੇ ਭਾਜੀ। ਕਿਸੇ ਵੀ ਫਾਰਮ 'ਚ ਐਡਰੈਸ ਦਾ ਘਪਲਾ ਨਹੀਂ ਕਰ ਸਕਦੇ। ਹੋਰ ਨਹੀਂ ਕੋਈ ਵੀ ਦੇਣਾ ਮੇਲਿੰਗ ਐਡਰੈਸ, ਕੁਝ ਵੀ ਭਰਨਾ। ਆਪਣਾ ਅਸਲੀ ਵਾਲਾ ਜਿਹੜਾ ਉਹ ਰੈਜ਼ੀਡੈਂਸ਼ੀਅਲ ਫਿਜ਼ੀਕਲ ਐਡਰੈਸ ਅਸਲੀ ਦੱਸਣਾ। ਜਿਹੜੀ ਇੱਕ ਹੁੰਦਾ ਰੈਜ਼ੀਡੈਂਸ਼ੀਅਲ ਐਡਰੈਸ, ਇੱਕ ਹੁੰਦਾ ਮੇਲਿੰਗ ਐਡਰੈਸ। ਸਿਰਫ ਮੇਲਿੰਗ ਐਡਰੈਸ ਕਿ ਡਾਕ ਕਿੱਥੇ ਜਾਣੀ ਹੈ। ਤੇ ਮਤਲਬ ਇਹ ਹੈ ਕਿ ਐਡਰੈਸ ਦਾ ਘਪਲਾ ਨਹੀਂ ਹੋਣਾ ਚਾਹੀਦਾ। ਬਸ ਇਹ ਹੈ ਕਿ ਤੁਹਾਡਾ ਇਹ ਤਾਂ ਇੰਡੀਅਨ ਪਾਸਪੋਰਟ ਦਾ ਪੁੱਛਦੇ ਸੀਗੇ ਵੀ ਉਹਦੇ ਵਿੱਚ ਕਿਹੜਾ ਜਿਹੜਾ ਉਹ ਦੇਣਾ ਕਿੱਦਾਂ ਨਹੀਂ। ਸੋ ਉਹ ਤੁਸੀਂ ਉਹਨਾਂ ਵਾਲਿਆਂ ਨੂੰ ਪੁੱਛੋ, ਉਹਦੇ ਬਾਰੇ ਨਹੀਂ। ਅਮਰੀਕਾ ਵਾਲੇ ਦੇ ਵਿੱਚ ਤਾਂ ਐਡਰੈਸ ਦਾ ਤੁਸੀਂ ਘਪਲਾ ਨਾ ਕਰੋ ਬਿਲਕੁਲ ਵੀ ਜੀ। ਆਪਣੇ ਅਗਲੇ ਜਿਹੜੇ ਕਾਲਰ ਨੇ ਬਲਜੀਤ ਜੀ। ਹਾਂਜੀ ਹਾਂਜੀ ਬਲਜੀਤ ਜੀ, ਪੁੱਛੋ ਜੀ। ਜੀ ਜੀ ਹਾਂਜੀ ਭਾਜੀ, ਮੇਰੇ ਨਾ ਬ੍ਰਦਰ ਦੀ ਨੈਕਸਟ ਮੰਥ ਡੇਟ ਵਾਲੀ ਆਈ ਸੀ ਫੈਡਰਲ ਪਲਾਜ਼ਾ ਨਿਊਯਾਰਕ। ਹਾਂਜੀ, ਆਪਣੇ ਵੱਲੋਂ ਕੋਈ ਵੀ ਭਾਜੀ ਤਿਆਰੀ ਨਹੀਂ ਆ। ਅਸੀਂ ਲਾਇਰ ਦੇ ਕੋਲ ਗਏ ਸੀ ਕਿ ਸਾਡੀ ਇੱਦਾਂ ਦਾ ਤਰੀਕ ਵਾ। ਉਹ ਕਹਿੰਦਾ ਕਿ ਨਾ ਜਾਓ, ਏਦਾਂ ਕਰ ਲਓ, ਓਦਾਂ ਕਰ ਲਓ, ਪਰ ਆਪਣੇ ਰਿਸਕ ਤੇ। ਬਟ ਉਹਦੇ ਵੱਲੋਂ ਵੀ ਸਾਨੂੰ ਕੋਈ ਐਡਵਾਈਸ ਨਹੀਂ ਨਾ। ਸਾਡੀ ਵੀ 0 ਲੈਵਲ ਤੇ ਤਿਆਰੀ ਆ। ਸਾਡੀ ਕੋਈ ਤਿਆਰੀ ਨਹੀਂ, ਸਾਡਾ ਕੋਈ ਪੇਪਰ ਰੈਡੀ ਨਹੀਂ ਇੰਡੀਆ ਤੋਂ, ਕਿ ਸਾਨੂੰ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਜੀ? ਜੱਜ ਤੋਂ ਭਾਜੀ ਕੰਟੀਨਿਊਏਸ਼ਨ ਨਹੀਂ, ਪਹਿਲਾਂ ਦੋ ਤਿੰਨ ਚੀਜ਼ਾਂ ਹੈਗੀਆਂ। ਠੀਕ ਹੈ, ਪਹਿਲੀ ਚੀਜ਼ ਇਹ ਹੈ ਕਿ ਜਿਹੜਾ ਨਾ ਜਾਣ ਵਾਲੀ ਤਾਂ ਭਾਜੀ ਗੱਲ ਹੀ ਨਹੀਂ ਹੈਗੀ ਕੋਈ। ਜਾਣਾ ਤਾਂ ਪੈਣਾ ਹੀ। ਉਹ ਤਾਂ ਭਾਜੀ ਅਸੀਂ ਤੁਹਾਨੂੰ ਸੁਣਦੇ ਤਾਂ ਜਾਣਾ ਹੀ ਜਾਣਾ ਜੀ। ਸਾਡਾ ਵਕੀਲ ਕਹਿੰਦਾ ਨਾ ਜਾਓ, ਆਪਣਾ ਐਡਰੈਸ ਚੇਂਜ ਹੋਰ ਕਿਤੇ ਰਹਿਣ ਲੱਗ ਪਓ, ਏਦਾਂ ਕਰ ਲਓ, ਓਦਾਂ ਕਰ ਲਓ। ਉਹ ਤਾਂ ਆਪਾਂ ਮੰਨਣੀ ਨਹੀਂ, ਚਲੋ ਓਕੇ ਆ। ਬਟ ਉਹਦੇ ਵੱਲੋਂ ਜਿੱਦਾਂ ਸਾਨੂੰ ਇੱਕ ਲਾਇਰ ਅਸੀਂ ਕੀਤਾ ਹੋਇਆ, ਉਹਨੂੰ ਸਾਨੂੰ ਦੱਸਣਾ ਚਾਹੀਦਾ ਨਾ ਕਿ ਤੁਸੀਂ ਆਪਣੇ ਪੇਪਰ ਰੈਡੀ ਰੱਖੋ, ਤਿਆਰੀ ਕਰ ਲਓ। ਤੁਹਾਡੀ ਸਟੋਰੀ ਪਿੱਛੋਂ ਆਪਣੀ ਪਾਰਟੀ ਦੇ ਪੇਪਰ ਤੁਹਾਡੇ ਕੋਲ ID ਕਾਰਡ ਵਗੈਰਾ ਹੈਗਾ ਸਭ ਕੁਝ। ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਜੀ। ਹਾਂਜੀ ਸੁਣ ਲਓ ਬਲਜੀਤ ਜੀ। ਹਾਂਜੀ ਸੁਣ ਲਓ। ਹਾਂਜੀ ਸੋ ਭਾਜੀ ਦੇਖੋ ਜੀ, ਹੁਣ ਮੈਂ ਕਿਹਾ ਐਵੇਂ ਬਹਿ ਕੇ ਇੱਥੇ ਆਪਾਂ ਕਿਸੇ ਹੋਰ ਬੰਦੇ ਦੇ ਨੁਕਸ ਕੱਢੀ ਜੀ, ਉਹ 'ਚ ਕੋਈ ਪੁਆਇੰਟ ਨਹੀਂ ਹੁੰਦਾ। ਕੋਈ ਇਨਫੋਰਮੇਸ਼ਨ ਨਹੀਂ ਤੁਹਾਨੂੰ ਉਹਦੇ ਵਿੱਚ ਮਿਲਦੀ। ਠੀਕ ਆ, ਸੋ ਦੋਨਾਂ ਧਿਰਾਂ ਦੀ ਜੀ ਜ਼ਿੰਮੇਵਾਰੀ ਜਿਹੜੀ ਬਣਦੀ ਆ, ਜੇ ਸਹੀ ਦੇਖਿਆ ਜਾਵੇ ਇਹਨੂੰ, ਕਿਉਂਕਿ ਤੁਹਾਨੂੰ ਵੀ ਜੇ ਆਏ ਨੂੰ ਟਾਈਮ ਹੋ ਗਿਆ ਤਾਂ ਲਾਸਟ ਮਹੀਨੇ ਤੱਕ ਵੇਟ ਨਹੀਂ ਕਰਨੀ ਚਾਹੀਦੀ। ਤੇ ਇਹਦੇ ਵਿੱਚ ਡੈਡਲਾਈਨ ਵਗੈਰਾ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ। ਠੀਕ ਆ, ਤੇ ਆਪਾਂ ਰਾਜਕਰਨ ਜੀ ਵੇਖਦੇ ਹਾਂ ਕਈ ਵਾਰੀ ਉਹ ਸਟ੍ਰਿਕਟ ਜੱਜ ਆ ਗਿਆ ਤੇ ਸੱਜਣ ਮਿੱਤਰ ਨੇ ਕਿਹਾ ਨਹੀਂ ਤੂੰ ਜਾਣਾ ਨਹੀਂ, ਤੂੰ ਆਪਣਾ ਮੈਡੀਕਲ ਦਾ ਲਾ ਦੇ, ਏਦਾਂ ਕਰਦੇ ਓਦਾਂ ਕਰਦੇ। ਸੋ ਕਿਸੇ ਨੇ ਵੀ ਹੁਣ ਜਿਹੜਾ ਵੀ ਬੰਦਾ ਸਾਡੇ ਆਫਿਸ ਨਾਲ ਕੰਮ ਕਰਦਾ ਉਹਨੂੰ ਪਤਾ। ਆਪਾਂ ਕਈ ਬੰਦੇ ਤਾਂ ਇਸ ਕਰਕੇ ਛੱਡ ਜਾਂਦੇ ਆ ਕਿ ਲੈ ਕਹਿੰਦੇ ਤੁਸੀਂ ਕਿਉਂ ਨਹੀਂ ਕਰਦੇ, ਬਾਕੀ ਵਕੀਲ ਕਰਦੇ ਆ। ਮੈਂ ਕਿਹਾ ਕਰਦੇ ਹੋਗੇ, ਆਪਣਾ ਜੋ ਤਰੀਕ ਆ ਉਹ ਲੜਨੀ ਆ।
ਸਹੀ ਆ ਹਮ। ਮਾੜਾ ਇਹ ਥੋੜਾ ਕਿ ਤਰੀਕ ਤੋਂ ਪਹਿਲਾਂ ਜਿਹੜਾ ਸੀਗਾ ਮਹੀਨੇ ਪਹਿਲਾਂ ਪਲਾਨ ਚੇਂਜ ਹੋ ਜਾਵੇ, ਹਨਾ। ਤਾਂ ਪਹਿਲੀ ਚੀਜ਼ ਇਹ ਹੈ ਕਿ ਸਾਰਿਆਂ ਨੇ ਕੇਸ ਜਿਹੜਾ ਲੜਨਾ ਕਿੱਦਾਂ, ਜਿੱਥੇ ਐਡਰੈਸ ਆ ਉੱਥੇ ਰੱਖਣਾ। ਕੋਰਟ ਤੋਂ ਜਿਹੜਾ ਤਰੀਕ ਆਉਣ ਤੋਂ ਪਹਿਲਾਂ ਕੋਈ ਇਦਾਂ ਦਾ ਪੰਗਾ ਨਹੀਂ ਲੈਣਾ, ਕਿਉਂਕਿ ਉਹ ਵੀ ਚੀਜ਼ ਜਿਹੜਾ ਜੱਜ ਨੋਟ ਕਰਦਾ। ਕੌਂਕਰਡ ਦੇ ਵਿੱਚ ਸਪੈਸੀਫਿਕਲੀ ਇੱਕ ਜੱਜ ਸਾਹਿਬ ਹੈਗੇ ਆ, ਜਿੱਦਾਂ ਕਿਸੇ ਨੇ ਤਰੀਕ ਚੇਂਜ ਕਰਨ ਦਾ ਪੰਗਾ ਲਿਆ ਸੀ, ਉਹਨੂੰ ਮੈਂ ਕਿਹਾ ਸੀ, ਮੈਂ ਕਿਹਾ ਨਾ ਕਰ, ਨਾ ਪੰਗਾ ਲੈ। ਸੱਜਣ ਮਿੱਤਰ ਨੇ ਮਾਰੀ ਸੀਗੀ ਫੂਕ ਕਿ ਨਹੀਂ ਕਰਦੇ ਕਰਦੇ ਏਦਾਂ ਏਦਾਂ, ਉਹਨੇ ਕੀਤਾ ਭਾਜੀ। ਜੱਜ ਨੇ ਜਿਹੜਾ ਸੀਗਾ 10 ਦਿਨਾਂ ਦੇ ਵਿੱਚ ਜਿਹੜਾ ਸੀਗਾ ਤਰੀਕ ਜਿਹੜੀ ਸੈੱਟ ਕਰਤੀ, ਮਤਲਬ ਕਿ ਕਈ ਜਿਹੜੇ ਹਿੱਲਣ ਵੀ ਨਹੀਂ ਦਿੰਦੇ ਉੱਥੋਂ ਦੀ। ਤੇ ਮੈਂ ਕਿਹਾ ਹੁਣ ਕਿੱਦਾਂ, ਜਿਹੜੇ ਮੈਂ ਕਿਹਾ 3 ਮਹੀਨੇ ਸੀਗੇ ਕਰਨ ਦੇ, ਉਹ ਵੀ ਜਿਹੜੇ ਸੀਗੇ ਚੱਲ ਗਏ। ਤੇ ਜੱਜ ਅਗਲੇ ਇਹ ਕਹਿੰਦੇ ਆ, ਉਹ ਕਹਿੰਦੇ ਆ ਕਿ ਜੇ ਤੁਹਾਨੂੰ 2-3 ਸਾਲ ਹੋ ਗਏ ਆ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਪਣੇ ਪੰਜਾਬ 'ਚ ਹੜ੍ਹ ਆਏ ਆ ਜਾਂ ਮੈਡੀਕਲ ਹਾਲਤ ਖਰਾਬ ਆ। ਉਹ ਕਹਿੰਦੇ ਤੁਸੀਂ ਐਡਾ ਟਾਈਮ ਸੀਗਾ, ਉਹ ਇਹ ਨਹੀਂ ਕਹਿ ਰਹੇ ਕਿ ਤੁਸੀਂ ਲਾਸਟ ਮਹੀਨੇ ਕਿਉਂ ਨਹੀਂ ਜਮ੍ਹਾਂ ਕੀਤੇ, ਉਹ ਇਹ ਕਹਿ ਰਹੇ ਕਿ ਤੁਹਾਡੇ ਕੋਲ ਐਡਾ ਟਾਈਮ ਸੀਗਾ, ਤੁਸੀਂ ਪਹਿਲਾਂ ਕਿਉਂ ਨਹੀਂ ਜਿਹੜੇ ਜਮ੍ਹਾਂ ਕੀਤੇ। ਤੇ ਮੇਰਾ ਵੀਰ ਇਹਦੇ ਵਿੱਚ ਬੈਸਟ ਜਿਹੜੀ ਚੀਜ਼ ਤੁਹਾਡੇ ਲਈ ਇਹੀ ਆ ਕਿ ਆਪਣੀ ਨਾ ਕੰਟੀਨਿਊਏਸ਼ਨ ਜੱਜ ਕੋਲ ਲੈ ਲਓ, ਲਿਖ ਕੇ ਉਹਨੂੰ ਕਹਿ ਮੈਂ ਬਾਹਲੀ ਲੰਬੀ ਕੰਟੀਨਿਊਏਸ਼ਨ ਨਹੀਂ ਚਾਹਨਾ, ਮੈਨੂੰ ਬਸ ਸ਼ਾਰਟ ਜਿਹੜੀ ਕੰਟੀਨਿਊਏਸ਼ਨ ਆ ਤੁਸੀਂ ਮੈਨੂੰ 4-5 ਮਹੀਨੇ ਦੇ ਦਿਓ, ਤਾਂ ਕਿ ਮੈਂ ਆਪਣਾ ਜਿਹੜਾ ਵਕੀਲ ਬਦਲ ਕੇ ਤੇ ਮੈਂ ਉਹ ਕਰ ਸਕਾਂ। ਤੇ ਜਿਹੜਾ ਤੁਹਾਡਾ ਵਕੀਲ ਆ ਉਹ ਵੀ ਰਿਕੁਐਸਟ ਉਹਨੂੰ ਪਾ ਸਕਦਾ, ਤੇ ਤੁਸੀਂ ਇਹਨੂੰ ਮਿਊਚੁਅਲ ਰਿਲੀਜ਼ ਇੱਕ ਚੀਜ਼ ਹੁੰਦੀ ਹੈ, ਤੁਸੀਂ ਆਪਣੇ ਵਕੀਲ ਦੇ ਨਾਲ ਜਿਹੜਾ ਸੀਗਾ ਮਿਲ ਕੇ ਤੇ ਉਹ ਲੈਟਰ ਇੱਕ ਸਾਈਨ ਕਰ ਸਕਦੇ ਆ, ਜਿਹਦੇ ਵਿੱਚ ਵਕੀਲ ਤੁਹਾਡਾ ਤੁਸੀਂ ਉਹਨੂੰ ਕਹਿ ਸਕਦੇ ਆ ਕਿ ਮੈਂ ਇਹਨੂੰ ਵਕੀਲ ਨਹੀਂ ਰੱਖਣਾ, ਉਹ ਕਹੂਗਾ ਮੈਂ ਕਲਾਇੰਟ ਨਹੀਂ ਰੱਖਣਾ। ਜੁਆਇੰਟ ਐਗਰੀਮੈਂਟ ਕਰਕੇ ਕੋਰਟ ਦੇ ਵਿੱਚ ਫਾਈਲ ਕਰ ਦਿਓ, ਠੀਕ ਆ। ਤੇ ਉਹਦੇ ਵਿੱਚ ਵਕੀਲ ਨੂੰ ਕਹਿ ਦਿਓ ਕਿ ਕੰਟੀਨਿਊਏਸ਼ਨ ਲੈ ਦੇਵੇ। ਤੇ ਹੁਣ ਗਾਰੰਟੀ ਨਹੀਂ ਹੈਗੀ ਕਿ ਜੱਜ ਕੰਟੀਨਿਊਏਸ਼ਨ ਦਊਗਾ, ਪਰ ਇਹ ਆ ਕਿ ਜੇ ਤੁਸੀਂ ਸਹੀ ਤਰੀਕੇ ਨਾਲ ਉਹਨੂੰ ਪ੍ਰੈਜ਼ੈਂਟ ਕਰੋ, ਠੀਕ ਆ ਕਿ ਨਹੀਂ, ਬਿਨਾਂ ਇੱਕ ਦੂਜੇ ਨਾਲ ਰੌਲਾ ਰੱਪਾ ਪਾਏ, ਤੇ ਹੋ ਸਕਦਾ ਕਿ ਜੱਜ ਜਿਹੜਾ ਉਹ ਰੀਜ਼ਨੇਬਲ ਹੋ ਜਾਵੇ ਕਿ ਠੀਕ ਆ 3-4 ਮਹੀਨੇ ਤੁਹਾਨੂੰ ਦੇ ਦੇਵੇ ਵਕੀਲ ਲੱਭਣ ਦੇ। ਤੇ ਹੋ ਸਕਦਾ ਜੱਜ ਕਵੇ ਕਿ ਨਹੀਂ, ਤੁਹਾਨੂੰ ਕੇਸ ਜਿਹੜਾ ਲੜਨਾ ਹੀ ਪੈਣਾ, ਡੈਡਲਾਈਨ ਵਗੈਰਾ ਜਿਹੜੀਆਂ ਚੱਲ ਗਈਆਂ। ਤੇ ਉਹ ਚੀਜ਼ ਤੁਸੀਂ ਇੱਕ ਵਾਰੀ ਉਹਨਾਂ ਨਾਲ ਵਕੀਲ ਨਾਲ ਗੱਲ ਕਰ ਲਓ ਕਿ ਨਹੀਂ ਆਪਾਂ ਤਰੀਕ ਲੜਨੀ ਹੈ, ਸਾਨੂੰ ਅੱਗੇ ਆਪਸ਼ਨ ਦੱਸ ਕਿੱਦਾਂ, ਤੇ ਕੰਟੀਨਿਊਏਸ਼ਨ ਲੈ ਦੇ ਇੱਕ ਛੋਟੀ ਜੀ। ਠੀਕ ਹੈ ਤੇ ਜੀ। ਕੰਟੀਨਿਊਏਸ਼ਨ ਦਾ ਰੀਜ਼ਨ ਜਿਹੜਾ ਚਾਹੀਦਾ ਉਹ 'ਚ ਕੋਈ ਪੁੱਠਾ ਸਿੱਧਾ ਰੀਜ਼ਨ ਨਹੀਂ ਦੇਣਾ। ਕਈ ਵਾਰੀ ਆਪਾਂ ਨੂੰ ਸੁਣਾ ਜਾਂਦਾ ਕਿ ਲੋਕੀਆਂ ਦੇ ਨਕਲੀ ਮੈਡੀਕਲ ਲਾਤਾ, ਏਦਾਂ ਕਰਤਾ ਓਦਾਂ ਕਰਤਾ, ਉਹ ਪੁੱਠੇ ਸਿੱਧੇ ਕੰਮ ਨਹੀਂ ਕਰਨੇ ਕਿਸੇ ਨੇ ਵੀ। ਉਹ ਕੋਰਟ ਇਹ ਸਾਰੀ ਚੀਜ਼ਾਂ ਜੇ ਅਵੇਅਰ ਹੈਗੇ ਪ੍ਰੈਕਟਿਸਾਂ ਦੇ ਵਿੱਚ, ਠੀਕ ਹੈ। ਠੀਕ ਹੈ ਜੀ। ਸਪੈਸ਼ਲੀ ਜਿੱਦਾਂ ਇਹ LA ਕੋਰਟ, ਸੈਂਟਾਨਾ ਕੋਰਟ ਦੇ ਵਿੱਚ ਬਹੁਤ ਇਹ ਜਿਹੜੀ ਪ੍ਰੋਬਲਮ ਆਪਾਂ ਨੂੰ ਵੇਖਣ ਨੂੰ ਮਿਲਦੀ ਆ, ਉਹ ਕਰਦੇ ਆ ਤੇ ਜੱਜ ਉਹਨੂੰ ਬਾਅਦ 'ਚ ਵਕੀਲ ਵੀ ਚੇਂਜ ਹੋ ਜਾਂਦਾ, ਤਰੀਕ ਵੀ ਅੱਗੇ ਜੱਜ ਇਹੀ ਪੁੱਛਦਾ ਕਿ ਇਹ ਕਿਹੜੇ ਹਿਸਾਬ ਨਾਲ ਆਈ ਸੀਗੀ। ਤੇ ਉਹ ਕੋਈ ਪੁੱਠਾ ਕੰਮ ਨਹੀਂ ਕਰਨਾ, ਤੇ ਸਿੱਧੇ ਜਾ ਕੇ ਆਪਣਾ ਜਿਹੜਾ ਵਕੀਲ ਆ ਉਹ ਤੁਹਾਡਾ ਕਹਿ ਦੇਵੇ ਉਹਨਾਂ ਨੂੰ ਕਿ ਤਰੀਕ ਅੱਗੇ ਦੇ ਦਿਓ, ਸਾਡੇ ਸੰਬੰਧ ਨਹੀਂ ਸਹੀ ਹੈਗੇ ਤੇ ਇਹਨੇ ਵਕੀਲ ਬਦਲਣਾ। ਜੀ। ਪਤਿੰਦਰ ਜੀ ਸਤਿ ਸ਼੍ਰੀ ਅਕਾਲ। ਵੀਰ ਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਜੀ ਜੀ। ਇੱਕ ਤਾਂ ਮੈਂ ਪੁੱਛਣਾ ਸੀ, ਅੱਜ ਪ੍ਰੋਗਰਾਮ ਤੋਂ ਬਾਅਦ ਚ ਵੀਰ ਜੀ ਮਿਲ ਸਕਦੇ ਨੇ ਪਰਸਨਲੀ ਜੇ ਅਸੀਂ ਕਾਲ ਕਰਨੀ ਹੋਵੇ ਤਾਂ? ਅੱਜ ਤਾਂ ਜੀ ਥੋੜਾ ਜਿਹਾ ਮੁਸ਼ਕਿਲ ਹੋ ਜਾਣਾ, ਤੁਸੀਂ ਆਪਣਾ ਆਫਿਸ ਕਾਲ ਕਰ ਲਿਓ ਜੀ, ਉਹ ਆਪਣਾ ਮੰਡੇ ਥਰੂ ਫਰਾਈਡੇ ਦੇ ਵਿੱਚ ਕਰ ਦੋਗੇ, ਅੱਜ ਥੋੜਾ ਜਿਹਾ ਮੁਸ਼ਕਿਲ ਹੋ ਜਾਣਾ। ਠੀਕ ਹੈ ਜੀ। ਮੈਂ ਇੱਕ ਬਸ ਸਵਾਲ ਪੁੱਛਣਾ ਸੀ, ਮੇਰੇ ਮਦਰ ਨੇ 82 ਈਅਰ ਓਲਡ ਨੇ, ਉਹ ਵਿਜ਼ਟਰ ਆਏ ਸੀ, ਕਿਉਂਕਿ ਮੈਂ ਤੁਹਾਨੂੰ ਔਨ ਏਅਰ ਮੈਂ ਸਾਰੀ ਕਹਾਣੀ ਨਹੀਂ ਦੱਸ ਸਕਦੀ, ਤਾਂ ਕੁਝ ਇਸ਼ੂ ਨੇ। ਉਹ ਨਾ ਅਸੀਂ 2 ਵਾਰ ਟਿਕਟ ਲਈ ਸੀ ਉਹਨਾਂ ਨੂੰ ਵਾਪਸ ਭੇਜਣ ਲਈ, ਮੋਟਾ ਜਿਹਾ ਦੱਸ ਦਿੰਦੀ ਤਾਂ ਸਡਨਲੀ ਬਿਮਾਰ ਬਹੁਤ ਹੋ ਗਏ ਤੇ ਐਮਰਜੈਂਸੀ ਸਾਨੂੰ ਲਿਜਾਣੇ ਪਏ ਸੀ, ਤੇ ਹਲੇ ਵੀ ਸਿੱਖ ਨੇ, ਤੇ ਇੰਡੀਆ ਦੇ ਵਿੱਚ ਉਹਨਾਂ ਦੀ ਕੋਈ ਟੇਕ ਕੇਅਰ ਕਰਨ ਵਾਲਾ ਵੀ ਹੈ ਨੀਗਾ, ਤੇ ਉਹਨਾਂ ਦਾ ਗ੍ਰੀਨ ਕਾਰਡ ਆਪਾਂ ਅਪਲਾਈ ਕਰ ਸਕਦੇ ਹਾਂ ਜਾਂ ਕੀ ਕਰ ਸਕਦੇ ਹਾਂ, ਕਿਉਂਕਿ ਓਵਰਸਟੇ ਹੋ ਗਏ ਆਏ ਸੀ। ਹਾਂਜੀ ਮੈਂ ਸਿਟੀਜ਼ਨ ਹਾਂ ਜੀ, ਇੱਥੇ ਜੌਬ ਵੀ ਕਰਦੀ ਹਾਂ, ਵਧੀਆ ਜੌਬ ਹੈਗੀ ਆ ਜੀ। ਉਹਨਾਂ ਨੂੰ 90 ਡੇਜ਼ ਤੋਂ ਉੱਤੇ ਹੋ ਗਏ? ਹਾਂਜੀ ਉੱਪਰ ਹੋ ਗਿਆ। ਉਹ ਕਹਿੰਦੇ ਓਵਰਸਟੇ ਕਰ ਗਏ ਨੇ ਹੁਣ। ਅੱਛਾ ਦੇਖੋ ਤੁਸੀਂ ਕਰ ਸਕਦੇ ਆ, ਪਰ ਹੁਣ ਜਿਹੜਾ ਨਾ ਜਿਹੜੀ ਇਹ ਸਰਕਾਰ ਆ, ਨਾਰਮਲੀ ਕੀ ਹੁੰਦਾ ਕਿ ਜਦੋਂ ਵੀਜ਼ੇ ਵਾਲੇ ਦਾ ਜਿਹੜਾ ਗ੍ਰੀਨ ਕਾਰਡ ਫਾਈਲ ਕਰਦੇ ਆ ਜਵਾਕ, ਉਹ ਆ ਜਾਂਦਾ ਸੀਗਾ ਹੁਣ ਤੱਕ। ਜਿਹੜੀ ਇਹ ਵਾਲੀ ਸਰਕਾਰ ਆ, ਇਹ ਕਈ ਵਾਰੀ ਉਹਦੇ ਵਿੱਚ ਨਾ ਪ੍ਰੋਬਲਮ ਦੇ ਦਿੰਦੀ ਹੈ ਕਿ ਇਹ ਬੰਦਾ ਓਵਰਸਟੇ ਕਰ ਗਿਆ, ਤੇ ਜਿਹੜਾ ਪੈਂਡਿੰਗ ਗ੍ਰੀਨ ਕਾਰਡ ਹੁੰਦਾ ਉਹਨੂੰ ਇਹ ਸਰਕਾਰ ਕੋਈ ਸਮਝਦੀ ਨਹੀਂ। ਤੇ ਇਹਦੇ ਵਿੱਚ ਰਿਸਕ ਜ਼ਰੂਰ ਹੁੰਦਾ ਹੈਗਾ, ਇਰਰਿਸਪੈਕਟਿਵ ਆਫ ਏਜ। ਇਹਦੇ ਵਿੱਚ ਰਿਸਕ ਹੁੰਦਾ ਹੈਗਾ ਕਿ ਪ੍ਰੋਸੀਡਿੰਗਸ 'ਚ ਬੰਦੇ ਨੂੰ ਪਾਇਆ ਜਾ ਸਕਦਾ, ਪਰ ਇਹ ਹੈ ਕਿ ਲੌਂਗ ਰਨ ਦੇ ਵਿੱਚ ਯੂ ਆਰ ਬੈਟਰ ਆਫ ਫਾਈਲਿੰਗ। ਮਤਲਬ ਹੁਣ ਵੀ ਓਵਰਸਟੇ ਆਲਰੇਡੀ ਕੀਤੇ ਹੋਏ, ਤੇ ਇਹ ਹੈ ਕਿ ਉਹ ਕਹਿੰਦੇ ਆ ਕਿ ਸਿਵਲ ਫਾਈਨ ਵੀ ਹੋ ਸਕਦਾ। ਕਈ ਚੀਜ਼ਾਂ ਸਰਕਾਰ ਜਿਹੜੀ ਤੁਹਾਨੂੰ ਪਤਾ ਹੁਣ ਇਸ ਵੇਲੇ ਜਿਹੜੀਆਂ ਕੰਸੀਡਰ ਕਰਦੀ ਆ, ਪਰ ਇਹ ਆ ਜਿਹੜੇ ਹਿਸਾਬ ਨਾਲ ਤੁਸੀਂ ਹਾਲਾਤ ਦੱਸ ਰਹੇ ਆ ਕਿ ਜੇ ਜਾ ਨਹੀਂ ਸਕਦੇ, ਉਹ ਨਹੀਂ, ਇਹ ਵਾਲੀ ਲੈਵਲ ਤੇ ਸਿਚੁਏਸ਼ਨ ਜਿਹੜੀ ਬਣ ਗਈ ਆ, ਤੇ ਤੁਹਾਨੂੰ ਹਾਂਜੀ ਗ੍ਰੀਨ ਕਾਰਡ ਜ਼ਰੂਰ ਫਿਰ ਜਿਹੜਾ ਫਾਈਲ ਕਰਨਾ ਚਾਹੀਦਾ। ਤੇ ਜਿਹੜੀ ਅੱਜ ਜਿੱਦਾਂ ਪ੍ਰੋਗਰਾਮ ਸੀਗਾ ਕਿ ਲੌਂਗ ਟਰਮ ਕੇਅਰ ਵਗੈਰਾ, ਇੰਸਟੀਟਿਊਸ਼ਨਲ ਕੇਅਰ ਵਗੈਰਾ, ਕਿ ਹੈਲਥ ਕੇਅਰ ਨਹੀਂ ਹੈਗੀ, ਸਰਕਾਰ ਦਾ ਬੈਨੀਫਿਟ ਲਿੱਤਾ, ਇਹ ਚੀਜ਼ਾਂ ਜਿਹੜੀਆਂ ਸੀਗੀਆਂ ਥੋੜੀਆਂ ਜਿਹੀਆਂ ਤੁਹਾਡੇ ਅਗੇਂਸਟ ਜਾ ਸਕਦੀਆਂ, ਅਨਲੈਸ ਤੁਸੀਂ ਜਿਹੜਾ ਉਹਨਾਂ ਦੇ ਬਿੱਲ ਵਗੈਰਾ ਦਾ ਭੁਗਤਾਨ ਕੀਤਾ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਕਾਉਂਟੀ ਵਾਲੇ ਹਸਪਤਾਲ ਆ, ਬਿਨਾਂ ਪੁੱਛੇ ਹੀ ਜਿਹੜਾ ਸੀਗਾ ਬੰਦੇ ਨੂੰ ਰਾਜ ਕਰਨ ਜੀ ਉੱਥੇ ਦੇ ਦਿੰਦੇ ਪ੍ਰੋਗਰਾਮ ਜਿਹਾ ਕਿ ਹਾਂਜੀ। ਤੇ ਲੋਕੀ ਵੀ ਜਿਹੜੇ ਹੁਣ ਐਮਰਜੈਂਸੀ 'ਚ ਹੁੰਦੇ ਆ, ਉਹ ਨਹੀਂ ਪਤਾ ਲੱਗਦਾ ਉਹਨਾਂ ਨੂੰ ਕੋਈ ਕੀ ਚੀਜ਼ ਤੇ ਸਾਈਨ ਕਰ ਰਹੇ ਆ।
ਸੋ ਇਹ ਹੈ ਕਿ ਗਵਰਨਮੈਂਟ ਨੇ ਜਿਹੜੀ ਸ਼ਾਰਟ ਟਰਮ ਤੇ ਲੌਂਗ ਟਰਮ ਜਿਹੜੀ ਇੰਸਟੀਟਿਊਸ਼ਨਲ ਕੇਅਰ ਆ ਉਹਦੇ ਵਿੱਚ ਜਿਹੜਾ ਡਿਸਟਿੰਗੁਇਸ਼ ਜਿਹੜਾ ਕੀਤਾ, ਤੇ ਇਹਨੂੰ ਤੁਸੀਂ ਕਰੋ ਤੇ ਫਿਰ ਜਿੱਦਾਂ ਆਪਾਂ ਕਹਿ ਰਹੇ ਸੀਗੇ ਕਿ ਹੋਪਫੁਲੀ ਕਿ ਜੇ ਕੋਈ ਪ੍ਰੋਬਲਮ ਪੈਂਦੀ ਆ ਤੇ ਉਹ ਬੌਂਡ ਵਾਲਾ ਜਿਹੜਾ ਸਿਨੈਰੀਓ ਸਾਨੂੰ ਆਪਸ਼ਨ ਦੇ ਦੇਣ ਕਿ ਬੌਂਡ ਭਰ ਕੇ ਤੁਸੀਂ ਕਰ ਸਕਦੇ ਆ ਏਦਾਂ। ਕੰਟੈਕਟ ਕਰ ਲਿਓ ਇਹਨਾਂ ਦੇ ਨਾਲ ਮੰਡੇ ਨੂੰ, ਇਹਨਾਂ ਦੇ ਆਫਿਸ ਕੀ ਜਿਹੜਾ ਹੋ ਸਕਦਾ, ਤੇ ਬਾਕੀ ਡੈਫੀਨੇਟਲੀ ਅੱਗੇ ਕਦਮ ਵਧਾਓ। ਗਗਨਦੀਪ ਜੀ, ਇਹਨਾਂ ਦੇ ਆਫਿਸ ਦਾ ਫੋਨ ਨੰਬਰ ਮੈਂ ਦੱਸ ਦਵਾਂ 4159090503 415-909-0503। ਹਾਂਜੀ ਗਗਨਦੀਪ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੇਰਾ ਕੁਐਸਚਨ ਇਹ ਸੀਗਾ ਵੀ ਅਸੀਂ ਅਸਾਈਲਮ ਅਪਲਾਈ ਕੀਤਾ ਹੋਇਆ ਹੈ, ਮੈਂ ਤੇ ਮੇਰੇ ਹਸਬੈਂਡ ਨੇ, ਤੇ ਵੀ ਆਰ ਐਕਸਪੈਕਟਿੰਗ ਅ ਬੇਬੀ। ਤੇ ਸਾਨੂੰ ਕੁਐਸਚਨ ਇਹ ਹੈ ਵੀ ਜੇ ਅਸੀਂ ਮੈਟਰਨਿਟੀ ਲੀਵ ਜਾਂ ਪੈਟਰਨਿਟੀ ਲੀਵ ਲੈਣੇ, ਸਾਨੂੰ ਕੋਈ ਉਹਦਾ ਡਰਾਬੈਕ ਤਾਂ ਨਹੀਂ ਹੋਊਗਾ? ਪਬਲਿਕ ਚਾਰਜ ਵਾਲੇ ਡੋਮੇਨ 'ਚ ਕੁਐਸਚਨ ਆ ਜਾਂਦਾ, 2-3 ਚੀਜ਼ਾਂ ਹੈਗੀਆਂ। ਜਿਹੜਾ ਅਸਾਈਲਮ ਵਾਲੇ ਉਹ ਕਹਿੰਦੇ ਆ ਕਿ ਨਹੀਂ ਸਬਜੈਕਟ ਹੈਗੇ, ਐਗਜ਼ੈਂਪਟ ਹੈਗੇ ਆ, ਤੇ ਸਰਕਾਰ ਦੀ ਪਾਲਿਸੀ ਇਹਦੇ ਵਿੱਚ ਅਨਪ੍ਰੈਡਿਕਟੇਬਲ ਹੈਗੀ ਆ। ਮੈਟਰਨਿਟੀ ਪੈਟਰਨਿਟੀ ਲੀਵ ਜੇ ਉਹ ਮੀਨਸ ਟੈਸਟਡ ਬੈਨੀਫਿਟ ਨਹੀਂ ਹੈਗਾ, ਠੀਕ ਆ, ਜਿਹੜੀ ਵੀ ਸਟੇਟ ਤੋਂ ਤੁਸੀਂ ਲੈਣਾ, ਤੇ ਉਹਦੇ ਹਿਸਾਬ ਨਾਲ ਤੁਹਾਨੂੰ ਡਿਸੀਜਨ ਲੈਣਾ ਪੈਣਾ। ਮੈਂ ਮਤਲਬ ਇਹਦੇ ਵਿੱਚ ਕੋਈ 100% ਤੁਹਾਨੂੰ ਛੋਟੀ ਨਾ ਨਹੀਂ ਕਹਿ ਸਕਦਾ ਹੈਗਾ। ਮੋਸਟਲੀ ਜੇ ਰੈਗੂਲਰ ਆਪਾਂ ਮੈਟਰਨਿਟੀ ਲੀਵ ਜਿਹੜੀਆਂ ਇੰਪਲੋਇਮੈਂਟ 'ਚ ਮਿਲਦੀਆਂ, ਮੇਰੇ ਖਿਆਲ ਉਹਦੇ ਵਿੱਚ ਤਾਂ ਨਹੀਂ ਕੋਈ ਚੱਕਰ ਹੈਗਾ। ਜਿਹੜੇ ਦੂਜੇ ਇਹਨਾਂ ਦੇ ਸਨੈਪ ਵਗੈਰਾ, ਨਿਊਟ੍ਰੀਸ਼ਨ ਪ੍ਰੋਗਰਾਮ ਵਗੈਰਾ, ਏਦਾਂ ਦੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਜਿਹਦੇ ਵਿੱਚ ਵੈਲਫੇਅਰ ਤੁਸੀਂ ਕਹਿ ਲਓ, ਬੈਨੀਫਿਟਸ ਕਹਿ ਲਓ, ਤੇ ਉਹ ਚੀਜ਼ਾਂ ਦੇ ਵਿੱਚ ਬੰਦਾ ਸਬਜੈਕਟ ਹੋ ਸਕਦਾ। ਤੇ ਪਰ ਇਹਨੂੰ ਜਿਹੜਾ ਹੈਗਾ ਕਿ ਆਪਣੀ ਆਬਵੀਅਸਲੀ ਬੈਨੀਫਿਟਸ ਨਹੀਂ ਭਾਜੀ, ਜਿਹੜੀ ਕੈਲੀਫੋਰਨੀਆ SDI ਆਪਾਂ ਭਰਦੇ ਹਾਂ ਟੈਕਸਿਸ ਦੇ ਵਿੱਚ, ਉਹਦੇ ਬੇਸਿਸ ਤੇ, ਦੈਟਸ ਇਟ। ਮੇਰੇ ਹਿਸਾਬ ਨਾਲ ਨਹੀਂ ਹੈਗਾ, ਪਰ ਮੈਂ 100% ਨਹੀਂ ਕਹਿ ਸਕਦਾ ਕਿਉਂਕਿ ਮੈਂ ਕੋਈ ਪੋਜੀਸ਼ਨ ਲੈਣੀ ਨਹੀਂ ਚਾਹੁੰਦਾ ਉਸ ਚੀਜ਼ ਦੇ ਉੱਤੇ ਕਿ ਕੱਲ ਨੂੰ ਸਰਕਾਰ ਕੁਝ ਚੇਂਜ ਕਰ ਦੇਵੇ, ਹੋਰ ਗਾਈਡੈਂਸ ਜਿਹੜੀ ਕਰ ਦੇਵੇ। ਮੋਸਟ ਲਾਈਕਲੀ ਨਾਟ, ਪਰ ਹਾਂਜੀ ਤੁਸੀਂ ਆਪਣਾ ਜਿਹੜਾ ਸੀਗਾ ਕੰਸਲਟ ਯੂਰ ਲਾਇਰ। ਜੀ ਥੈਂਕ ਯੂ। ਜਸ਼ਨਪ੍ਰੀਤ। ਹਾਂਜੀ ਜਸ਼ਨਪ੍ਰੀਤ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੈ ਭਾਜੀ ਨੂੰ ਪੁੱਛਣਾ ਸੀਗਾ, ਆਪਣੇ ਰਿਸ਼ਤੇਦਾਰਾਂ ਨੇ ਨਾ ਆਪਣਾ ਜਿਹੜਾ ਭਾਜੀ ਫੈਮਿਲੀ ਬੇਸ ਲਾਈਦਾ ਵਾ, ਜਿਹੜਾ 12-13 ਸਾਲਾਂ ਬਾਅਦ ਨਿਕਲਦੇ ਵੀਜੇ ਜੀ, ਉਹ ਭਾਜੀ ਆਪਣੇ ਨਿਕਲੇ ਹੀ, ਬਟ ਮੈਂ ਹੁਣ ਇੱਥੇ ਆ ਗਿਆ, ਮੈਂ ਤੇ ਅਸਾਈਲਮ ਫਾਈਲ ਕਰ ਲਈ। ਆਪਾਂ ਨੂੰ ਤੇ ਇਹ ਵੀ ਉਹ ਪਤਾ ਨਹੀਂ ਨਿਕਲਣੇ ਕਿ ਨਹੀਂ ਨਿਕਲਣੇ। ਹੁਣ ਉਹ ਸਾਡੇ ਉਹ ਨਿਕਲ ਆਏ ਆ, ਮੈਂ ਕੀ ਹੁਣ ਵਾਪਸ ਜਾ ਕੇ ਉਹਦਾ ਕੋਈ ਉਹ ਮਤਲਬ ਉਹ ਕਰ ਸਕਦਾ, ਕੀ ਕਰ ਸਕਦਾ ਮਤਲਬ ਹੁਣ ਮੈਂ? ਤੁਹਾਡੇ ਇਹਦੇ ਵਿੱਚ ਹੁਣ ਜਿੱਦਾਂ ਤੁਸੀਂ ਅਸਾਈਲਮ ਜਿਹੜਾ ਸੀਗਾ ਉਹ ਤੁਸੀਂ ਕਿੰਨੇ ਮਹੀਨੇ ਚਲਾਇਆ ਸੀਗਾ ਅਮਰੀਕਾ ਆਉਣ ਤੋਂ ਬਾਅਦ? ਅਸਾਈਲਮ ਲਾਇਆ ਸੀ ਭਾਜੀ ਮੈਂ ਮਹੀਨੇ ਕੁ ਬਾਅਦ ਲਾ ਲਿਆ ਸੀ ਆਉਣ ਤੋਂ ਬਾਅਦ। ਹਾਂਜੀ, ਹੁਣ ਥੋੜੀ ਜਿਹੀ ਇਹਦੇ ਵਿੱਚ ਕੰਪਲਿਕੇਸ਼ਨ ਹੋ ਜਾਂਦੀ ਹੈ ਕਿਉਂਕਿ ਜਿਹੜਾ ਕਾਨੂੰਨ ਆ ਉਹ ਕਹਿੰਦਾ ਕਿ ਜੇ ਬੰਦੇ ਨੇ ਅਸਾਈਲਮ ਲਾਇਆ ਤਾਂ ਉਹਦਾ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਟ੍ਰਿਗਰ ਨਹੀਂ ਹੋਣੀ, ਮਤਲਬ ਉਹਦੇ ਵਿੱਚ ਥੋੜੇ ਜਿਹਾ ਬਚਾਅ ਰਹਿੰਦਾ ਹੈਗਾ। ਤੇ ਤੁਸੀਂ ਇਹਦੇ ਵਿੱਚ ਕੋਰਟ ਮੁਰੇ ਆ ਤੁਸੀਂ ਇਸ ਵੇਲੇ ਕਿ ਅਸਾਈਲਮ ਆਫਿਸ ਮੁਰੇ ਆ? ਭਾਜੀ ਉਹ ਮੇਰਾ ਨਾ ਇਹ ਨੰਬਰ ਨਹੀਂ ਸੀ ਬੋਲਦਾ, ਮੈਂ ਫਿਰ ਥੱਲੇ ਹੀ ਲਾਇਆ ਸੀ। ਹਾਂਜੀ, ਤੇ ਫਿਰ ਤੁਸੀਂ ਇਹਦੇ ਵਿੱਚ ਆਪਣੇ ਵਕੀਲ ਨਾਲ ਸਲਾਹ ਕਰਕੇ ਜਿਹੜਾ ਸੀਗਾ ਉਹਨੂੰ ਬੰਦ ਕਰਾ ਕੇ ਜੇ ਜਾਂਦੇ ਆ ਤੇ ਤੁਸੀਂ ਜਿਹੜਾ ਅਨਲੌਫੁਲ ਪ੍ਰੈਜ਼ੈਂਸ ਨਹੀਂ ਤੁਹਾਡੀ ਹੈਗੀ ਮੇਰੇ ਹਿਸਾਬ ਨਾਲ। ਬਟ ਥੋੜਾ ਜਿਹਾ ਇਹ ਕੰਪਲਿਕੇਟਡ ਜਿਹੜਾ ਕਨਸੈਪਟ ਜਿਹੜਾ ਹੁੰਦਾ ਕਿ ਵੀ ਅਫਸਰਾਂ ਨੂੰ ਵੀ ਉੱਥੇ ਨਹੀਂ ਸਮਝ ਲੱਗਦੀ, ਪਰ ਇਹ ਹੈ ਕਿ 589 ਜਿੱਦਾਂ ਫਾਈਲ ਕੀਤਾ ਤੇ ਤੁਹਾਡੀ ਉਹ ਬਚਾਅ ਜਿਹੜਾ ਹੋ ਸਕਦਾ, ਤੇ ਤੁਸੀਂ ਜਾ ਕੇ ਜਿਹੜਾ ਸੀਗਾ ਹਾਂਜੀ ਵੀਜ਼ਾ ਸਟੈਂਪ ਵਗੈਰਾ ਲੈ ਕੇ ਆ ਸਕਦੇ ਆ ਮੇਰੇ ਹਿਸਾਬ ਨਾਲ। ਤੇ ਪਰ ਆਪਣੇ ਵਕੀਲ ਨਾਲ ਆਬਵੀਅਸਲੀ ਡਿਟੇਲ ਚ ਡਿਸਕਸ ਕਰਕੇ ਜਾਇਓ ਇਹ ਸਾਰਾ ਕੁਝ। ਜੀ ਮਨਦੀਪ। ਹਾਂਜੀ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੇਰਾ ਨਾ BIA 'ਚ ਮੇਰੀ ਅਪੀਲ ਲੱਗੀ ਹੋਈ ਤੇ ਮੈਂ I-30 ਅਪਲਾਈ ਕੀਤਾ ਹੋਇਆ, USA ਸਿਟੀਜ਼ਨ ਨਾਲ ਵਿਆਹ ਹੋਇਆ, ਤੇ ਮੈਨੂੰ ਨਾ 212 ਵੇਵਰ ਲੈਣਾ ਪਏਗਾ ਜੇ ਮੈਂ ਵਿਦਡਰੋ ਕਰਾਉਣਾ? ਜਿਹੜਾ ਭਾਜੀ ਪੈਂਡਿੰਗ ਜਦੋਂ ਅਪੀਲ ਹੁੰਦੀ ਨਾ ਪੈਂਡਿੰਗ, ਉਦੋਂ ਤੁਹਾਨੂੰ 601A ਵੇਵਰ ਨਹੀਂ ਉਹਨਾਂ ਨੇ ਅਪਰੂਵ ਜਿਹੜਾ ਕਰਨਾ, ਤੇ ਜਾਂ ਤਾਂ ਤੁਹਾਡਾ ਜਿਹੜਾ ਕੇਸ PD ਜਿਹਨੂੰ ਕਹਿੰਦੇ ਆ ਕਿ ਮਤਲਬ ਰਿਮੂਵਲ ਪ੍ਰੋਸੀਡਿੰਗ ਆ, ਤਾਂ ਤੁਹਾਡੀਆਂ ਪੂਰੀਆਂ ਖਾਰਿਜ ਹੋ ਜਾਈਆਂ ਕਿ ਮਤਲਬ ਡਿਪੂਟੇਸ਼ਨ ਆਰਡਰ ਨਹੀਂ ਲੱਗਾ ਕੋਈ ਵੀ, ਹਨਾ। ਤੇ ਜਾਂ ਫਿਰ ਇਹਨੂੰ ਅਪੀਲ ਨੂੰ ਆਪਣਾ ਕਰ ਲਓ, ਤੇ ਜਦੋਂ ਤੁਹਾਡਾ ਜੇ ਨਹੀਂ ਪਾਸ ਹੁੰਦਾ ਤੇ ਫਿਰ 212 ਦੀ ਜਿਹੜੀ ਲੋੜ ਪੈਂਦੀ ਹੈ ਜੇ ਤੁਹਾਡਾ ਜਿੱਦਾਂ ਰਿਮੂਵਲ ਆਰਡਰ ਫਾਈਨਲ ਨਹੀਂ ਹੋਇਆ, ਇਹ ਆਨਗੋਇੰਗ ਹੈਗਾ। ਹਾਂਜੀ, ਮੈਂ ਇਹ ਪੁੱਛਣਾ ਜੇ ਮੇਰੀ ਡਿਸੀਜਨ ਆ ਜਾਂਦਾ ਮੇਰੇ ਫੇਵਰ 'ਚ ਨਹੀਂ ਆਉਂਦਾ ਤੇ 212 ਵੇਵਰ ਮੈਨੂੰ ਬੈਗ ਜਾਣਾ ਪਊਗਾ ਕਿ ਇੱਥੇ ਲੈਣਾ ਪਊਗਾ? ਭਾਜੀ ਦੇਖੋ, ਜਿਹੜਾ ਇਹਨਾਂ ਦਾ ਕਾਨੂੰਨ ਆ ਇਹ ਤਾਂ ਇਹ ਕਹਿੰਦੇ ਆ ਕਿ ਬੰਦੇ ਨੂੰ ਕੱਚਾ ਜਿਹੜਾ ਰਿਹਾ ਸਿਵਲ ਫਾਈਨ ਪੈ ਜਾਣੇ ਆ, ਠੀਕ ਹੈ। ਸੋ ਵਕੀਲ ਨਹੀਂ ਕਿਸੇ ਨੂੰ ਕਹਿ ਸਕਦਾ ਕਿ ਉਰੇ ਰੋਕ ਕੇ ਕਰ ਜਾਂ ਕਿੱਦਾਂ। ਵਕੀਲ ਇਹ ਦੱਸ ਸਕਦਾ ਕਿ ਭਾਈ ਤੁਹਾਨੂੰ ਫਾਈਨ ਜਿਹੜੇ ਪੈ ਸਕਦੇ, ਜਿਹੜੀ ਸਰਕਾਰ ਜਿਹੜੀ ਚੀਜ਼ ਉਹ ਕਿ ਚਿੱਠੀ ਪੱਤਰ ਭੇਜ ਸਕਦੀ ਹੈ ਤੁਹਾਨੂੰ ਕਿ ਇੰਨੇ ਦਿਨ ਇਲੀਗਲ ਰੁਕਿਆ ਤੇ ਇੰਨਾ ਫਾਈਨ ਦੇ। ਸੋ ਜਿਹੜਾ 212 ਵੇਵਰ ਆ, ਭਾਵੇਂ ਬੰਦਾ ਬੈਕ ਜਾ ਕੇ ਲਵੇ ਭਾਵੇਂ ਉਰੇ ਲਵੇ, ਮਤਲਬ ਕਿ ਇਹ ਹੈ ਕਿ ਰਿਮੂਵਲ ਆਰਡਰ ਇੱਕ ਵਾਰੀ ਲੱਗ ਗਿਆ ਤੇ 212 ਵੇਵਰ ਅਪਰੂਵ ਹੋਣਾ ਚਾਹੀਦਾ, ਉਤੋਂ ਬਿਨਾਂ ਜਿਹੜਾ ਸੀਗਾ ਬੰਦਾ ਅੱਗੇ ਨਹੀਂ ਵੱਧ ਸਕਦਾ।
ਵਿਡਰੋ ਭਾਜੀ ਵੀ ਅਪੀਲ ਕਰਾਉਣਾ ਤੇ ਮੈਨੂੰ ਪਿੱਛੇ ਜਾ ਕੇ ਕਿੰਨੇ ਕੁ ਸਾਲ ਲੱਗਣਗੇ, ਮਤਲਬ ਕਿ 212 ਵੇਵਰ ਤੇ 601 ਵੇਵਰ, ਕਿੰਨਾ ਕੁ ਪ੍ਰੋਸੈਸ ਇਹਦਾ ਹੈਗਾ? ਜਿਹੜਾ ਆਪਣਾ 601 ਇਹ ਜਿਹੜਾ ਵੇਵਰ ਹੈ, ਪਹਿਲਾਂ ਆਪਣੇ ਵਕੀਲ ਤੋਂ ਪੁੱਛੋ ਕਿ ਲੋੜ ਹੈਗੀ ਆ ਉਹਦੀ ਕਿ ਨਹੀਂ ਹੈ, ਠੀਕ ਆ, ਉਹ ਕਿੱਦਾਂ ਅਸਾਈਲਮ ਫਾਈਲ ਕੀਤਾ ਉੱਤੇ ਡਿਪੈਂਡ ਜਿਹੜਾ ਕਰਦਾ। 212 ਵੇਵਰ ਨੂੰ 1 ਸਾਲ ਤੋਂ ਲੈ ਕੇ 3-4 ਸਾਲ ਤੱਕ ਜਿਹੜੇ ਲੱਗ ਸਕਦੇ ਆ। ਤੇ ਹਾਂਜੀ ਜੀ ਥੈਂਕ ਤੇ ਯੂ। ਜਿਹੜਾ ਉਦਾਂ ਬੰਦਾ ਡੀਪੋਰਟੇਸ਼ਨ ਹੋ ਗਿਆ, ਨਾਰਮਲੀ 10 ਸਾਲ ਉੱਤੇ ਹੁੰਦੀ ਹੈ ਬਾਹਰ, 10 ਸਾਲ ਤੱਕ ਨਹੀਂ ਆ ਸਕਦਾ। ਸੋ ਮੈਕਸਿਮਮ ਜਿਹੜੇ 10 ਸਾਲ ਆ, ਤੇ ਜਿਹੜੇ ਵੇਵਰ ਵੂਵਰ ਲੈ ਕੇ ਤੁਹਾਡਾ ਥੋੜਾ ਟਾਈਮ ਜਿਹੜਾ ਕੱਟ ਸ਼ਾਰਟ ਹੋ ਸਕਦਾ, 4-5 ਸਾਲਾਂ ਦਾ ਹਾਫ ਟਾਈਮ ਚ ਆ ਸਕਦਾ ਬੰਦਾ। ਜੀ ਠੀਕ ਹੈ ਜੀ। ਅਗਲੇ ਕਾਲਰ ਨੇ ਅਮਨਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀ ਜੀ ਮੈਂ ਪੁੱਛਣਾ ਸੀ, ਮੈਨੂੰ ਅਸਾਈਲਮ ਗ੍ਰਾਂਟ ਹੋ ਗਿਆ ਸੀ ਜਨਵਰੀ ਦੇ ਵਿੱਚ, ਤੇ ਮੈਂ ਫੈਮਿਲੀ ਦਾ ਲਾਇਆ ਸੀ I-730 ਅਪਲਾਈ ਕੀਤਾ ਸੀ ਵਾਈਫ ਤੇ ਬੱਚਿਆਂ ਦਾ। ਉਹਦਾ ਪ੍ਰੋਸੈਸਿੰਗ ਟਾਈਮ ਕਿੰਨਾ? 150 ਡੇਜ਼ ਹੋ ਗਏ ਨੇ ਆਲਰੇਡੀ। ਉਹਦਾ ਭਾਜੀ ਆਨਲਾਈਨ ਹੀ ਤੁਹਾਨੂੰ ਚੈੱਕ ਕਰਨਾ ਪੈਣਾ ਜੀ, ਕਿੱਦਾਂ ਉਹਦਾ ਮੈਨੂੰ ਨਹੀਂ ਟਾਪ ਆਫ ਮਾਈ ਹੈਡ ਆਈ ਡੋਂਟ ਰਿਮੈਂਬਰ। USCIS ਦੀ ਵੈਬਸਾਈਟ ਤੇ ਤੁਸੀਂ ਕਰ ਸਕਦੇ ਆ। ਹਾਂਜੀ ਚੈੱਕ ਕੀਤਾ, 150 ਡੇਜ਼ ਸ਼ੋ ਕਰ ਰਿਹਾ, ਉਹ ਕਹਿੰਦੇ ਵੇਟ ਕਰੋ ਸਟਿਲ ਪ੍ਰੋਸੈਸ। ਜੀ ਹਾਂਜੀ, ਫਿਰ ਉਹਨਾਂ ਨੂੰ ਜੇ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਆ ਤਾਂ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਆ ਜੀ, ਐਕਸਪੀਡਾਈਟ ਦੀ ਰਿਕੁਐਸਟ ਪਾ ਸਕਦੇ ਆ। ਓਕੇ ਠੀਕ ਹੈ, ਥੈਂਕ ਯੂ ਸਰ। ਥੈਂਕ ਯੂ ਜੀ। ਜੀ ਇੱਕ ਜਿਹੜੇ ਆਨਲਾਈਨ ਵੀ ਕਈ ਜਿਹੜੇ ਪੁੱਛ ਰਹੇ ਨੇ ਸਵਾਲ, ਕਹਿੰਦੇ ਵੀ ਵੀਜ਼ੇ ਦੇ ਉੱਤੇ ਉਹ ਆਏ ਸੀਗੇ 2021 ਚ, ਅਸਾਈਲਮ ਉਹਨਾਂ ਨੂੰ ਮਿਲ ਗਿਆ ਪਿਛਲੇ ਸਾਲ 2024 ਚ। I-94 ਜਿਹੜਾ ਉਹਨਾਂ ਦਾ ਸੀਗਾ ਉਹ ਐਕਸਪਾਇਰ ਹੋ ਗਿਆ, ਹੁਣ ਕੀ ਉਹਨਾਂ ਨੂੰ ਨਵਾਂ 94 ਦੀ ਜ਼ਰੂਰਤ ਆ? ਇਹ ਗ੍ਰੀਨ ਕਾਰਡ ਦਾ ਅਪਲਾਈ ਕਰ ਸਕਦੇ ਹੁਣ ਇਹ ਜਿਨ੍ਹਾਂ ਦਾ ਅਸਾਈਲਮ ਗ੍ਰਾਂਟ ਹੋ ਗਿਆ? ਜਿਹੜਾ ਦਾ ਅਸਾਈਲਮ ਗ੍ਰਾਂਟ ਆ, ਹਾਂਜੀ ਗ੍ਰੀਨ ਕਾਰਡ ਉਹ ਕਰ ਸਕਦੇ ਆ, ਪਰ ਨਾਰਮਲੀ ਜਿਹੜੀ ਰੈਗੂਲੇਸ਼ਨ ਸੀਗੀ ਉਹ ਕਹਿੰਦੀ ਕਿ 1 ਸਾਲ ਬੰਦਾ ਹੋਣਾ ਚਾਹੀਦਾ, 1 ਸਾਲ ਬਾਅਦ ਕਰਨਾ। ਪਰ ਬਾਈਡਨ ਦੀ ਸਰਕਾਰ ਚ ਉਹਨਾਂ ਨੇ ਜਿਹੜਾ ਸੀਗਾ ਡਿਫਾਈਨ ਕੀਤਾ ਸੀਗਾ ਕਿ ਨਹੀਂ ਤੁਸੀਂ ਪਹਿਲਾਂ ਵੀ ਕਰ ਸਕਦੇ ਆ, ਤੇ ਉਹਦੇ ਵਿੱਚ ਗ੍ਰੀਨ ਕਾਰਡ ਆਏ ਵੀ ਹੈ, ਕਈ ਟਰੰਪ ਦੇ ਕਾਰਜਕਾਲ ਚ ਵੀ ਆਏ ਆ। ਜਿਹੜੀ ਸਹੀ ਪੋਜੀਸ਼ਨ ਆ ਉਹ ਹੈਗੀ ਸਾਲ ਵੇਟ ਕਰਕੇ, ਪਰ ਇਹ ਬੰਦੇ ਤੇ ਆ ਕਿੱਦਾਂ, ਕਿਉਂਕਿ ਬੰਦਾ ਟਾਈਮ ਵੀ ਜਿਹੜਾ ਜ਼ਿਆਦਾ ਲੂਜ਼ ਨਹੀਂ ਕਰਨਾ ਚਾਹੁੰਦਾ, ਫਾਈਨੈਂਸ਼ੀਅਲ ਗੈਂਬਲ ਆ ਤੁਹਾਡਾ ਜੇ ਤੁਸੀਂ ਪਹਿਲਾਂ ਸਾਲ ਤੋਂ ਜਿਹੜਾ ਕਰਨਾ। I-94 USCIS ਭੇਜ ਦਿੰਦੀ ਆਟੋਮੈਟਿਕਲੀ, ਬਾਕੀ ਜੇ ਨਹੀਂ ਭੇਜਦੀ ਤੁਸੀਂ ਜਾ ਕੇ ਉਹਨਾਂ ਨੂੰ ਫੋਨ ਕਰੋ ਜਾਂ ਫੀਲਡ ਆਫਿਸ ਅਪਾਇੰਟਮੈਂਟ ਬਣਾਓ। ਜੀ ਤੇ ਉਹ ਉਦਾਂ ਜਿਹੜੇ ਜਿਨ੍ਹਾਂ ਦੇ ਅਪਰੂਵ ਹੋਏ ਨੇ ਜਿਹੜੇ ਅਸਾਈਲਮ, ਉਹ ਫਿਰ ਹੁਣ ਚੱਲ ਰਿਹਾ ਆ ਕੰਮ, ਉਹ ਗ੍ਰੀਨ ਕਾਰਡ ਅਪਲਾਈ ਹੋ ਰਹੇ ਨੇ? ਹਾਂਜੀ ਹਾਂਜੀ ਬਿਲਕੁਲ, ਉਹੀ ਅਸਾਈਲਮ ਦਾ ਮਕਸਦ ਹੀ ਉਹੀ ਹੈਗਾ ਕਿ ਬੰਦਾ ਇਵੈਂਚੁਅਲੀ ਉਹੀ ਰਾਹ ਆ ਜੀ। ਹਾਂਜੀ ਜੀ ਅਗਲੇ ਕਾਲਰ ਨੇ ਭੁਪਿੰਦਰ ਜੀ। ਹਾਂਜੀ ਕੀ ਸਵਾਲ ਹੈ ਜੀ? ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਤਾਂ ਸਗੋਂ ਤੁਹਾਨੂੰ ਉਦੋਂ ਦਾ ਸੁਣਦਾ ਜਦੋਂ ਮੇਰੇ ਕੋਲ ਵਰਕ ਪਰਮਿਟ ਹੈ ਨਹੀਂ, ਹੁਣ ਤੇ ਮੈਂ ਸਿਟੀਜ਼ਨ ਹੋ ਗਿਆ ਵਾ। ਚਲੋ ਜੀ, ਤੇ ਹੁਣ ਤੱਕ ਵੀ ਤੁਹਾਨੂੰ ਸੁਣੀਦਾ ਵਾ। ਮੈਂ ਭਾਜੀ ਕੁਐਸਚਨ ਸੀਗਾ ਵੀ ਮੈਂ ਇੰਡੀਆ ਆਪਣਾ ਅਸਾਈਲਮ ਨਾਲ ਸਿਟੀਜ਼ਨ ਲਈ ਤੇ ਇੰਡੀਆ ਜਾਏ ਲਾਸਟ ਈਅਰ, ਤੇ ਆਪਣਾ ਵਾਈਫ ਦਾ ਅਪਲਾਈ ਕੀਤਾ ਸੀ ਤੇ ਬੇਬੀ ਇੰਡੀਆ ਹੋ ਗਿਆ, ਤੇ ਉਹਦਾ ਹੁਣ ਕਿੱਦਾਂ ਵੀ ਅਪਲਾਈ ਕਰਨਾ ਨਾਲ ਐਡ ਕਰਨਾ ਪਊਗਾ ਜਾਂ ਕਿੱਦਾਂ? ਤੁਸੀਂ ਸਿਟੀਜ਼ਨ ਸੀਗੇ ਉਸ ਤੋਂ ਬਾਅਦ ਹੋਇਆ ਬੇਬੀ? ਹਾਂਜੀ ਮੈਂ ਸਿਟੀਜ਼ਨ ਹਾਂ। ਹਾਂਜੀ ਹਾਂਜੀ, ਉਹ CRBA ਇੱਕ ਪ੍ਰੋਸੈਸ ਹੁੰਦਾ, CRBA ਕਾਉਂਸਲਰ ਰਿਪੋਰਟ ਆਫ ਬਰਥ ਅਬਰੋਡ। ਉਹਦੇ ਵਿੱਚ ਤੁਸੀਂ ਅਪਲਾਈ, ਤੁਹਾਨੂੰ ਉਹਨੂੰ ਗ੍ਰੀਨ ਕਾਰਡ ਤੁਸੀਂ ਐਜ਼ ਅ ਸਿਟੀਜ਼ਨ ਹੀ ਉਹਨੂੰ ਮੰਗਾ ਸਕਦੇ ਆ। ਮੈਨੂੰ ਇੰਡੀਆ ਇੰਡੀਆ ਜਾ ਸਕਦਾ ਭਾਜੀ ਹੁਣ? ਕਿੱਦਾਂ ਆਵਾਜ਼ ਨਹੀਂ ਆ ਰਹੀ? ਨਹੀਂ ਇੰਡੀਆ ਵਾਲਾ ਤਾਂ ਨਹੀਂ ਮੈਂ ਸਵਾਲ ਜਵਾਬ ਕਰ ਸਕਦਾ ਮੇਰਾ ਵੀਰ, ਉਹ ਤਾਂ ਹੁਣ ਜਿਹੜਾ ਸੀਗਾ ਉਹ ਤਾਂ ਮੈਨੂੰ ਪਤਾ ਭਾਜੀ, ਉਹ ਫਿਰ ਪੁੱਛਦੇ ਕਿਉਂ ਆ? ਉਹ ਮੈਂ ਕਿਦਾਂ ਮੇਰਾ ਜਵਾਬ ਸੁਣ ਲਓ ਸਾਰੇ, ਵਨਸ ਫॉर ਆਲ, ਸਾਰੇ ਜਿੰਨੇ ਫਿਊਚਰ ਦੇ ਵਿੱਚ ਵੀ ਪਹਿਲਾਂ ਹੀ ਕੋਈ ਨਹੀਂ ਇੰਡੀਆ ਜਾਣਾ ਚਾਹੀਦਾ ਤੁਹਾਡੇ ਤੋਂ, ਕਿਉਂਕਿ ਜੇ ਸਵਾਲ ਇਹ ਆ ਜਾਂਦਾ ਕਿ ਭਾਈ ਕਿਹੜੇ ਹਿਸਾਬ ਨਾਲ ਇੰਡੀਆ, ਜੇ ਆਪਣਾ ਇੱਕ ਪਾਸੇ ਬੰਦਾ ਕੁਛ ਕਹਿ ਰਿਹਾ ਦੂਜੇ ਪਾਸੇ ਕੰਟਰਾਡਿਕਟਰੀ ਚੀਜ਼ ਜਿਹੜੀ ਹੋ ਜਾਂਦੀ ਆ, ਤੇ ਹਾਂਜੀ ਉਹ ਫਿਰ ਲੈਜੀਟੀਮੇਸੀ ਤੇ ਸਵਾਲ ਆ ਜਾਂਦਾ ਕਿ ਕੋਈ ਪੁੱਠਾ ਸਿੱਧਾ ਤਾਂ ਨਹੀਂ ਕਿਸੇ ਨੇ ਕੰਮ ਕੀਤਾ। ਜੀ ਸੋ ਜਿਹੜੇ ਅਸਾਈਲਮ ਵਾਲੇ ਆ ਉਹ ਇਹ ਸਵਾਲ ਕਰਨਾ ਬੰਦ ਕਰ ਦਿਓ, ਇਹ ਚੀਜ਼ ਦਾ ਕੋਈ ਤੁੱਕ ਨਹੀਂ ਬਣਦੀ। ਇਹ ਤੁਸੀਂ ਕਿਹੜੇ ਆਧਾਰ ਤੇ ਪੁੱਛ ਰਹੇ ਹੋ ਜੀ? ਹੁਣ ਤੱਕ ਸਿਟੀਜ਼ਨ ਹੋ ਗਿਆ ਹਨਾ ਵੀ ਉਹ ਮੈਂ ਤਾਂ ਦੱਸਦਾ ਕਿਹੜੇ ਆਧਾਰ ਤੇ ਪੁੱਛਦੇ ਆ। ਹੁਣ ਵਿਅਕਤੀ ਕਈ ਹੈਗੇ, ਉਹਨਾਂ ਨੇ ਆਪਣੇ ਜਿਹੜੇ ਹਜ਼ਾਰਾਂ ਦੀ ਤਾਦਾਦ ਚ ਗਏ ਹੋਣੇ, ਮੈਂ ਕਈ ਵਾਰੀ 2 ਸਾਲ ਹੋ ਗਏ ਕਿ ਇੱਥੇ ਇਨਵੈਸਟੀਗੇਸ਼ਨ ਇੱਕ ਦਿਨ ਹੋਣੀ ਜ਼ਰੂਰ ਹੈਗੀ ਸਾਰੀ ਚੀਜ਼ ਦੇ ਉੱਤੇ, ਤੇ ਉਹ ਕਈ ਵਾਰੀ ਜਿਹੜਾ ਸੀਗਾ ਕਿ ਨਾ ਗੱਲ ਜਦੋਂ ਸਿੱਧੇ ਕਰ ਦਿੰਦੀ ਆ ਤੇ ਮੱਚ ਜਾਂਦੇ ਲੋਕੀ ਕਿ ਲੈ ਸਾਨੂੰ ਇੰਡੀਆ ਜਾਣ ਤੋਂ ਰੋਕਦਾ, ਜਾਓ ਮੇਰੇ ਵੱਲੋਂ। ਮੈਂ ਹੁਣ ਕੀ ਇਹਦੇ ਵਿੱਚ, ਮੈਂ ਕਿਹਾ ਵਕੀਲ ਤਾਂ ਨਹੀਂ ਠੱਪਾ ਲਾ ਸਕਦਾ ਕਿਸੇ ਉੱਤੇ। ਤੇ ਪਹਿਲੀ ਗੱਲ ਇਹ ਹੈ ਕਿ ਕਈ ਵਾਰੀ ਸਵਾਲ ਏਦਾਂ ਹੁੰਦਾ ਕਿ ਬੰਦਾ ਪਹਿਲਾਂ ਹੀ ਗਿਆ ਹੁੰਦਾ ਵਾ ਤੇ ਉਹ ਬਾਅਦ ਚ ਪੁੱਛਦਾ ਵਕੀਲ ਤੋਂ ਕਿ ਮੈਂ ਚੱਲ ਜਾਵਾਂ, ਕਿ ਭਾਈ ਤੂੰ ਤਾਂ ਜਾਇਆ ਆਲਰੇਡੀ, ਹੁਣ ਇਹਦੇ ਵਿੱਚ ਵਕੀਲ ਕੀ ਕਰੇ? ਉਹ ਕਿਹੜਾ ਵਕੀਲ ਦਾ ਕਲਿੱਪ ਕੱਟ ਕੇ ਕੰਮ ਆ ਜਾਣਾ ਕਿ ਲੈ ਇਹਨੇ ਮੈਨੂੰ ਕਿਹਾ ਸੀਗਾ ਕਿ ਜਾ ਸਕਦੇ ਜਾਂ ਨਹੀਂ ਆ ਸਕਦੇ ਹਨਾ।
ਸੋ ਬਿਲਕੁਲ ਜੀ। ਅਰਜੁਨਪ੍ਰੀਤ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਇਹ ਮੈਂ ਪੁੱਛਣਾ ਸੀ- ਹਾਂਜੀ ਚਲੋ ਤੁਹਾਡੇ ਸਵਾਲ ਨੂੰ ਮੈਂ ਅਰਜੁਨ ਜੀ ਰੋਕਦਾ। ਹੁਣ ਜਿੱਦਾਂ ਇੱਕ ਚੀਜ਼ ਆਪਾਂ ਜਿਹੜਾ ਇੱਕ ਖਬਰ ਵੀ ਡਿਸਕਸ ਕੀਤੀ ਸੀ, ਜਿਹੜੀ ਫੇਸ਼ੀਅਲ ਰੈਕੋਗਨਾਈਜੇਸ਼ਨ ਤੇ ਉਹ ਸਾਰਾ ਬਾਇਓਮੈਟ੍ਰਿਕ ਇਹ ਲਿੰਕ ਹੋ ਸਕਦੀ ਹੈ ਆਪਸ 'ਚ ਇਹ ਚੀਜ਼ ਵੀ ਉਹ ਜਦੋਂ ਅਗਲਿਆਂ ਨੇ ਕਰਨਾ ਹੈ ਉਹ ਸਾਰਾ ਕੁਝ ਵੈਸੇ ਵੀ ਬੰਦੇ ਦਾ ਆ ਹੀ ਜਾਂਦਾ ਆ ਵੀ ਹਾਂ ਤੂੰ ਭਾਈ ਕਿੱਧਰੋਂ ਆਉਂਦੇ ਆ, ਤੂੰ ਤਾਂ ਆਹ ਅਪਲਾਈ ਕੀਤਾ ਸੀ, ਤੂੰ ਇਦਾਂ ਕੀਤਾ ਸੀ, ਉਹ ਤਾਂ ਫਿਰ ਸਾਰੀਆਂ ਚੀਜ਼ਾਂ ਅਗਲੇ ਦੇ ਮੂਹਰੇ ਆ ਜਾਣੀਆਂ ਜਦੋਂ ਐਂਟਰੀ ਹੋਣੀ ਆ ਦੁਬਾਰਾ ਇੱਥੇ ਯੂਐਸ ਦੇ ਵਿੱਚ। ਜੀ ਬਾਹਲਾ ਟਾਈਮ ਨਹੀਂ ਲੱਗਦਾ, 2-3 ਐਕਸੀਡੈਂਟਾਂ ਤੋਂ ਬਾਅਦ ਇਹਨਾਂ ਨੇ CDL ਦਾ ਮੁੱਦਾ ਜਿਹੜਾ ਚੱਕਤਾ ਸੀਗਾ 2-3 ਐਕਸੀਡੈਂਟਾਂ ਤੋਂ ਬਾਅਦ। ਤੇ ਸੇਮ ਚੀਜ਼ ਇਹਦੇ ਵਿੱਚ ਹੀ ਹੈ। ਤਾਂ ਸਰਕਾਰ ਜਿਹੜੀ ਹੁਣ ਹੈਗੀ ਹੈ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਮਾਹੌਲ ਜਿਹੜਾ ਕੀ ਆ ਕਿੱਦਾਂ, ਤੇ ਓਬਵੀਅਸਲੀ ਜਿਹੜੀ ਸਰਕਾਰ ਆ ਉਹ ਜੇ ਡਿਸਾਈਡ ਕਰੇ ਕਿ ਕਿਹੜੀ ਚੀਜ਼ ਨੂੰ ਐਨਫੋਰਸ ਕਿਹੜੇ ਹਿਸਾਬ ਨਾਲ ਕਰਨਾ ਉਹ ਕਰ ਸਕਦੀ ਹੈ ਜੇ ਉਧਰ ਨੂੰ ਜਾਣ। ਜੀ ਅਰਜੁਨ ਜੀ ਪੁੱਛੋ ਸਵਾਲ। ਹਾਂਜੀ ਭਾਜੀ ਮੇਰਾ ਨਾ ਅਸਾਈਲਮ ਪਾਸ ਹੋਇਆ ਸੀ 2022 ਦੇ ਵਿੱਚ, ਤੇ ਮੈਂ ਉਦੋਂ ਫਾਈਲ ਲਾਤੀ ਸੀ ਉਹਨਾਂ ਆਪਣਾ, ਮੇਰੀ ਇੰਟਰਵਿਊ ਆਈ ਸੀ ਬਾਅਦ ਦੇ ਵਿੱਚ ਨਾ 2023 ਜੁਲਾਈ 'ਚ। ਤੇ ਉਸ ਤੋਂ ਬਾਅਦ ਉਹਨਾਂ ਨੇ ਕੁਝ ਦੱਸਿਆ ਨਹੀਂ, ਤੇ ਮੈਂ 6 ਮਹੀਨੇ ਬਾਅਦ ਜਿੱਦਾਂ ਉਹਨਾਂ ਨੂੰ ਇਨਕੁਆਰੀ ਪਤਾ ਨਾ, ਤੇ ਉਹਨਾਂ ਦਾ ਬਸ ਇਹੀ ਆ ਰਿਹਾ ਕਿ ਵੇਟ ਕਰੋ। ਤੇ ਜਿੱਦਾਂ ਮੈਂ ਆਪਣਾ ਟਰੈਵਲ ਡਾਕੂਮੈਂਟ ਤੇ ਮੈਂ ਯੂਰਪ ਵੀ ਹੋ ਕੇ ਆਇਆ, ਤੇ ਹੁਣ ਮੈਂ ਪੁੱਛਣਾ ਮੇਰਾ ਗ੍ਰੀਨ ਕਾਰਡ ਨਹੀਂ ਆ ਰਿਹਾ, ਮਤਲਬ 2 ਸਾਲ ਤੋਂ ਉੱਪਰ ਹੀ ਹੋ ਗਿਆ ਇੰਟਰਵਿਊ ਹੋਣ ਤੋਂ ਬਾਅਦ। ਤੇ ਮੇਰਾ ਕੁਐਸਚਨ ਇਹ ਹੈ ਕਿ ਜੇ ਮੇਰਾ ਬੇਟਾ ਇੱਥੇ ਸਿਟੀਜ਼ਨ ਹੈ ਤੇ ਮੈਂ ਉਹਨਾਂ ਥਰੂ ਆਪਣਾ ਲਾ ਸਕਦਾ, I-94 ਹੈਗਾ, ਉਹਨਾਂ ਥਰੂ ਲਾ ਸਕਦਾ ਕਿ ਜਾਂ ਮੈਂ ਆਪਣਾ ਅਸਾਈਲਮ ਦਾ ਗ੍ਰੀਨ ਕਾਰਡ ਦੀ ਵੇਟ ਕਰਾਂ? ਦੇਖੋ ਪੁਰਾਣੀ ਸਰਕਾਰ ਦੇ ਸਾਰੇ ਲਾ ਸਕਦੇ, ਜਿਹੜੀ ਨਵੀਂ ਸਰਕਾਰ ਹੈ ਇਹਨਾਂ ਦਾ ਕੁਝ ਨਹੀਂ ਪਤਾ ਕਿ ਜਿਹੜੀ ਤੁਹਾਡੀ ਪੇਰੋਲ ਵਾਲੀ ਐਂਟਰੀ ਜਿਹੜੀ ਟਰੈਵਲ ਡਾਕੂਮੈਂਟ ਤੁਸੀਂ ਆਏ ਇਹ ਇਹਨੂੰ ਰਿਜੈਕਟ ਕਰ ਸਕਦੇ ਆ ਕਿ ਨਹੀਂ, ਆਪਾਂ ਇਹਨੂੰ ਮੰਨਦੇ ਨਹੀਂ ਹੈਗੇ ਹਨਾ। ਤੁਸੀਂ ਲਾ ਸਕਦੇ ਆ, ਕੋਈ ਨੁਕਸਾਨ ਨਹੀਂ ਹੈਗਾ, ਪਰ ਅਪਰੂਵ ਹੋਣਾ ਕਿ ਨਹੀਂ ਹੋਣਾ ਸਰਕਾਰ ਇਹ ਕਹਿ ਸਕਦੀ ਹੈ ਕਿ ਨਹੀਂ ਇਹ ਆਪਾਂ ਇਹਨੂੰ ਜਿਹੜੀ ਐਂਟਰੀ ਇਹਨੂੰ ਆਪਾਂ ਸੇਮ ਐਡਮਿਸ਼ਨ ਨਹੀਂ ਮੰਨਦੇ ਹੈਗੇ। ਜੀ ਠੀਕ ਹੈ ਜੀ। ਤੇ ਮੈਂ ਇੱਕ ਪੁੱਛਣਾ ਸੀ, ਇੱਕ ਛੋਟਾ ਜਿਹਾ ਕੁਐਸਚਨ ਹੈ, ਜੇ ਆਪਾਂ ਲਾ ਦੇਣੇ ਆ ਤੇ ਉਹ ਆਪਾਂ ਨੂੰ ਫਿਰ ਅਸਾਈਲਮ ਦਾ ਹੀ ਗ੍ਰੀਨ ਕਾਰਡ ਆਏਗਾ ਕਿ ਜਾਂ ਸਿਟੀਜ਼ਨ ਜਿਹੜਾ ਕੈਟਾਗਰੀ ਚੇਂਜ ਹੋ ਜਾਏਗੀ? ਸਿਟੀਜ਼ਨ ਆਪਣੇ ਹਾਂਜੀ ਫੈਮਿਲੀ ਬੇਸਡ ਵਾਲਾ ਆਊਗਾ, ਉਹ ਤਾਂ ਜਿਹੜੇ ਬੇਸ ਤੇ ਕਰੂਗੇ ਉਹਦੇ ਬੇਸ ਤੇ ਆਊਗਾ। ਉਹ ਤਾਂ ਕੈਟਾਗਰੀ ਜਿਹੜੀ ਤੁਹਾਡੀ ਮਾਰਕ ਕਰਦੇ ਆ ਤਾਂ ਗ੍ਰੀਨ ਕਾਰਡ ਤੇ ਜਿਹੜਾ ਇੰਪਲੋਇਮੈਂਟ ਵਾਲਾ ਉਹ ਆਉਣਾ, ਅਸਾਈਲਮ ਵਾਲੇ ਦਾ ਆਉਣਾ, ਇਹਦੇ ਵਿੱਚ ਆਊਗਾ ਆਪਣਾ ਜਵਾਕ ਵਾਲਾ ਤੁਹਾਡੇ। ਜੀ ਅਗਲੀ ਜਿਹੜੀ ਕਾਲਰ ਨੇ ਜੀ ਅਰਸ਼ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਨਾ I-730 ਇੰਪਰੂਵ ਹੋ ਕੇ ਬਾਅਦ ਚ ਮੇਰਾ ਵਾਈਫ ਵੱਲੋਂ I-485 ਅਪਲਾਈ ਕੀਤਾ ਵਾ ਜੀ ਜਨਵਰੀ ਦਾ, ਤੇ ਭਾਜੀ ਉਹਦੀ ਕੋਈ ਅਪਡੇਟ ਨਹੀਂ ਆਈ। ਉਹਨਾਂ ਨੇ ਮੇਰਾ ਅਸਾਈਲਮ ਕੇਸ ਰੀਓਪਨ ਕਰਤਾ ਦੂਜੀ ਸਾਈਡ ਜੀ, ਤੇ ਹੁਣ ਮੈਂ ਜੋ ਟਰਮੀਨੇਟ ਕਰਾਵਾਂ ਕੇਸ ਆਪਣਾ ਅਸਾਈਲਮ ਤੇ ਜਿਹੜਾ ਮੇਰੇ ਕੋਲ ਵਰਕ ਪਰਮਿਟ ਅਸਾਈਲਮ ਆ ਜੀ, ਮੇਰਾ ਵਰਕ ਪਰਮਿਟ ਬੰਦ ਹੋ ਜੂ ਭਾਜੀ? ਸੋ ਤੁਸੀਂ ਇਹ ਕਹਿ ਰਹੇ ਕਿ ਤੁਸੀਂ ਪਹਿਲਾਂ ਆਏ ਕਿੱਦਾਂ ਸੀਗੇ ਅਮਰੀਕਾ ਦੇ ਵਿੱਚ, ਵੀਜ਼ੇ ਤੇ ਆਏ ਸੀਗੇ ਜਾਂ ਕਿੱਦਾਂ? ਹਾਂਜੀ ਭਾਜੀ ਵਿਜ਼ਟਰ ਵੀਜ਼ਾ ਲੈ ਕੇ ਆਏ ਸੀ B1 B2 ਜੀ। ਵੀਜ਼ੇ ਤੇ ਆਏ ਸੀਗੇ ਅਸਾਈਲਮ ਆਫਿਸ ਚੋਂ, ਫਿਰ ਤੁਸੀਂ ਰੈਫਰ ਹੋ ਗਏ ਸੀਗੇ ਇਮੀਗ੍ਰੇਸ਼ਨ ਕੋਰਟ? ਹਾਂਜੀ ਇਮੀਗ੍ਰੇਸ਼ਨ ਕੋਰਟ ਚ ਹੋ ਗਿਆ ਜੱਜ ਕੋਲੇ ਜੀ, ਤੇ ਮੇਰਾ ਵਕੀਲ ਨੇ ਜੀ ਕੇਸ ਮੇਰਾ ਐਡਮਿਨ ਕਲੋਜ਼ ਕਰਾਇਆ ਤੁਸੀਂ? ਜੀ ਭਾਜੀ ਹਾਂਜੀ। ਤੇ ਐਡਮਿਨ ਕਲੋਜ਼ ਕਰਾ ਕੇ ਤੁਸੀਂ ਵਿਆਹ ਵਾਲਾ ਜਿਹੜਾ ਕਾਰਵਾਈ ਪਾਤੀ ਸਿਟੀਜ਼ਨ ਸਪਾਊਸ ਨਾਲ ਵਿਆਹ ਕਰਾ ਕੇ? ਨਹੀਂ ਤੇ ਫਿਰ ਆਪਣਾ ਅਸਾਈਲਮ ਪਾਸ ਹੋਇਆ ਸੀਗਾ ਜੀ, I-730 ਇੰਪਰੂਵ ਹੋ ਗਿਆ ਸੀ ਮੇਰਾ, ਤੇ ਪਿਛਲੇ ਸਾਲ ਜਨਵਰੀ ਚ ਮੇਰਾ I-485 ਅਪਲਾਈ ਹੋ ਗਿਆ ਸੀ। ਹੁਣ ਉਹਨਾਂ ਨੇ 10 ਦਿਨ ਪਹਿਲਾਂ ਮੇਰਾ ਉਧਰ ਰੀਓਪਨ ਕਰਤਾ ਮੇਰਾ ਅਸਾਈਲਮ, ਤੇ ਹੁਣ ਉਹਨਾਂ ਨੇ ਤਰੀਕ ਵੀ ਪਾਤੀ ਮੇਰੀ 2027 ਦੀ। ਤੇ ਤੁਸੀਂ ਉਹਨੂੰ ਆਪੋਜੀਸ਼ਨ ਨਹੀਂ ਫਾਈਲ ਕੀਤੀ? ਜਦੋਂ ਸਰਕਾਰ ਨੇ ਮੋਸ਼ਨ ਫਾਈਲ ਕੀਤੀ ਉਹ ਚ 10 ਦਿਨ ਹੁੰਦੇ ਆ, ਤੁਸੀਂ ਆਪੋਜੀਸ਼ਨ ਫਾਈਲ ਕਰਨੀ ਹੁੰਦੀ ਹੈ? ਨਹੀਂ ਉਹਦੇ ਬਾਰੇ ਨਹੀਂ ਭਾਜੀ ਮੈਨੂੰ ਪਤਾ ਜੀ। ਨਹੀਂ ਉਹ ਭਾਜੀ ਚੈੱਕ ਕਰੋ ਇੱਕ ਵਾਰੀ ਕਿ ਮੋਸ਼ਨ 10 ਦਿਨ ਹੁੰਦੇ ਆ ਕਰਨ ਦੇ। ਇੱਕ ਤਾਂ ਚਲੋ ਉਹ ਨਿਕਲ ਗਈ ਤੁਹਾਡੀ ਓਪਰਚੁਨਿਟੀ, ਕਿਉਂਕਿ ਹੁਣ ਤੁਹਾਨੂੰ ਤੁਸੀਂ ਦੁਬਾਰਾ ਇੱਕ ਵਾਰੀ ਮੋਸ਼ਨ ਪਾ ਸਕਦੇ ਜੱਜ ਨੂੰ ਇਹੀ ਕਹਿ ਕੇ ਸਾਰੀ ਸੇਮ ਚੀਜ਼ ਕਿ ਮੇਰਾ ਇਹ ਏਦਾਂ ਦਾ ਪੈਂਡਿੰਗ ਹੈ, ਤੇ ਉਹ ਤੁਹਾਨੂੰ ਉਹਨੂੰ ਅਪੋਜ਼ ਜਿਹੜਾ ਕਰਨਾ ਚਾਹੀਦਾ ਸੀਗਾ। ਤੇ ਕੋਈ ਨਹੀਂ, ਇਹਨੂੰ ਜੇ ਜੱਜ ਵਧੀਆ ਹੋਇਆ ਤੁਹਾਨੂੰ ਕਰ ਵੀ ਸਕਦਾ ਦੁਬਾਰਾ ਜਿਹੜਾ ਸੀਗਾ। ਤੇ ਕਿਉਂਕਿ ਤੁਹਾਡਾ ਰਿਫਿਊਜੀ 730 ਤੁਹਾਡਾ ਅਪਰੂਵ ਆ ਕੋ ਪੈਂਡਿੰਗ ਹੈ? ਨਹੀਂ ਅਪਰੂਵ ਆ ਭਾਜੀ ਉਹ ਮੇਰਾ। ਹਾਂਜੀ ਉਹ ਨਾਲ ਲਾ ਕੇ ਫਾਈਲ ਕਰੋ ਕਿ ਮੇਰਾ ਆਲਰੇਡੀ ਜਿਹੜਾ ਸੀਗਾ ਕਲਾਸੀਫਾਈ ਹੋ ਗਿਆ, ਤੇ ਮੇਰੇ ਕੋਲ ਜਿਹੜਾ ਮੈਥਡ ਹੈਗਾ ਐਡਜਸਟ ਕਰਨ ਦਾ। ਦੁਬਾਰਾ ਮੋਸ਼ਨ 2 ਜਿਹੜਾ ਸੀਗਾ ਟਰਮੀਨੇਟ ਫਾਈਲ ਕਰੋ। ਐਡਮਿਨ ਕਲੋਜ਼ ਐਕਚੁਅਲੀ ਜਦੋਂ ਤੁਹਾਡਾ ਉਹ ਹੋ ਗਿਆ ਨਾ, ਤੁਹਾਨੂੰ ਜਿਹੜਾ ਸੀਗਾ ਇਹ ਖੁਦ ਵੀ ਰੀਓਪਨ ਕਰਕੇ ਇਹਨੂੰ ਟਰਮੀਨੇਟ ਜਿਹੜੀ ਮੋਸ਼ਨ ਕਰਨੀ ਚਾਹੀਦੀ ਸੀ। ਦੇਖ ਲਓ ਜੇ ਸਰਕਾਰੀ ਵਕੀਲ ਜੁਆਇਨ ਕਰਦਾ ਇਹਦੇ ਨਾਲ ਕਿ ਨਹੀਂ। ਠੀਕ ਹੈ ਭਾਜੀ। ਜਿਹੜਾ ਮੇਰਾ ਵਰਕ ਪਰਮਿਟ ਭਾਜੀ ਕੈਂਸਲ ਹੋ ਜਾਊਗਾ ਕਿਉਂਕਿ ਮੇਰੇ ਕੋਲ ਅਸਾਈਲਮ ਆ ਜੀ, ਮੈਂ ਵਿਆਹ ਵਾਲਾ ਵਰਕ ਉਹਨਾਂ ਅਪਲਾਈ ਨਹੀਂ ਕੀਤਾ ਉਦੋਂ ਮੇਰੇ ਨਾਲ।
ਅਸਾਈਲਮ ਵਾਲਾ ਵਰਕ ਪਰਮਿਟ ਤਾਂ ਤੁਹਾਡਾ ਭਾਜੀ ਜਿਹੜਾ ਹੁਣ ਕੈਂਸਲ ਕਿਹੜੇ ਹਿਸਾਬ ਨਾਲ, ਮਤਲਬ ਕਿ ਜੇ ਅਸਾਈਲਮ ਰੀਓਪਨ ਹੋ ਗਿਆ ਤੁਹਾਡਾ ਤੇ ਫਿਰ ਵਰਕ ਪਰਮਿਟ ਵੀ ਤੁਹਾਡਾ ਅਸਾਈਲਮ ਕੇਸ ਜੇ ਪੈਂਡਿੰਗ ਆ ਤੇ ਵਰਕ ਪਰਮਿਟ ਜੇ ਵੈਲਿਡ ਆ, ਤੁਹਾਨੂੰ ਕੋਈ ਚਿੱਠੀ ਨਹੀਂ ਆਈ ਉਹਦੇ ਰਿਲੇਟਡ, ਤੇ ਉਹ ਤੁਸੀਂ ਯੂਜ਼ ਕਰ ਸਕਦੇ ਆ। ਜੀ ਅਗਲੇ ਕਾਲਰ ਵੱਲੋਂ ਆਪਾਂ ਵੱਧਦੇ ਹਾਂ ਜੀ। ਗੁਰਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਹੈ, ਮੇਰਾ I-130 2019 ਚ ਅਪ੍ਰੈਲ ਚ ਅਪਰੂਵ ਹੋ ਗਿਆ ਸੀ। ਉਸ ਤੋਂ ਬਾਅਦ ਫਿਰ I-601A ਵੇਵਰ ਵੀ ਅਪਰੂਵ ਹੋ ਗਿਆ ਲਾਸਟ ਈਅਰ, ਤੇ ਜਿਹੜੇ NVC ਡਾਕੂਮੈਂਟ ਅਪਰੂਵ ਹੋ ਗਏ ਸੀ ਦਿਸ ਈਅਰ ਅਪ੍ਰੈਲ ਚ। ਤੇ ਇੱਕ ਕੁਐਸਚਨ ਇਹ ਕਿ ਇੰਟਰਵਿਊ ਆਉਣ ਨੂੰ ਕਿੰਨਾ ਕੁ ਟਾਈਮ ਲੱਗਦਾ। ਦੂਜਾ ਹੈ ਕਿ ਮੇਰਾ ਅਸਾਈਲਮ ਦਾ ਕੇਸ ਐਡਮਿਨ ਕਲੋਜ਼ ਕਰਾਇਆ ਹੋਇਆ, ਤੇ ਮੈਨੂੰ ਇੰਟਰਵਿਊ ਦੀ ਡੇਟ ਆਉਣ ਦੀ ਵੇਟ ਕਰਨੀ ਚਾਹੀਦੀ ਉਹਦੀ ਕੋਰਟ 'ਚ ਉਹਨੂੰ ਪੂਰਾ ਬੰਦ ਕਰਾਉਣ ਲਈ, ਕਿ ਪਹਿਲਾਂ ਵੀ ਕਰਾ ਸਕਦੇ? ਭਾਜੀ ਗੁੱਡ ਕੁਐਸਚਨ। ਇਹਦਾ ਮਤਲਬ ਗੱਲ ਏਦਾਂ ਹੈ ਕਿ ਅਲਟੀਮੇਟਲੀ ਜਿਹੜਾ ਰੀਓਪਨ ਹੋ ਕੇ ਟਰਮੀਨੇਟ ਹੋਣਾ ਚਾਹੀਦਾ, ਮਤਲਬ ਕਿ ਉਹ ਤਮੂੜੀਆਂ ਦੇ ਖੱਖਰ ਨੂੰ ਹੁਣ ਕਦੋਂ ਹੱਥ ਪਾਉਣਾ, ਤੁਸੀਂ ਪਹਿਲਾਂ ਪਾਉਣਾ, ਬਾਅਦ ਚ ਪਾਉਣਾ, ਖੜੇ ਪੈਰ ਪਾਉਣਾ, ਠੀਕ ਹੈ। ਤੇ ਉਹ ਹੁਣ ਤੁਹਾਡੇ ਤੇ ਆ। ਮਤਲਬ ਮੁੱਖ ਦੀ ਗੱਲ ਇਹ ਹੈ ਕਿ ਜੱਜ ਤੇ ਸਰਕਾਰੀ ਵਕੀਲ ਤੇ ਬਹੁਤ ਇਹ ਡਿਪੈਂਡ ਕਰਦਾ ਹੁੰਦਾ। ਤੇ ਤੁਸੀਂ ਆਪਣਾ ਜਿਹੜਾ ਇੰਟਰਵਿਊ ਵਾਲਾ ਟਾਈਮ ਤਾਂ ਕੋਈ ਕਰ ਨਹੀਂ ਪਾਇਆ, ਪਰ ਜਦੋਂ ਤੁਹਾਡੇ ਕੋਲ ਇੱਕ ਵਾਰੀ ਇੰਟਰਵਿਊ ਜੇ ਤੁਹਾਡੀ ਆ ਜਾਂਦੀ ਹੈ, ਠੀਕ ਹੈ। ਕਈ ਵਾਰੀ ਜਿਹੜੇ ਕੋਰਟ ਕਚਹਿਰੀਆਂ ਹੁੰਦੀਆਂ ਉਹ ਰੀਓਪਨ ਕਰਨ ਨੂੰ, ਕਲੋਜ਼ ਕਰਨ ਨੂੰ 60 ਕੁ ਦਿਨ ਤਕਰੀਬਨ ਜਿਹੜਾ ਲਾ ਦਿੰਦੇ ਆ, ਤੇ ਕਈ ਵਾਰੀ ਕਰਦੇ ਨਹੀਂ ਆ। ਤੇ ਫਿਰ ਤੁਹਾਨੂੰ ਜਿਹੜਾ ਹੋ ਸਕਦਾ ਆਪਣੀ ਇੰਟਰਵਿਊ ਜਿਹੜੀ ਅੱਗੇ ਵੀ ਜਿਹੜੀ ਪ੍ਰੋਸੀਡ ਕਰਨੀ ਪਵੇ। ਤੇ ਇਹ ਤਾਂ ਤੁਹਾਡਾ ਜੀ ਹੁਣ ਵਕੀਲ ਨਾਲ ਹੀ ਸਲਾਹ ਦੱਸੋ ਕਿ ਟਾਈਮਿੰਗ ਕਿਹੜੇ ਹਿਸਾਬ ਨਾਲ। ਜੇ ਤੁਸੀਂ ਰੈਡੀ ਆ ਕਿ ਮੈਂ ਇੰਡੀਆ ਜਾ ਕੇ ਵੇਟ ਕਰ ਸਕਦਾ 4-6 ਮਹੀਨੇ, ਠੀਕ ਆ, ਤੇ ਫਿਰ ਤੁਸੀਂ ਇਹਨੂੰ ਰੀਓਪਨ ਕਰਾ ਕੇ ਹੁਣੇ ਟਰਮੀਨੇਟ ਕਰਾ ਦਿਓ। ਮੇਰੇ ਹਿਸਾਬ ਨਾਲ ਤਾਂ ਇਹੀ ਹੈ ਕਿ ਤੁਸੀਂ ਅਨਸਰਟੇਨਟੀ ਦੇ ਵਿੱਚ ਰਹਿੰਦੇ ਆ। ਜੇ ਤੁਹਾਨੂੰ ਜੇ ਚਾਂਸ ਮਿਲਦਾ, ਹੌਲੀਡੇ ਸੀਜ਼ਨ ਚੜਿਆ ਹੋਇਆ ਵਾ, ਠੀਕ ਆ, ਸਰਕਾਰੀ ਵਕੀਲਾਂ ਦੇ ਵੀ ਮੂਡ ਸ਼ੂਡ ਵਧੀਆ ਹੋਣੇ ਆ ਇਸ ਵੇਲੇ, ਤੇ ਕਰਕੇ ਜਿਹੜਾ ਤੁਸੀਂ ਉਹ ਹੈਗਾ ਤੇ ਆਪਣਾ ਵਾਪਸ ਜਾਣ ਵਾਲਾ ਵੀ ਜਿਹੜਾ ਸਿਸਟਮ ਜਿਹਾ ਚੱਲ ਰਿਹਾ, ਤੇ ਸਰਕਾਰ ਵੀ ਚਾਹੁੰਦੀ ਆ ਕਿ ਵੱਧ ਤੋਂ ਵੱਧ ਬੰਦੇ ਜਿਹੜੇ ਵਾਪਸ ਭੇਜੇ, ਇਹਨਾਂ ਦਾ ਵੀ ਅੰਕੜਾ ਜਿਹੜਾ ਹੈਗਾ। ਤੇ ਜੇ ਤੁਸੀਂ ਉਹ ਕਰਕੇ ਉਹਨੂੰ ਜਾਂ ਤਾਂ ਟਰਮੀਨੇਟ ਕਰਾ ਦਿਓ, ਜਾਂ ਉਹਦੇ ਵਿੱਚ ਆਪਣੇ ਵਕੀਲ ਨਾਲ ਵਲੰਟਰੀ ਡਿਪਾਰਚਰ ਦੀ ਆਪਸ਼ਨ ਜਿਹੜੀ ਪ੍ਰੀ ਕੰਕਲੂਜਨ ਵਲੰਟਰੀ ਡਿਪਾਰਚਰ ਹੈ, ਦੋਨੋਂ ਆਪਸ਼ਨਾਂ ਜਿਹੜੀਆਂ ਡਿਸਕਸ ਕਰੋ ਆਪਣੇ ਵਕੀਲ ਨਾਲ। ਭਾਈ ਜਿੱਦਾਂ 6 ਮਹੀਨੇ ਹੋ ਗਏ ਡਾਕੂਮੈਂਟ ਅਪਰੂਵ ਹੋਏ ਨੂੰ, ਤੁਹਾਡੇ ਹਿਸਾਬ ਨਾਲ ਕਿੰਨੇ ਟਾਈਮ 'ਚ ਆ ਜਾਣੀ ਚਾਹੀਦੀ ਇੰਟਰਵਿਊ? ਉਹ ਨਹੀਂ ਭਾਜੀ, ਮੇਰੇ ਕੋਲ ਤਾਂ ਹਿਸਾਬ ਕਿਤਾਬ ਹੁੰਦਾ, ਮੈਂ ਤਾਂ ਜੋਸ਼ੀ ਬਣ ਜਾਣਾ ਹੈਗਾ ਭਾਜੀ, ਇਹਦੇ ਵਿੱਚ ਹੈ ਨਹੀਂ ਕੋਈ ਹਿਸਾਬ ਕਿਤਾਬ। ਠੀਕ ਹੈ, ਨਗ ਨੂੰ ਦੱਸਿਆ ਕਰਨੇ ਸੀ ਵੀ ਆਹ ਨਗ ਪਾਓ, ਫਿਰ ਤੁਹਾਡੀ ਤਰੀਕ ਜਲਦੀ ਆਉਣੀ ਆ। ਸਹੀ ਗੱਲ ਆ। ਰਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਆਵਾਜ਼ ਨਹੀਂ ਕਲੀਅਰ ਆ ਰਹੀ ਭਾਜੀ ਤੁਹਾਡੀ। ਹਾਂਜੀ ਬੋਲੋ, ਥੋੜਾ ਲਾਗੇ ਹੋ ਕੇ ਬੋਲੋ ਮਾਈਕ ਦੇ, ਫੋਨ ਦੇ ਜੀ, ਲਾਊਡ ਸਪੀਕਰ ਬੰਦ ਕਰਕੇ ਜੀ। ਮੈਨੂੰ ਟਿਕਟ ਮਿਲੀ ਸੀ 2007 ਵਿੱਚ 7/11 ਤੇ, ਮੈਂ ਉਹਨੂੰ ਬੇਲ ਵੇਚੀ ਸੀ ਤੇ ਮੈਂ ਫਿਰ ਚਲਾ ਗਿਆ ਸੀ। ਅਟਾਰਨੀ ਟਿਕਟ ਜੀ ਸਮਝ ਆ ਰਹੀ ਤੁਹਾਨੂੰ ਭਾਜੀ? ਥੋੜਾ ਜਿਹਾ ਨਾ ਸਪੀਕਰ ਤੋਂ ਹਟ ਕੇ ਬੋਲੋ ਜੀ, ਤੁਸੀਂ ਮਤਲਬ ਸਪੀਕਰ ਤੇ ਬੋਲਦੇ ਆ, ਨਹੀਂ ਸੁਣਦਾ ਪਿਆ ਆਵਾਜ਼, ਤੇ ਜਨਤਾ ਬੜੀ ਪਰੇਸ਼ਾਨ ਹੋ ਰਹੀ ਸਾਡੀ ਜੀ। ਸੌਰੀ ਆ ਜੀ। ਅਗਲੇ ਕਾਲਰ ਨੇ ਬਲਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪੁੱਛਣਾ ਜੀ, ਮੈਂ ਜਿੱਦਾਂ ਸਿਟੀਜ਼ਨ ਇੱਥੇ, ਤੇ ਮੇਰੇ ਡੈਡੀ ਨੇ ਅਸਾਈਲਮ ਲਿਆ ਸੀ ਤੇ ਮੈਂ ਨਹੀਂ ਅਸਾਈਲਮ ਲਿਆ, ਤੇ ਮੈਂ ਇੰਡੀਆ ਜਾ ਸਕਦਾ ਹੈਗਾ? ਹਾਂਜੀ, ਤੁਸੀਂ ਕਿਹੜੇ ਬੇਸ ਤੇ ਲਿਆ ਸੀ? ਫੈਮਿਲੀ ਬੇਸ ਤੇ ਆਏ ਸੀ? ਹਾਂਜੀ ਫੈਮਿਲੀ ਬੇਸ ਤੇ ਆਏ ਸੀ 2004 ਵਿੱਚ ਹੀ। ਆਏ ਤੁਸੀਂ ਆਪਣੇ ਡੈਡੀ ਦੇ ਥਰੂ ਹੀ ਹੈ? ਹਾਂਜੀ ਡੈਡੀ ਦੇ ਥਰੂ ਆਏ ਸੀ। ਅੱਛਾ, ਫਾਦਰ ਨੇ ਪਹਿਲਾਂ ਲੈ ਕੇ ਅਸਾਈਲਮ ਤੇ ਉਹ ਕਰਕੇ ਤੇ ਤੁਸੀਂ ਬਾਅਦ ਚ ਆਏ? ਨਹੀਂ ਭਾਜੀ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਬਟ ਇਹ ਚੀਜ਼ ਜ਼ਰੂਰ ਹੈਗੀ ਆ ਕਿ ਇਹ ਤਾਂ ਸਿੰਪਲ ਦੇਖੋ, ਜੇ ਕਈ ਵਾਰੀ ਨਾ ਜੇ ਇਨਕੁਆਇਰੀ ਸਿੰਪਲ ਜੀ ਇਨਕੁਆਇਰੀ ਤੋਂ ਚੀਜ਼ਾਂ ਕਈ ਵਾਰੀ ਸ਼ੁਰੂ ਹੋ ਜਾਂਦੀਆਂ। ਜੇ ਤੁਹਾਨੂੰ ਬੇਸਿਕ ਚੀਜ਼ਾਂ ਜਿਹੜੀਆਂ ਪੁੱਛ ਸਕਦੇ ਆ ਤੇ ਉਹਦੇ ਦੋ ਹੀ ਜਵਾਬ ਆ ਕਿ ਜੇ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਉਹ ਕਹਿ ਸਕਦੇ ਆ, ਪਰ ਜੇ ਕੋਈ ਏਦਾਂ ਦੀ ਚੀਜ਼ ਆ ਜਿਹੜੀ ਤੁਹਾਨੂੰ ਪਤਾ ਹੋਣੀ ਚਾਹੀਦੀ ਸੀਗੀ ਤੇ ਤੁਸੀਂ ਨਹੀਂ ਦੱਸਦੇ ਆ, ਉਹ ਫਿਰ ਸਮੱਸਿਆ ਕਰ ਸਕਦੀ ਆ। ਬਟ ਓਵਰਆਲ ਇਹਦੇ ਵਿੱਚ ਨਹੀਂ ਕੋਈ ਤੁਹਾਡੇ ਉੱਤੇ ਹੈਗਾ, ਤੁਸੀਂ ਜਾ ਸਕਦੇ ਆ ਮੇਰੇ ਹਿਸਾਬ ਨਾਲ ਆਰਾਮ ਨਾਲ ਜੀ। ਠੀਕ ਹੈ ਜੀ, ਠੀਕ ਹੈ ਭਾਈ, ਥੈਂਕ ਯੂ ਭਾਈ। ਜਸਵੀਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੈਂ ਕੁਐਸਚਨ ਪੁੱਛਣਾ ਜੀ, ਮੇਰੇ ਫਰੈਂਡ ਦਾ ਨਾ ਜੀ ਗਾਰਡੀਅਨ ਦਾ ਕੇਸ ਗ੍ਰਾਂਟ ਹੋਇਆ ਜੀ, ਤੋ ਪੇਪਰਾਂ ਤੇ ਕੰਮ ਕਰ ਸਕਦਾ ਜੀ? ਵਰਕ ਪਰਮਿਟ ਹੈਗਾ ਉਹਦੇ ਕੋਲ ਅਸਾਈਲਮ ਵਾਲਾ ਜੀ? ਹਾਂਜੀ ਹਾਂਜੀ, ਜੇ ਵਰਕ ਪਰਮਿਟ ਹੈਗਾ ਅਸਾਈਲਮ ਵਾਲਾ ਕਰ ਸਕਦਾ ਕੰਮ, ਕਿਉਂ ਨਹੀਂ ਕਰ ਸਕਦਾ? ਅੱਛਾ ਜੀ, ਮੰਨ ਲਓ ਇੱਥੇ ਪੁੱਛਿਆ ਇੱਕ ਦੋ ਬੰਦੇ ਕਹਿੰਦੇ ਵਰਕ ਪਰਮਿਟ ਉਹ ਕੰਮ ਨਹੀਂ ਕਰਦਾ, ਉੱਥੇ ਤੂੰ ਕੰਮ ਨਹੀਂ ਕਰ ਸਕਦਾ ਜੇ ਤੇਰਾ ਗਾਰਡੀਅਨ ਦਾ ਕੇਸ ਗ੍ਰਾਂਟ ਹੋਇਆ ਤਾਂ। ਕੇਸ ਗ੍ਰਾਂਟ ਤਾਂ ਆਪਣਾ 360 ਅਪਰੂਵ ਹੋਇਆ, ਉਸ ਤੋਂ ਇਲਾਵਾ ਥੋੜਾ ਕੁਝ ਹੋਇਆ? ਹਾਂਜੀ ਉਹੀ ਹੋਇਆ ਬਸ। ਹਾਂਜੀ ਪਹਿਲਾਂ ਮੇਰਾ ਵੀਰ, ਉਹਦਾ ਅਸਾਈਲਮ ਪੈਂਡਿੰਗ ਜਿਹੜਾ ਬੰਦਾ ਅਸਾਈਲਮ ਉਹਦਾ ਵਰਕ ਪਰਮਿਟ ਕਰ ਸਕਦਾ ਵਾ,
ਲੋਕਾਂ ਦੀ ਨਾ ਪੁੱਛਿਆ ਕਰੋ ਭਾਈ ਵਾਲੀ। ਓਕੇ ਭਾਜੀ, ਥੈਂਕ ਯੂ ਜੀ। ਬਸ ਇੰਨਾ ਹੀ। ਜੀ ਜੀ ਰਜਿੰਦਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪੁੱਛਣਾ ਸੀਗਾ ਜੀ, ਇੱਕ ਨਾ 3-4 ਸਾਲ ਪਹਿਲਾਂ ਆਈ ਸੀ ਵੀ ਆਪਾਂ ਪ੍ਰੋਸੈਸ ਤੇਜ਼ ਕਰਾ ਸਕਦੇ ਹਾਂ ਕੇਸ ਦਾ, ਜਾਂ ਗ੍ਰੀਨ ਕਾਰਡ ਦਾ ਵੀ ਕਰਾ ਸਕਦੇ ਹਾਂ? ਭਾਜੀ ਉਹਦੇ ਵਿੱਚ ਉਹਨਾਂ ਦਾ ਜਿਹੜਾ ਨਿਰਧਾਰਿਤ ਟਾਈਮ ਹੈਗਾ ਨਾ, ਉਹ ਪਹਿਲਾਂ ਰਨ ਆਊਟ ਹੋਣਾ ਚਾਹੀਦਾ ਵਾ, ਫਿਰ ਉਸ ਤੋਂ ਬਾਅਦ ਤੁਸੀਂ ਇਨਕੁਆਇਰੀਆਂ ਕਰਨੀਆਂ। ਜਦੋਂ ਉਹ ਬੜਾ ਜਦੋਂ ਟਾਈਮ ਹੋ ਜਾਂਦਾ, ਜੇ ਨਹੀਂ ਕਰਦੇ ਫਿਰ ਤੁਸੀਂ ਉਹਨਾਂ ਤੇ ਲਾਅ ਸੂਟ ਕਰ ਸਕਦੇ ਆ। ਅੱਛਾ, ਉਹ ਜਿੰਨੀ ਕੋਈ ਜਿਵੇਂ 2500 ਦੇ ਕੇ ਕਹਿੰਦੇ ਆਪਦਾ ਕੇਸ ਤੁਸੀਂ ਪਹਿਲਾਂ ਕਰਾ ਲੈਣਾ, ਉਹ ਨਹੀਂ ਗੱਲ ਇਹ 'ਚ? ਨਹੀਂ ਉਹ ਨਹੀਂ, ਪ੍ਰੀਮੀਅਮ ਪ੍ਰੋਸੈਸਿੰਗ ਨਹੀਂ ਹੈਗੀ ਇਹਦੇ ਵਿੱਚ। ਠੀਕ ਆ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਅੱਛਾ ਟਾਨੀ ਟਰਕਣਾ ਜੀ, ਵੀਕ ਦੇ ਵਿੱਚ ਇੱਕ ਖਬਰ ਜਿਹੜੀ ਆਈ ਸੀ ਜਿਹੜੇ H1B ਵੀਜ਼ੇ ਵਾਲਿਆਂ ਦੇ ਲਈ, ਆਈ ਥਿੰਕ ਥੋੜੀ ਜਿਹੀ ਉਹ ਗੁੱਡ ਨਿਊਜ਼ ਆ, ਜਿਹੜੀ ਥੋੜੀ ਜਿਹੀ ਉਹਨਾਂ ਨੇ ਐਗਜ਼ੈਂਪਸ਼ਨਾਂ ਜੀਆਂ ਦੇਤੀਆਂ ਰੀਨਿਊਬਲ ਵਾਲਿਆਂ ਦੇ ਲਈ। ਜੇ ਇੰਪਲੋਇਰ ਚੇਂਜ ਕਰਨਾ ਆ ਉਹਨਾਂ ਨੂੰ ਵੀ ਉਹ $1,00,000 ਦੀ ਫੀਸ ਨਹੀਂ, ਤੇ ਜਿਹੜਾ ਸਟੂਡੈਂਟ ਵੀਜ਼ੇ ਵਾਲਾ H1 ਤੇ ਜਾਊਗਾ ਉਹ ਵੀ ਅਜੇ ਉਹਨਾਂ ਨੂੰ ਫੀਸ ਉਹਨਾਂ ਨੂੰ ਜਿਹੜੀ ਉਹ ਨਹੀਂ ਦੇਣੀ ਪਊਗੀ। ਵੈਸੇ ਤਾਂ ਹੁਣ ਆਈ ਸਟੂਡੈਂਟ ਬਹੁਤ ਘੱਟ ਰਹੇ ਹੋਣੇ ਆ ਜਿਹੜੇ F1 ਵਾਲੇ ਆ ਉਧਰੋਂ ਦੀ, ਤੇ ਪਰ ਥੋੜਾ ਜਿਹਾ ਮੈਂ ਕਹੂੰਗਾ ਵੀ ਰਾਹਤ ਮਿਲੀ ਹੈ H1 ਵਾਲਿਆਂ ਨੂੰ। ਹਾਂਜੀ ਬਿਲਕੁਲ ਜੀ। ਰਾਹਤ ਕੀ, ਪੰਗਾ ਵੀ ਇਹਨਾਂ ਨੇ ਆਪ ਹੀ ਖੜਾ ਜਿਹਾ ਕਰਕੇ ਫਸਾ ਕੇ ਤੇ ਆਪ ਹੀ ਫਸਾ ਕੇ ਆਪ ਹੀ ਕੱਢਤਾ। ਹਾਂਜੀ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਨੇ ਇੱਥੇ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜੁੜਦੇ ਹਾਂ ਦੁਬਾਰਾ। ਕਾਲਸ ਇਦਾਂ ਹੀ ਜਿਹੜੇ ਸਰੋਤੇ ਸਾਡੇ ਨਾਲ ਹੋਲਡ ਤੇ ਜਿਹੜੇ ਜੀ ਉਹ ਬਣੇ ਰਹੋ, ਤੇ ਤੁਹਾਡੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਜੁੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਰਕੇਣਾ ਜੀ। ਅਟਾਰਨੀ ਟਰਕੇਣਾ ਜੀ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰਸ ਵੱਲ ਵੱਧਦੇ ਹਾਂ। ਤਕਬੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, 929 ਏਰੀਆ ਕੋਡ ਆ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ? ਸਤਿ ਸ਼੍ਰੀ ਅਕਾਲ ਜੀ। ਆਪਣੇ ਵੀਰ ਜੀ, ਮੈਂ ਭਾਜੀ ਨਾਲ ਗੱਲ ਕਰਨੀ ਸੀਗੀ। ਆਪਣੇ ਨਾ ਮੈਂ ਵਰਕ ਪਰਮਿਟ ਅਪਲਾਈ ਕੀਤਾ ਆਲਮੋਸਟ 400 ਡੇਜ਼ ਹੋ ਚੁੱਕੇ ਹੋਏ ਆ, ਤੇ ਮੈਂ 2 ਵਾਰੀ ਇਨਕੁਆਰੀ ਵੀ ਪਾਤੀ, ਕੋਈ ਰਿਸਪੌਂਡ ਵੀ ਨਹੀਂ ਆ ਰਿਹਾ ਉਹਨਾਂ ਦਾ, ਤੇ ਕੋਈ ਇਸ਼ੂ ਹੋ ਸਕਦਾ ਆਪਾਂ ਲਾਈਕ? ਹਾਂਜੀ ਭਾਜੀ, ਇਹਦੇ ਵਿੱਚ ਦੇਖੋ ਜੀ 14 ਤੋਂ 18 ਮਹੀਨੇ ਜਿਹੜੇ ਲੋਕਾਂ ਦੇ, ਕਈਆਂ ਦੇ ਜਿਹੜੀ ਐਕਸਟੈਂਸ਼ਨ ਦੀ ਗੱਲ ਕਰ ਰਹੇ ਆ ਨਾ ਤੁਸੀਂ? ਹਾਂਜੀ ਹਾਂਜੀ, ਐਕਸਟੈਂਸ਼ਨ ਬਿਲਕੁਲ। ਹਾਂਜੀ, 14 ਤੋਂ 18 ਮਹੀਨੇ ਭਾਜੀ ਔਨ ਐਵਰੇਜ ਤੁਸੀਂ ਦੇਖ ਲਓ, ਇਸ ਸਾਲ ਵੀ, ਪਿਛਲੇ ਸਾਲ ਵੀ, ਉਹ ਤੋਂ ਪਿਛਲੇ ਸਾਲ ਵੀ ਇੰਨਾ ਕੁ ਟਾਈਮ ਜਿਹੜਾ ਹਿਲਾ ਦਿੰਦੇ ਆ। ਤੇ ਇਹਦੇ ਵਿੱਚ ਫੋਲੋਅਪ ਹੀ ਜਿਹੜੇ ਹੈਗੇ ਆ, ਉਸ ਤੋਂ ਇਲਾਵਾ ਤਾਂ ਫਿਰ ਉਹੀ ਹੁੰਦਾ ਕਿ ਬੰਦਾ ਲਾਅ ਸੂਟ ਕਰ ਸਕਦਾ। ਮਤਲਬ ਵਰਕ ਪਰਮਿਟ ਵਾਸਤੇ ਮੈਨੂੰ ਨਹੀਂ ਲੱਗਦਾ ਕਿ ਇੰਨੀ ਖਰਚਾ ਕਰਨ ਦੀ ਲੋੜ ਹੈਗੀ ਬੰਦੇ ਭਾਜੀ। ਮੇਰੇ ਕਜ਼ਨ ਨੇ, ਹਾਂਜੀ ਮੇਰੇ ਕਜ਼ਨ ਨੇ ਮਾਰਚ 'ਚ ਕੀਤਾ ਸੀਗਾ, ਤੇ ਭਾਜੀ ਉਹਦਾ ਮਤਲਬ 2 ਮਹੀਨਿਆਂ 'ਚ ਹੀ ਆ ਗਿਆ। ਤੇ ਮੇਰਾ ਪਿਛਲਾ ਵੀ ਮੇਰਾ ਵਰਕ ਪਰਮਿਟ ਸੀਗਾ ਆਲਮੋਸਟ 400 ਅਬਵ, ਮਤਲਬ ਅਰਾਊਂਡ ਦੇ ਲਾਗੇ ਆਇਆ ਸੀਗਾ, ਮੋਰ ਦੈਨ ਦੈਟ, ਤੇ ਹਨਾ। ਤੇ ਮਤਲਬ ਆਪਣੇ ਜਿਹੜੀ ਉਹਨਾਂ ਨੇ ਪ੍ਰੋਸੈਸਿੰਗ ਜਿਹੜੇ ਕੇਸ ਤੇ ਦੱਸੀ ਹੁੰਦੀ ਆ ਟਾਈਮਲਾਈਨ, ਉਹ 80% ਕੇਸਾਂ ਦੀ ਦੱਸੀ ਹੁੰਦੀ ਆ। ਮਤਲਬ ਕਿ ਔਨ ਐਵਰੇਜ 80% ਕੇਸਾਂ ਇੰਨੇ 'ਚ ਹੋ ਜਾਂਦੇ ਆ। ਬਾਕੀ 20% ਕੇਸ ਉਹ ਵੈਬਸਾਈਟ ਵੀ ਉਹਨਾਂ ਦੀ ਇਹੀ ਦੱਸਦੀ ਹੈ ਕਿ ਉਹਨੂੰ ਜ਼ਿਆਦਾ ਟਾਈਮ ਵੀ ਜਿਹੜਾ ਲੱਗ ਸਕਦਾ। ਤੇ ਹੁਣ ਮੈਨੂੰ ਪਤਾ ਨਹੀਂ, ਕਈ ਵਾਰੀ ਬੈਕਗਰਾਉਂਡ ਚੈੱਕ ਆ, ਕਈ ਵਾਰੀ ਨਾਮ ਨੂੰ ਮਿਲਦੇ ਹੁੰਦੇ ਆ, ਕਿੱਦਾਂ ਕੀ ਆ। ਤੇ ਤੁਹਾਡੇ ਇਕੱਲਿਆਂ ਦਾ ਨਹੀਂ, ਕਈ ਜਾਣਿਆਂ ਦਾ ਕਈ ਵਾਰੀ ਡਿਲੇ ਜਿਹੜਾ ਹੁੰਦਾ, ਨਾਰਮਲ ਜੀ ਗੱਲ ਆ। 14 ਤੋਂ 18 ਮਹੀਨੇ ਕਈ ਲੋਕਾਂ ਦੇ ਜਿਹੜੇ ਕੇਸ ਜਿਹੜੇ ਪੈਂਡਿੰਗ ਵਰਕ ਪਰਮਿਟ ਦੇ ਦੇਖੇ ਆ ਜੀ। ਇੱਕ ਭਾਜੀ ਆਪਣੀ ਯੂ ਵੀਜ਼ਾ ਦੀ ਜਿਹੜੀ ਅਪਰੂਵਲ ਹੈ, ਉਹ ਕਿੰਨੇ ਚਿਰ 'ਚ ਆ ਜਾਂਦੀ ਹੈ? ਯੂ ਵੀਜ਼ਾ ਤਾਂ ਭਾਜੀ ਕੰਟਰੀ ਦੇ ਉੱਤੇ ਡਿਪੈਂਡ ਕਰਦਾ ਨਾ, ਕਿ ਸਾਲ ਆਪਣਾ 10,000 ਦਾ ਆਪਣਾ ਕੋਟਾ ਹੁੰਦਾ ਵਾ ਹਰ ਸਾਲ ਦਾ, ਤੇ ਉਹ ਜਿੱਦਾਂ ਜਿੱਦਾਂ ਕੋਟਾ ਯੂਜ਼ ਹੋਈ ਜਾਂਦਾ, ਉਹਦੇ ਹਿਸਾਬ ਨਾਲ ਬੰਦਾ ਜਿਹੜੀ ਵੀ ਵੇਟਿੰਗ ਆਰਡਰ 'ਚ ਹੈਗਾ। ਜੀ, ਥੈਂਕ ਯੂ। 7-8 ਸਾਲ, 10 ਸਾਲ, ਇਹਦੇ ਆਪਾਂ 8-10 ਸਾਲ ਦੀ ਗੱਲ ਕਰ ਰਹੇ ਹਾਂ ਪ੍ਰੋਸੈਸਿੰਗ ਟਾਈਮ ਫਰੇਮ ਦੀ। ਜੀ, ਰਣਜੀਤ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਸਵਾਲ ਹੈ ਜੀ, ਤੁਸੀਂ ਪਿੱਛੇ ਇੰਟਰਵਿਊ ਕਹਿੰਦੇ ਡਾਕਾ ਸੰਬੰਧੀ ਸ਼ੁਰੂ ਕਰਨਾ ਇਹਨਾਂ ਪ੍ਰੋਗਰਾਮ, ਕਦੋਂ ਸ਼ੁਰੂ ਹੋ ਜਾਣਾ ਪਤਾ ਜੀ ਇਸ ਬਾਰੇ? ਡਾਕਾ ਦਾ ਤਾਂ ਭਾਜੀ ਪਹਿਲਾਂ ਹੀ ਸੀਗੇ ਪ੍ਰੋਗਰਾਮ ਸ਼ੁਰੂ। ਉਹ ਤਾਂ ਉੱਤੇ ਜਿਹੜੀ ਲਿਟੀਗੇਸ਼ਨ ਦੀ ਹੋੜ ਲੱਗਦੀ ਸੀ, ਦੁਬਾਰਾ ਸੁਣਨ ਨੂੰ ਜਾ ਕੇ ਉਹ ਕੇਸ ਜਿਹੜਾ ਸੀਗਾ ਡਾਕਾ ਦੇ ਫੇਵਰ 'ਚ ਹੋ ਗਿਆ, ਤੇ ਐਪਲੀਕੇਸ਼ਨਾਂ ਦੁਬਾਰਾ ਜਿਹੜੀਆਂ ਲੈਣੀਆਂ ਸ਼ੁਰੂ ਕਰਤੀਆਂ ਉਹਨਾਂ ਨੇ, ਹਨਾ। ਨਵਾਂ ਡਾਕਾ ਡੋਕਾ ਨਹੀਂ ਕੋਈ ਬਣਾਉਣਾ, ਇਹ ਪੁਰਾਣੀ ਜਿਹੜੀ ਐਲੀਜੀਬਿਲਿਟੀ ਆ ਉਹੀ ਪੁਰਾਣੇ ਕੇਸਾਂ ਦੀ ਗੱਲ ਕਰ ਰਹੇ ਆ। ਇਹ ਨਹੀਂ ਕਿ ਨਵੇਂ ਕੋਈ ਉਹਨਾਂ ਕੱਟ ਆਫ ਡੇਟ ਜਿਹੜੀ ਉਹ ਸੀ, ਉਹ ਤੋਂ ਦੁਬਾਰਾ ਸੁਣਿਆ ਪ੍ਰੋਗਰਾਮ ਇੱਕ ਵਾਰੀ। ਠੀਕ ਹੈ ਜੀ, ਓਕੇ ਵੀਰ ਜੀ। ਜਿਸ ਤਰ੍ਹਾਂ ਅਸੀਂ ਆਏ ਸੀ 2015 'ਚ, ਮੈਂ ਫੈਮਿਲੀ, ਮੇਰਾ ਬੇਟਾ ਉਦੋਂ 11 ਸਾਲ ਦਾ, 21 ਸਾਲ ਦਾ ਹੋ ਗਿਆ, ਉਹ ਵਿੱਚ ਅਵੇਲੇਬਲ ਹੁੰਦਾ ਕਿ ਨਹੀਂ ਡਾਕੇ 'ਚ ਹੁੰਦਾ ਜੀ? ਮੇਰੇ ਖਿਆਲ ਨਹੀਂ, ਮੈਂ ਦੇਖ ਕੇ ਦੱਸ ਦਿੰਦਾ ਭਾਜੀ ਇਹ ਡੇਟ ਕੀ ਹੈਗੀ ਹੈ ਜੀ। ਠੀਕ ਹੈ ਜੀ, ਥੈਂਕ ਯੂ। ਅਗਲੇ ਕਾਲਰ ਨਰਿੰਦਰ ਜੀ। ਨਰਿੰਦਰ ਜੀ, ਹੈਲੋ। ਅੱਛਾ, ਇਹ ਜਿਹੜਾ ਡਾਕਾ ਦੇ ਲਈ ਐਲੀਜੀਬਲ ਹੋਣ ਲਈ 16 ਸਾਲ ਦੀ ਉਮਰ ਤੋਂ ਪਹਿਲਾਂ ਆਇਆ ਹੋਣਾ ਚਾਹੀਦਾ, ਯੂਐਸ ਦੇ ਵਿੱਚ ਰਹਿੰਦਾ ਹੋਣਾ ਚਾਹੀਦਾ 2007 ਤੋਂ ਲੈ ਕੇ, ਜੂਨ 15 2007 ਤੋਂ ਲੈ ਕੇ। ਤੇ ਇਹ ਜਿਹੜੀ ਹੈਗੀ ਆ, ਤੇ ਯੂਐਸ ਦੇ ਵਿੱਚ ਜੂਨ 15 2012 ਚ ਹੋਣਾ ਵੀ ਚਾਹੀਦਾ ਹੈਗਾ। ਇਹ ਜਿਹੜੀਆਂ ਇਹਦੀਆਂ ਰਿਕੁਆਇਰਮੈਂਟਸ ਹੈਗੀਆਂ ਕਿ ਐਂਟਰੀ ਤੁਹਾਡੀ ਹੋਣੀ ਚਾਹੀਦੀ ਆ 16 ਸਾਲ ਤੋਂ ਥੱਲੇ ਉਮਰ ਹੋਣੀ ਚਾਹੀਦੀ ਹੈ ਐਂਟਰੀ ਦੇ ਟਾਈਮ ਤੇ। ਜਿਹੜੀ ਏਜ ਜੂਨ 15 2012 ਨੂੰ ਤੁਹਾਡੀ ਜਿਹੜੀ ਸੀਗੀ 31 ਸਾਲਾਂ ਤੋਂ ਛੋਟੀ ਉਮਰ ਹੋਣੀ ਚਾਹੀਦੀ ਹੈ ਜਿਹੜੀ। ਤੇ ਕੰਟੀਨਿਊਸ ਰੈਜ਼ੀਡੈਂਸ ਤੁਹਾਡਾ ਚਾਹੀਦਾ ਜੂਨ 15 2007 ਤੋਂ ਲੈ ਕੇ, ਮਤਲਬ ਇਹ ਹੁਣ ਜਿਹੜੇ ਨਵੇਂ ਆਏ ਉਹਨਾਂ ਦਾ ਨਹੀਂ, ਤੇ ਫਿਜ਼ੀਕਲੀ ਯੂਐਸ ਜਿਹੜਾ ਸੀਗਾ ਪ੍ਰੈਜ਼ੈਂਟ ਜਿਹੜਾ ਹੋਣਾ ਚਾਹੀਦਾ ਹੈ ਨਾ। ਤੇ ਇਹ ਚੀਜ਼ਾਂ ਹੈਗੀਆਂ ਜੀ। ਠੀਕ ਹੈ ਜੀ, ਥੈਂਕ ਯੂ। ਨਰਿੰਦਰ ਜੀ। ਹੈਲੋ। ਹਾਂਜੀ, ਮਨਿੰਦਰ ਕੇ ਨਰਿੰਦਰ ਭਾਜੀ? ਹਾਂਜੀ 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 ਜੀ, ਪੁੱਛੋ ਜੀ ਸਵਾਲ। ਭਾਜੀ ਮੇਰਾ ਸਵਾਲ ਸੀਗਾ, ਮੈਂ R1 ਵੀਜ਼ੇ ਤੇ ਆ, ਮੇਰਾ ਸਿੰਗਲ ਹੀ R2 ਤੇ ਹਜੇ ਸਾਡਾ 485 ਨਹੀਂ ਹੋਇਆ, ਤੇ I-360 ਅਪਰੂਵ ਹੋ ਗਿਆ ਸੀ। ਤੇ ਪ੍ਰੋਬਲਮ ਇਹ ਆ ਵੀ 5 ਸਾਲ ਦਾ ਵੀਜ਼ਾ ਹੁੰਦਾ, ਉਹਦੇ ਵਿੱਚ ਗ੍ਰੀਨ ਕਾਰਡ ਮਿਲਣਾ ਚਾਹੀਦਾ ਹਨਾ। ਤੇ ਹੁਣ ਜਾਣੀ ਕਿ ਬੱਚਾ ਮਤਲਬ ਹੋ ਗਿਆ, ਤੇ ਆਪਣੇ ਅੱਗੇ ਸਾਡਾ ਵੀਜ਼ਾ ਤਾਂ ਵਧਣਾ ਨਹੀਂ। ਉਹ ਮੈਂ ਸਵਾਲ ਇਹ ਆ ਵੀ ਬੱਚਾ ਮੈਂ ਇੰਡੀਆ ਲੈ ਕੇ ਜਾ ਸਕਦਾ ਕੀ ਆ?
ਉਹ ਭਾਜੀ ਜਿਹੜਾ ਬੱਚਾ ਇੰਡੀਆ ਲੈ ਜਾਏ ਉਹ ਕੰਸੈਂਟ ਹੋਣਾ ਚਾਹੀਦਾ ਨਾ ਆਪਣਾ, ਘਰ ਵਾਲਾ ਘਰ ਵਾਲੀ ਦੋਨਾਂ ਦਾ ਹੀ। ਤੇ ਉਹਦੇ ਵਿੱਚ ਮਤਲਬ ਜੇ ਦੋਨੋਂ ਜਣੇ ਰਾਜੀ ਆ ਤਾਂ ਫੇਰ ਕੋਈ ਪ੍ਰੋਬਲਮ ਨਹੀਂ ਜੀ। ਸੈਂਟ ਮਤਲਬ ਮੈਂ ਥੋੜਾ ਪੰਜਾਬੀ ਸਮਝਾ। ਸਹਿਮਤੀ ਨਹੀਂ ਤੁਸੀਂ ਕਿਹਾ ਬੱਚਾ ਤਾਂ ਅੱਛਾ ਜੀ, ਸਹਿਮਤੀ ਦੇ ਨਾਲ, ਮਤਲਬ ਸਹਿਮਤੀ ਦੇ ਏਦਾਂ ਨਾਲ। ਨਹੀਂ। ਹਾਂਜੀ ਹਾਂਜੀ ਠੀਕ ਹੈ ਜੀ। ਠੀਕ ਹੈ ਜੀ। ਉਹ ਤਾਂ ਜੀ ਸਾਰਿਆਂ ਦੇ ਆਉਂਦੇ ਜਾਂਦੇ ਆ ਜੀ, ਪੇਰੈਂਟ ਨਾਲ ਟਰੈਵਲ ਕਰਦੇ ਆ, ਉਹ 'ਚ ਕੀ ਪ੍ਰੋਬਲਮ? ਹਾਂਜੀ ਹਾਂਜੀ ਹਾਂਜੀ, ਸਹਿਮਤੀ ਹੋਣੀ ਚਾਹੀਦੀ ਆ ਬੱਚੇ ਦੇ ਪੇਰੈਂਟਸ ਦੀ ਵੀ ਹਾਂ ਘੱਲ ਰਹੇ ਆ, ਜਾ ਰਹੇ ਆ। ਹਾਂਜੀ, ਨਹੀਂ ਤਾਂ ਕਿਡਨੈਪਿੰਗ ਵਾਲੀ ਲੱਗ ਜਾਂਦੀ ਜੀ। ਉਹ ਮੇਕ ਸ਼ੋਰ ਕਰ ਲਓ। ਤੇ ਸਹਿਮਤੀ ਦਿਖਾਉਣ ਦੇ ਲਈ ਕੀ ਹੈ, ਕੋਈ ਐਫੀਡੇਵਿਟ ਲਾਉਣਾ ਪੈਂਦਾ ਜਾਂ ਕੁਛ ਸੈਲਫ ਐਫੀਡੇਵਿਟ ਜਾਂ ਕੀ ਹੁੰਦਾ ਉਹਦੀ ਚੀਜ਼? ਜਿਹੜੇ ਤਾਂ ਭਾਜੀ ਤੀਜੇ ਕਿਸੇ ਪੇਰੈਂਟਸ ਤੋਂ ਇਲਾਵਾ ਜਿਹੜੇ ਟਰੈਵਲ ਕਰਦੇ ਆ ਉਹਨੂੰ ਮੇਰੇ ਖਿਆਲ ਪੇਪਰ ਸ਼ੇਪਰ ਜੇ ਮੰਗਦੇ ਆ ਇਹ ਟਰੈਵਲ ਜਿਹੜੇ ਹੁੰਦੇ, ਜਿਹੜੇ ਪੇਰੈਂਟ ਦੇ ਨਾਲ ਟਰੈਵਲ ਕਰਦਾ ਹੈਗਾ ਉਹਨੂੰ ਤਾਂ ਦੇਖੋ ਜੀ ਉਹ ਜਦ ਤੱਕ ਤਾਂ ਮੁੱਦਾ ਕੋਈ ਹੈ ਨਹੀਂਗਾ, ਜਦ ਤੱਕ ਕੋਈ ਦੂਸਰਾ ਵਾਲਾ ਜਿਹੜਾ ਪੇਰੈਂਟ ਹੈਗਾ ਉਹਨੇ ਪਸੂੜੀ ਨਹੀਂ ਕੋਈ ਪਾਣੀ। ਤੇ ਇਹਦੇ ਵਿੱਚ ਜੇ ਆਪਾਂ ਨਾਰਮਲ ਵਿਜ਼ਿਟ ਦੀ ਗੱਲ ਕਰ ਰਹੇ ਹਾਂ ਉਹ ਤਾਂ ਠੀਕ ਆ। ਹੁਣ ਕਈ ਵਾਰੀ ਜਿੱਦਾਂ ਏਦਾਂ ਹੁੰਦਾ ਕਿ ਬੰਦਾ ਕਹਿੰਦਾ ਕਿ ਮੈਂ ਇੰਡੀਆ ਲੈ ਜਾਣਾ ਤੇ ਜੁਰਿਸਡਿਕਸ਼ਨ ਤੋਂ ਬਾਹਰ ਹੋ ਜਾਂਦਾ, ਉਹ ਪ੍ਰੋਬਲਮ ਪੈ ਜਾਂਦੀ ਹੈ ਫਿਰ। ਹਾਂ ਠੀਕ ਹੈ ਜੀ, ਠੀਕ। ਹਾਂਜੀ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਕੋਲ ਅਸਾਈਲਮ ਗ੍ਰੀਨ ਕਾਰਡ ਆ ਤੇ ਮੈਂ 2 ਵਾਰੀ ਕੰਟਰੀ ਆਊਟ ਕਰਕੇ ਵਾਪਸ ਆ ਗਿਆ ਵਾਂ ਤੇ ਮੇਰੇ ਕੋਲ ਇੱਕ ਫਾਇਰ ਵਰਕ ਦੀ ਡਿਸਪੋਜੀਸ਼ਨ ਆ ਇੱਥੇ ਨਿਊਯਾਰਕ ਦੇ ਵਿੱਚ। ਉਹ ਪਿਛਲੀ ਸਾਲ ਸਰਕਾਰ ਵਾਲੇ ਮੈਂ 2 ਵਾਰੀ ਗਿਆ ਸੀਗਾ ਤੇ ਇਸ ਵਾਰੀ ਅਗਰ ਮੈਂ ਕੰਟਰੀ ਆਊਟ ਕਰਦਾ ਵਾਂ ਤੇ ਮੈਨੂੰ ਕੋਈ ਪ੍ਰੋਬਲਮ ਤਾਂ ਨਾ ਆਊਗੀ? ਮਤਲਬ ਕਿ ਮੇਰੇ ਕੋਲ ਡਿਸਪੋਜੀਸ਼ਨ ਹੈਗੀ ਆ ਫਾਇਰ ਵਰਕ ਦੀ ਇੱਥੇ ਨਿਊਯਾਰਕ 'ਚ। ਨਹੀਂ ਮਤਲਬ ਕਿ ਕੇਸ ਡਿਸਮਿਸ ਕਰਤਾ ਹੈਗਾ ਬਿਲਕੁਲ ਹੀ? ਹਾਂਜੀ ਉਹਨਾਂ ਨੇ ਬਿਲਕੁਲ ਡਿਸਮਿਸ ਕਰਤਾ ਹੈ। ਹਾਂਜੀ ਮਤਲਬ ਕੋਈ ਆਪਣੇ ਤੁਹਾਡੇ ਉੱਤੇ ਕੋਈ ਆਪਣੇ ਜਿੰਨੇ ਚਾਰਜ ਸੀਗੇ ਸਾਰਿਆਂ ਤੋਂ ਛੁੱਟ ਗਏ ਤੁਸੀਂ, ਕੋਈ ਉਹ ਨਹੀਂ ਹੈਗਾ ਹਨਾ? ਨਹੀਂ ਹੈਗਾ। ਹਾਂਜੀ ਹਾਂਜੀ। ਤੇ ਜਿਹੜਾ ਫਾਇਰ ਆਰਮ ਦਾ ਸੀਗਾ ਇਹ ਤੁਸੀਂ ਐਜ਼ ਅ ਗ੍ਰੀਨ ਕਾਰਡ ਹੋਲਡਰ ਹੀ ਤੁਸੀਂ ਜਿਹੜਾ ਮਤਲਬ ਇਹ ਚੱਕਰ 'ਚ ਪਏ ਸੀ ਹਨਾ? ਆਰਮ ਨਹੀਂ, ਫਾਇਰ ਵਰਕ। ਆਤਿਸ਼ਬਾਜ਼ੀ ਦੀਵਾਲੀ ਕੇਸ ਚਲਾ ਰਹੇ ਸੀਗੇ ਅਸੀਂ ਗੁਰਦੁਆਰਿਆਂ 'ਚ। ਨਹੀਂ ਭਾਜੀ ਇਹਦੇ ਵਿੱਚ ਨਹੀਂ ਫਰਕ ਪੈਣਾ। ਮੈਂ ਕਿਹਾ ਫਾਇਰ ਆਰਮ ਕਿਤੇ ਛੱਡਤੀ? ਨਹੀਂ ਫਾਇਰ ਆਰਮ ਨਹੀਂ, ਫਾਇਰ ਵਰਕ। ਛੋਟੀ ਹਵਾਈ ਚਲਾਈ ਸੀਗੀ। ਠੀਕ ਹੈ ਜੀ। ਹਾਂਜੀ। ਤੇ ਉਹ ਮਤਲਬ ਕਿ ਜੇਕਰ ਮੈਂ ਕੰਟਰੀ ਆਊਟ ਕਰਦਾ ਵਾਂ ਤੇ ਕੋਈ ਪ੍ਰੋਬਲਮ ਨਹੀਂ ਆਊਗੀ ਜੇਕਰ ਮੈਂ ਵਾਪਸ ਆਣਾ ਤੇ? ਨਹੀਂ ਉਹ ਭਾਜੀ ਆਪਣੇ ਜਿਹੜੀ ਚਾਰਜਿੰਗ ਡਾਕੂਮੈਂਟ ਜਿਹੜੇ ਹੁੰਦੇ ਆ ਤੇ ਜਿਹੜੀ ਫਾਈਨਲ ਡਿਸਪੋਜੀਸ਼ਨ ਹੈਗੀ ਨਾ ਉਹਦੀ ਸਰਟੀਫਾਈਡ ਕਾਪੀ ਆਪਣੇ ਨਾਲ ਲੈ ਕੇ ਜਾਇਓ, ਕੋਈ ਚੱਕਰ ਨਹੀਂ। ਜੀ ਠੀਕ ਹੈ। ਠੀਕ ਹੈ ਭਾਜੀ, ਥੈਂਕ ਯੂ। ਓਕੇ। ਹੁਣ ਨੇ ਇਸ ਚੀਜ਼ ਨੂੰ ਟਵਿਸਟ ਨਾ ਕਰਿਓ ਵੀ ਕੰਟਰੀ ਆਊਟ ਕਰਨ ਦਾ ਮਤਲਬ ਇਹ ਨਹੀਂ ਵੀ ਜਿਸ ਮੁਲਕ ਤੋਂ ਅਸਾਈਲਮ ਲਿਆ ਵੀ ਉੱਥੇ ਜਾਣ ਨੂੰ ਤੁਹਾਨੂੰ ਆਗਿਆ ਦੇਣ ਦੀ ਗੱਲ ਕਰ ਰਹੇ ਆ। ਉਹ ਚੀਜ਼ ਨਹੀਂ ਆ। ਸਿਰਫ ਇੱਕ ਕੰਟਰੀ ਕੈਨੇਡਾ ਜਾ ਰਿਹਾ, ਮੈਕਸੀਕੋ ਜਾ ਰਿਹਾ ਜਾਂ ਹੋਰ ਮੁਲਕਾਂ 'ਚ ਜਾ ਰਿਹਾ, ਉਹ ਹੋਰ ਚੀਜ਼ ਆ। ਪਰ ਜੇ ਅਸਾਈਲਮ ਜਿਸ ਮੁਲਕ ਤੋਂ ਆ ਉੱਥੇ ਜਾਓਗੇ ਤਾਂ ਫਿਰ ਉਹ ਪ੍ਰੋਬਲਮ ਤੁਹਾਨੂੰ ਆਉਣੀ ਹੋਈ ਆਉਣੀ। ਉਹ ਡਿਫਰੈਂਟ ਐਂਗਲ ਜੀ। ਜਾਓਗੇ ਦੇਖੋ ਜੀ ਆਪਾਂ ਤੁਹਾਨੂੰ ਸਮੋਸੇ ਕਚੋਰੀਆਂ ਖਾਣ ਤਾਂ ਰੋਕ ਨਹੀਂ ਸਕਦੇ ਇੰਡੀਆ ਜਾ ਕੇ, ਪਰ ਇਹ ਆ ਜਾਓਗੇ ਫਸੋਗੇ ਆਪਣਾ ਉਸ ਹਿਸਾਬ ਦੇ ਨਾਲ। ਹਾਂਜੀ ਦਿਲਬਾਗ ਜੀ। ਭਾਜੀ ਮੈਂ ਤਾਂ ਇਨਫੋਰਮੇਸ਼ਨ ਸ਼ੇਅਰ ਕਰਨੀ ਸੀ। ਮੇਰਾ ਫਰੈਂਡ ਆ ਬੁੱਧਵਾਰ ਨੂੰ ਨਾ ਇੰਡੀਆ ਤੋਂ ਆਇਆ ਜੀ, ਸਿਟੀਜ਼ਨ ਬਣਿਆ ਸੀ 2004 ਚ। ਉਹਦਾ ਉਹਨਾਂ ਨੇ ਸਾਰਾ ਜੁਗਾੜ ਪਿਛਲਾ ਕੱਢ ਲਿਆ, ਕੇਸ ਕੂਸ ਕੋਈ ਫੇਲ ਹੋਇਆ ਹੋਣਾ ਤੇ ਉਹਨੂੰ ਲੈ ਗਏ ਕਮਰੇ ਚ ਜੀ। ਉਹਨੂੰ ਬਿਠਾਇਆ ਕੇ ਰੱਖਿਆ ਕਮਰੇ 'ਚ 4-5 ਘੰਟੇ। ਇੱਕ ਅੱਧਾ ਕੋਈ ਅਫਸਰ ਆ ਜਾਵੇ, ਉਹਨਾਂ ਗੱਲਾਂ ਬਾਤਾਂ ਕਰੀ ਜਾਵੇ, ਨੋਟਸ ਲੈ ਕੇ ਚੱਲ ਜਾਵੇ, ਦੂਜਾ ਆ ਜਾਵੇ ਉਹ ਨੋਟਸ ਲੈ ਕੇ ਚੱਲ ਜਾਵੇ। ਇੱਥੋਂ ਤੱਕ ਉਹ ਅਮਰੀਕਾ ਆਇਆ ਸੀ 90 ਚ ਜੀ। ਉਹਨਾਂ ਨੇ ਉਹਦੇ ਮੂਹਰੇ ਉਹ ਵੀ ਕੱਢ ਕੇ ਰੱਖਤਾ ਵੀ ਤੂੰ 89 ਦੇ ਵਿੱਚ ਦਿੱਲੀ ਐਮਬੈਸੀ ਵੀਜ਼ਾ ਲੈਣ ਗਿਆ ਸੀ, ਅਸੀਂ ਤੈਨੂੰ ਰਿਫਿਊਜ਼ ਕੀਤਾ ਸੀ ਜੀ। ਮਤਲਬ ਕਿ ਉਹ ਬੰਦੇ ਦਾ ਬੇਟਾ ਵੀ ਅਮਰੀਕਾ ਚ ਹੁਣ ਲਾ ਐਨਫੋਰਸਮੈਂਟ ਦੇ ਵਿੱਚ ਹੈ, ਇੱਥੇ ਦਾ ਜੰਮਿਆ ਹੋਇਆ। ਤੇ ਇਹ ਜਿਨ੍ਹਾਂ ਦੀ ਗੱਲ ਕਰ ਰਹੇ ਅਸਾਈਲਮ ਬੇਸਡ ਕੇਸ ਤੋਂ ਸਿਟੀਜ਼ਨ ਹੋਏ ਸੀ? ਹਾਂਜੀ ਤੇ ਸਿਟੀਜ਼ਨ ਹੋਏ ਨੂੰ ਵੀ 32-33 ਸਾਲ ਹੋ ਗਏ ਤੇ ਇੰਡੀਆ ਤੋਂ ਆ ਰਹੇ ਸੀ? ਇੰਡੀਆ ਹਰ ਸਾਲ ਜਾਂਦੇ, ਪਹਿਲੀ ਵਾਰ ਥੋੜਾ ਜਾਣਾ, ਹਰ ਸਾਲ। ਇਹ 2024 ਤੋਂ ਪਹਿਲਾਂ ਹੀ ਕਹਿ ਸਕਦੇ ਸੀ ਵੀ ਹਰ ਸਾਲ ਜਾਂਦੇ ਹੋਣ। ਔਖਾ ਇਹ ਦੇਖੋ ਜੀ ਏਦਾਂ ਜੀ ਕਈ ਵਾਰੀ ਕਿਹਾ ਆਪਾਂ, ਜਦੋਂ ਇਨਫੈਕਟ ਸ਼ੋਅ ਸ਼ੁਰੂ ਵੀ ਕੀਤਾ ਸੀਗਾ, ਉਹ ਲੋਕੀ ਗੱਲ ਦਾ ਨਾ ਆਪਣੀ ਬੁਰਾ ਮਨਾ ਜਾਂਦੇ ਆ ਤੇ ਉਹ ਸਿਟੀਜ਼ਨ ਹੋ ਕੇ ਛੱਡੋ, ਲੋਕੀ ਮੇਰੇ ਖਿਆਲ ਆਪਣੇ ਕੇਸ ਪਾਸ ਹੋਣ ਤੋਂ ਬਾਅਦ ਚਲ ਜਾਂਦੇ ਹੋਣੇ ਆ। ਮਤਲਬ ਕਿ ਹੁਣ ਕਨਫਲਿਕਟਿੰਗ ਡੇਟਾ ਜਿਹੜਾ ਉਹ ਸਾਰਾ ਫਿਰ ਸਵਾਲ ਜਵਾਬ ਉੱਤੇ ਆ ਜਾਂਦਾ ਕਿ ਇਹ ਪ੍ਰੋਬਲਮੈਟਿਕ ਤਾਂ ਨਹੀਂ ਹੈਗਾ। ਪਰ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਨਾ ਇਹਦਾ ਅਸਾਈਲਮ ਨਾਲ ਨਹੀਂ ਲੈਣਾ ਦੇਣਾ, ਇਹ ਏਦਾਂ ਹੈਗਾ ਕਿ ਇਨਕਨਸਿਸਟੈਂਟ ਐਪਲੀਕੇਸ਼ਨਾਂ ਜੇ ਕੋਈ ਹੈਗੀਆਂ, ਜਿੱਦਾਂ ਹੁਣ ਤੁਹਾਨੂੰ ਫਾਰਮ ਤੇ ਪੁੱਛਿਆ ਜਾਂਦਾ ਕਿ ਤੁਸੀਂ ਪਹਿਲਾਂ ਕਦੇ ਅਪਲਾਈ ਕੀਤਾ, ਉਹ ਸਾਰੀਆਂ ਚੀਜ਼ਾਂ ਬੰਦੇ ਨੇ ਡਿਸਕਲੋਜ਼ਰ ਦੇਣੇ ਹੁੰਦੇ ਜੇ ਬੰਦੇ। ਨਹੀਂ ਭਾਜੀ ਸੁਣੋ
ਉਹਦੇ ਉਹਨੇ ਜਿਹੜੇ ਕੇਸ ਫੇਲ ਹੋਇਆ ਸੀ ਨਾਮ ਚੇਂਜ ਕਰਕੇ ਰੱਖਿਆ, ਉਹ ਵੀ ਮੋਹਰੇ ਰੱਖਤਾ। ਤੁਹਾਨੂੰ ਦੱਸਿਆ ਮੈਂ ਅਮਰੀਕਾ ਆਉਣ ਤੋਂ ਪਹਿਲਾਂ ਜਿਹੜਾ ਵੀਜ਼ਾ ਅਪਲਾਈ ਕੀਤਾ ਸੀ ਉਹ ਵੀ ਕੱਢ ਕੇ ਮੋਹਰੇ ਰੱਖਤਾ। ਹਾਂਜੀ ਉਹੀ ਨਾ ਇਨਕਨਸਿਸਟੈਂਸੀ ਦੀ ਉਹੀ ਗੱਲ ਕਰ ਰਹੇ ਨਾ ਵੀ ਉਹਦੇ ਵਿੱਚ ਉਹਨਾਂ ਨੇ ਜੇ ਐਪਲੀਕੇਸ਼ਨ 'ਚ ਜਿਹੜਾ ਝੂਠ ਬੋਲਿਆ ਸੀ ਉਹ ਫੜ ਹੋ ਗਿਆ ਨਾ। ਹਾਂ ਤੇ ਮੈਂ ਪੂਰੀ ਗੱਲ ਦੱਸ ਦਿੰਦਾ। ਫਿਰ ਉਹਨੇ 5-6 ਘੰਟੇ ਪੁੱਛਗਿੱਛ ਹੋਈ, ਪਤਾ ਨਹੀਂ ਕਿੰਨੇ 10-12 ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਅਫਸਰ ਆਏ, ਉਹਦਾ ਪਾਸਪੋਰਟ ਲੈ ਕੇ ਰੱਖ ਲਿਆ, ਕਿਹਾ ਕੁਛ ਨਹੀਂ। ਉਹ ਕਹਿੰਦੇ ਜਾਂ ਤਾਂ ਤੇਰੇ ਘਰ ਕੋਈ ਐਨਫੋਰਸਮੈਂਟ ਵਾਲੇ ਦੁਬਾਰਾ ਆਉਣਗੇ ਜਾਂ ਤੈਨੂੰ ਕੋਈ ਲੈਟਰ ਆਊਗੀ ਵੀ ਤੇਰਾ ਅਸੀਂ ਨੈਕਸਟ ਵੀ ਕੀ ਕਰਨਾ ਕੀ ਨਹੀਂ ਕਰਨਾ, ਵੀ ਕੀਪ ਇਨ ਟੱਚ, ਵੀ ਨੈਕਸਟ ਤੱਕ ਤੂੰ ਹਲੇ ਪਾਸ। ਕਿਹੜੇ 에ਅਰਪੋਰਟ ਦੀ ਗੱਲ ਹੈ? SFO। ਠੀਕ ਹੈ ਜੀ, ਓਕੇ। ਉਹਦਾ ਇੱਕ ਹੋਰ ਸੁਣ ਲਓ, ਉਹਦਾ ਬੇਟਾ ਲਾ ਇਨਫੋਰਸਮੈਂਟ 'ਚ ਅਸੀਂ ਆਪਸ 'ਚ ਗੱਲਾਂ ਕਰਦੇ ਸੀ, ਉਹਦੇ ਘਰ ਬੈਠੇ ਵੀ ਜਿੱਦਾਂ ਬੰਦਾ ਡਿਸਕਸ ਕਰਦਾ ਹੈ ਨਾ, ਤਾਂ ਉਹਦੇ ਬੇਟੇ ਨੇ ਕਿਹਾ ਵੀ ਅੰਕਲ ਜਿੱਦਾਂ ਅੱਜ ਕੱਲ੍ਹ AI ਸਿਸਟਮ ਹੈ, ਇਮੀਗ੍ਰੇਸ਼ਨ ਨੇ ਇਹਨਾਂ ਨੇ ਸਾਰਿਆਂ ਨੇ ਕਰਨਾ ਸ਼ੁਰੂ ਕਰਤਾ, ਵੀ ਉਹ ਮੇ ਬੀ ਉਹਨੇ ਸਾਰਾ ਜੁਗਾੜ ਸਾਰਾ ਕੱਢ ਕੇ ਮੂਹਰੇ ਰੱਖ ਦਿੱਤਾ ਵੀ ਇਹ ਬੰਦੇ ਨੇ ਆਹ ਕੀਤਾ ਹੋਇਆ। ਜੀ ਬਿਲਕੁਲ, ਥੈਂਕ ਯੂ ਦਿਲਬਾਗ ਜੀ। ਜੀ ਜੀ ਕੱਢ ਤਾਂ ਪਹਿਲਾਂ ਵੀ ਸਕਦੇ ਸੀਗੇ, ਬਸ ਇਹ ਸੀਗਾ ਕਿ ਵਿਲਿੰਗਨੈਸ ਨਹੀਂ ਸੀਗੀ ਸਰਕਾਰ ਦੀ, ਤੇ ਹੁਣ ਵਿਲਿੰਗਨੈਸ ਹੈਗੀ ਆ। ਤੇ AI ਨਾਲ ਥੋੜਾ ਜਿਹਾ ਈਜ਼ੀ ਹੋ ਜਾਂਦਾ, ਕਿਉਂਕਿ ਹੁਣ ਆਪਾਂ ਦੇਖੋ ਜਦੋਂ ਆਪਾਂ ਕੋਈ PDF ਦਾ ਡਾਕੂਮੈਂਟ ਪੜ੍ਹਦੇ ਆ ਜਾਂ ਕਈ ਵਾਰੀ ਈਮੇਲਸ ਵੀ ਤੁਸੀਂ ਆਪਣੀਆਂ ਚੈੱਕ ਕਰੋ ਤੇ ਉਹਨੇ ਭਾਵੇਂ ਤੁਹਾਡੀਆਂ 50 ਈਮੇਲਾਂ ਚੱਲਦੀਆਂ, ਉਹਨੇ ਸਮਰੀ ਬਣਾ ਕੇ ਉੱਤੇ ਲਿਖੀ ਆ ਕਿ ਇਹਦਾ ਏਦਾਂ ਹੈਗਾ। ਜੀਮੇਲ ਦੀ ਗੱਲ ਕਰ ਰਹੇ ਹਾਂ ਤਾਂ ਚਲੋ ਫਿਰ ਆਪਣਾ ਜਿਹੜਾ, ਤੇ ਇਹਦੇ ਵਿੱਚ ਏਦਾਂ ਜੀ ਤੁਹਾਡੇ ਫਰੈਂਡ ਨੂੰ ਇਹੀ ਸਲਾਹ ਕਿ ਇਮੀਡੀਏਟਲੀ ਜਿਹੜਾ ਸੀਗਾ ਨਾ ਉਹਨੂੰ ਇਮੀਡੀਏਟਲੀ ਇੱਕ ਕ੍ਰਿਮੀਨਲ ਅਟਰਨੀ ਹਾਇਰ ਕਰਨਾ ਪੈਣਾ, ਤੇ ਇਮੀਡੀਏਟਲੀ ਜਿਹੜਾ ਸੀਗਾ ਇਮੀਗ੍ਰੇਸ਼ਨ ਅਟਰਨੀ ਹਾਇਰ ਕਰਨਾ ਪੈਣਾ, ਤੇ ਇਮੀਡੀਏਟਲੀ ਜਿਹੜਾ ਸੀਗਾ ਆਪਣੀਆਂ ਫਾਈਲਾਂ, ਆਪਾਂ ਮੈਂ ਕਈ ਵਾਰੀ ਕਹਿੰਦਾ ਕਿ ਆਪਣੀਆਂ ਫਾਈਲਾਂ ਪਹਿਲਾਂ ਸਾਰੀਆਂ ਕਢਾ ਕੇ ਰੱਖੋ, ਕਿਉਂਕਿ ਹੁਣ ਕੀ ਆ ਕਿ ਫਾਈਲਾਂ ਉਹ ਸੀਲ ਕਰ ਦਿੰਦੇ ਆ। ਹੁਣ ਜਿਹੜੀਆਂ ਫਾਈਲਾਂ ਉਹ ਚੋਂ ਨਿਕਲਣਾ ਕੁਛ ਨਹੀਂ, ਬਲੈਕ ਆਊਟ ਹੋ ਜਾਣੀਆਂ ਸਾਰੀਆਂ। ਤੇ ਇਹ ਹੈਗਾ ਕਿ ਅਜੇ ਥੋੜਾ ਜਿਹਾ ਟਾਈਮ ਹੈਗਾ, ਤੇ ਉਹਨੂੰ ਕਹੋ ਇਮੀਡੀਏਟਲੀ ਜਿਹੜਾ ਸੀਗਾ ਇਮੀਗ੍ਰੇਸ਼ਨ ਅਟਰਨੀ ਹਾਇਰ ਕਰਕੇ ਤੇ ਇਮੀਡੀਏਟਲੀ ਆਪਣੀਆਂ ਸਾਰੀਆਂ ਫਾਈਲਾਂ ਜਿਹੜੀਆਂ ਐਕਸੈਸ ਕਰੇ ਪਹਿਲਾਂ, ਕਿਉਂਕਿ ਉਹਦੀ ਮੈਮਰੀ ਵੀ ਨਹੀਂ ਹੋਣੀ। ਆਪਾਂ ਗੱਲ ਕਰੇ 1980 ਦੀ, ਤੇ ਉਹ ਸਵਾਲ ਪੁੱਛਣ ਲੱਗ ਪਏ, ਉਹ ਬੰਦਾ ਪੋਸੀਬਲੀ ਆਨਸਰ ਵੀ ਨਹੀਂ ਕਰ ਸਕਦਾ। ਬਿਲਕੁਲ। ਸੋ ਥੈਂਕ ਯੂ ਤੁਹਾਡੀ ਕਾਲ ਦੇ ਲਈ। ਬਟ ਦਿਸ ਮਾਈਟ ਬੀ ਅ ਨਿਊ ਰਿਐਲਿਟੀ। ਜਦੋਂ 26 ਜਨਵਰੀ ਤੋਂ ਬਾਅਦ ਫੇਸ਼ੀਅਲ ਰੈਕਗਨਾਈਜੇਸ਼ਨ, ਆਪਾਂ ਅੱਜ ਦੇ ਪ੍ਰੋਗਰਾਮ 'ਚ ਇਹ ਗੱਲ ਕੀਤੀ ਹੈ ਵੀ ਅੱਗੇ ਕੀ ਜਿਹੜਾ ਇਹ ਜਿਹੜੀ ਟੈਕਨੋਲੋਜੀ ਦਾ ਕਿਸ ਤਰੀਕੇ ਦੇ ਨਾਲ, ਤੇ ਨਾਲ ਜਿਹੜੀ ਵਿਲਿੰਗਨੈਸ ਆ ਸਰਕਾਰ ਦੀ, ਪ੍ਰਸ਼ਾਸਨ ਦੀ, ਵੀ ਉਹ ਕਿੱਦਾਂ ਦੀ ਆ। ਸੋ ਕਿਤੇ ਵੀ ਜਿਹੜੀਆਂ ਕੋਈ ਵੀ ਇਨਕਨਸਿਸਟੈਂਸੀਜ਼ ਤੁਹਾਡੀਆਂ ਐਪਲੀਕੇਸ਼ਨਸ 'ਚ ਕਿਤੇ ਕੋਈ ਝੂਠ ਬੋਲਿਆ, ਕਿਤੇ ਕੁਛ ਸ਼ੋਅ ਕੀਤਾ, ਕੋਈ ਚੀਜ਼ ਦੱਸੀ ਨਹੀਂ, ਡਿਸਕਲੋਜ਼ ਨਹੀਂ ਕੀਤੀ, ਤਾਂ ਉਹ ਤੁਹਾਡੇ ਸਾਹਮਣੇ ਜਿਹੜੀਆਂ ਉਹ ਆ ਸਕਦੀਆਂ ਨੇ। ਇਹ ਨਹੀਂ ਆ ਵੀ ਸਾਰਿਆਂ ਦੀਆਂ ਆਉਣਗੀਆਂ ਜਾਂ ਸਾਰਿਆਂ ਨੂੰ ਪੁੱਛਣਗੇ, ਇਹ ਵੀ ਨਹੀਂ ਆਪਾਂ ਨੂੰ ਪਤਾ, ਪਰ ਇਹ ਆ ਵੀ ਹਾਂ ਦੇयर ਇਜ਼ ਅ ਚਾਂਸ ਵੀ ਉਹ ਚੀਜ਼ ਜਿਹੜੀ ਤੁਹਾਡੇ ਨਾਲ ਹੋ ਸਕਦੀ ਹੈ। ਦੇਖੋ ਜੀ, ਜਿੰਨੀ ਵਾਰੀ ਟਰੈਵਲ ਕਰੋਗੇ ਉਨੀ ਵਾਰੀ ਤੁਸੀਂ ਸਬਜੈਕਟ ਕਰ ਰਹੇ ਆਪਣੇ ਆਪ ਨੂੰ। ਰਾਜ ਕਰਾਂ ਜੀ, ਕਈ ਕਾਲਾਂ ਮਤਲਬ ਤੁਸੀਂ ਯਕੀਨ ਨਹੀਂ ਕਰੋਗੇ, ਜਦੋਂ ਦਾ ਟਰੰਪ ਆਇਆ ਸਿਟੀਜ਼ਨ ਲੋਕਾਂ ਦੀਆਂ ਕਾਲਾਂ ਮਤਲਬ ਜ਼ਿਆਦਾਤਰ ਜਿਹੜੀ ਮਤਲਬ ਸਿਟੀਜ਼ਨ ਬੰਦੇ ਨੂੰ ਹਨਾ, ਤੇ ਉਹਦੇ ਵਿੱਚ ਇਹ ਹੈ ਕਿ ਸਾਰਿਆਂ ਦਾ ਬੜਾ ਕਾਮਨ ਜਿਹਾ ਸਵਾਲ ਹੁੰਦਾ ਕਿ ਟਰੈਵਲ ਕਰਾਂ ਕਿ ਨਾ ਕਰਾਂ। ਤੇ ਉਹਦਾ ਮੈਂ ਤਾਂ ਤੁਹਾਨੂੰ ਇਹ ਵੀ ਕਹਿਣਾ ਕਿ ਮੈਂ ਕਿਹਾ ਤੁਹਾਨੂੰ ਕੰਸਲਟੇਸ਼ਨ ਵੀ ਨਹੀਂ ਮੇਰੇ ਨਾਲ ਕਰਨ ਦੀ ਲੋੜ, ਮੈਂ ਪਹਿਲਾਂ ਹੀ ਤੁਹਾਨੂੰ ਜਵਾਬ ਦੇ ਦਿੰਦਾ ਸਾਰਿਆਂ ਨੂੰ ਕਿ ਯਾਰ ਜੇ ਤੁਸੀਂ ਦੇਖੋ, ਜਿੱਦਾਂ ਹੁਣ ਵੀਰ ਗੱਲ ਦੱਸ ਕੇ ਹਟਿਆ ਵਾ ਕਿ ਹਰੇਕ ਚੀਜ਼ ਉਹਨਾਂ ਨੇ ਮਤਲਬ ਕਿ ਬੰਦੇ ਨੂੰ ਸਬਜੈਕਟ ਜਿਹੜਾ ਕਰਦੇ ਆ, ਤੇ ਤੁਸੀਂ ਆਪਣਾ ਜੇ ਟਰੈਵਲ ਅਵੋਇਡ ਕਰ ਸਕਦੇ ਕਰੋ, ਐਵੇਂ ਖੱਜਲ ਖਰਾਬੀ 'ਚ ਕਿਉਂ ਪੈਣਾ ਹੈਗਾ। ਹਾਂ, ਇਹ ਜਿਹੜੀ ਗੱਲ ਨਾ ਇਹ ਹੁਣ ਆਈ ਗਈ ਹੋ ਗਈ ਵੀ ਲੈ ਕੁਛ ਨਹੀਂ ਹੁੰਦਾ, ਅਸੀਂ ਤਾਂ ਪਹਿਲਾਂ ਰੋਜ਼ ਜਾਂਦੇ ਸੀ, ਹਰ ਸਾਲ ਜਾਂਦੇ ਸੀ, ਏਦਾਂ। ਉਹ ਸਮਾਂ ਲੰਘ ਗਿਆ, ਜਿਹੜਾ ਸਮਾਂ ਲੰਘ ਗਿਆ ਉਹਦਾ ਕੁਛ ਨਹੀਂ ਹੋ ਸਕਦਾ। ਜੋ ਮੌਜੂਦਾ ਸਰਕਮਸਟਾਂਸ ਆ, ਜੋ ਹਾਲਾਤ ਚੱਲ ਰਹੇ ਆ, ਤੁਹਾਨੂੰ ਉਹਦੇ ਹਿਸਾਬ ਦੇ ਨਾਲ ਡਿਸੀਜਨ ਲੈਣਾ ਪੈਣਾ ਆ। ਫਿਰ ਐਵੇਂ ਕਈਆਂ ਨੇ ਕਹੀ ਜਾਣਾ ਵੀ ਇਹ ਡਰਾਉਣ ਵਾਲੀ ਕਿਹੜੀ ਗੱਲ ਆ, ਤੁਹਾਡੇ ਸਾਹਮਣੇ ਆ ਸੈਨ ਫਰਾਂਸਿਸਕੋ 에ਅਰਪੋਰਟ ਦੀ ਉਹ ਬੰਦਾ ਆਪ ਦੱਸ ਕੇ ਗਿਆ, ਉਹ 30 ਸਾਲ ਹੋਏ ਆ ਸਿਟੀਜ਼ਨ ਹੋਏ ਨੂੰ, ਨਿਆਣਾ ਲਾ ਐਨਫੋਰਸਮੈਂਟ 'ਚ ਆ ਤੇ ਤਾਂ ਵੀ ਉਹਦੇ ਨਾਲ ਏਦਾਂ। ਸੋ ਇਹ ਇਨਕਨਸਿਸਟੈਂਸ ਤੇ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਣਗੀਆਂ ਹੀ ਆਉਣਗੀਆਂ। ਹਾਂਜੀ ਮਨਿੰਦਰ। ਨਹੀਂ, ਡਰ ਹੋਣਾ ਵੀ ਚਾਹੀਦਾ ਅਗਲੇ ਜਿਹੜੇ ਉਹ ਕਰ ਰਹੇ ਆ। ਇਹ ਤਾਂ ਮਤਲਬ ਹੁਣ ਮੈਂ ਕਿਹਾ ਅਸੀਂ ਨਹੀਂ, ਇਹ ਨਾ ਕਹੋ ਵੀ ਅਸੀਂ ਡਰਾਉਂਦੇ, ਅਸੀਂ ਤਾਂ ਕੀ ਡਰਾਉਣਾ, ਅਸੀਂ ਤਾਂ ਤੁਹਾਨੂੰ ਦੱਸਦੇ, ਲੋਕੀ ਆਪ ਦੱਸਣ ਦੇ ਵੀ ਆਹ ਚੀਜ਼ ਹੋ ਰਹੀ ਆ। ਜੇ ਤੁਸੀਂ ਨਹੀਂ ਉਸ ਚੀਜ਼ ਤੋਂ ਕੁਛ ਸੇਧ ਲੈਣੀ ਤਾਂ ਤੁਹਾਡੀ ਮਰਜ਼ੀ ਆ। ਫਿਰ ਰੋਣ ਦੀ ਨਹੀਂ ਕੋਈ ਅੱਖਾਂ 'ਚ ਹੰਝੂ ਜਿਹੜੀ ਲਿਆਉਣ ਦੀ ਨਹੀਂ ਲੋੜ, ਅੱਖਾਂ ਦੇ ਵਿੱਚ ਘਸੁੰਨ ਦੇ ਕੇ ਹਾਏ ਹਾਏ ਸਾਡੇ ਨਾਲ ਏਦਾਂ ਕਿਉਂ ਹੋ ਗਿਆ। ਤੁਸੀਂ ਆਪ ਹੀ ਇਸ ਚੀਜ਼ ਨੂੰ ਜੀ ਆਇਆਂ ਨੂੰ ਆਖਿਆ ਸੀਗਾ ਜੀ। ਜਿੰਨਾ ਪ੍ਰੋਬਲਮ ਨੂੰ ਅਵੋਇਡ ਕਰ ਸਕਦੇ ਆ ਕਰੋ ਜੀ। ਟਰੈਵਲ ਕਰੋਗੇ ਜਿੰਨੀ ਵਾਰੀ ਤੁਸੀਂ ਕਹਿੰਦੇ ਹੋ ਕਿ ਐਗਜ਼ਾਮੀਨਰ ਦੇ ਸਾਹਮਣੇ ਜਾਓਗੇ, ਉਨੀ ਵਾਰੀ ਉਹ ਦੇਖੂਗਾ। ਸਿੱਧੀ ਜੀ ਯਾਰ ਗੱਲ ਇਹਦੇ ਵਿੱਚ ਉਹ ਹੈਗੀ ਆ, ਠੀਕ ਹੈ ਕਿ ਨਹੀਂ। ਉਹਦੇ ਵਿੱਚ ਕੋਈ ਇਹ ਵੀ ਨਹੀਂ ਲੈਣਾ ਦੇਣਾ ਕਿ ਇੰਡੀਆ ਟਰੈਵਲ ਕੀਤਾ ਜਾਂ ਥਾਈਲੈਂਡ ਟਰੈਵਲ ਕੀਤਾ ਜਾਂ ਕਿੱਥੇ ਕੀਤਾ, ਕਿਤੇ ਵੀ ਕੀਤਾ ਹੋ ਸਕਦਾ, ਕਿਤੇ ਵੀ ਕੀਤਾ। ਠੀਕ ਹੈ ਕਿ ਤੁਹਾਨੂੰ ਪਤਾ ਸਾਰਿਆਂ ਨੂੰ 3 ਸਾਲ 3.5 ਸਾਲ ਚੱਲਣਾ ਇਹ ਕੰਮ ਹੁਣ ਜਿਹੜਾ। ਤੇ ਥੋੜਾ ਜਿਹਾ ਆਪਣਾ ਸੋਚੋ ਇਸ ਚੀਜ਼ ਬਾਰੇ। ਰੋਜ਼ ਪ੍ਰੋਗਰਾਮ ਜਿਹੜਾ ਕਰੀਦਾ ਉਹ ਦੇਖੋ ਜੀ, ਜੇ ਤਾਂ ਡਰਾਉਣ ਵਾਲੀ ਗੱਲ ਨਹੀਂ, ਜੇ ਤਾਂ ਮੈਂ ਕਿਹਾ ਇਹ ਡਿਸਿਪਲਿਨ ਹੁੰਦਾ ਆਪਣੀ ਕਮਿਊਨਿਟੀ 'ਚ, ਪ੍ਰੋਬਲਮ ਇਹ ਹੋਣੀਆਂ ਹੀ ਨਹੀਂ ਸੀਗੀਆਂ। ਇਹ ਤਾਂ ਹੁਣ ਜਿਹੜਾ ਆਪਣੇ ਸ਼ੋਅ ਤੋਂ ਪਹਿਲਾਂ ਕੌਣ ਕਰਦਾ ਸੀਗਾ ਇੰਨੀ ਡਿਟੇਲ ਦੇ ਵਿੱਚ, ਕੌਣ ਤੁਹਾਨੂੰ ਦੱਸਦਾ ਹੈਗਾ? ਇੱਕ ਵਕੀਲ ਮੈਨੂੰ ਦੱਸ ਦਿਓ
ਜਨਤਾ ਆਪ ਆ ਕੇ ਕਹਿੰਦੀ ਉਹ ਤਾਂ ਹੁਣ ਆਪਾਂ ਮੈਂ ਕਿਹਾ ਸਾਰੀ ਆਪਣੀ ਕਮਿਊਨਿਟੀ ਅਪਡੇਟ ਕਰਤੀ ਹੈ ਸਾਰੀ। ਹੁਣ ਤਾਂ ਮਤਲਬ ਹਰੇਕ ਬੰਦਾ ਆਪਾਂ ਵਕੀਲ ਬਣਾਤਾ ਸ਼ੋਅ ਦੇ ਥਰੂ। ਤੇ ਇਹ ਹੈ ਕਿ ਹੁਣ ਇਹਦੇ ਵਿੱਚ ਜਿਹੜੀ ਦੂਜੀ ਛਲਾਗ ਲੈ ਕੁਛ ਨਹੀਂ ਹੁੰਦਾ, ਵਕੀਲ ਤਾਂ ਐਵੇਂ ਬੋਲਦੇ ਆ, ਏਦਾਂ ਕਰਦੇ ਆ ਓਦਾਂ ਕਰਦੇ ਆ। ਤੇ ਇਹਨੂੰ ਨਾ ਥੋੜਾ ਜਿਹਾ ਏਦਾਂ ਦੇ ਲੋਕਾਂ ਨੂੰ ਅਵੋਇਡ ਕਰਿਆ ਕਰੋ, ਜਿੰਨੀ ਕੁਐਸਚਨ ਲੈ ਸਕਦੇ ਆ ਉਹ ਲਓ, ਉਹਦੇ ਵਿੱਚ ਹੀ ਸਿਆਣਪ। ਟਾਈਮ ਹਮੇਸ਼ਾ ਇੱਕ ਵਰਗੇ ਨਹੀਂ ਰਹਿੰਦੇ, ਬਾਅਦ ਚ ਚੇਂਜ ਹੋਣੇ, ਫਿਰ ਵਧੀਆ ਦਿਨ ਆ ਜਾਣੇ ਆ। ਇਹ ਥੋੜਾ ਨਾ ਕਿ ਤੁਹਾਨੂੰ ਉਹਨਾਂ ਨੇ ਹਮੇਸ਼ਾ ਨੱਪ ਕੇ ਰੱਖ ਲੈਣਾ ਵਾ। ਜੀ 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 ਜੀ। ਆਪਣੇ ਅਗਲੇ ਕਾਲਰ ਨੇ, ਹਾਂਜੀ ਮਨਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀ ਜੀ, ਮੇਰੀ ਮਦਰ ਇੱਥੇ ਗ੍ਰੀਨ ਕਾਰਡ ਨੇ ਤੇ ਮੈਂ ਭਾਜੀ ਅਸਾਈਲਮ ਲਈ, ਤੇ ਮੇਰਾ ਕੇਸ ਵੀ ਪਾਸ ਹੋ ਗਿਆ ਤੇ ਮੇਰੀ ਮਦਰ ਦਾ R15 ਹੈ ਗ੍ਰੀਨ ਕਾਰਡ, ਤੇ ਉਹ ਇੰਡੀਆ ਜਾਣ ਕੋਈ ਪ੍ਰੋਬਲਮ ਤੇ ਨਾ ਆਏਗੀ ਉਹਨਾਂ ਨੂੰ? R1 ਉਹਨਾਂ ਦਾ ਅਪਰੂਵਡ ਹੈਗਾ ਨਾ, ਗ੍ਰੀਨ ਕਾਰਡ ਅਪਰੂਵਡ ਹੈਗਾ ਨਾ ਆਲਰੇਡੀ? ਹਾਂਜੀ ਹਾਂਜੀ, ਉਹਨਾਂ ਕੋਲ ਮਤਲਬ 4 ਸਾਲ ਹੋ ਗਏ ਨੇ ਉਹਨਾਂ ਨੂੰ ਇੱਥੇ ਅਮਰੀਕਾ 'ਚ। ਦੇਖੋ ਜੀ, 2-3 ਚੀਜ਼ਾਂ ਹੈਗੀਆਂ। ਜਿਹੜੇ ਬੰਦੇ ਨੇ ਕੋਈ ਵੀ ਐਫੀਡੇਵਿਟ ਲਾਇਆ ਹੁੰਦਾ, ਮੈਂ ਹੁਣ ਤੁਹਾਡਾ ਕੇਸ ਮੈਨੂੰ ਨਹੀਂ ਪਤਾ ਕੀ ਫੈਕਟਸ ਹੈਗੇ, ਜੇ ਤੁਹਾਡੀ ਮਾਤਾ ਜੀ ਨੇ ਕੋਈ ਐਫੀਡੇਵਿਟ ਲਾਇਆ ਤੁਹਾਡੀ ਸਪੋਰਟ ਦੇ ਵਿੱਚ, ਠੀਕ ਆ, ਉਹਨਾਂ ਅਪਲਾਈ ਕੀਤਾ ਸੀ ਮਦਰ ਦਾ। ਨਹੀਂ, ਸੁਣੋ ਗੱਲਬਾਤ, ਗੱਲ ਪੂਰੀ ਸੁਣੋ। ਮੈਟਰ ਨਹੀਂ ਕਰਦਾ ਕਿੰਨੇ ਅਪਲਾਈ ਕੀਤਾ, ਕਿੱਦਾਂ ਕੀਤਾ। ਤੁਹਾਡੀ ਮਾਤਾ ਉਹਨਾਂ ਨੇ ਤੁਹਾਡਾ ਕੋਈ ਐਫੀਡੇਵਿਟ ਤੁਹਾਡੇ ਕੇਸ ਦੀ ਸਪੋਰਟ ਚ ਲਾਇਆ ਸੀਗਾ? ਮਾਤਾ ਨੂੰ ਉਹਨੇ ਕੋਈ ਸਵਾਲ ਪੁੱਛਿਆ, ਕੋਈ ਉਹਦੇ ਵਿੱਚ ਇਨਕਨਸਿਸਟੈਂਸੀ ਆ ਗਈ, ਤੇ ਉਹ ਪ੍ਰੋਬਲਮ ਜਿਹੜਾ ਉਹ ਸ਼ੁਰੂਆਤ ਜਿਹੜੀ ਹੋ ਸਕਦੀ ਆ, ਉਹ ਜਿੱਦਾਂ ਹੁਣ ਇਹ ਕਹਿ ਰਿਹਾ ਕਿ ਕਾਲਰ ਦੱਸ ਰਿਹਾ ਕਿ ਸਿਟੀਜ਼ਨ ਨੂੰ ਪ੍ਰੋਬਲਮ ਜਿਹੜਾ ਦੇਤੀਆਂ ਕਈ ਸਾਲ ਤੋਂ ਜਿਹੜਾ ਸੀਗਾ, ਗ੍ਰੀਨ ਕਾਰਡ ਨੂੰ ਕਿਉਂ ਨਹੀਂ ਦੇਣੀ ਆ ਉਹਨੇ, ਜਿੰਨੇ ਮਰਜ਼ੀ ਅਪਲਾਈ ਕੀਤਾ ਹੋਵੇ। ਮਤਲਬ ਇਹ ਹੈਗਾ ਕਿ ਐਫੀਡੇਵਿਟ ਦੇ ਵਿੱਚ ਕੀ ਲਿਖਿਆ, ਕਿਉਂਕਿ ਬੰਦਾ ਉਹਨੂੰ ਸਹੁੰ ਖਾ ਕੇ ਸਾਈਨ ਕਰ ਰਿਹਾ ਕਿ ਸਾਰਾ ਕੁਝ ਉਹਦੇ ਵਿੱਚ ਸੱਚ ਹੈਗਾ। ਸੋ ਉਹ ਚੀਜ਼ਾਂ ਜਿਹੜੀਆਂ ਮੇਨ ਹੈਗੀਆਂ ਕਿ ਕੇਸ ਦੇ ਰਿਲੇਟਡ ਤੁਹਾਡੇ ਕੋਲ ਸਵਾਲ ਜਿਹੜੇ ਪੁੱਛੇ ਜਾ ਸਕਦੇ ਆ। ਇਹ ਜਿਹੜਾ ਸਿਟੀਜ਼ਨ ਵਿਅਕਤੀ ਜਿਹੜਾ ਛੱਡਿਆ, ਉਹ ਤਾਂ ਛੱਡਿਆ ਕਿ ਉਹਨਾਂ ਕੋਲ ਅਥਾਰਟੀ ਨਹੀਂ ਹੈਗੀ ਉਹਨੂੰ ਡਿਟੇਨ ਕਰਨ ਦੀ, ਕਿਉਂਕਿ ਹੇਬੀਅਸ ਕਾਰਪਸ ਇਹ ਉਹ ਸਾਰੀਆਂ ਜਿਹੜੀਆਂ ਉਹ ਲੱਗ ਜਾਂਦੀਆਂ, ਤੁਸੀਂ ਡਿਟੇਨ ਨਹੀਂ ਕਰ ਸਕਦੇ। ਗ੍ਰੀਨ ਕਾਰਡ ਹੋਲਡਰ ਨੂੰ ਸੇਮ ਪ੍ਰੋਟੈਕਸ਼ਨਸ ਨਹੀਂ ਹੈਗੀਆਂ। ਠੀਕ ਹੈ ਜੀ, ਠੀਕ ਹੈ, ਹਾਂਜੀ ਹਾਂਜੀ, ਠੀਕ ਹੈ ਜੀ, ਓਕੇ, ਮਿਹਰਬਾਨੀ ਜੀ, ਥੈਂਕ ਯੂ ਜੀ। ਹਾਂਜੀ ਗੁਰਦੀਪ ਜੀ। ਹੈਲੋ। ਹਾਂਜੀ ਹੈਲੋ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਗ੍ਰੀਨ ਕਾਰਡ ਹੋਲਡਰ ਆ ਅਸਾਈਲਮ ਤੇ, ਔਰ ਮੇਰੀ ਵਾਈਫ ਹੈਗੇ ਆ ਆਪਣਾ ਯੂਰਪ ਤੋਂ, ਗ੍ਰੀਨ ਕਾਰਡ ਨੇ ਉਹ ਵੀ ਉੱਥੇ ਦੇ। ਤੇ ਮੈਂ ਜਿੱਦਾਂ ਕੋਰਟ ਮੈਰਿਜ ਕਰਾਇਆ ਸੀਗਾ, ਤੇ ਮੈਂ ਉਹਨਾਂ ਦੇ ਪੇਪਰ ਅਪਲਾਈ ਕਰਨੇ ਆ, ਤੇ ਮੈਂ ਉਹਦੀ ਸਿਟੀਜ਼ਨ ਦੀ ਵੇਟ ਕਰਾਂ, ਇੱਥੇ ਆ ਕੇ ਪੇਪਰ ਉਹਦੇ ਅਪਲਾਈ ਕਰਾਂ ਕਿ ਪਹਿਲਾਂ ਹੀ ਕਰਦਾ ਹੁਣੀ? ਸਿਟੀਜ਼ਨ ਕਦੋਂ ਬਣਨਾ ਤੁਸੀਂ? ਮੇਰੇ ਤੇ ਹਾਲੇ ਟਾਈਮ ਹੈਗਾ ਸਿਟੀਜ਼ਨ ਤੇ, 4 ਸਾਲ ਹੈਗੇ। ਉਹਨਾਂ ਨੇ ਸਿਟੀਜ਼ਨ ਅਪਲਾਈ ਕੀਤੀ ਹੋਈ ਹੈ ਯੂਰਪ ਦੀ, ਕਿ ਉਹਨਾਂ ਦਾ ਔਨ-ਅਰਾਈਵਲ ਵੀਜ਼ਾ ਹੋ ਸਕਦਾ ਉਹਨਾਂ ਦਾ ਇੱਥੇ ਦਾ। ਹਾਂਜੀ ਤੁਸੀਂ ਹਾਂਜੀ I1 ਨੇ ਔਨ-ਅਰਾਈਵਲ ਤਾਂ ਵਿਜ਼ਿਟ ਕਰਨ ਆ ਸਕਦੇ ਆ ਜੀ। ਗ੍ਰੀਨ ਕਾਰਡ ਦੇ ਥਰੂ ਦੇਖੋ ਜੀ ਟਾਈਮ ਲੱਗਦਾ, 4-5 ਸਾਲ ਲੱਗ ਜਾਂਦੇ ਆ ਅੱਜ ਕੱਲ। ਜਿਹੜਾ ਗ੍ਰੀਨ ਕਾਰਡ ਜਦੋਂ ਸਪਾਊਸ ਜਿਹੜਾ ਕਰਦਾ, ਤੇ I-130 ਵਗੈਰਾ ਤੁਸੀਂ ਕਰ ਸਕਦੇ ਆ ਫਾਈਲ, ਠੀਕ ਆ। ਤੇ ਚੱਕਰ ਬਸ ਇਹੀ ਹੁੰਦਾ ਕਿ ਉਹ ਉਹਨਾਂ ਨੂੰ ਆਣ ਦਊਗੇ, ਇੱਕ ਏਅਰਪੋਰਟ ਤੇ ਰੋਕ ਦਊਗੇ। ਜੇ ਉਹ ਆਏ ਗਏ ਹੋਏ ਇੱਥੇ ਕਈ ਵਾਰੀ ਪਹਿਲਾਂ ਵੀ ਅਮਰੀਕਾ ਆ ਕੇ ਗਏ ਹੋਏ ਆ, ਹੋਪਫੁਲੀ ਕੋਈ ਪ੍ਰੋਬਲਮ ਨਹੀਂ ਆਊਗੀ। ਨਹੀਂ ਪਹਿਲਾਂ ਨਹੀਂ ਕਦੀ ਆਏ ਹੈਗੇ ਅਮਰੀਕਾ, ਫਸਟ ਟਾਈਮ ਹੀ ਉਹਨਾਂ ਨੇ ਆਣਾ ਜਦੋਂ ਆਣਾ। ਹਾਂਜੀ ਟਰੈਵਲ ਟੈਂਪਰੇਰੀ ਟਰੈਵਲ ਕਰ ਸਕਦੇ ਆ ਜੀ। ਜੀ ਠੀਕ ਹੈ, ਮੈਂ ਹੁਣ ਕਰ ਸਕਦਾ ਅਪਲਾਈ, ਹੈ ਨਾ ਜੀ? ਠੀਕ ਹੈ, ਥੈਂਕ ਯੂ ਜੀ। ਜੀ ਮਿਹਰਬਾਨੀ। ਅਗਲੇ ਕਾਲਰ ਅਮਰੀਕ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਜਿਹੜਾ ਜਦੋਂ ਗ੍ਰੀਨ ਕਾਰਡ ਹੋ ਜਾਂਦਾ ਅਸਾਈਲਮ ਬੇਸ ਤੇ, ਜਿਹੜੇ ਬੱਚੇ 14 ਸਾਲ ਤੋਂ ਉੱਪਰ ਹੋ ਜਾਂਦੇ ਆ, ਉਹਨਾਂ ਦੇ ਫਿੰਗਰਪ੍ਰਿੰਟ ਦੁਬਾਰਾ ਕਰਾਉਣ ਦੀ ਜ਼ਰੂਰਤ ਹੈ, ਜਾਂ ਉਹ ਜਿਹੜੇ ਹੋ ਜਾਂਦੇ ਉਹ ਹੀ ਚੱਲਣਗੇ ਜਦੋਂ ਆਪਾਂ ਗ੍ਰੀਨ ਕਾਰਡ ਅਪਲਾਈ ਕਰਨ ਜਾਂਦੇ ਤੇ ਉਹਨਾਂ ਨੂੰ ਹੁੰਦੇ ਆ, ਪਰ ਫਿੰਗਰ ਨਹੀਂ ਆਈ ਥਿੰਕ ਉਹਨਾਂ ਦੇ ਕੋਲ? ਹਾਂਜੀ ਕਹਿੰਦੇ ਤਾਂ ਉਹੀ ਹੈ ਕਿ ਉਹਨਾਂ ਦੇ ਤੁਸੀਂ ਸਿਸਟਮ ਦੇ ਵਿੱਚ ਅਪਲਾਈ ਕਰਦੇ ਹੋ, ਠੀਕ ਆ। ਜੇ ਉਹਨਾਂ ਨੇ ਆਪ ਹੀ ਤੁਹਾਨੂੰ ਦੱਸ ਦੇਣਾ ਕਿ ਇਹਨਾਂ ਦੀ ਲੋੜ ਹੈਗੀ ਹੈ ਕਿ ਨਹੀਂ ਹੈਗੀ। ਠੀਕ ਹੈ ਜੀ, ਠੀਕ। ਤੁਸੀਂ ਕਹਿੰਦੇ ਵੀ ਉਹਨਾਂ ਦੇ ਹੋਏ ਨਹੀਂ ਕਦੀ ਵੀ? ਪਰ ਉੱਥੇ ਗਏ ਸੀਗੇ ਫਿੰਗਰ ਕਰਾਉਣ, ਪਰ ਉਹਨੇ ਬੱਚਿਆਂ ਦੇ ਮੇਰੇ ਖਿਆਲ ਫਿੰਗਰ ਨਹੀਂ ਲਏ ਸੀਗੇ ਉਹਨਾਂ ਨੇ। ਬੱਚਿਆਂ ਦੇ ਨਹੀਂ ਕਰਦੇ, ਬੱਚਿਆਂ ਦੇ ਲੈਂਦੇ ਨਹੀਂ ਆ ਫਿੰਗਰਪ੍ਰਿੰਟ 14 ਸਾਲ ਤੋਂ ਥੱਲੇ, ਕਿਉਂਕਿ ਪ੍ਰਿੰਟਸ ਅਜੇ ਡਿਵੈਲਪ ਫੁੱਲੀ ਨਹੀਂ ਹੋ ਜਾਂਦੇ। ਤੇ ਉਹ ਤੁਹਾਨੂੰ ਹਾਂਜੀ ਤੁਸੀਂ ਕਰੋ ਜੀ ਅਕਾਊਂਟ ਦੇ ਵਿੱਚ ਜਾ ਕੇ ਜਿਹੜਾ ਰਜਿਸਟ੍ਰੇਸ਼ਨ ਵਾਲਾ, ਤੇ ਫਿਰ ਉਹ ਤੁਹਾਨੂੰ ਦੱਸ ਦੇਣਗੇ ਵੀ ਲੋਡ ਆ ਜਾਂ ਨਹੀਂ। ਜੀ ਜੀ ਕਿਹੜਾ ਸੀਗਾ ਫਾਰਮ? ਮੈਨੂੰ ਲੱਗਦਾ ਕੁਛ ਇਦਾਂ ਸੀ, 325R। 325R ਜੀ। ਕੁਲਵੰਤ ਜੀ। ਹੈਲੋ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵੀਰ ਜੀ ਮੇਰਾ ਕੁਐਸਚਨ ਹੈ ਜੀ, ਮੇਰਾ ਯੂ ਵੀਜ਼ਾ ਗ੍ਰਾਂਟ ਹੋਇਆ ਸੀਗਾ ਜੀ 23 ਦੇ ਵਿੱਚ, ਔਰ ਮੇਰੇ ਬੱਚੇ ਆ ਗਏ ਸੀਗੇ ਜੀ। ਬੱਚੇ ਆ ਗਏ ਤਾਂ ਮੇਰੇ ਇੱਕ ਬੱਚੇ ਦਾ ਤਾਂ ਮੇਰੇ ਦਾ ਆ ਗਿਆ, ਵਰਕ ਪਰਮਿਟ ਆ ਗਿਆ ਸੀਗਾ ਜੀ, ਬਾਕੀ ਮੇਰੇ 3 ਦੇ ਰਹਿ ਗਏ, ਔਰ ਮੇਰੀ ਇੱਕ ਬੇਟੀ ਦਾ ਉਹਨਾਂ ਨੇ ਡਿਨਾਈ ਕਰਕੇ ਭੇਜ ਦਿੱਤਾ ਵੀਰ ਜੀ। ਕਿਹੜੀ ਗੱਲ ਕਰਕੇ ਡਿਨਾਈ ਕੀਤਾ? ਉਹ ਕਹਿੰਦੇ ਤੁਹਾਡਾ ਜਿਹੜਾ ਪਾਸਪੋਰਟ ਹੈ ਉਹ ਸਪਾਇਰ ਹੈ, ਤੁਹਾਡਾ I-94 ਸਪਾਇਰ ਹੋ ਗਿਆ।
ਤੁਸੀਂ ਉਹ ਕਿਹਦਾ ਆਪਣਾ ਬੱਚਿਆਂ ਦਾ? ਹਾਂਜੀ ਹਾਂਜੀ। ਤੁਸੀਂ ਫਿਰ ਫਾਰਮ 539 ਫਾਈਲ ਕਰਨਾ ਹੁੰਦਾ, ਤੁਸੀਂ ਕੀਤਾ ਨਹੀਂ ਹੋਣਾ ਮੇਰੇ ਖਿਆਲ ਫਿਰ। ਉਹ ਨਹੀਂ, ਉਹ ਅਸੀਂ ਕਰੇ ਨਹੀਂ, ਸਾਨੂੰ ਤਾਂ ਕੋਈ ਲੈਟਰ ਵੀ ਨਹੀਂ ਆਈ ਹੈ, ਤਾਂ ਕੁਝ ਨਹੀਂ ਆਇਆ। ਉਹ ਹੁਣ ਉਹਨਾਂ ਨੇ ਲੈਟਰ ਉਹਨਾਂ ਨੇ ਨਹੀਂ ਦੇਣੀ ਹੁੰਦੀ ਜੀ, ਤੁਸੀਂ ਆਪ। ਤੇ ਗ੍ਰੀਨ ਕਾਰਡ ਅਪਲਾਈ ਕਰਤੇ ਇਹਨਾਂ ਦੇ? ਨਹੀਂ, ਹਲੀ ਹੈਗਾ ਜੀ, ਟਾਈਮ ਹੈਗਾ ਇਹਨਾਂ ਦਾ ਗ੍ਰੀਨ ਕਾਰਡ ਦਾ। ਤਾਂ ਅਸੀਂ CBP ਵਾਲੇ ਕੋਲ ਵੀ ਜਾ ਕੇ ਆਏ, ਉਹ ਕਹਿੰਦੇ ਤੁਹਾਡਾ ਆਲਰੇਡੀ ਕਹਿੰਦੇ ਸਟੇਟਸ, ਤੁਸੀਂ ਆਊਟ ਆਫ ਸਟੇਟਸ ਹੋਏ ਵੇ ਹੈ। ਅਸੀਂ ਫ੍ਰਿਜਨਲ ਤੇ ਬੋਲਦੇ ਫ੍ਰਿਜਨਲ। ਤੁਸੀਂ ਵਕੀਲ ਕੀਤਾ ਕਿ ਇਹ ਕਿੱਦਾਂ ਪੈਰਾਲੀਗਲ ਪੂਰਾਲੀਗਲ ਤੋਂ ਕਰਾ ਰਹੇ ਆ? ਨਹੀਂ ਵੀਰ ਜੀ, ਸੱਚ ਦੱਸੋ ਜੀ, ਮੈਂ ਪੈਰਾਲੀਗਲ ਤੇ ਕਰਾਇਆ ਜੀ। ਔਰ ਨਹੀਂ ਭਾਜੀ, ਇਹ ਪਹਿਲਾਂ ਨਾ ਪੈਰਾਲੀਗਲਾਂ ਦੀ ਗੋਲ ਕਰੋ ਜੀ, ਐਜ਼ ਅ ਕਮਿਊਨਿਟੀ। ਇਹ ਮਤਲਬ ਫਾਰਮ ਜੇ ਭਰ ਦਿੰਦੇ ਇੱਧਰ ਉੱਧਰ ਸੁਣ ਕੇ, ਇਹ ਕੰਮ ਖਰਾਬ ਕਰਦੇ ਆ ਲੋਕਾਂ ਦਾ। ਤੇ ਆਪਣਾ ਵਕੀਲ ਕੋਲ ਹਾਇਰ ਕਰੋ ਭਾਜੀ, ਜਿਹੜਾ ਸਾਲਮ ਜਿਹਨੇ ਕਰਾਇਆ ਨਾ ਤੁਹਾਡਾ, ਉਹਨਾਂ ਜਾ ਕੇ ਗੱਲ ਕਰੋ। ਯੂ ਵੀਜ਼ਾ ਜਿਹਨੇ ਕਰਾਇਆ ਉਹਨਾਂ ਗੱਲ ਕਰੋ ਜਾ ਕੇ। ਉਹ ਠੀਕ ਹੈ ਵੀਰ ਜੀ, ਇਹਦੇ ਵਿੱਚ ਹੁਣ ਠੀਕ ਹੈ ਵੀਰ ਜੀ, ਇਹ ਮਤਲਬ ਸਾਨੂੰ ਉਹਦੇ ਵਿੱਚ ਹੁਣ ਡਰਨੇ ਦੀ ਲੋੜ ਹੈ ਕੀ ਹੈ? ਜਿੱਦਾਂ ਅਸੀਂ ਤਾਂ ਡਰੇ ਹੋਏ ਹਾਂ ਵੀਰ ਜੀ। ਨਹੀਂ, ਮੈਨੂੰ ਪਤਾ ਨਹੀਂ ਭਾਜੀ ਹੁਣ ਕੀ ਹੈਗਾ। ਠੀਕ ਹੈ, ਤੁਸੀਂ ਜਾ ਕੇ ਨਾ ਆਪਣਾ ਜਿਹੜਾ ਯੂ ਵੀਜ਼ਾ ਜਿਹੜੇ ਵਕੀਲ ਨੇ ਕੀਤਾ ਉਹਨੂੰ ਕਰਿਆ ਕਰੋ ਯਾਰ, ਜਿਹਨੇ ਯੂ ਵੀਜ਼ਾ ਕਰਾਤਾ। ਤੇ ਉਹ ਮਤਲਬ ਪੈਰਾਲੀਗਲ ਨਾਲ ਦੇਖੋ ਜੀ, ਥੋੜੀ ਜਿਹੀ ਐਡਵਾਂਟੇਜ ਬੰਦੇ ਨੂੰ ਹੁੰਦੀ ਆ, 4 ਪੈਸੇ ਬਚ ਜਾਂਦੇ ਆ ਬੰਦੇ ਦੇ, ਪਰ ਲੌਂਗ ਰਨ ਚ ਰਿਲਾਇਬਿਲਿਟੀ ਦੀ ਗੱਲ ਆ ਜਾਂਦੀ ਹੈ ਜਿਹੜੀ। ਹੁਣ ਉਹਨੇ ਹੀ ਐਕਸਟਰਾ ਵੀ ਤਾਂ ਲੱਗਣੇ ਆ ਦੁਬਾਰਾ, ਹਾਂਜੀ, ਕਿਸੇ ਪਾਸੇ ਜਾਓਗੇ ਹੁਣ ਦੁਬਾਰਾ ਕਿਸੇ ਵਕੀਲ ਦੇ, ਉਹ ਵੀ ਤਾਂ ਲੱਗਣੇ ਹੀ ਆ ਨਾ ਜੀ। ਉਹ ਵੀ ਨਾਲ ਹੀ ਇਮੀਗ੍ਰੇਸ਼ਨ ਚ ਨਹੀਂ ਕੋਈ ਮਤਲਬ, ਪਰ ਚਲੋ ਇਹ ਆਪਣੇ ਕਹਿਣ ਨਾਲ ਤਾਂ ਨਹੀਂ ਚੀਜ਼ ਇਹ ਰੁਕਣੀ, ਪਰ ਇਹ ਹੈ ਕਿ ਪ੍ਰੋਬਲਮਾਂ ਜਿਹੜੀਆਂ ਨਾ ਫਿਰ ਕਈ ਵਾਰੀ ਵੱਧ ਜਾਂਦੀਆਂ। ਤੇ ਆਪਣੇ ਯੂ ਵੀਜ਼ੇ ਵਾਲੇ ਵਕੀਲ ਨਾਲ ਜਾ ਕੇ ਗੱਲ ਕਰੋ ਜੀ। ਕਮਲਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਆਪਣਾ ਨਾ, ਜਿੱਦਾਂ I-30 ਅਪਰੂਵ ਸੀਗਾ ਤੇ 485 ਡਿਨਾਈਲ ਹੋ ਗਿਆ USCIS ਦੇ ਕੋਲੋਂ। ਤੇ ਭਾਈ ਜਿੱਦਾਂ ਪਹਿਲਾਂ ਆਪਾਂ 10 ਸਾਲ ਤੋਂ ਪਹਿਲਾਂ ਇੱਥੇ ਆਏ ਸੀ ਤੇ ਐਡਮਿਨਿਸਟ੍ਰੇਟਿਵ ਕਲੋਜ਼ ਕੇਸ ਕਰਤਾ ਸੀ ਜੱਜ ਨੇ ਅਸਾਈਲਮ ਦਾ। ਹੁਣ ਇਹ ਜਾਣੀ ਕਿ 5 ਮਹੀਨੇ ਪਹਿਲਾਂ ਕਰਤਾ ਹੈਗਾ। ਤੇ ਉਹਦਾ ਪ੍ਰੋਸੀਜਰ ਕੀ ਆ ਭਾਈ ਬੈਸਟ, ਜਿੱਦਾਂ ਆਪਾਂ ਲੀਗਲ ਐਂਟਰੀ ਆਪਣੀ? ਤੁਹਾਡਾ ਕਿਹੜਾ ਹੁਣ ਤੁਸੀਂ ਕਹਿੰਦੇ ਯੂ ਵੀਜ਼ਾ ਅਪਰੂਵਡ ਆ? ਨਹੀਂ ਭਾਜੀ, ਆਪਣੇ I-30 ਆਪਣੇ US ਸਿਟੀਜ਼ਨ ਨਾਮ ਵਿਆਹ ਹੋਇਆ ਆਪਣਾ। 130 ਅਪਰੂਵ ਆ। 130 ਅਪਰੂਵਡ ਆ। ਦੇਖੋ ਜੀ, ਇਹਦੇ ਵਿੱਚ 2 ਚੀਜ਼ਾਂ ਹੈਗੀਆਂ ਜੀ। ਇੱਕ ਤਾਂ ਤੁਸੀਂ ਜਿਹੜਾ ਆਪਣਾ ਵੀਜ਼ੇ ਤੇ ਜੇ ਐਸੇ ਤੁਸੀਂ ਕੋਰਟ ਮੋਰੇ ਰੀਓਪਨ ਕਰਕੇ ਜੱਜ ਮੋਰੇ ਵੀ ਐਡਜਸਟਮੈਂਟ ਕਰ ਸਕਦੇ ਆ, ਜਾਂ ਫਿਰ ਤੁਸੀਂ ਇਹ ਹੈਗਾ ਕਿ ਉਹਨੂੰ ਆਪਣਾ ਜਿਹੜਾ ਸੀਗਾ USCIS ਦਾ ਹੁਣ ਐਡਮਿਨ ਕਲੋਜ਼ ਤੇ ਉਹਨਾਂ ਨੇ ਕਰਨਾ ਨਹੀਂ, ਤੇ ਜਾਂ ਫਿਰ USCIS ਦੇ ਮੋਰੇ ਤੁਸੀਂ 485 ਲਾਇਆ ਹੋਇਆ ਜੇ ਕਿ ਨਹੀਂ ਲਾਇਆ? ਹਾਂਜੀ, 485 ਲਾਇਆ ਸੀ, ਪਰ ਉਹਨਾਂ ਨੇ ਡਿਨਾਈਲ ਕਰਤਾ ਉਹ। ਤੇ ਉਹ ਕਹਿੰਦੇ ਵੀ ਇਹਦਾ ਅਸੀਂ ਨਹੀਂ ਕੁਛ ਕਰ ਸਕਦੇ, ਤੁਸੀਂ ਮਤਲਬ ਬਸ ਇਹੀ ਮੈਂ ਸਰਚ ਵੀ ਕੀਤਾ, ਇਹਦੇ ਰਿਗਾਰਡਿੰਗ ਪੁੱਛਿਆ ਵੀ ਸੀ। ਉਹ ਕਹਿੰਦੇ ਵੀ ਕੋਰਟ ਮੋਰੇ ਐਡਜਸਟਮੈਂਟ ਹੋਣਾ, ਕਿਉਂਕਿ ਕੋਰਟ ਨੇ ਜੱਜ ਨੇ ਉਹ ਜਿਹੜਾ ਆਪਣਾ ਅਸਾਈਲਮ ਕੇਸ ਸੀਗਾ ਉਹ ਮਤਲਬ ਕਲੋਜ਼ ਕਰਤਾ ਜੀ, ਐਡਮਿਨਿਸਟ੍ਰੇਟਿਵ ਕਲੋਜ਼ ਹੋ ਗਿਆ ਸੀਗਾ ਉਸ ਤੋਂ ਪਹਿਲਾਂ ਨਾ, ਕਿਉਂਕਿ ਉਹ ਰਿਕੁਐਸਟ ਪਾਈ ਸੀ ਆਪਣੇ ਲਾਇਰ ਪਹਿਲਾਂ ਜੀ। ਹਾਂਜੀ, ਕੇਸ ਰੀਓਪਨ ਕਰਨਾ ਪੈਣਾ, ਠੀਕ ਹੈ। ਫਿਰ ਅੱਗੇ ਆ ਜਾਂਦਾ ਕਿ ਜੱਜ ਇਹਦੇ ਵਿੱਚ ਐਡਜਸਟਮੈਂਟ ਗ੍ਰਾਂਟ ਕਰ ਸਕਦਾ ਕਿ ਨਹੀਂ। ਕੋਰਟ ਮੋਰੇ ਤੁਸੀਂ ਕਰ ਸਕਦੇ ਆ, ਠੀਕ ਹੈ। ਜੇ ਨਹੀਂ ਕਰਨਾ ਤੇ ਤੁਸੀਂ ਜਿਹੜੀ ਆਪਣੀ ਡਿਸਮਿਸਲ ਪੂਰਾ ਕਰਾ ਸਕਦੇ ਆ, ਸਰਕਾਰੀ ਵਕੀਲ ਦੀ ਨਾਲ ਸਹਿਮਤੀ ਲੈ ਕੇ ਡਿਸਮਿਸਲ ਕਰਾ ਸਕਦੇ ਆ, ਤੇ ਫਿਰ ਤੁਸੀਂ USCIS ਦੇ ਮੋਰੇ ਜਾ ਸਕਦੇ ਆ ਦੁਬਾਰਾ। ਠੀਕ ਹੈ ਜੀ। ਤੇ ਉਹ ਮਤਲਬ ਰੀਓਪਨ ਕਰਵਾਉਣਾ ਹੀ ਪੈਣਾ ਕੇਸ ਨਾ ਕੋਰਟ ਵਾਲਾ? ਨਹੀਂ, ਹਾਂਜੀ, ਰੀਓਪਨ ਤੋਂ ਬਿਨਾਂ ਤਾਂ ਭਾਜੀ ਜੱਜ ਨੇ ਦੇਖਣਾ ਵੀ ਨਹੀਂ ਕੇਸ। ਹਾਂਜੀ ਹਾਂਜੀ, ਰੀਓਪਨ ਕਰਾਣਾ ਹੀ ਪੈਣਾ ਜੀ। ਜੀ, ਥੈਂਕ ਯੂ ਜੀ। ਗੁਰਕੀਰਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਨਾ ਅਸਾਈਲਮ ਆਫਿਸ ਸ਼ਿਕਾਗੋ 'ਚ ਕੇਸ ਲੱਗਾ ਹੈ ਤੇ ਮੈਂ ਜੇ ਸਾਰੀ ਨੇ ਮੇਰੇ ਵਕੀਲ। ਤੇ ਸਰ ਹਜੇ ਤੱਕ ਮੈਂ ਮਾਰਚ 2023 'ਚ ਆਇਆ ਸੀ ਤੇ ਜੁਲਾਈ 'ਚ ਕੇਸ ਲਾਤਾ ਸੀ। ਸਰ ਹਜੇ ਤੱਕ ਕੋਈ ਇੰਟਰਵਿਊ ਕੋਈ ਲੈਟਰ ਨਹੀਂ ਆਈ, ਤੇ ਸਿਰਫ ਆਹ $100 ਦੀ ਲੈਟਰ ਆਈ ਸੀ ਲਾਸਟ ਵੀਕ, ਤੇ ਸਰ ਉਹ ਪੇ ਕਰਤੀ। ਤੇ ਐਕਚੁਅਲੀ ਜੇ ਸਰ ਮੈਂ ਹੁਣ ਸੈਕਰਾਮੈਂਟੋ ਮੂਵ ਹੋਣਾ ਚਾਹੁੰਦਾ, ਤੇ ਜੇ ਮੈਂ ਮੂਵ ਕਰਾਉਣਾ ਤੇ ਸਰ ਮੇਰਾ ਕੇਸ ਆਟੋਮੈਟਿਕ ਕੋਰਟ 'ਚ ਜਾਏਗਾ ਕਿ ਅਸਾਈਲਮ ਆਫਿਸ ਹੀ ਰਹੇਗਾ? ਅਸਾਈਲਮ ਆਫਿਸ। ਓਕੇ ਸਰ। ਤੇ ਸਰ ਇੱਕ ਹੋਰ ਕੁਐਸਚਨ ਸੀ, ਤੇ ਮੈਂ ਨਾ ਆਪਣੀ ਫੈਮਿਲੀ ਨਾਲ ਰਹਿਣਾ ਇੱਥੇ, ਮੇਰੇ ਚਾਚਾ ਜੀ ਨੇ ਤੇ ਉਹਨਾਂ ਦੇ ਬੇਟਾ ਤੇ ਅੰਡਰ 40 ਨੇ, ਤੇ ਉਹ ਕਿਸੇ ਨਾਲ ਗਾਰਡੀਅਨਸ਼ਿਪ ਕਿਸੇ ਤੋਂ ਦਵਾ ਸਕਦੇ ਆ ਸਰ ਉਹਨਾਂ ਨੂੰ? ਅੰਡਰ ਨਹੀਂ, ਕਿਸ ਸਮਝਿਆ ਨਹੀਂ ਮੈਂ। ਜਿਹੜਾ 14 ਸਾਲ ਵਾਲਾ ਉਹ ਗਾਰਡੀਅਨਸ਼ਿਪ ਕਹਿ ਰਿਹਾ? ਹਾਂਜੀ ਹਾਂਜੀ ਸਰ, ਉਹਨਾਂ ਨੂੰ ਕੋਈ ਗੋਦ ਲੈ ਸਕਦਾ ਸਰ? ਪਰ ਉਹਨਾਂ ਦੀ ਫੈਮਿਲੀ ਵੀ ਇੱਥੇ ਹੈ ਜੀ। ਅਡਾਪਸ਼ਨ ਵਾਲੀ ਨਹੀਂ, ਮੈਨੂੰ ਸਵਾਲ ਸਮਝ ਨਹੀਂ ਆਇਆ ਭਾਜੀ। ਗਾਰਡੀਅਨਸ਼ਿਪ ਤੇ ਅਡਾਪਸ਼ਨ 'ਚ ਫਰਕ ਹੁੰਦਾ। ਅਡਾਪਸ਼ਨ ਤਾਂ 14 ਸਾਲ ਤੱਕ ਜਿਹੜੀ ਹੁੰਦੀ ਆ ਉਹ ਤਾਂ ਏਜ ਹੋ ਗਈ ਉਹਦੀ, ਤੇ ਜਿਹੜੀ ਗਾਰਡੀਅਨਸ਼ਿਪ ਆ ਉਹ ਤਾਂ ਡਿਫਰੈਂਟ ਚੀਜ਼ ਹੈ ਜੀ। ਜੋ ਤਾਂ ਉਹਨਾਂ ਦੀ ਆ ਜਿਹਨਾਂ ਦੇ ਘਰ ਦੇ ਟੇਕ ਕੇਅਰ ਨਹੀਂ ਕਰ ਪਾਉਂਦੇ, ਤੇ ਫਿਰ ਉਹ ਹੋਰ ਕੋਈ ਉਹਨਾਂ ਦਾ ਗਾਰਡੀਅਨ ਬਣਦਾ। ਜੇ ਆਲਰੇਡੀ ਉਹਦੇ ਘਰ ਦੇ ਇੱਥੇ ਉਹ ਟੇਕ ਕੇਅਰ ਕਰ ਰਹੇ, ਫਿਰ ਤਾਂ ਨਹੀਂ ਜੀ ਇਸ ਚੀਜ਼ ਦੇ ਵਿੱਚ ਹੋ ਸਕਦਾ ਕੰਮ। ਜੀ,
ਘਰ ਦੇ ਇੱਥੇ ਹੋਣ ਦੀ ਨਹੀਂ ਗੱਲ ਹੁੰਦੀ। ਹਾਂਜੀ, ਮਤਲਬ ਮੈਂ ਟੇਕ ਅੱਜ ਕੇਅਰ ਕੱਲ੍ਹ ਜੇ ਟੇਕ ਕੇਅਰ ਕਰ ਰਹੇ ਆ ਹਾਂਜੀ, ਜੀ, ਹਾਂ ਜੀ, ਜੀ। ਜੇ ਉਹ ਸਾਂਭ ਸੰਭਈਆ ਖਰਚਾ ਵਗੈਰਾ ਉਹਦਾ ਕਰ ਰਹੇ ਆ ਤਾਂ ਫਿਰ ਕਿਹੜੇ ਆਧਾਰ ਤੇ ਇਹ ਕਹੋਗੇ ਵੀ ਤੁਹਾਡਾ ਗਾਰਡੀਅਨ ਦੀ? ਹਾਂਜੀ, ਇਹ ਨਾਲੇ ਨਾ ਜਿੱਦਾਂ ਹੁਣ ਆਪਣਾ ਹੈਗਾ ਕੈਲੀਫੋਰਨੀਆ ਤੇ ਨਿਊਯਾਰਕ, ਉੱਥੇ 2 ਇਹ ਜਿਹੜੀਆਂ ਦੂਜੀਆਂ ਇੰਡੀਆਨਾ, ਉੱਥੇ ਆਪਾਂ ਲਾਇਸੈਂਸ ਵੀ ਨਹੀਂ ਹੈਗੇ ਫੈਮਿਲੀ ਦੇ ਜਿਹੜੇ ਕੋਰਟ ਦੇ, ਤੇ ਉੱਥੇ ਤੁਹਾਨੂੰ ਲੋਕਲ ਲਾਇਰ ਨੂੰ ਜਿਹੜਾ ਪੁੱਛਣਾ ਪਊਗਾ ਗਾਰਡੀਅਨਸ਼ਿਪ ਦੇ ਲਾਜ਼ ਵਗੈਰਾ ਕੀ ਹੈਗੇ ਨੇ। ਠੀਕ ਹੈ ਜੀ। ਹਾਂਜੀ, ਹਰਦੀਪ ਜੀ। ਹਰਦੀਪ ਭਾਜੀ। ਹਾਂਜੀ, ਬੋਲੋ ਜੀ। ਭਾਜੀ ਮੇਰਾ ਗਾਰਡੀਅਨਸ਼ਿਪ ਦਾ ਕੇਸ ਪਾਸ ਹੋਇਆ, 2 ਸਾਲ ਹੋ ਗਏ I-360 ਪਾਸ ਹੋਏ ਨੂੰ। ਉਹਨਾਂ ਦੇ ਗ੍ਰੀਨ ਕਾਰਡ ਦਾ ਪ੍ਰੋਸੈਸ ਕੀ ਚੱਲ ਰਿਹਾ? ਇਸ ਵੇਲੇ ਤਾਂ ਨਹੀਂ ਮੇਰਾ ਵੀਰ, ਬੈਕਲੌਗ ਹੀ ਹੈਗਾ, ਉਹ ਤਾਂ ਵੇਟ ਕਰਨੀ ਪੈਣੀ 3-4 ਸਾਲ। ਓਕੇ। ਇੱਕ ਭਾਜੀ ਹੋਰ ਗੱਲ, ਭਾਜੀ ਮੈਂ ਟਰੈਵਲ ਕਰਨਾ ਸੀ ਜਹਾਜ਼ ਤੇ, ਮਤਲਬ ਕਿ ਦੂਜੀ ਸਟੇਟ ਜਾਣਾ ਸੀ ਮੈਂ, ਇੰਡੀਆਨਾ ਤੋਂ ਕੈਲੀਫੋਰਨੀਆ। ਉਹ 'ਚ ਕੋਈ ਚੱਕਰ ਹਾਂਜੀ। ਤੇ ਨਹੀਂ, ਮੇਰੇ ਕੋਲ ਰਿਪੋਰਟ ਨਹੀਂ ਹੈਗੀ? ਕੀ ਨਹੀਂ ਹੈਗੀ? ਤੁਹਾਡੇ ਕੋਲ ਰੀਅਲ ਆਈਡੀ ਹੈਗੀ ਹੈ? ਰੀਅਲ ਆਈਡੀ ਨਹੀਂ ਹੈਗੀ ਭਾਜੀ, ਪਾਸਪੋਰਟ ਹੈਗਾ, ਇੰਡੀਅਨ ਪਾਸਪੋਰਟ। ਨਹੀਂ ਮੇਰਾ ਵੀਰ, ਪਹਿਲਾਂ ਰੀਅਲ ਆਈਡੀ ਅਪਲਾਈ ਕਰੋ। ਪਾਸਪੋਰਟ ਜਿਹੜਾ ਆਪਣਾ ਸੀਗਾ ਉਹ ਫਲੈਗ ਹੋ ਜਾਏਗਾ। ਵੈਸੇ ਟੈਕਨੀਕਲੀ ਤਾਂ ਕੋਈ ਪ੍ਰੋਬਲਮ ਹੋਣੀ ਨਹੀਂ ਚਾਹੀਦੀ, ਤੁਹਾਡੇ ਕੋਲ ਡੈਫਰਡ ਐਕਸ਼ਨ ਹੈਗਾ ਤੇ ਤੁਹਾਨੂੰ ਕੋਈ ਹਾਰਡ ਟਾਈਮ ਤਾਂ ਨਹੀਂ ਦੇ ਸਕਦੇ, ਪਰ ਮੈਂ ਰეკਮੈਂਡ ਕਰੂੰਗਾ ਕਿ ਪਹਿਲਾਂ ਤੁਸੀਂ ਰੀਅਲ ਆਈਡੀ ਜਿਹੜਾ ਨਾ ਲੈ ਕੇ ਰੱਖੋ। ਭਾਜੀ ਰੀਅਲ ਆਈਡੀ ਮੈਂ ਗਿਆ ਹੀ ਅਪਲਾਈ ਕਰਨ, ਮੈਂ ਨਿਊਯਾਰਕ ਰਹਿਣ, ਮੇਰੇ ਡਾਕੂਮੈਂਟ ਇੰਡੀਆਨਾ ਉਹੀ ਲੈਣ ਜਾਣੇ ਮੈਂ, ਤੇ ਉਧਰ ਕੈਲੀਫੋਰਨੀਆ ਜਾਣਾ ਸੀ ਮੈਂ। ਉਹਨਾਂ ਨੇ ਕੀਤੀ ਨਹੀਂ ਅਪਲਾਈ ਮੇਰੀ ਰੀਅਲ ਆਈਡੀ। ਡਾਕੂਮੈਂਟ ਕੋਰੀਅਰ ਕਰਾ ਲਓ ਭਰਾਵਾ, ਫੈਡਐਕਸ ਕਰਾ ਲਾ, ਉਹਦੇ ਵਿੱਚ ਕੀ ਹੈ? ਉੱਥੇ ਬੰਦੇ ਨੂੰ ਥੋੜਾ ਲੈਣ ਜਾਣਾ, ਉਹ ਵੀ ਜਹਾਜ਼ 'ਚ ਆਏ ਨੇ ਆਪਣੇ ਕੋਲ ਹੀ। ਉਹ ਭਾਈ ਕਿੰਨਾ ਕੁ ਟਾਈਮ ਲੱਗਦਾ ਉਹ 'ਚ? ਫੈਡੈਕਸ ਨੂੰ ਪੁੱਛ ਯਾਰ। ਇਹ ਮੈਨੂੰ ਲੱਗਦਾ ਮੇਰਾ ਵੀਰ ਤੂੰ ਕਿਸੇ ਹੋਰ ਕੰਮ ਨੂੰ ਜਾਣਾ ਉੱਥੇ। ਇਹ ਤਾਂ ਅਗਲੇ ਦਿਨ ਹੀ ਪਹੁੰਚ ਜਾਣੀ ਆ, ਹਾਂ ਜੀ। ਇਹ ਹੁਣ ਫੈਡੈਕਸ ਵਾਲਿਆਂ ਨੂੰ ਸਵਾਲ ਪੁੱਛਣਾ ਚਾਹੀਦਾ, ਇੱਥੇ ਤਾਂ ਨਹੀਂ ਹੁਣ ਵਕੀਲ ਸਾਹਿਬ ਨੇ ਥੋੜੀ ਇਹ ਦੱਸਣਾ। ਲਈ ਉਹ ਇੱਕ ਦਿਨ 'ਚ ਪਹੁੰਚ ਜਾਂਦੀ ਭਰਾਵਾ। ਅੱਜ ਕੱਲ ਤਾਂ ਓਵਰਨਾਈਟ ਹੀ ਹੋ ਜਾਂਦੀਆਂ। ਸਹੀ ਗੱਲ ਆ। ਹਾਂਜੀ, ਗੁਰਜੀਤ ਜੀ। ਹਾਂਜੀ, ਦੋਨੋਂ ਵੀਰਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਮੇਰਾ ਨਾ ਕੇਸ ਲੱਗਿਆ ਤਾਂ ਜੀ 2015 'ਚ। ਮੈਂ ਆਪਣਾ ਜੀ ਵਿਜ਼ਟਰ ਵੀਜ਼ੇ ਤੇ ਆਏ ਤੇ ਮੈਂ ਮੇਰੀ ਵਾਈਫ, ਤੇ ਮੇਰਾ ਨਾ ਜੀ ਕੋਰਟ 'ਚ ਕੇਸ ਗਏ ਨੂੰ ਹੋ ਗਏ 2 ਸਾਲ। ਤੇ ਪਿਛਲੇ 7 ਕੁ ਮਹੀਨੇ ਪਹਿਲਾਂ ਨਾ ਮੇਰਾ ਵਿਜ਼ਟਿੰਗ ਜੱਜ 1 ਦਿਖੀ ਜਾਂਦਾ। ਬਟਲਰ ਸਾਹਿਬ ਸੀਗੇ ਮੇਰੇ ਜੱਜ, ਤੇ ਹੁਣ ਅੱਗੇ ਕੀ ਹੋ ਸਕਦਾ ਜੀ? ਬਟਲਰ ਤਾਂ ਵਧੀਆ ਜੱਜ ਸੀਗਾ ਕਾਫੀ, ਤੇ ਆਪਣਾ ਵਿਜ਼ਿਟਿੰਗ ਜੱਜ ਜਿੱਦਾਂ ਹੁਣ ਕੋਈ ਨਵਾਂ ਲਾਊਗੇ, ਆਪਣਾ ਵਧੀਆ ਵੀ ਆ ਸਕਦਾ ਜਾਂ ਕਿੱਦਾਂ ਕਹਿਣਾ, ਮਾੜਾ ਵੀ ਆ ਸਕਦਾ, ਦੇਖਣਾ ਹੀ ਪੈਣਾ ਹੁਣ। ਨਹੀਂ ਭਾਜੀ, ਇਹ ਤਰੀਕ ਇਹੀ ਰਹੂਗੀ ਜਾਂ ਕਿੱਦਾਂ ਜੀ? ਇਹ ਪੁੱਛਣਾ ਸੀ ਤੁਹਾਡੇ ਹਿਸਾਬ ਨਾਲ। ਚਲੋ ਪੱਕਾ ਤਾਂ ਨਹੀਂ ਦੱਸ ਸਕਦੇ ਮੈਨੂੰ, ਤਰੀਕ ਦਾ ਨਹੀਂ ਪਤਾ। ਜ਼ਿਆਦਾਤਰ ਜਿਹੜੀ ਤਰੀਕ ਆ ਉਹ ਚੇਂਜ ਹੋ ਜਾਂਦੀ ਭਾਜੀ। ਜਿਹੜਾ ਨਵਾਂ ਜੱਜ ਆ ਨਾ, ਉਹਦਾ ਆਪਣਾ ਸਕੇਜੂਲ ਹੁੰਦਾ। ਅੱਛਾ ਜੀ, ਠੀਕ। ਰੈਡੀ ਰਹੋ, ਕੁਝ ਚੇਂਜ ਹੋਵੇ ਸੋ ਇਟ ਕੈਨ। ਠੀਕ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਸ਼ਵਨੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਨਾ ਜੀ ਸ਼ਿਕਾਗੋ ਅਸਾਈਲਮ ਆਫਿਸ ਤੋਂ ਗ੍ਰਾਂਟ ਹੋਇਆ ਸੀ ਜੀ ਇਸੇ ਸਾਲ ਫਰਵਰੀ ਦੇ ਵਿੱਚ। ਅਸਾਈਲਮ ਗ੍ਰਾਂਟ ਹੋਇਆ ਸੀ ਅਫਰਮੇਟਿਵ, ਤੇ ਮੈਂ ਹਜੇ ਗ੍ਰੀਨ ਕਾਰਡ ਭਾਜੀ ਵੇਟ ਕਰ ਰਿਹਾ। ਮੈਂ ਵਕੀਲ ਨੂੰ ਪੁੱਛਿਆ ਸੀ, ਉਹ ਕਹਿੰਦਾ ਹਜੇ ਵੇਟ ਕਰ ਲਾ। ਵੀ ਕਰਨਾ ਚਾਹੀਦਾ ਜੀ? ਹੁਣ 8 ਮਹੀਨੇ ਹੋ ਗਏ ਭਾਜੀ। ਤੁਸੀਂ ਕਹਿ ਰਹੇ ਕਿ ਅਸਾਈਲਮ ਗ੍ਰਾਂਟ ਨੂੰ 8 ਮਹੀਨੇ ਹੋ ਗਏ ਤੇ ਹੁਣ 4 ਮਹੀਨੇ ਹੋਰ ਵੇਟ ਕਰੀਏ ਕਿ ਨਾ ਕਰੀਏ, ਇਹ ਸਵਾਲ ਆ? ਹਾਂਜੀ ਸਰ। ਹਾਂਜੀ, ਕਰ ਲਓ ਭਾਜੀ। ਹੁਣ ਤਾਂ ਹੱਥ ਹੀ ਲੰਘ ਗਿਆ, ਪੂਛ ਹੀ ਫਸੀ ਆ। ਓਕੇ ਜੀ। ਪਰ ਕਿੰਨੀ ਡਿਲੇ ਚੱਲਦੀ ਹੈ ਭਾਜੀ? ਮਤਲਬ ਕੋਈ ਜ਼ਿਆਦਾ ਵੈਟਿੰਗ, ਮਤਲਬ ਦੁਬਾਰਾ ਇੰਟਰਵਿਊ ਵੀ ਆ ਸਕਦੀ ਹੈ ਜਾਂ ਕੋਈ ਇੰਟਰਵਿਊ ਵੀ ਆ ਸਕਦੀ? ਹਾਂਜੀ। ਠੀਕ ਹੈ ਜੀ। ਮਤਲਬ ਕੀ ਸਲਾਹ ਦਿੰਦੇ ਆ, ਸੁਜੈਸਟ ਕਰਦੇ ਹੋ? ਕੁਝ ਵੀ ਨਹੀਂ ਭਾਜੀ, ਆਪਣਾ 4 ਮਹੀਨੇ ਬਾਅਦ ਕਰੋ ਜੀ, ਰੱਬ ਦਾ ਨਾਮ ਲੈ ਕੇ ਫਾਈਲ ਗ੍ਰੀਨ ਕਾਰਡ। ਦੈਟਸ ਇਟ। ਠੀਕ ਹੈ ਭਾਜੀ। ਸਲਾਹ ਵਾਲਾ ਤਾਂ ਤੁਹਾਡਾ ਭਾਜੀ ਕੇਸ ਹੀ ਪਾਸ ਹੋ ਗਿਆ, ਹੁਣ ਕਾਹਦੀ ਸਲਾਹ? ਹੁਣ ਤਾਂ ਕਰੋ ਗ੍ਰੀਨ ਕਾਰਡ ਫਾਈਲ ਤੇ ਡਨ ਆ ਕੰਮ। ਹਾਂਜੀ, ਇੰਟਰਵਿਊ ਤੇ ਜੋ ਸਵਾਲ ਪੁੱਛਦੇ ਉਹਨਾਂ ਦੇ ਜਵਾਬ ਦਿਓ। ਚੜ੍ਹਦੇ ਸਾਲ ਆਉਂਦੀ ਬਸੰਤ ਨਾਲ ਹੀ ਕਰ ਦੇਣਾ ਤੁਸੀਂ ਅਪਲਾਈ ਫਰਵਰੀ ਦੇ ਵਿੱਚ। ਤੇ ਬਸ 4 ਮਹੀਨੇ ਰਹਿ ਗਏ ਆ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਦੈਟਸ ਇਟ। ਤੇ ਕਰੋ ਪ੍ਰੋਸੈਸ ਦੇ ਵਿੱਚ, ਲੱਗੋ ਲਾਈਨ ਦੇ ਵਿੱਚ। ਬਾਕੀ ਜੋ ਹੋਊਗਾ ਉਹ ਪ੍ਰਮਾਤਮਾ ਹੱਥ, ਬਾਕੀ ਤੁਹਾਡੇ ਹੱਥ। ਤੇ ਕੁਛ ਕੁ ਜਿਹੜੇ ਕੁਐਸਚਨ ਇਹ ਆ, ਜਿਹੜੇ AAF ਦੇ ਨੋਟੀਫਿਕੇਸ਼ਨ ਜਿਨ੍ਹਾਂ ਨੂੰ ਨਹੀਂ ਆਏ, ਐਨੂਅਲ ਅਸਾਈਲਮ ਫੀਸ ਵਾਲੀ ਜਿਹੜੇ ਆ, ਉਹ ਵੇਟ ਕਰਨ ਪੇਮੈਂਟ ਕਰਨ ਦੇ ਲਈ, ਜਾਂ ਉਹ ਨੋਟਿਸ ਤੋਂ ਬਾਅਦ 'ਚ ਹੀ ਜਿਹੜਾ ਉਹ ਪੇ ਕੀਤੀ ਜਾ ਸਕਦੀ ਹੈ? ਜਿਹੜੇ ਕੋਰਟ ਵਾਲੇ ਕੇਸ ਆ ਉਹ ਤਾਂ ਦੇਖੋ ਜੀ ਹੁਣ ਅਪਡੇਟ ਹੋ ਜਾਣ ਦੇ, ਲਿੰਕ ਲੁੰਕ ਸਾਰੇ ਤੁਸੀਂ ਕਰੋ ਫਾਈਲ ਤੇ। ਜਿਹੜੇ USCIS ਵਾਲੇ ਆ, ਤੇ ਉਹਨਾਂ ਨੇ ਜਿਹੜਾ ਆਪਣਾ ਸੀਗਾ ਰਿਸੀਟ ਨੰਬਰ ਵੀ ਪਾ ਕੇ ਤੁਸੀਂ ਟਰਾਈ ਕਰ ਸਕਦੇ ਆ ਲਿੰਕ ਤੇ। ਕਈ ਵਾਰੀ ਰਸੀਦ ਨੰਬਰ ਪਾ ਕੇ ਵੀ ਜਿਹੜਾ ਸੀਗਾ ਉਹ ਅਲਾਉ ਕਰ ਦਿੰਦਾ ਤੁਹਾਨੂੰ। ਠੀਕ ਹੈ ਜੀ। I-360 ਕਹਿੰਦੇ ਵੀ ਅਪਰੂਵਡ ਆ। SIJ ਜਿਹੜੀ ਉਹਦੀ ਆਈਸ ਦੀ ਹੀਅਰਿੰਗ ਆ ਅਗਲੇ ਸਾਲ, ਤੇ
ਅਸਾਈਲਮ ਟਰਮੀਨੇਟ ਜਿਹੜਾ ਉਹ ਹੋਇਆ ਆ, ਸੋ ਕੀ ਹੈ ਇਸ ਦੇ ਵਿੱਚ ਕੋਈ ਇਸ਼ੂ ਤਾਂ ਨਹੀਂ ਕਹਿੰਦੇ? SIJ ਦੀ ਹੀਅਰਿੰਗ ਹੈਗੀ। SIJ ਦੀ ਹੀਅਰਿੰਗ ਤਾਂ ਆਪਣਾ ਜਿਹੜਾ ਸੀਗਾ ਕੋਰਟ ਨੇ ਲੈਣੀ ਹੁੰਦੀ, ਫੈਮਿਲੀ ਕੋਰਟ ਨੇ ਉਹਨਾਂ ਦਾ ਨਹੀਂ, SIJ ਮੈਨੂੰ ਲੱਗਦਾ ਜਿਹੜੀ I-360 ਉਹਦੇ ਥਰੂ ਅਪਰੂਵਡ ਆ, ਤੇ ਆਈਸ ਦੀ ਹੀਅਰਿੰਗ ਅਗਲੇ ਸਾਲ ਆ। ਹਾਂਜੀ, ਜਾਣਾ ਪੈਣਾ, ਉਹ ਫੜ ਸਕਦੇ ਆ ਜੇ ਡੈਫਰਡ ਐਕਸ਼ਨ ਨਹੀਂ ਮਿਲਿਆ ਬੰਦੇ ਨੂੰ, ਤੇ ਪਹਿਲਾਂ ਡੈਫਰਡ ਐਕਸ਼ਨ ਮਿਲਦਾ ਹੈਗਾ 316 ਨਾਲ SIJ ਵਾਲਿਆਂ ਨੂੰ, ਤੇ ਹੁਣ ਇਹਨਾਂ ਨੇ ਬੰਦ ਕਰਤਾ। ਜੇ ਨਹੀਂ ਮਿਲਿਆ ਤੇ ਫਿਰ ਹਾਂਜੀ ਰਿਸਕ ਰਹਿੰਦਾ ਡਿਟੈਂਸ਼ਨ ਵਗੈਰਾ ਦਾ, ਜੇ ਬੰਦਾ 2 ਨੰਬਰ ਚ ਆਇਆ ਤਾਂ। ਠੀਕ ਹੈ ਜੀ। ਤੇ ਬਾਕੀ ਇੱਕ ਵਾਰੀ ਐਡਰੈਸ ਵਾਲਿਆਂ ਨੂੰ ਕਈਆਂ ਨੇ ਜਿੱਦਾਂ ਕੁਐਸਚਨ ਵਗੈਰਾ ਪੁੱਛੇ ਆ, ਸੋ ਐਡਰੈਸ ਵਾਲਿਆਂ ਨਾਲ ਦੱਸ ਦਿਓ ਇੱਕ ਵਾਰੀ ਵੀ ਭਾਈ ਅਪਡੇਟ ਕਰ ਲਓ ਕਿੱਦਾਂ ਆ, ਕਿਵੇਂ ਆ, ਜਿੱਥੇ ਹੈਗੇ ਆ ਉੱਥੇ ਕਰ ਦਿਓ ਇੱਕ ਵਾਰੀ। ਐਡਰੈਸ ਦਾ ਰੌਲਾ ਰੱਪਾ ਅਦਾਲਤਾਂ 'ਚ ਕੀ ਦੇਖ ਰਹੇ ਆ ਤੁਸੀਂ? ਹਾਂਜੀ, ਐਡਰੈਸ ਦਾ ਦੇਖੋ ਜੀ 4 ਸਾਲ ਹੋ ਗਏ ਆਪਾਂ ਨੂੰ ਉਹੀ ਕਿ ਐਡਰੈਸ ਸਹੀ ਰੱਖਿਆ ਕਰੋ, ਆਪਣਾ ਘਪਲੇ ਦੇ ਵਿੱਚ ਨਾ ਮਾਰੇ ਕਰੋ, ਕਿਸੇ ਦੇ ਅਪਾਰਟਮੈਂਟਾਂ ਤੇ ਨਾ ਕਰਿਆ ਕਰੋ। DMV ਵਾਲੇ ਰੈਕਡ ਰੁਕਡ ਹੁਣ ਸਾਰੇ ਇਹਨਾਂ ਨੇ ਸਰਕਾਰ ਨੇ ਇੰਟਰਲਿੰਕ ਕਰਤੇ ਆ, ਕਈ ਵਾਰੀ 10-10 15-15 ਲਾਇਸੈਂਸ ਇੱਕ ਘਰ ਤੋਂ ਹੁੰਦੇ ਆ, ਉਹਨੂੰ ਹਾਰਡ ਟਾਈਮ ਦਿੰਦੇ ਆ ਉਹ। ਤੇ ਖਬਰਾਂ ਆਪਾਂ ਸੁਣੀਆਂ ਵੀ ਆ ਫਰੈਜ਼ਨੋ ਫਰੂਜ਼ਨੋ ਕਿ ਲੋਕਾਂ ਨੂੰ ਹਾਰਡ ਟਾਈਮ ਦੇਣਾ ਸ਼ੁਰੂ ਕਰਤਾ ਗਿਆ, ਇੰਨੇ ਬੰਦੇ ਕਿੱਦਾਂ ਇੱਕ ਅਪਾਰਟਮੈਂਟ ਚ ਆ ਗਏ, ਤੇ ਅਪਾਰਟਮੈਂਟ ਬਣੀਆਂ ਹੀ 4 ਬੰਦਿਆਂ ਦੇ ਰਹਿਣ ਨੂੰ ਹੈ ਨਾ, ਉਹ ਚੀਜ਼ਾਂ ਜਿਹੜੀਆਂ ਸੀਗੀਆਂ। ਤੇ ਦੂਸਰਾ ਇਹ ਹੈ ਕਿ ਕੋਰਟ ਦੇ ਹਿਸਾਬ ਨਾਲ ਵੀ ਫਿਰ ਹੇਰਾਫੇਰੀ ਹੋ ਜਾਂਦੀ ਹੈ, ਤੇ ਜਿਹੜੀ ਸਟੇਟ 'ਚ ਤੁਸੀਂ ਰਹਿੰਦੇ ਆ ਉੱਥੇ ਟੈਕਸ ਦੇਣਾ ਵੀ ਤੁਹਾਡਾ ਬਣਦਾ, ਉੱਥੇ ਰਹਿਣਾ ਬਣਦਾ। ਤੇ ਆਪਣਾ ਐਡਰੈਸ ਜਿਹੜਾ ਫੇਅਰ ਸਕੁਅਰ ਰੱਖਿਓ, ਕੇਸ ਉਹਦੇ ਕਰਕੇ ਖਰਾਬ ਨਾ ਕਰਿਓ ਆਪਣਾ ਜੀ। ਅੱਛਾ, ਇੱਕ ਨਵੀਂ ਧਾਰਨਾ ਹੋਰ ਚੱਲੀ ਆ, ਜਿਹੜੇ ਇੱਕ ਇਹ ਕਹੀ ਜਾਂਦੇ ਵੀ ਕਈ ਸਾਲ ਕਈ ਦਹਾਕੇ ਹੋ ਗਏ ਰਹਿੰਦਿਆਂ ਨੂੰ ਸਟੇਟਸ ਅਜੇ ਇਹਨਾਂ ਦਾ ਜਿਨ੍ਹਾਂ ਦਾ ਕੋਈ ਨਹੀਂ ਆ, SSN ਮਿਲੇ ਹੋਏ ਆ, ਟੈਕਸ ਟੁਕਸ ਵੀ ਤਾਰਦੇ ਸੀ, ਹੁਣ ਕਈ ਇਹ ਪੁੱਛਣ ਲੱਗ ਗਏ ਵੀ ਟੈਕਸ ਤਾਰੀਏ ਕਿ ਨਾ ਤਾਰੀਏ। ਆਫ ਕੋਰਸ ਕਰਨਾ ਪੈਣਾ, ਉਹ ਤਾਂ ਹੋਰ ਕੰਪਲਿਕੇਸ਼ਨ ਆ ਜਾਣੀਆਂ ਤੇ ਬਾਕੀ ਇਹ ਸੀਗਾ ਕਿ ਇਹ ਵਾਲੀ ਸਰਕਾਰ ਨੇ ਥੋੜਾ ਅਲੱਗ ਜਿਹਾ ਸਟੈਪ ਚੱਕਿਆ, ਪਹਿਲਾਂ ਕਦੀ ਏਦਾਂ ਨਹੀਂ ਸੀਗਾ, ਉਹ ਟੈਕਸ ਇਕੱਠੇ ਕਰ ਲੈਂਦੇ ਸੀਗੇ। ਉਹ ਕਹਿੰਦੇ IRS ਨੇ ਵੀ ਜਿਹੜਾ ਡੇਟਾ ਸ਼ੇਅਰ ਕੀਤਾ ਵਾ, ਪਰ ਉਹ ਤਾਂ ਡੇਟਾ ਉਹਨਾਂ ਕੋਲ ਆਲਰੇਡੀ ਹੋਣਾ ਜੇ ਤੁਸੀਂ ਕਰ ਰਹੇ ਹਨਾ, ਤੇ ਉਹ ਚੀਜ਼ ਸੀਗੀ, ਉਹ ਚੱਕਰਾਂ 'ਚ ਨਹੀਂ ਪੈਣਾ। ਹਾਂਜੀ, ਤੇ ਬਾਕੀ ਆਪਣੇ ਅਕਾਊਂਟੈਂਟ ਤੋਂ ਲਓ ਜੀ ਸਲਾਹ ਦੇ ਬਾਰੇ ਕਿੱਦਾਂ। ਧੰਨਵਾਦ ਅਟਾਰਨੀ ਦਾ ਕਹਿਣਾ ਜੀ, ਬੜੀ ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ।